ਸਾਡੇ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਅਤੇ ਦੋਸਤਾਂ ਦਾ ਕਾਫਲਾ ਟੀਮ ਤੇ ਨੌਜਵਾਨ ਸਾਹਿਤ ਸਭਾ ਬਠਿੰਡਾ ਵੱਲੋਂ ਸਾਰਿਆਂ ਦਾ ਸਵਾਗਤ। ਸਾਡੇ ਨਾਲ ਮੈਡਮ ਗੁਰਮੀਤ ਪਨਾਗ ਜੀ ਜੁੜ ਚੁੱਕੇ ਨੇ ਕੈਨੇਡਾ ਤੋਂ, ਤੇ ਉਹਨਾਂ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇ ਜਗੀਰ ਸਿੰਘ ਕਾਲੋ ਜੀ। ਅਸੀਂ ਦੋਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਜਿਹੜੇ ਸਾਡੇ ਅੱਜ ਦੇ ਮੁੱਖ ਮਹਿਮਾਨ ਆ ਗੁਰਮੀਤ ਪਨਾਗ ਜੀ, ਉਹਨਾਂ ਨਾਲ ਜਾਣ ਪਛਾਣ ਦਾ ਜਿਹੜਾ ਕੰਮ ਆ ਉਹ ਜਗੀਰ ਕਾਲੋ ਜੀ ਕਰਨਗੇ। ਜਗੀਰ ਸਿੰਘ ਕਾਲੋ ਜੀ। ਬਹੁਤ ਮਿਹਰਬਾਨੀ ਪ੍ਰਗਟ ਜੀ। ਮੈਂ ਇੱਥੋਂ ਸ਼ੁਰੂ ਕਰਾਂਗਾ ਭਈ ਇੱਕ ਤਾਂ ਜਿਹੜਾ ਜਨਮ ਹੀ ਹੈਗਾ ਗੁਰਮੀਤ ਦਾ, ਉਹ ਇੱਕ ਬਹੁਤ ਵੱਡੇ ਸਾਡੇ ਕਹਾਣੀਕਾਰ ਦੇ ਪਿੰਡ ਦੇ ਵਿੱਚ ਹੋਇਆ, ਔਰ ਜਿਹੜੇ ਉਹਨਾਂ ਦੇ ਨਾਨਕੇ ਹੈਗੇ ਆ ਉਹ ਸਲਾਣਾ ਪਿੰਡ ਹੈਗਾ, ਜਿਹੜਾ ਉਹ ਦੇਸ਼ ਭਗਤਾਂ ਦਾ ਪਿੰਡ ਹੈਗਾ। ਔਰ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਨੂੰ ਉਹਨਾਂ ਦੀ ਕਹਾਣੀ ਦੇ ਵਿੱਚ, ਕਿਉਂਕਿ ਜਿਹੜੇ ਬੰਦੇ ਦੇ ਜਨਮ ਦੇ, ਪਾਲਣ ਪੋਸ਼ਣ ਦੇ, ਉਹਦੀ ਐਜੂਕੇਸ਼ਨ ਦੇ ਸਮਾਚਾਰ ਹੁੰਦੇ ਆ, ਉਹਨਾਂ ਦਾ ਉਹਦੀ ਰਚਨਾ ਦੇ ਵਿੱਚ ਸਾਨੂੰ ਰਿਫਲੈਕਸ਼ਨ ਦਿਖਾਈ ਦਿੰਦਾ ਆ। ਔਰ ਮੈਨੂੰ ਜਦੋਂ ਕਿਉਂਕਿ ਮੈਂ ਇਹਨਾਂ ਦੇ ਜਨਮ ਵਾਲੇ ਸੰਤੋਖ ਸਿੰਘ ਧੀਰ ਜਨਮ ਦੇ ਪਿੰਡ ਵਾਲੇ ਤੇ ਨਾਨਕੇ ਪਿੰਡ ਵਾਲੇ ਸਾਹਿਬ ਸਿੰਘ ਸਲਾਣਾ ਹੋਣਾ ਨਾਲ, ਜਿਹੜੇ ਕਿ ਸ਼ਹੀਦ ਭਗਤ ਸਿੰਘ ਦੇ ਸਾਥੀ ਸੀਗੇ, ਉਹਨਾਂ ਨਾਲ ਵਾਬਸਤਾ ਹਾਂ। ਤੇ ਇਹਨਾਂ ਦੇ ਨਾਨੀ ਜੀ ਜਿਹੜੇ ਆ ਉਹ INA ਦੇ ਵਿੱਚ ਵੀ ਰਹੇ ਹੈਗੇ ਆ। ਔਰ ਕੋਇਨਸੀਡੈਂਸਲੀ ਅੱਜ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ 23 ਜਿਹੜੀ ਹੈ ਮਤਲਬ ਜਨਵਰੀ ਤੋਂ, ਇੱਕ ਤਰੀਕੇ ਨਾਲ ਗੁਰਮੀਤ ਕੋਲ ਬਹੁਤ ਵੱਡੀ ਵਿਰਾਸਤ ਆ, ਇੱਕ ਸਾਡੇ ਪੰਜਾਬੀ ਕਹਾਣੀ ਦੀ, ਦੇਸ਼ ਭਗਤੀ ਦੀ, ਔਰ ਨਾਲ ਜਿਹੜੀ ਫਰੀडम ਮੂਵਮੈਂਟ ਹੈਗੇ ਆ ਉਹਦੇ ਕੋਲ ਵਿਰਾਸਤ ਹੈ। ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਉਹ ਇੱਕ ਬੜੇ ਹਸਾਸ ਮਨ ਵਾਲੀ ਪਰਸਨੈਲਿਟੀ ਹੈ। ਇਹ ਵਿਰਾਸਤ ਹੋਣੀ ਇੱਕ ਮਾਣ ਵਾਲੀ ਗੱਲ ਹੈ, ਪਰ ਇਸ ਵਿਰਾਸਤ ਨੂੰ ਅੱਗੇ ਤੋਰਨ ਲਈ ਹਸਾਸ ਮਨ ਦਾ ਹੋਣਾ ਬਹੁਤ ਜ਼ਰੂਰੀ ਆ। ਔਰ ਗੁਰਮੀਤ ਪਨਾਗ ਜਿਹੜੀ ਆ ਉਹ ਵੇਖੋ, ਮਿਹਨਤ ਤੋਂ ਬਿਨਾਂ ਤਾਂ ਕੋਈ ਵੀ ਜਿਹੜੀ ਵਿਧਾ ਹੈ ਉਹ ਤੁਸੀਂ ਅਪਣਾ ਨਹੀਂ ਸਕਦੇ, ਉਹਦੇ ਵਿੱਚ ਪਰਪੱਕਤਾ ਨਹੀਂ ਲਿਆ ਸਕਦੇ। ਪਰ ਗੁਰਮੀਤ ਪਨਾਗ ਬਹੁਤ ਹੀ ਮਿਹਨਤੀ ਸ਼ਖਸੀਅਤ ਵਾਲੀ ਕਹਾਣੀਕਾਰ ਆ। ਉਹਦੀ ਉਦਾਹਰਨ ਮੈਂ ਤੁਹਾਨੂੰ ਪ੍ਰਗਟ ਜੀ ਇਹ ਦੇ ਸਕਦਾ ਕਿ 2013 ਤੋਂ ਮੈਂ ਗੁਰਮੀਤ ਦੀਆਂ ਕਹਾਣੀਆਂ ਦਾ ਪਾਠਕ ਆ, ਔਰ ਬਹੁਤ ਸਾਰੀਆਂ ਕਹਾਣੀਆਂ ਉਹਦੀਆਂ ਛਪਣ ਤੋਂ ਪਹਿਲਾਂ ਜਾਂ ਪਾਠਕਾਂ ਕੋਲ ਜਾਣ ਤੋਂ ਪਹਿਲਾਂ ਮੈਨੂੰ ਮਾਣ ਹਾਸਲ ਆ ਕਿ ਉਹ ਮੇਰੇ ਕੋਲ ਆਉਂਦੀਆਂ ਰਹੀਆਂ। ਤੇ ਗੁਰਮੀਤ ਪਨਾਗ ਦੀ ਜਿਹੜੀ ਕਹਾਣੀ ਮੁਰਗਾਬੀਆਂ ਹੈ ਨਾ, ਪਹਿਲੀ ਜਿਹੜੀ ਟਾਈਟਲ ਦੀ ਕਹਾਣੀ ਆ ਜਿਹਦੇ ਆਧਾਰ ਦੇ ਉੱਤੇ ਨਾਂ ਰੱਖਿਆ ਗਿਆ ਹੈਗਾ, ਇਹ ਕਹਾਣੀ ਜਿਹੜੀ ਆ ਗੁਰਮੀਤ ਨੇ ਰੀਰਾਈਟ ਕੀਤੀ ਹੈਗੀ ਆ। ਇਹ ਮੇਰਾ ਖਿਆਲ ਹੈ ਵੀ ਪਤਾ ਨਹੀਂ ਕਿੰਨੀ ਵਾਰੀ ਰੀਰਾਈਟ ਕੀਤੀ ਹੋਏਗੀ, ਜਦੋਂ ਕਿ ਬਹੁਤੇ ਜਿਹੜੇ ਸਾਡੇ ਲੇਖਕ ਜਾਂ ਸਾਹਿਤਕਾਰ ਆ ਉਹ ਇੰਨੀ ਮਿਹਨਤ ਨਹੀਂ ਕਰਦੇ। ਤਾਂ ਗੁਰਮੀਤ ਦੀ ਇਹ ਕਹਾਣੀ ਚੋਂ ਬਾਰ-ਬਾਰ ਲੰਘਦਿਆਂ, ਇਹਦੀ ਸੁਧਾਈ ਕਰਦਿਆਂ, ਮੈਨੂੰ ਨਿਕੋਲਾਈ ਅਸਤਰਾਵਸਕੀ ਦਾ ਜਿਹੜਾ ਪ੍ਰਸਿੱਧ ਨਾਵਲ ਹੈ ਹਾਊ ਦਾ ਸਟੀਲ ਵਾਜ਼ ਟੈਂਪਰਡ, ਸੂਰਮਿਆਂ ਦੀ ਸਿਰਜਣਾ ਦੇ ਨਾਂ ਹੇਠ ਜਿਹਦਾ ਅਨੁਵਾਦ ਹੋਇਆ ਸੀਗਾ, ਉਹਦੇ ਵਿੱਚ ਵੀ ਉਹ ਸਾਰਿਆਂ ਨੂੰ ਪਤਾ ਕਿ ਬਲਾਈਂਡ ਹੋਣ ਤੋਂ ਬਾਅਦ ਮਤਲਬ ਉਹਦੀ ਜਿਹੜੀ ਰਚਨਾ ਹੈ ਉਹ ਗਵਾਚ ਜਾਂਦੀ ਹੈ ਪ੍ਰਕਾਸ਼ਕ ਕੋਲੋਂ, ਤੇ ਉਹ ਕਰਦਾ ਹੈਗਾ। ਔਰ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਮੈਂ ਗੁਰਮੀਤ ਬਾਰੇ ਇੰਨਾ ਹੀ ਕਹਿਣਾ ਚਾਹਾਂਗਾ ਕਿ ਇਹਨੇ ਕਹਾਣੀ ਦੇ ਵਿੱਚ ਜਦੋਂ ਪ੍ਰਵੇਸ਼ ਕੀਤਾ ਆ ਤੇ 21ਵੀਂ ਸਦੀ ਦੇ ਵਿੱਚ ਜਿਹੜੇ ਸਾਡੇ ਚੋਟੀ ਦੇ ਕਹਾਣੀਕਾਰ ਆ ਉਹਨਾਂ ਦੇ ਵਿੱਚ ਪੁੱਜ ਜਾਣ ਦਾ ਇਹਦਾ ਸਭ ਤੋਂ ਵੱਡਾ ਸਬੂਤ ਗੁਰਮੀਤ ਦਾ ਇਹ ਆ ਕਿ ਜਿਹੜਾ ਪੁਰਸਕਾਰ ਹੈਗਾ ਬਹੁਤ ਵੱਡਾ ਕਿ ਸਭ ਤੋਂ ਵੱਡਾ, ਉਹਦੀ ਜਿਹੜੀ ਸਿਲੈਕਸ਼ਨ ਹੁੰਦੀ ਆ ਬੁੱਕਸ ਦੀ, ਚੰਗੇ ਜਿਹੜੇ ਕਹਾਣੀਕਾਰ, ਚੰਗੇ ਆਲੋਚਕ, ਸਾਹਿਤ ਰਸੀਏ ਕਰਦੇ ਆ, ਉਹਨਾਂ ਦੇ ਵਿੱਚ ਪਹਿਲੀਆਂ 10 ਕਿਤਾਬਾਂ ਦੇ ਵਿੱਚ ਗੁਰਮੀਤ ਦੀ ਇਹ ਪੁਸਤਕ ਜਿਹੜੀ ਹੈਗੀ ਆ ਮੁਰਗਾਬੀਆਂ, ਉਹ ਸ਼ਾਮਲ ਹੋ ਗਈ ਸੀਗੀ। ਔਰ ਹੁਣ ਮੈਂ ਜਦੋਂ ਦੁਬਾਰਾ ਇਹਨੂੰ ਪੜ੍ਹਦਾ, ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਮੈਂ ਬਹੁਤਾ ਵਕਤ ਨਹੀਂ ਲੈਣਾ, ਮੈਂ ਸਿਰਫ ਉਹਦੀ ਜਿਹੜੀ ਪ੍ਰਤਿਭਾ ਹੈਗੀ ਆ ਉਹਦੀ ਗੱਲ ਕਰ ਰਿਹਾ ਕਿ ਇਹ ਕਹਾਣੀ ਮੁਰਗਾਬੀਆਂ ਜਿਹੜੀ ਆ ਉਹ ਅੱਜ ਕਿੰਨੀ ਰੈਲੇਵੈਂਟ ਆ, ਕਿਉਂਕਿ ਗੁਰਮੀਤ ਕੋਲ ਇੱਕ ਅਧਿਐਨ ਹੈਗਾ ਜਿਹਦੇ ਉਹ ਭਲੀ ਭਾਂਤ ਜਾਣਦੀ ਆ ਕਿ ਕੈਪੀਟਲਿਜ਼ਮ, ਇੰਪੀਰੀਅਲਿਜ਼ਮ, ਕਾਰਪੋਰੇਟ ਸੈਕਟਰ, ਇਹ ਲਗਭਗ ਸਾਰੀਆਂ ਬਿਮਾਰੀਆਂ ਜਿਹੜੀਆਂ ਇਹ ਆਪਸ ਦੇ ਵਿੱਚ ਸਕੀਆਂ ਭੈਣਾਂ ਆ। ਔਰ ਅੱਜ ਜਿਹੜੇ ਕਿਸਾਨੀ ਸੰਘਰਸ਼ ਨੇ ਸਾਰੀ ਦੁਨੀਆ ਦੇ ਪੰਜਾਬੀਆਂ ਨੂੰ, ਭਾਰਤੀਆਂ ਨੂੰ ਇਨਗਲਫ ਕੀਤਾ ਹੈਗਾ, ਆਪਣੇ ਕਲਾਵੇ 'ਚ ਲਿਆ ਹੈਗਾ।
ਉਹਦੇ ਵਿੱਚ ਇਹ ਮੁਰਗਾਬੀਆਂ ਜਿਹੜੀ ਆ ਉਹ ਮੇਰੇ ਹਿਸਾਬ ਨਾਲ ਪੇਸ਼ ਆ ਕਿ ਕਿਵੇਂ ਜਿਹੜੇ ਕੈਨੇਡਾ ਦੇ ਆਦਿਵਾਸੀ ਆ, ਕੈਨੇਡਾ ਦੇ ਜਿਹੜੇ ਮੂਲ ਵਾਸੀ ਆ, ਜਿਹੜੇ ਉੱਥੋਂ ਦੀ ਜਿਹੜੀ ਜਾਇਦਾਦ ਹੈ, ਪ੍ਰਾਪਰਟੀ ਆ, ਜੋ ਉੱਥੋਂ ਦੇ ਕੁਦਰਤੀ ਸਾਧਨ ਨੇ, ਉਹਨਾਂ ਦੇ ਮਾਲਕ ਆ, ਉਹਨਾਂ ਦੇ ਕਿਵੇਂ ਜਿਹੜੇ ਗੋਰੇ ਹੈਗੇ ਆ ਇੰਪੀਰੀਅਲਿਜ਼ਮ ਦੇ ਰਿਪਰੈਜ਼ੈਂਟੇਟਿਵ, ਉਹਨਾਂ ਨੇ ਕਬਜ਼ਾ ਕਰ ਲਿਆ ਔਰ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਨੈਚੁਰਲ ਰਿਸੋਰਸਿਸ ਆ ਉਹ ਖੋਲੇ। ਤੇ ਇਹਦੀ ਮੈਂ ਰੈਲੇਵੈਂਸ ਇਦਾਂ ਸਮਝਦਾ ਆ, ਜਿਹੜਾ ਚੰਗਾ ਸਾਹਿਤ ਹੈਗਾ ਦੈਟ ਇਜ਼ ਆਲਵੇਜ਼ ਰੈਲੇਵੈਂਟ, ਕਿ ਅੱਜ ਜਿਹੜਾ ਦਿੱਲੀ 'ਚ ਸੰਘਰਸ਼ ਚੱਲ ਰਿਹਾ ਆ ਉਹਦੇ ਵਿੱਚ ਵੀ ਤਾਂ ਇਹੀ ਆ ਕਿ ਕਾਰਪੋਰੇਟ ਜਗਤ ਜਿਹੜਾ ਹੈਗਾ ਉਹ ਲੋਕਾਂ ਦੀਆਂ ਜ਼ਮੀਨਾਂ ਖੋਹ ਕੇ, ਲੋਕਾਂ ਦੇ ਕੁਦਰਤੀ ਸਾਧਨ ਖੋਹ ਕੇ ਉਹਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ। ਔਰ ਗੁਰਮੀਤ ਨੇ ਕਦੇ ਵੀ ਇਸ ਗੱਲੋਂ ਝਿਜਕ ਨਹੀਂ ਕੀਤੀ ਕਿ ਉਹ ਆਪਣੀ ਜਿਹੜੀ ਕੋਈ ਉਹਨਾਂ ਨੂੰ ਸੁਝਾਅ ਦਿੱਤਾ ਜਾਵੇ ਤੇ ਉਹਨੂੰ ਉਹ ਪ੍ਰਵਾਨ ਨਾ ਕਰਨ। ਆਮ ਤੌਰ ਦੇ ਉੱਤੇ ਲੇਖਕ ਵੀ ਤੇ ਕਹਾਣੀਕਾਰ ਵੀ ਜਿਹੜੇ ਆ ਉਹ ਆਮ ਤੌਰ ਦੇ ਉੱਤੇ ਇਹਨੂੰ ਇਸ ਗੱਲ ਨੂੰ ਨਹੀਂ ਮੰਨਦੇ। ਸੋ ਮੈਂ ਮਹਿਸੂਸ ਕਰਦਾ ਜੇ ਖਾਸ ਕਰਕੇ ਪ੍ਰਵਾਸੀ ਕਹਾਣੀ ਦੇ ਵਿੱਚ, ਕਿਉਂਕਿ ਹੁਣ ਪ੍ਰਵਾਸੀ ਕਹਾਣੀ ਜਿਹੜੀ ਆ ਉਹ ਜ਼ਿਆਦਾ ਕੈਨੇਡਾ ਵੱਲ ਨੂੰ, ਕਿਉਂਕਿ ਪ੍ਰਵਾਸ ਜ਼ਿਆਦਾ ਹੋਇਆ ਹੈਗਾ। ਇੰਗਲੈਂਡ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਸਾਡੇ ਬਹੁਤੇ ਕਹਾਣੀਕਾਰ ਰਹੇ ਨਹੀਂ, ਤੇ ਪ੍ਰਵਾਸੀ ਕਹਾਣੀ ਦੇ ਵਿੱਚ ਖਾਸ ਕਰਕੇ ਜਿਹੜੀ 21ਵੀਂ ਸਦੀ ਦੀ ਕਹਾਣੀ ਆ, ਇਹਦੇ ਵਿੱਚ ਗੁਰਮੀਤ ਇੱਕ ਐਸੀ ਕਹਾਣੀਕਾਰ, ਐਸੀ ਲੇਖਕਾ ਹੈ ਕਿ ਜਿਹੜੀ ਨਾ ਕੇਵਲ ਪ੍ਰਵਾਸੀ ਕਹਾਣੀ ਵਿੱਚ ਬਲਕਿ ਜਿਹੜੀ ਸਾਡੀ ਮੇਨ ਧਾਰਾ ਦੀ ਕਹਾਣੀ ਆ ਉਹਦੇ ਵਿੱਚ ਆਪਣਾ ਇੱਕ ਵਿਸ਼ੇਸ਼ ਮੁਕਾਮ ਰੱਖਣ ਵਾਲੀ ਕਹਾਣੀਕਾਰ ਹੈ। ਔਰ ਮੈਂ ਇਸ ਗੱਲ 'ਚ ਮਾਣ ਮਹਿਸੂਸ ਕਰਦਾ ਕਿ ਮੈਨੂੰ ਉਹਦੀਆਂ ਕਹਾਣੀਆਂ ਪੜ੍ਹਨ ਦਾ, ਉਹਨੂੰ ਨਿੱਜੀ ਤੌਰ ਦੇ ਉੱਤੇ ਮਿਲਣ ਦਾ, ਉਹਨਾਂ ਦੇ ਸੁਭਾਅ ਨੂੰ, ਉਹਨਾਂ ਦੀ ਸ਼ਖਸੀਅਤ ਨੂੰ ਵੇਖਣ ਦਾ ਮੌਕਾ ਮਿਲਦਾ। ਤੇ ਮੈਨੂੰ ਇਹ ਵੀ ਮਾਣ ਆ ਕਿ ਤੁਸੀਂ ਪ੍ਰਗਟ ਸਿੰਘ ਜੀ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਉਹਨਾਂ ਦੀ ਸੰਖੇਪ ਜਿਹੜੀ ਵਾਕਫੀਅਤ ਆ ਉਹ ਕਰਾਵਾਂ। ਤੇ ਮੈਂ ਬਹੁਤਾ ਵਕਤ ਨਾ ਲੈਂਦਾ ਹੋਇਆ ਤੁਹਾਡਾ ਧੰਨਵਾਦ ਕਰਦਾ। ਬਹੁਤ ਬਹੁਤ ਸ਼ੁਕਰੀਆ ਜਗੀਰ ਕਾਲੋ ਜੀ। ਮੈਨੂੰ ਲੱਗਦਾ ਤੁਸੀਂ ਸਾਡੇ ਨਾਲੋਂ ਬਹੁਤ ਬਿਹਤਰ ਤਰੀਕੇ ਨਾਲ ਮੈਡਮ ਜੀ ਨਾਲ ਜਾਣ ਪਛਾਣ ਸਾਡੇ ਦਰਸ਼ਕਾਂ ਦੀ, ਸਰੋਤਿਆਂ ਦੀ ਕਰਵਾਈ ਆ। ਤਾਂ ਮੈਂ ਚਾਹੂੰਗਾ ਹੁਣ ਇਸ ਤੋਂ ਬਾਅਦ ਮੈਡਮ ਗੁਰਮੀਤ ਪਨਾਗ ਜੀ ਆਪਣੇ ਸ਼ੁਰੂਆਤੀ ਜੀਵਨ ਦੇ ਬਾਰੇ, ਪਰਿਵਾਰਕ ਪਿਛੋਕੜ ਦੇ ਬਾਰੇ, ਜਿਹੜੇ ਉਹਨਾਂ ਨੂੰ ਕੁਝ ਕੁ ਸਵਾਲ ਅਸੀਂ ਪਹਿਲਾਂ ਦਿੱਤੇ ਹੋਏ ਸੀਗੇ, ਉਹਨਾਂ ਦੇ ਬਾਰੇ ਉਹ ਆਪਣੀ ਗੱਲਬਾਤ ਸ਼ੁਰੂ ਕਰਨ। ਮੈਡਮ ਗੁਰਮੀਤ ਪਨਾਗ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ। ਸਾਹਮਣੇ ਸਾਹਮਣੀ ਗੱਲਾਂ ਹੋਣਗੀਆਂ। ਮੈਨੂੰ ਬੜਾ ਮਾਣ ਹੈ ਕਿ ਅੱਜ ਮੈਂ ਤੁਹਾਡੇ ਰੂਬਰੂ ਹੋ ਰਹੀ ਹਾਂ। ਜਿਹੜਾ ਕਿ ਮੈਂ ਜਿੱਦਾਂ ਕਾਲੋ ਸਾਹਿਬ ਨਾਲ ਵੀ ਮੈਂ ਗੱਲ ਕਰ ਰਹੀ ਸੀ ਕਿ ਮੈਂ ਥੋੜਾ ਜਿਹਾ ਲੋ ਪ੍ਰੋਫਾਈਲ ਰਹਿਣ ਵਾਲਾ ਬੰਦਾ, ਮੈਨੂੰ ਕੋਈ ਜ਼ਿਆਦਾ ਨਹੀਂ ਹੁੰਦਾ ਕਿ ਮੈਂ ਲਾਈਮ ਲਾਈਟ 'ਚ ਆਵਾਂ, ਪਰ ਕਦੇ ਕਦੇ ਚੰਗਾ ਲੱਗਦਾ। ਸੋ ਗੱਲ ਕਰਦੇ ਹਾਂ ਆਪਣੇ ਜਨਮ ਤੋਂ। ਕਾਲੋ ਸਾਹਿਬ ਨੇ ਦੱਸਿਆ ਹੀ ਹੈ ਕਿ ਮੇਰਾ ਜਨਮ ਮੇਰੇ ਨਾਨਕੇ ਪਿੰਡ ਗੜਹੇੜੀ, ਜਿਹੜਾ ਕਿ ਮੰਡੀ ਗੋਬਿੰਦਗੜ੍ਹ ਦੇ ਕੋਲ ਹੈ, ਤੇ ਉੱਥੇ ਹੋਇਆ 1962 'ਚ। ਔਰ ਨਾਨਕੇ ਪਿੰਡ ਮੈਂ 8ਵੀਂ ਤੱਕ ਪੜ੍ਹੀ। 8ਵੀਂ ਤੋਂ ਬਾਅਦ ਫਿਰ ਹਾਈ ਸਕੂਲ ਵਾਸਤੇ ਮੈਂ ਆਪਣੇ ਪੇਰੈਂਟਸ ਦੇ ਕੋਲ, ਪੁੰਗਰਾਣਾ ਸਾਡਾ ਪਿੰਡ ਹੈ ਅਹਿਮਦਗੜ੍ਹ ਦੇ ਕੋਲ, ਤੇ ਉੱਥੇ ਚਲੀ ਗਈ। ਨਾਨਕੇ ਪਿੰਡ ਤੱਕ ਜਿਹੜਾ ਸੀ 8ਵੀਂ ਤੱਕ ਦੀ ਐਜੂਕੇਸ਼ਨ ਆਮ ਸੀ, ਜਿਵੇਂ ਸਾਰੇ ਨਿਆਣੇ ਜਾਂਦੇ ਨੇ, ਜਿਹਨੂੰ ਆਪਾਂ ਕਹਿੰਦੇ ਟਾਟਾ ਵਾਲਾ ਸਕੂਲ, ਤੇ ਉੱਥੇ ਜਾਈਦਾ ਸੀ ਆਪਣਾ। ਤੇ ਉਸ ਤੋਂ ਬਾਅਦ ਗੋਬਿੰਦਗੜ੍ਹ ਸਾਡਾ ਕੁੜੀਆਂ ਦਾ ਸਕੂਲ ਸੀਗਾ, 6ਵੀਂ 7ਵੀਂ 8ਵੀਂ ਉੱਥੋਂ ਹੋ ਗਈ। ਔਰ ਮੇਰੇ ਫਾਦਰ ਜਿਹੜੇ ਸੀਗੇ ਉਹ ਹੀ ਵਾਸ ਹਾਈਲੀ ਐਜੂਕੇਟਡ ਐਂਡ ਹੀ ਵਾਸ ਅ ਲਵਰ ਆਫ ਲਿਟਰੇਚਰ, ਇੰਗਲਿਸ਼ ਲਿਟਰੇਚਰ ਸਪੈਸ਼ਲੀ। ਸੋ ਉਹ ਆਉਂਦੇ ਰਹਿੰਦੇ ਸੀਗੇ ਜਦੋਂ ਨਾਨਕੇ ਸੀ ਅਸੀਂ। ਔਰ ਉਹਨਾਂ ਦੇ ਨਾਲ ਜਦ ਗੱਲਾਂ ਹੋਣੀਆਂ, ਉਹਨਾਂ ਨੇ ਕਈ ਵਾਰ ਮੈਨੂੰ ਇੰਗਲਿਸ਼ ਦੇ ਸ਼ਬਦ ਏਦਾਂ ਦੇ ਸਿਖਾਉਣੇ ਕਿ ਜਿਨ੍ਹਾਂ ਦਾ ਜਿਹੜਾ ਤੁਸੀਂ ਬੜੇ ਅਜੀਬ ਲੱਗਣੇ, ਬੜਾ ਉਹਨਾਂ ਦਾ ਇੱਕ ਤਰ੍ਹਾਂ ਦਾ ਮੈਜਿਕ ਜਿਹਾ ਪ੍ਰਭਾਵ ਛੱਡਦੇ ਸੀ ਮੇਰੇ ਉੱਪਰ। ਜਿਵੇਂ ਤੈਨੂੰ ਪਤਾ ਐਬਿਸ ਦਾ ਕੀ ਮਤਲਬ ਹੁੰਦਾ? ਮੈਂ ਕਹਿਣਾ ਨਹੀਂ, ਐਬਿਸ ਦਾ ਮਤਲਬ ਹੁੰਦਾ ਬੋਟਮਲੈਸ ਪਿਟ, ਜਿਹੜਾ ਪਤਾਲ ਜਿਹਨੂੰ ਆਪਾਂ ਕਹਿੰਦੇ ਆ। ਸੋ ਉੱਥੋਂ ਕੀ ਹੋਇਆ ਕਿ ਇੰਗਲਿਸ਼ ਦੇ ਨਾਲ ਲਗਾਵ ਹੋਣਾ ਸ਼ੁਰੂ ਹੋ ਗਿਆ ਹੌਲੀ ਹੌਲੀ। ਇਹੀ ਸ਼ਬਦ ਜਾ ਕੇ ਮੈਂ ਸਕੂਲ ਆਪਣੇ ਟੀਚਰ ਨੂੰ ਦੱਸਿਆ ਕਰਾਂ, ਉਹ ਬੜਾ ਹੈਰਾਨ ਹੋਇਆ ਕਰਨ ਕਿ ਤੈਨੂੰ ਏਦਾਂ ਦੇ ਸ਼ਬਦ ਕਿੱਥੋਂ ਆਉਂਦੇ ਨੇ। ਜਦ ਮੈਂ ਕਹਿਣਾ ਮੇਰੇ ਡੈਡੀ ਸਿਖਾਉਂਦੇ ਨੇ, ਜਦੋਂ ਵੀ ਆਉਂਦੇ ਨੇ ਉਹ ਮੈਨੂੰ, ਮੇਰੇ ਡੈਡੀ ਮੇਰੇ ਨਾਲ ਇੰਗਲਿਸ਼ 'ਚ ਗੱਲ ਕਰਦੇ ਨੇ ਤੇ ਮੈਨੂੰ ਇੰਗਲਿਸ਼ ਚ ਸਿਖਾਉਂਦੇ ਨੇ ਸਾਰਾ ਕੁਝ। ਸੋ ਇਹ ਚੀਜ਼ਾਂ ਨੇ ਮੈਨੂੰ ਇਹ ਕਰਤਾ ਕਿ ਮੈਨੂੰ ਥੋੜਾ ਜਿਹਾ ਡਿਫਰੈਂਟ ਕਰਤਾ ਬਾਕੀ ਨਿਆਣਿਆਂ ਤੋਂ। ਉੱਥੇ ਮੈਂ ਆਪਣੇ ਆਪ ਨੂੰ ਆਰਡੀਨਰੀ ਸਮਹਾਉ ਨਹੀਂ ਸੀ ਸਮਝਦੀ। ਮੈਂ ਸੋਚਦੀ ਸੀ ਕਿ ਆਮ ਸਮਬਡੀ ਸਪੈਸ਼ਲ ਬਿਕਾਜ਼ ਆਈ ਨੋ ਮੋਰ। ਹਾਲਾਂਕਿ ਇਹ ਕੰਪਲੈਕਸ ਤੇ ਕਈ ਵਾਰ ਬੜਾ ਖਤਰਨਾਕ ਹੁੰਦਾ ਹੈ, you know, to think that you are different। ਔਰ
ਬਾਕੀ ਘਰ ਦੇ ਵਿੱਚ ਜਿੱਦਾਂ ਸੀਗਾ ਮੇਰੇ ਮਦਰ ਵਾਸਤੇ ਵੀ ਮੇਰੇ ਫਾਦਰ ਜਸਵੰਤ ਸਿੰਘ ਕਮਲ ਦੇ, ਨਾਨਕ ਸਿੰਘ ਦੇ, ਕਿਉਂਕਿ ਉਹ ਸਿਰਫ ਪੰਜਾਬੀ ਪੜ੍ਹ ਸਕਦੇ ਸੀ, ਲਿਖ ਸਕਦੇ ਸੀ, ਤੇ ਉਹ ਲੈ ਕੇ ਆਉਂਦੇ ਸੀ। ਉਹਨਾਂ ਨੇ ਬੜੇ ਨਾਵਲ ਪੜ੍ਹੇ, ਕਹਾਣੀਆਂ ਪੜ੍ਹੀਆਂ ਮੇਰੇ ਮਦਰ ਨੇ। ਉਹਨਾਂ ਦਾ ਪਾਸ ਟਾਈਮ ਹੈ ਹੀ ਇਹ ਸੀਗਾ, ਜਦੋਂ ਕੰਮ ਤੋਂ ਵਿਹਲੇ ਹੋਏ ਤੇ ਕੁਛ ਨਾ ਕੁਛ ਚੁੱਕੇ ਬਹਿ ਜਾਓ ਪੜ੍ਹਨ ਵਾਸਤੇ। ਔਰ ਈਵਨ ਵਿਆਹ ਤੋਂ ਪਹਿਲਾਂ ਵੀ, ਕਿਉਂਕਿ ਨਾਨਾ ਜੀ ਸਰਪੰਚ ਸੀਗੇ ਘਰ ਚੋਂ, ਇੱਕ ਵਾਰ ਪਤਾ ਨਹੀਂ ਉਸ ਟਾਈਮ ਤੇ ਸੀਗੀ ਕਿ ਪਿੰਡਾਂ ਦੇ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਉਹ ਸਾਰੀਆਂ ਪੰਚਾਇਤਾਂ ਨੂੰ ਕਿਤਾਬਾਂ ਤੇ ਨਾਲ ਅਲਮਾਰੀ ਆ ਗਈ ਸੀ। ਤੇ ਉਹ ਫਿਰ ਮੇਰੇ ਮਦਰ ਕਹਿੰਦੇ ਵੀ ਉਹ ਸਾਰੀਆਂ ਕਿਤਾਬਾਂ ਮੈਂ ਹੀ ਪੜ੍ਹੀਆਂ ਸਭ ਤੋਂ ਪਹਿਲਾਂ, ਹੋਰ ਤਾਂ ਪਤਾ ਨਹੀਂ ਪਿੰਡ 'ਚ ਕਿਸੇ ਨੇ ਪੜ੍ਹੀਆਂ ਕਿ ਨਹੀਂ ਪੜ੍ਹੀਆਂ, ਮੈਂ ਜ਼ਰੂਰ ਪੜ੍ਹੀਆਂ, ਕਿਉਂਕਿ ਪੰਚਾਇਤ ਘਰ ਸਾਡੇ ਘਰ ਦੇ ਬਿਲਕੁਲ ਸਾਹਮਣੇ ਸੀ। ਔਰ ਇੱਥੇ ਵੀ ਉਹਨਾਂ ਦਾ ਇਹ ਹਾਲ ਹੈ ਕੈਨੇਡਾ 'ਚ ਮੇਰੇ ਕੋਲ, ਕਿ ਲਾਇਬ੍ਰੇਰੀ ਦੀਆਂ ਪੰਜਾਬੀ ਸੈਕਸ਼ਨ ਦੀਆਂ ਕਿਤਾਬਾਂ ਖਤਮ ਹੋ ਜਾਂਦੀਆਂ ਨੇ ਜਦੋਂ ਬਾਰ-ਬਾਰ ਅਸੀਂ ਇਸ਼ੂ ਕਰਵਾਈ ਜਾਂਦੇ, ਤੇ ਉਹਨਾਂ ਨੂੰ ਕਹਿਣਾ ਪੈਂਦਾ ਮੇਰੇ ਮਦਰ ਨੇ ਸਾਰੀਆਂ ਪੜ੍ਹਨੀਆਂ, ਹੁਣ ਹੋਰ ਮੰਗਵਾ ਦਿਓ, ਇਹਨਾਂ ਨੂੰ ਰੀਸਾਈਕਲ ਕਰਵਾ ਦਿਓ ਕਿਤੇ ਨਾ ਕਿਤੇ। ਸੋ ਇਹ ਮੇਰੇ ਜਿਹੜਾ ਹੈਗਾ ਘਰ ਦੇ ਵਿੱਚ ਲਿਟਰੇਚਰ ਦਾ ਹੋਣਾ, ਉਹਨੇ ਮੈਨੂੰ ਬਹੁਤ ਇੰਪੈਕਟ ਕੀਤਾ। ਔਰ ਜਦੋਂ ਮੈਂ 9ਵੀਂ 10ਵੀਂ 11ਵੀਂ 12ਵੀਂ 'ਚ ਆਪਣਾ 9ਵੀਂ 10 ਸਾਡੇ ਵੇਲੇ 10ਵੀਂ ਹੁੰਦੀ ਸੀ, ਔਰ 9ਵੀਂ 10ਵੀਂ ਜਦ ਮੈਂ ਪਿੰਡ ਦੇ ਸਕੂਲ 'ਚ ਕੀਤੀ, ਤੇ ਉੱਥੇ ਮੇਰੇ ਫਾਦਰ ਨੇ ਮੈਨੂੰ ਆਪਣਾ ਇੰਗਲਿਸ਼ ਟ੍ਰਿਬਿਊਨ, ਜਿਹੜਾ ਸਾਡੇ ਘਰ ਆਉਂਦਾ ਸੀ, ਟਾਈਮਸ ਆਫ ਇੰਡੀਆ ਆਉਂਦਾ ਸੀ, ਇਲਾਸਟ੍ਰੇਟਡ ਵੀਕਲੀ ਆਉਂਦੀ ਸੀ, ਤੇ ਇੰਗਲਿਸ਼ ਟ੍ਰਿਬਿਊਨ ਦਾ ਜਿਹੜਾ ਐਡੀਟੋਰੀਅਲ ਹੁੰਦਾ ਸੀਗਾ, ਉਹਦੀ ਸਮਰੀ ਬਣਾ ਕੇ ਮੈਨੂੰ ਆਪਣੇ ਫਾਦਰ ਨੂੰ ਦਿਖਾਉਣੀ ਪੈਂਦੀ ਸੀ ਹਰ ਰੋਜ਼ ਇਨ ਸਰਟਨ ਵਰਡਸ। ਸੋ ਉਹਦੇ ਨਾਲ ਕੀ ਹੋ ਗਿਆ ਕਿ ਫਲੋ ਬਣ ਗਿਆ ਇੰਗਲਿਸ਼ ਦੇ ਵਿੱਚ ਲਿਖਣ ਦਾ ਕਾਫੀ ਜ਼ਿਆਦਾ। ਔਰ ਕਈ ਇੱਕ ਦੋ ਆਰਟੀਕਲਸ ਮੈਨੂੰ ਦੇਖੇ ਜਾਂਦੇ ਸੀ ਕਿ ਡਿਫਿਕਲਟ ਵਰਡਸ ਨੇ ਜਿਹੜੇ, ਇਹ ਕਾਪੀ ਤੇ ਨੋਟ ਕਰਕੇ ਡਿਕਸ਼ਨਰੀ ਚੋਂ ਆਪਣੀ ਮਤਲਬ ਦੇਖ ਕੇ ਮੈਂ ਆ ਕੇ ਫਿਰ ਤੇਰੇ ਕੋਲ ਸੁਣਨੇ ਆ ਸ਼ਾਮ ਨੂੰ, ਤੇ ਉਹ ਕਰਨਾ ਪੈਂਦਾ ਸੀ। ਇੱਕ ਤਰ੍ਹਾਂ ਦਾ ਅਲੱਗ ਤੋਂ ਹੋਮਵਰਕ ਹੁੰਦਾ ਸੀ, ਜਿਹੜਾ ਕਿ ਸਕੂਲ ਤੱਕ ਦਾ ਜਿਹੜਾ ਦਿੱਤਾ ਉਹ ਤਾਂ ਕਰਨਾ ਹੀ ਪੈਂਦਾ ਸੀ, ਤੇ ਇਹ ਵੀ ਕਰਨਾ ਪੈਂਦਾ ਸੀਗਾ ਨਾਲ। ਸੋ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਆਪਣਾ ਆਪਣੀ ਲਾਇਬ੍ਰੇਰੀ ਚੋਂ ਕੱਢ ਕੇ ਆਪਣਾ ਵਾਰ ਐਂਡ ਪੀਸ ਲਿਓ ਟਾਲਸਟਾਏ ਦਾ ਉਹ ਸਾਹਮਣੇ ਰੱਖ ਦੇਣਾ, ਜੇਨ ਆਸਟਨ ਦੀਆਂ ਸਾਹਮਣੇ ਰੱਖ ਦੇਣੀਆਂ ਕਿਤਾਬਾਂ, ਤੇ ਉਹ ਤੋਂ ਬਾਅਦ ਇਹਦੀਆਂ ਜਿਹੜਾ ਹੈਗਾ ਗੌਨ ਵਿਦ ਦ ਵਿੰਡ, ਤੇ ਏਦਾਂ ਦੇ ਜਿਹੜੇ ਸੀਗੇ ਕਲਾਸਿਕ ਮੇਰੇ ਸਾਹਮਣੇ ਰੱਖ ਦੇਣੇ ਕਿ ਇੱਕ ਦਿਨ ਆਪਾਂ ਆ ਵੀ ਸ਼ੁਰੂ ਕਰਨੇ ਨੇ ਪੜ੍ਹਨੇ। ਸੋ ਆਈ ਵਾਸ ਵੈਰੀ ਐਕਸਾਈਟਡ ਕਿ ਕਦੋਂ ਸ਼ੁਰੂ ਹੋਣਗੇ, ਕਦੋਂ ਪੜਾਂਗੇ। ਅਨਫੋਰਚੂਨੇਟਲੀ ਉਹਨਾਂ ਦੇ ਨਾਲ ਆਪਣਾ 4 ਸਾਲ ਹੀ ਮੈਂ ਰਹਿ ਸਕੀ ਹਾਂ, ਤਾਂ ਵਾਪਸ ਅਸੀਂ ਫਿਰ ਮੈਂ ਤੇ ਮੇਰੇ ਮਦਰ ਤੇ ਮੇਰੇ ਛੋਟੇ ਭੈਣ ਭਰਾ ਸੀ ਵਾਪਸ ਆਪਣੇ ਨਾਨਕੇ ਆ ਗਏ। ਪਰ ਉਹ 4 ਸਾਲਾਂ ਦੇ ਵਿੱਚ ਜਿਹੜੀ ਗਰੂਮਿੰਗ ਹੋ ਗਈ ਨਾ ਲਿਟਰੇਚਰ ਵਾਸਤੇ, ਪੈਸ਼ਨ ਜਿਹੜੀ ਪੈਦਾ ਹੋ ਗਈ, ਦੈਟ ਸਟੇਡ ਵਿਦ ਮੀ ਥਰੂ ਆਊਟ ਮਾਈ ਲਾਈਫ। ਔਰ ਹਾਈ ਸਕੂਲ ਤੋਂ ਬਾਅਦ ਫਿਰ ਕਾਲਜ ਸ਼ੁਰੂ ਹੋਇਆ, ਔਰ ਕਾਲਜ ਦੇ ਵਿੱਚ ਮੈਂ ਪ੍ਰੈਪ ਸਾਇੰਸ ਕੀਤੀ ਸੀ, ਪ੍ਰੀ ਮੈਡੀਕਲ ਕਰ ਰਹੀ ਸੀ ਕਿ ਉਦੋਂ ਸਾਰੇ ਫੈਮਿਲੀ ਸਰਕਮਸਟੈਂਸਸ ਜਿਹੜੇ ਸੀਗੇ ਸਾਰੇ ਆਪਣਾ ਹੋ ਗਏ, ਉਬੜ ਖਾਬੜ ਹੋ ਗਏ, ਜਿਹਦੇ 'ਚ ਮੇਰੀ ਸਟੱਡੀ ਅਫੈਕਟ ਹੋਈ, ਡਿਸਟਰਬ ਹੋਈ। ਔਰ ਅਸੀਂ ਜਦ ਨਾਨਕੇ ਆ ਗਏ ਮੇਰੀ ਮਦਰ ਦੇ ਨਾਲ, ਤੇ ਮੈਂ ਇਹ ਫੈਸਲਾ ਕੀਤਾ ਸੀ ਕਿ ਮੈਂ ਹੁਣ ਜੌਬ ਕਰਨੀ, ਕਿਉਂਕਿ ਮੈਨੂੰ ਏਦਾਂ ਲੱਗ ਰਿਹਾ ਸੀ ਕਿ ਜਿਹੜੇ ਮੇਰੇ ਤੋਂ ਛੋਟੇ ਨੇ, ਮੈਂ ਸ਼ਾਇਦ ਉਹਨਾਂ ਦੀ ਵੀ ਮੈਂ ਹੀ ਆ ਬਾਪ ਹੁਣ। ਸੋ ਜਿਹੜਾ ਵੱਡਾ ਬੱਚਾ ਹੁੰਦਾ ਉਹਦੇ ਤੇ ਇੱਕ ਡਿਫਰੈਂਟ ਤਰ੍ਹਾਂ ਦਾ ਓਨਸ, ਡਿਫਰੈਂਟ ਤਰ੍ਹਾਂ ਦੀ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ, ਉਹ ਆਪ ਹੀ ਲੈ ਲੈਂਦਾ ਐਕਚੁਅਲੀ ਆਪਣੇ ਉੱਪਰ। ਔਰ ਫਿਰ ਮੈਂ ਚੰਡੀਗੜ੍ਹ ਜੌਬ ਸ਼ੁਰੂ ਕੀਤੀ। ਚੰਡੀਗੜ੍ਹ ਜੌਬ ਮੈਨੂੰ ਫਟਾਫਟ ਮਿਲ ਗਈ ਐਡਵਰਟਾਈਜ਼ਿੰਗ ਏਜੰਸੀ 'ਚ, ਕਿਉਂਕਿ ਉਦੋਂ ਬਹੁਤ ਘੱਟ ਹੁੰਦਾ ਸੀਗਾ ਕਿ ਉਹਨਾਂ ਨੂੰ ਮਿਲ ਜਾਣ ਇੰਗਲਿਸ਼ ਸਪੀਕਿੰਗ ਜਿਹੜੇ ਹੁੰਦੇ ਨੇ ਸੇਲਸ ਰੈਪ। ਹਾਲਾਂਕਿ ਈਵਨ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਘੱਟ ਸੀਗਾ। ਜਿਹੜੀਆਂ ਮੇਰੇ ਨਾਲ ਕੁੜੀਆਂ ਕੰਮ ਕਰਦੀਆਂ ਸੀ ਉਹ ਮੋਸਟਲੀ ਆਰਮੀ ਆਫਿਸਰਸ ਦੀਆਂ ਵਾਈਫ ਸੀਗੀਆਂ, ਕਿਉਂਕਿ ਉਹ ਘਰ ਸੀਗੀਆਂ, ਉਹ ਆਪਣਾ ਪੋਸਟਿੰਗ ਤੇ ਨੇ, ਤੇ ਉਹਨਾਂ ਨੇ ਕੁਛ ਨਾ ਕੁਛ ਤਾਂ ਕਰਨਾ ਸੀਗਾ ਨਾ ਆਪਣਾ ਟਾਈਮ ਪਾਸ ਕਰਨ ਵਾਸਤੇ ਕਹਿ ਲਓ, ਜਾਂ ਵੈਸੇ ਵੀ ਟੂ ਅਰਨ ਸਮ ਐਕਸਟਰਾ ਬਕ। ਔਰ ਉਹਦੇ ਕਰਕੇ ਮੇਰੀ ਇੰਗਲਿਸ਼ ਦੇ ਕਰਕੇ, ਕਿਉਂਕਿ ਬਿਕਾਜ਼ ਆਈ ਹੈਡ ਪ੍ਰੋਫੀਸ਼ੀਐਂਸੀ ਇਨ ਸਪੀਕਿੰਗ, ਰਾਈਟਿੰਗ ਐਂਡ ਐਵਰੀਥਿੰਗ, ਸੋ ਮੈਨੂੰ ਉਹਦੀ ਮਾਰਕੀਟਿੰਗ ਦੀ ਜੌਬ ਮਿਲ ਗਈ। ਪਰ ਉਹ ਮਾਰਕੀਟਿੰਗ ਦੀ ਜੌਬ ਨੇ, ਦ ਵੇ ਆਈ ਹੈਡ ਟੂ ਗੋ ਟੂ ਦ ਡਿਫਰੈਂਟ ਕਾਰਪੋਰੇਸ਼ਨਸ, ਮੀਟਿੰਗ ਦ ਚੇਅਰਮੈਨ ਔਰ ਦ ਮੈਨੇਜਿੰਗ ਡਾਇਰੈਕਟਰਸ, ਔਰ ਦੂਜੇ ਪਾਸੇ ਫਿਰ ਮੇਰਾ ਪਬਲੀਕੇਸ਼ਨਸ ਨਾਲ ਵਾਹ ਪੈਂਦਾ ਸੀਗਾ ਕਿ ਕਦੇ ਟਾਈਮਸ ਆਫ ਇੰਡੀਆ ਦੇ ਆਫਿਸ ਜਾਣਾ, ਕਦੇ ਹਿੰਦੁਸਤਾਨ ਟਾਈਮਸ ਦੇ ਆਫਿਸ ਜਾਣਾ, ਕਦੇ ਟ੍ਰਿਬਿਊਨ ਦੇ ਆਫਿਸ ਜਾਣਾ, ਉਹੀ ਕੋਈ ਐਡ ਵਗੈਰਾ ਲੈ ਕੇ ਇਹਨੂੰ ਲਗਵਾਉਣਾ ਜਾ ਕੇ। ਤੇ ਉਹ ਚੀਜ਼ ਨੇ ਮੈਨੂੰ ਉਹਦੇ 'ਚ ਜਿਹੜਾ ਹੈਗਾ ਸਸਟੇਨ ਰੱਖਿਆ ਨੌਕਰੀ ਦੇ ਵਿੱਚ, ਕਿਉਂਕਿ ਮੈਨੂੰ ਇੰਗਲਿਸ਼ ਦੀ, ਮੇਰਾ ਇੱਕੋ ਹੀ ਸੀਗਾ ਕਿ ਮੈਨੂੰ ਇੰਗਲਿਸ਼ ਦੀ, ਦੂਜੀ ਮੇਰਾ ਆਪਣਾ ਕੌਨਫੀਡੈਂਸ ਸੀਗਾ, ਦੋ ਚੀਜ਼ਾਂ ਸੀ ਉਹਦੇ 'ਚ। ਔਰ ਕਰਦੇ ਕਰਦੇ ਮੈਂ ਜਦੋਂ 5-7 ਸਾਲ ਆਪਣੀ ਜੌਬ ਕੀਤੀ ਐਡਵਰਟਾਈਜ਼ਿੰਗ ਏਜੰਸੀ 'ਚ, ਫਿਰ ਮੈਂ ਇੰਡੀਪੈਂਡੈਂਟ ਅਸਾਈਨਮੈਂਟਸ ਲੈਣੀਆਂ ਸ਼ੁਰੂ ਕਰਤੀਆਂ, ਜਿਹੜੇ ਸਪਲੀਮੈਂਟਸ ਹੁੰਦੇ ਸੀ, ਇੰਡਸਟਰੀਅਲ ਗਰੋਥ ਆਫ ਲੁਧਿਆਣਾ, ਇੰਡਸਟਰੀਅਲ ਗਰੋਥ ਆਫ ਪੰਜਾਬ, ਟ੍ਰਿਬਿਊਨ ਦੇ ਨਾਲ, ਟਾਈਮਸ ਆਫ ਇੰਡੀਆ ਦੇ ਨਾਲ, ਹਿੰਦੁਸਤਾਨ ਟਾਈਮਸ ਦੇ ਨਾਲ। ਔਰ ਹਿੰਦੁਸਤਾਨ ਟਾਈਮਸ ਦਾ ਤਾਂ ਇੱਕ ਵਾਰ ਸਪਲੀਮੈਂਟ ਕਰਨ ਮੈਂ ਮਦਰਾਸ ਵੀ ਗਈ, ਉੱਥੋਂ ਦੀ ਜਿਹੜੀ ਹੈਗੀ ਹੈ ਟੈਨਰੀਜ਼ ਨੇ ਜਿਹੜੀਆਂ ਉੱਥੋਂ ਦੀਆਂ, ਲੈਦਰ ਇੰਡਸਟਰੀ ਹੈ, ਉਹਦੇ ਤੇ ਸਪਲੀਮੈਂਟ ਕਰਨ। ਸੋ ਆਈ ਵਾਸ ਸੋ ਕੌਨਫੀਡੈਂਟ ਐਂਡ ਆਈ ਵਾਸ ਇੰਜੋਇੰਗ ਦਿਸ ਜੌਬ। ਹੁਣ ਆਪਾਂ ਨੂੰ ਜੇ ਥੋੜਾ ਜਿਹਾ ਫਾਸਟ ਫਾਰਵਰਡ ਕਰ ਲਈਏ, 93 ਆ ਗਿਆ,
ਸੋ 93 ਦੇ ਵਿੱਚ ਮੈਂ ਮੈਰਿਜ ਮੈਡਮ, ਕਰਵਾ ਕੇ ਕੋਈ ਗੱਲ ਨਹੀਂ, ਤੁਸੀਂ ਕੈਨੇਡਾ ਆਪਣੇ ਹਿਸਾਬ ਨਾਲ ਚੱਲੋ, ਸਮਾਂ ਆਪਣੇ ਕੋਲ ਖੁੱਲਾ, ਕੋਈ ਗੱਲ ਨਹੀਂ ਜੀ। ਓਕੇ। ਔਰ 93 ਦੇ ਵਿੱਚ ਮੈਂ ਕੈਨੇਡਾ ਆ ਗਈ ਮੈਰਿਜ ਤੋਂ ਬਾਅਦ। ਔਰ ਮੇਰੇ ਹਸਬੈਂਡ ਦਾ ਜਿਹੜਾ ਸੀਗਾ ਪਹਿਲਾ ਬਿਜ਼ਨਸ, ਉਹ ਇੱਕ ਤਰ੍ਹਾਂ ਦਾ ਫਲॉप ਹੋ ਚੁੱਕਾ ਸੀ ਔਰ ਉਹਨਾਂ ਨੇ ਦੁਬਾਰਾ ਫਿਰ ਸ਼ੁਰੂ ਕਰਨਾ ਸੀ। ਦੁਬਾਰਾ ਸ਼ੁਰੂ ਕਰਨ ਵਾਸਤੇ ਵੀ ਜਿਹੜੇ ਵੀ ਲੋਕਾਂ ਦਾ ਉਸ ਟਾਈਮ ਤੇ ਰਿਸੈਸ਼ਨ ਦੇ ਦੌਰਾਨ ਜਿਨ੍ਹਾਂ ਨੇ ਆਪਣਾ ਬਿਜ਼ਨਸ ਲੂਜ਼ ਕੀਤਾ, ਰਿਸੈਸ਼ਨ ਆਇਆ ਇੱਕਦਮ ਬਹੁਤ ਵੱਡਾ ਰਿਸੈਸ਼ਨ ਕੈਨੇਡਾ ਦੇ ਵਿੱਚ, ਤੇ ਰਿਸੈਸ਼ਨ ਦੇ ਟਾਈਮ ਜਿਨ੍ਹਾਂ ਲੋਕਾਂ ਨੇ ਆਪਣਾ ਬਿਜ਼ਨਸ ਲੂਜ਼ ਕੀਤਾ ਉਹ ਦੁਬਾਰਾ, ਉਹਨਾਂ 'ਚ ਬਹੁਤ ਘੱਟ ਸੀਗੇ ਜਿਹੜੇ ਦੁਬਾਰਾ ਉੱਠ ਪਾਏ, ਨਹੀਂ ਤਾਂ ਬਸ ਉਹੀ ਆਪਣੀ ਫਰਸਟ੍ਰੇਸ਼ਨ, ਆਪਣੀ ਡਿਪਰੈਸ਼ਨ, ਉਹਦੇ ਵਿੱਚ ਹੀ ਉਹ ਚਲੇ ਗਏ ਬਸ। ਔਰ ਫਿਰ ਮੈਂ ਤੇ ਮੇਰੇ ਹਸਬੈਂਡ ਨੇ ਅਸੀਂ ਦੁਬਾਰਾ ਬੈਠ ਕੇ ਗੱਲ ਕੀਤੀ ਕਿ ਮੈਨੂੰ ਕਹਿੰਦੇ ਵੀ ਤੈਨੂੰ ਮਾਰਕੀਟਿੰਗ ਦਾ ਐਕਸਪੀਰੀਅੰਸ ਹੈ ਤੇ ਮੈਨੂੰ ਪ੍ਰੋਡਕਸ਼ਨ ਦਾ ਹੈਗਾ। ਇਹਨਾਂ ਦਾ ਕੱਪੜੇ ਦਾ ਬਿਜ਼ਨਸ ਸੀਗਾ, ਦੇ ਯੂਜ਼ ਟੂ ਨਿਟ ਫੈਬਰਿਕ, ਕੱਪੜਾ ਬਣਾਉਂਦੇ ਸੀ। ਔਰ ਅਸੀਂ ਦੋਹਾਂ ਨੇ ਦਿਨ ਰਾਤ ਇੱਕ ਕਰਤੀ ਉਹ ਆਪਣਾ ਜਿਹੜਾ ਹੈਗਾ ਬਿਜ਼ਨਸ ਨੂੰ ਦੁਬਾਰਾ ਐਸਟੈਬਲਿਸ਼ ਕਰਨ ਦਾ। ਉਹ ਆਪਣੇ ਆਪ 'ਚ ਇੱਕ ਵੱਡਾ ਸੈਗਮੈਂਟ ਹੈ, ਉਹਦੇ ਤੇ ਇੱਕ ਜਿਹੜੀ ਹੈਗੀ ਗੱਲਬਾਤ ਅਲੱਗ ਤੋਂ ਕੀਤੀ ਜਾ ਸਕਦੀ ਹੈ। ਐਨੀਵੇ ਵੀ ਸਕਸੀਡਡ ਇਨ ਦੈਟ। ਸੋ ਬਿਜ਼ਨਸ ਅਸੀਂ ਦੁਬਾਰਾ ਖੜਾ ਕਰ ਲਿਆ। ਔਰ ਇਹਦੇ ਨਾਲ ਬੇਟਾ ਵੱਡਾ ਹੋ ਰਿਹਾ ਸੀ। ਜਿੱਦਾਂ ਹੀ ਬੇਟਾ ਯੂਨੀਵਰਸਿਟੀ ਗਿਆ ਔਰ ਮੈਨੂੰ ਲੱਗਾ ਕਿ ਹੁਣ ਥੋੜਾ ਜਿਹਾ ਖਾਲੀਪਨ ਆਏਗਾ, ਕਿਉਂਕਿ ਨਹੀਂ ਤਾਂ ਉਹਦੇ ਨਾਲ ਬਿਜ਼ੀ ਰਹਿੰਦੀ ਸੀ, ਕਦੇ ਉਹਨੂੰ ਆਹ ਅਸਾਈਨਮੈਂਟ ਤੇ ਲੈ ਕੇ ਜਾਣਾ, ਕਦੇ ਉਹਨੂੰ ਆਹ ਗੇਮ ਤੇ ਲੈ ਕੇ ਜਾਣਾ। ਤੇ ਉਦੋਂ ਫਿਰ ਮੈਂ ਲਿਟਰੇਚਰ ਵੱਲ ਨੂੰ ਹੋਰ ਵੀ ਜ਼ਿਆਦਾ ਝੁਕ ਗਈ। ਪਰ ਕੈਨੇਡਾ ਦੇ ਵਿੱਚ ਨਾਲ ਨਾਲ ਇਹ ਜ਼ਰੂਰ ਚੱਲਦਾ ਰਿਹਾ ਕਿ ਛੋਟਾ ਮੋਟਾ ਕਾਲਮ ਮੈਂ ਆਪਣੇ ਲੋਕਲ ਨਿਊਜ਼ਪੇਪਰ ਵਾਸਤੇ ਲਿਖ ਦਿੰਦੀ ਸੀ। ਸਾਡਾ ਇੱਥੇ ਐਕਸਪੋਜ਼ਿਟਰ ਛਪਦਾ, ਦ ਐਕਸਪੋਜ਼ਿਟਰ, ਤੇ ਉਹਦੇ ਵਾਸਤੇ ਲਿਖ ਦਿੰਦੀ ਸੀ ਛੋਟਾ ਮੋਟਾ ਕਾਲਮ ਮੈਂ। ਤੇ ਉਹ ਮੈਨੂੰ ਕਦੇ ਕੋਈ ਗਿਫਟ, ਕਦੇ ਕੁਛ ਬਾਈ ਮੇਲ ਭੇਜ ਦਿੰਦੇ ਸੀਗੇ। ਔਰ ਮੈਂ ਉਹਨੂੰ ਬੜਾ ਪ੍ਰਾਊਡਲੀ, ਜੋ ਮੇਰੀ ਟਰੋਫੀ ਹੁੰਦੀ ਉਹਨੂੰ ਏਦਾਂ ਸ਼ੈਲਫ ਦੇ ਉੱਪਰ ਸਜਾ ਕੇ ਰੱਖਣਾ, ਉਹਦੇ ਉੱਪਰ ਈਵਨ ਜਿਹੜਾ ਹੈਗਾ ਕਾਫੀ ਮੱਗ ਉਹਦੇ ਉੱਪਰ ਦਾ ਐਕਸਪੋਜ਼ਿਟਰ ਨਿਊਜ਼ਪੇਪਰ ਲਿਖਿਆ ਹੁੰਦਾ ਸੀ। ਔਰ ਉਹ ਮੈਂ ਲਿਖਦੀ ਰਹੀ। ਤੇ 2012 ਚ ਸੀਗੀ ਆਪਣੇ, ਕਿ 2011 ਚ ਸੀਗੀ ਵਰਲਡ ਪੰਜਾਬੀ ਕਾਨਫਰੰਸ ਸਾਡੇ ਟੋਰਾਂਟੋ। ਤੇ ਉਹਦਾ ਜਦ ਮੈਂ ਪੇਪਰ ਚ ਪੜ੍ਹ ਲਿਆ ਕਿਸੇ ਚ ਕਿ ਉਹ ਹੋਣੀ ਹੈ ਇੱਥੇ, ਤੇ ਮੈਂ ਸੋਚਿਆ ਮੈਂ ਪੰਜਾਬੀ ਕਾਨਫਰੰਸ ਵੀ ਮੈਨੂੰ ਹੁਣ ਅਟੈਂਡ ਕਰਨੀ ਚਾਹੀਦੀ ਹੈ। ਤੇ ਇਹ ਤਾਂ ਕੁਛ ਨਹੀਂ, ਮੈਗਜ਼ੀਨ ਵਗੈਰਾ ਪੜ੍ਹ ਲੈਂਦੀ ਹਾਂ, ਕੰਟੈਂਪਰੇਰੀ ਫਿਕਸ਼ਨ ਬਹੁਤ ਪੜ੍ਹੀ ਇੱਥੇ ਆ ਕੇ, ਅਮਰੀਕਾ ਸੌਰੀ ਕੈਨੇਡਾ ਆ ਕੇ, ਸੋ ਦੈਟ ਆਈ ਸ਼ੁੱਡ ਨੋ ਅਬਾਊਟ ਦਾ ਲਾਈਫ ਸਟਾਈਲ, ਹਾਊ ਪੀਪਲ ਲਿਵ, ਹਾਊ ਦੇ ਥਿੰਕ। ਤੇ ਉਹ ਪੜ੍ਹਦੀ ਰਹੀ। ਡੈਨੀਅਲ ਸਟੀਲਸ ਹੋ ਗਿਆ, ਉਹ ਤੋਂ ਬਾਅਦ ਆਪਣਾ ਨੋਰਾ ਰੋਬਰਟਸ ਹੋ ਗਿਆ, ਇਹਨਾਂ ਨੂੰ ਪੜ੍ਹਦੀ ਰਹੀ। ਔਰ ਫਿਰ ਜਦ ਮੈਨੂੰ ਕਾਨਫਰੰਸ ਦਾ ਪਤਾ ਲੱਗਾ, ਕਾਨਫਰੰਸ ਵਾਸਤੇ ਮੈਂ ਉਹਨਾਂ ਨੂੰ ਦਰਸ਼ਨ ਸਿੰਘ ਬੈਂਸੋਰੀ ਸੀਗੇ ਅਜੀਤ ਅਖਬਾਰ ਵਾਲੇ ਜਿਹੜੇ ਆਰਗੇਨਾਈਜ਼ ਕਰਾ ਰਹੇ ਸੀ ਕਾਨਫਰੰਸ, ਉਹਨਾਂ ਨੂੰ ਸੰਪਰਕ ਕੀਤਾ ਉਹਨਾਂ ਦੇ ਨਾਲ। ਔਰ ਮੈਂ ਕਿਹਾ ਮੈਂ ਵਾਲੰਟੀਅਰ ਕੰਮ ਕਰਨਾ ਹੈ। ਕਾਨਫਰੰਸ ਇੱਥੇ ਵਾਲੰਟੀਅਰ ਹੀ ਨਹੀਂ ਮਿਲਦੇ ਨਾ ਕੰਮ ਕਰਨ ਵਾਲੇ। ਮੈਂ ਕਿਹਾ ਮੈਂ ਕਰ ਲਾਂਗੀ। ਕਹਿੰਦੇ ਤੁਸੀਂ ਕੀ ਕਰੋਗੇ? ਮੈਂ ਕਿਹਾ ਜਿਹੜੇ ਵੀ ਤੁਹਾਡੇ ਡਿਗਨਿਟਰੀਜ਼ ਵਗੈਰਾ ਆਉਣਗੇ ਮੈਂ ਉਹਨਾਂ ਨੂੰ ਰਿਸੀਵ ਕਰ ਸਕਦੀ ਹਾਂ, ਉਹਨਾਂ ਨੂੰ ਜਾ ਕੇ ਬਿਠਾ ਸਕਦੀ ਹਾਂ, ਉਹਨਾਂ ਨਾਲ ਗੱਲਬਾਤ ਕਰ ਸਕਦੀ ਹਾਂ। ਮੇਰੇ ਤਾਂ ਇਹੀ ਹੈ ਸਟਰੋਂਗ ਪੁਆਇੰਟ। ਉਹ ਕਹਿੰਦੇ ਓ ਯਾ ਵੀ ਨੀਡ ਦੈਟ ਕਾਈਂਡ ਆਫ ਪੀਪਲ, ਡੂ ਕਮ। ਸੋ ਮੈਂ ਚਲੀ ਗਈ ਉਹਨਾਂ ਦੇ ਨਾਲ ਕੰਮ ਕਰਨ ਵਾਸਤੇ। ਉਹ ਆਪਣਾ ਵਾਲੰਟੀਅਰ। ਉੱਥੇ ਮੈਨੂੰ ਵੀਨਾ ਵਰਮਾ ਹੋਰੀ ਮਿਲੇ, ਉਹ ਵੀ ਆਏ ਸੀ ਕਾਨਫਰੰਸ ਅਟੈਂਡ ਕਰਨ। ਵੀਨਾ ਵਰਮਾ ਦੀਆਂ ਉਦੋਂ ਤੱਕ ਮੈਂ ਤਿੰਨੋਂ ਕਿਤਾਬਾਂ ਪੜ੍ਹਦੀਆਂ ਸੀਗੀਆਂ, ਮੈਨੂੰ ਕਿਸੇ ਨੇ ਭੇਜੀਆਂ ਸੀ, ਉਹਦੀਆਂ ਜਿਹੜੇ ਤਿੰਨੋਂ ਛਪੀਆਂ ਸੀਗੀਆਂ। ਔਰ ਮੈਂ ਬੜੀ ਇੰਪਰੈਸਡ ਸੀ ਉਹਦੀ ਕਹਾਣੀ ਦੇ ਨਾਲ, ਕਿ ਉਹ ਕਹਾਣੀ ਗੁਣ ਕਿਵੇਂ ਲੈਂਦੀ ਹੈ, ਇੰਨੀ ਸੋਹਣੀ, ਬੜੀ ਸਹਿਜ ਕਿਵੇਂ ਕਹਾਣੀ ਬੁਣ ਲੈਂਦੀ ਹੈ। ਤੇ ਇਹ ਮੇਰੇ ਦਿਮਾਗ 'ਚ ਕਿਤੇ ਚੱਲ ਰਿਹਾ ਹੋਣਾ, ਜ਼ਰੂਰ ਸਬ ਕੌਨਸ਼ੀਅਸ ਮਾਈਂਡ 'ਚ ਚੱਲ ਰਿਹਾ ਸੀਗਾ। ਔਰ ਵੀਨਾ ਦੇ ਨਾਲ ਇਹ ਸਬਬ ਬਣਿਆ ਕਿ ਉਹ ਤਾਂ ਮੇਰੇ ਘਰ ਹੀ ਆ ਗਈ ਇੱਕ ਹਫ਼ਤੇ ਵਾਸਤੇ। ਔਰ ਜਦ ਮੇਰੇ ਘਰ ਆਈ, ਉਹਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਤੇ ਵੀਨਾ ਮੈਨੂੰ ਕਹਿੰਦੀ, ਗੁਰਮੀਤ ਇੰਨਾ ਕੁਛ ਤੇਰੇ ਕੋਲ ਪਿਆ ਹੈ, ਜਦ ਮੈਂ ਤੇਰੇ ਨਾਲ ਗੱਲ ਕਰਦੀ ਹਾਂ, ਤੂੰ ਕੋਈ ਕਹਾਣੀ ਲਿਖਤਾ? ਤੇ ਮੈਂ ਕਿਹਾ ਨਹੀਂ ਵੀਨਾ, ਮੈਂ ਤਾਂ ਮਾੜਾ ਮੋਟਾ ਕਦੇ ਨਾ ਆਰਟੀਕਲ ਵਗੈਰਾ ਲਿਖ ਲੈਂਦੀ ਜਦ ਮੇਰਾ ਕੁਛ ਮੈਨੂੰ ਲੱਗਦਾ, ਵੀ ਆਰ ਦ ਏਜਿੰਗ ਪੇਰੈਂਟਸ ਆਫ ਅ 10-year-old ਚਾਈਲਡ, ਮੇਰੇ ਏਦਾਂ ਦੇ ਹੈਡਿੰਗ ਹੁੰਦੇ ਨੇ ਮੇਰੇ ਆਰਟੀਕਲ ਦੇ। ਤੇ ਮੈਂ ਉਹਦੇ ਜੋ ਵੀ ਮੈਂ ਆਪਣੀਆਂ ਸਮੱਸਿਆਵਾਂ ਦੇ ਵਿੱਚੋਂ ਨਿਕਲਦੀਆਂ, ਉਹ ਮੈਂ ਆਪਣਾ ਉਹਦਾ ਛੋਟਾ ਜਿਹਾ ਪੀਸ ਬਣਾ ਲੈਂਦੀ ਹਾਂ, ਛਪ ਜਾਂਦਾ। ਕਹਿੰਦੀ ਨਹੀਂ, ਤੂੰ ਕੋਈ ਕਹਾਣੀ ਲਿਖ, ਪੰਜਾਬੀ 'ਚ ਕਹਾਣੀ ਲਿਖ, ਮੈਂ ਤੇਰੇ ਨਾਲ ਹਾਂ, ਤੇ ਮੈਂ ਤੇਰੀ ਹੈਲਪ ਕਰੂੰਗੀ। ਉਹਨੇ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ, ਬਹੁਤ। ਔਰ ਉਹ ਉਦੋਂ ਤੱਕ ਜਿਹੜੀ ਵੀਜ਼ਾ ਨਾਨੀ ਦਾ ਕਹਾਣੀ ਹੈ, ਮੇਰੀ ਪਹਿਲੀ ਕਹਾਣੀ ਸੀ ਜਿਹੜੀ 2012 ਚ ਆ ਗਈ ਸੀ। ਔਰ ਇਹ ਕਹਾਣੀ ਅੰਦਰ ਵਾਪਰ ਚੁੱਕੀ ਸੀਗੀ ਬਹੁਤ ਦੇਰ ਪਹਿਲਾਂ, ਕਿਉਂਕਿ ਉਦੋਂ ਤੱਕ ਮੇਰਾ ਜਿਹੜਾ ਸੀਗਾ ਬਹੁਤ ਲੰਬਾ ਸਟਰਗਲ ਸੀ ਇਮੀਗ੍ਰੇਸ਼ਨ ਸਿਸਟਮ ਦੇ ਨਾਲ, ਆਪਣੀ ਨਾਨੀ ਨੂੰ ਕੈਨੇਡਾ ਲਿਆਉਣ ਦਾ। ਤੇ ਇਹ ਕਹਾਣੀ ਜਦ ਮੈਨੂੰ ਵੀਨਾ ਨੇ ਥੋੜਾ ਜਿਹਾ ਕੀਤਾ, ਮੋਟੀਵੇਟ ਕੀਤਾ, ਥੋੜਾ ਜਿਹਾ ਹੋਰ ਕੀਤਾ, ਥੋੜਾ ਜਿਹਾ ਪ੍ਰੈਸ ਵੀ ਕੀਤਾ, ਕਰਦੇ ਕਰਦੇ ਉਹ ਕਹਾਣੀ ਦੁਬਾਰਾ ਤੋਂ ਇੱਕਦਮ ਜੀਵੰਤ ਹੋ ਗਈ ਅੰਦਰ ਉਹਦੇ ਕਹਿਣ ਦੇ ਨਾਲ। ਔਰ ਮੇਰਾ ਖਿਆਲ ਮੈਂ 2 ਦਿਨਾਂ ਦੇ ਵਿੱਚ ਇਹ ਕਹਾਣੀ ਲਿਖਤੀ ਸੀ,
2 ਸਿਟਿੰਗ ਦੇ ਵਿੱਚ ਲਿਖਤੀ ਸੀਗੀ ਇਹ ਕਹਾਣੀ ਵੀਜ਼ਾ ਨਾਨੀ ਦਾ। ਔਰ ਵੀਨਾ ਉਦੋਂ ਤੱਕ ਇੰਗਲੈਂਡ ਚਲੀ ਗਈ ਔਰ ਵੀਨਾ ਨੂੰ ਭੇਜੀ ਤੇ ਮੈਂ ਕਿਹਾ ਵੀਨਾ ਇਹ 'ਚ ਕੋਈ ਚੇਂਜ ਕਰਨੀ ਹੈ ਤਾਂ ਮੈਨੂੰ ਦੱਸ ਦੇ। ਕਹਿੰਦੀ ਨਹੀਂ ਪਰਫੈਕਟ ਹੈ, ਕੁਛ ਵੀ ਨਹੀਂ ਚੇਂਜ ਕਰਨਾ। ਇੱਕ ਦਾ ਨਾਂ ਸੀਗਾ ਨਾਨੀ ਦਾ ਵੀਜ਼ਾ ਰੱਖਿਆ, ਉਹ ਕਹਿੰਦੀ ਨਹੀਂ ਇਹਦਾ ਵੀਜ਼ਾ ਨਾਨੀ ਦਾ ਕਰ ਦਿੰਦੇ ਆ। ਸੋ ਇੰਨੀ ਚੇਂਜ ਕੀਤੀ ਉਹਦੇ 'ਚ। ਔਰ ਉਹਨੇ ਉੱਥੇ ਆਪਣੇ ਜਿਹੜਾ ਹੈਗਾ ਦੇਸ ਪਰਦੇਸ ਛਪਦਾ ਇੰਗਲੈਂਡ ਤੋਂ, ਉਹਦੇ 'ਚ ਛਪਵਾ ਵੀ ਦਿੱਤੀ। ਉਹ 'ਚ ਕਹਾਣੀ ਛਪ ਗਈ ਔਰ ਮੈਨੂੰ ਕਾਪੀ ਭੇਜਤੀ ਉਹਨਾਂ ਨੇ ਔਰ ਮੇਰੇ ਨਾਲ ਗੱਲ ਵੀ ਹੋਈ ਉਹਨਾਂ ਦੀ ਪੁਰੇਵਾਲ ਸਾਹਿਬ ਦੀ। ਤੇ ਉਹ ਤੋਂ ਬਾਅਦ ਮੈਂ ਹੈਰਾਨ ਇਹ ਹੋਈ ਕਿ ਇਹ ਕਹਾਣੀ ਮੈਨੂੰ ਬਿਨਾਂ ਪੁੱਛੇ ਅਮਰੀਕਾ ਦੇ ਅਖਬਾਰਾਂ 'ਚ, ਕੈਨੇਡਾ ਦੇ ਅਖਬਾਰਾਂ 'ਚ ਛਪਣ ਲੱਗ ਗਈ। ਮੈਨੂੰ ਜਦੋਂ ਵੀ ਕੋਈ ਫੋਨ ਕਰੇ ਤੇਰੀ ਕਹਾਣੀ ਆ ਕਿਤਾਬ 'ਚ ਆਪਣਾ ਅਖਬਾਰ ਛਪੀ। ਮੈਂ ਕਿਹਾ ਕਰਾਂ, ਮੈਂ ਤੇ ਭੇਜੀ ਨਹੀਂ, ਉਹਨੇ ਪਤਾ ਨਹੀਂ ਉਹ 'ਚ ਛਪੀ ਹੈ। ਪਰ ਮੈਨੂੰ ਖੈਰ ਕਦੇ ਇਹ ਨਹੀਂ ਹੋਇਆ, ਕਦੀ ਕੋਈ ਗੁੱਸਾ ਨਹੀਂ ਆਇਆ ਹੈਗਾ ਕਿ ਕਿਉਂ ਕਿਸੇ ਨੇ ਮੈਨੂੰ ਬਿਨਾਂ ਪੁੱਛੇ ਛਾਪੀ। ਖੁਸ਼ੀ ਹੋ ਰਹੀ ਸੀ ਕਿ ਚਲੋ ਜੇ ਕੋਈ ਇਹਦਾ ਮਤਲਬ ਚੰਗਾ ਹੀ ਹੋਣਾ ਕੁਛ, ਜਿਹੜਾ ਉਹ ਆਪੀ ਛਾਪੀ ਜਾਂਦੇ ਨੇ। ਪਤਾ ਨਹੀਂ ਉਹਨੇ ਕਿਵੇਂ ਇੱਕ ਅਖਬਾਰ ਤੋਂ ਦੂਜੇ ਅਖਬਾਰ ਤੱਕ ਲੋਕੀ ਕਿਵੇਂ ਉਦੋਂ ਭੇਜਦੇ ਸੀ। ਹਾਲਾਂਕਿ ਉਦੋਂ ਹਾਲੇ ਇਹ ਵੀ ਨਹੀਂ ਸੀ ਜ਼ਿਆਦਾ, ਆਪਣਾ ਕੰਪਿਊਟਰ ਦਾ ਵੀ ਬੋਲਬਾਲਾ ਇੰਨਾ ਹੈ ਨਹੀਂ ਸੀ। ਪਰ ਉਹ ਜਿਹੜੀ ਹੈ ਕਹਾਣੀ ਕਾਫੀ ਅਖਬਾਰਾਂ 'ਚ ਛਪੀ। ਸੋ ਦੈਟ ਗੇਵ ਮੀ ਅ ਡਿਫਰੈਂਟ ਕਾਈਂਡ ਆਫ ਐਨਕਰੇਜਮੈਂਟ। ਉਤਸ਼ਾਹ ਮਿਲਿਆ ਬਹੁਤ ਉਹਦੇ ਨਾਲ ਕਿ ਅੱਛਾ ਜਿਹੜੀ ਹੈਗੀ ਹੈ ਰਾਈਟਿੰਗ ਦੇ ਵਿੱਚ ਜਿਹੜੀ ਇੱਕ ਫਿਕਸ਼ਨ ਉਹ 'ਚ ਇੰਨੀ ਪਾਵਰ ਵੀ ਹੁੰਦੀ ਹੈ ਕਿ ਉਹ ਏਦਾਂ ਟਰੈਵਲ ਕਰਦੀ ਹੈ। ਸੋ ਇਹ ਸੀਗਾ ਜੀ ਆਪਣਾ। ਬਾਕੀ ਮੈਂ ਥੋੜੇ ਮੈਂ ਨੋਟਸ ਬਣਾਏ ਹੋਏ ਨੇ ਕਿ ਜਿੱਥੇ ਮੈਂ ਕਿਤੇ ਭੁੱਲ ਨਾ ਜਾਵਾਂ ਕੋਈ ਸੀਕੁਐਂਸ ਦੇ ਵਿੱਚ ਕੋਈ ਚੀਜ਼। ਹਾਂ, ਇਹਦੇ ਇੱਕ ਸੀਕੁਐਂਸ 'ਚ ਹੋਰ ਫਿੱਟ ਕਰਨਾ ਚਾਹੂੰਗੀ ਮੈਂ। ਇਹੀ ਕਾਨਫਰੰਸ ਦੇ ਦੌਰਾਨ ਮੈਨੂੰ ਇੱਕ ਕਿਤਾਬ ਮਿਲੀ ਸੀ। ਹੁਣ ਮੈਨੂੰ ਦੁਬਾਰਾ ਉਹ ਜਿਹੜਾ ਹੈਗਾ ਸੀਕੁਐਂਸ ਲੱਭਿਆ ਨਹੀਂ ਹੈਗਾ। ਡਾਕਟਰ ਹਰਪਾਲ ਸਿੰਘ ਪੰਨੂ ਦੀ ਕਿਤਾਬ ਸੀ ਮੇਰੇ ਖਿਆਲ। ਉਹਨਾਂ ਦਾ ਕੋਈ ਖੋਜ ਪੱਤਰ ਹੀ ਸੀਗਾ ਰਵਿੰਦਰ ਨਾਥ ਟੈਗੋਰ ਦੇ ਉੱਪਰ, ਗੁਰੂਦੇਵ ਦੇ ਉੱਪਰ। ਤੇ ਉਹਦੇ 'ਚ ਜਿੱਥੇ ਨਾ ਬਲਰਾਜ ਸਾਹਨੀ ਹੋਰੀ ਆਪਣਾ ਕੁਛ ਇੰਗਲਿਸ਼ 'ਚ ਲਿਖਿਆ ਉਹਨਾਂ ਕੋਲ ਲੈ ਕੇ ਜਾਂਦੇ ਨੇ ਗੁਰੂਦੇਵ ਦੇ ਕੋਲ ਕਿ ਇਹ ਦੇਖਿਓ ਜਰਾ ਕਿਵੇਂ। ਤੇ ਗੁਰੂਦੇਵ ਅੱਗੋਂ ਕਹਿੰਦੇ ਨੇ ਵੀ ਤੂੰ ਆਪਣੀ ਜਿਹੜੀ ਹੈਗੀ ਆ ਮਾਂ ਬੋਲੀ 'ਚ ਕਿਉਂ ਨਹੀਂ ਲਿਖਦਾ? ਤੂੰ ਜ਼ਿਆਦਾ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦਾ ਆਪਣੀ ਮਾਂ ਬੋਲੀ ਦੇ ਵਿੱਚ। ਮੈਂ ਵੀ ਤਾਂ ਲਿਖਦਾ ਹੀ ਆ ਨਾ, ਮੈਂ ਆਪਣੀ ਬੰਗਾਲੀ 'ਚ ਲਿਖਦਾ। ਤੇ ਉਹ ਤੋਂ ਬਾਅਦ ਫਿਰ ਬਲਰਾਜ ਸਾਹਨੀ ਨੇ ਜਿਹੜਾ ਸਫ਼ਰਨਾਮਾ ਲਿਖਿਆ ਸੀਗਾ ਪੰਜਾਬੀ 'ਚ, ਤੇ ਉਹ ਬੜਾ ਮਕਬੂਲ ਹੋਇਆ ਸੀ। ਤੇ ਉਹ ਗੱਲ ਮੈਨੂੰ ਰੀਲੀ ਸੈਟ ਮੀ ਥਿੰਕਿੰਗ। ਉਹਦੇ ਬਾਰੇ ਮੈਂ ਇੰਨਾ ਸੋਚਿਆ ਵੀ ਗੱਲ ਤੇ ਠੀਕ ਹੈ। ਜਦ ਮੈਂ ਛੋਟਾ ਜਿਹਾ ਕੋਈ ਪੀਸ ਲਿਖਦੀ ਹਾਂ ਇਹਨਾਂ ਵਾਸਤੇ, ਐਕਸਪੋਜ਼ਿਟਰ ਵਾਸਤੇ, ਮੈਨੂੰ ਐਟ ਦ ਐਂਡ ਆਫ ਦ ਡੇ ਇਟ ਡਜ਼ਨਟ ਗਿਵ ਮੀ ਐਨੀ ਸੈਟਿਸਫੈਕਸ਼ਨ ਵੀ ਮੈਂ ਕੁਛ ਲਿਖਿਆ। ਮੈਨੂੰ ਲੱਗਦਾ ਜਿਵੇਂ ਮੇਰਾ ਕੋਈ ਓਪਰਾ ਜਿਹਾ ਐਕਸਪੀਰੀਅੰਸ ਹੋਇਆ ਬਸ ਇਹ ਜਿਹੜਾ ਲਿਖਣ ਦੇ ਨਾਲ। ਤੇ ਅੰਦਰੋਂ ਜਿਹੜੀ ਮੈਂ ਡੀਪ ਗੱਲ ਉਹ 'ਚ ਕਹਿਣਾ ਚਾਹੁੰਦੀ, ਸ਼ਾਇਦ ਮੈਂ ਨਹੀਂ ਕਹਿ ਪਾਉਂਦੀ ਹਾਲੇ ਵੀ ਇੰਗਲਿਸ਼ ਦੇ ਵਿੱਚ। ਉਹ ਜਿਹੜੀ ਆਪਣਾ ਬਲਰਾਜ ਸਾਹਨੀ ਵਾਲੀ ਗੱਲ ਮੈਂ ਤੁਹਾਨੂੰ ਦੱਸੀ ਹੈ, ਇਹ ਚੀਜ਼ ਨੇ ਮੈਨੂੰ ਹਲੂਣਿਆ। ਮੇਰੇ ਵਾਸਤੇ ਜਿਹਨੂੰ ਆਪਾਂ ਕਹਿੰਦੇ ਹੁੰਦੇ ਇੱਕ ਸਾਡੀ ਓਪਰਾ ਵਿਨਫਰੀ ਦੇ ਟਾਕ ਸ਼ੋ ਹੋਸਟ ਹੈ ਇੱਥੇ, ਉਹ ਕਹਿੰਦੀ ਇਟ ਵਾਜ਼ ਅ ਲਾਈਟ ਬਲਬ ਮੋਮੈਂਟ। ਅੰਦਰ ਜਿੱਦਾਂ ਕੋਈ ਦੀਵਾ ਜਲ ਗਿਆ ਹੁੰਦਾ ਤੁਹਾਡੇ, ਇਟ ਵਾਜ਼ ਅ ਲਾਈਟ ਬਲਬ ਮੋਮੈਂਟ ਫॉर ਮੀ। ਸੋ ਉਹ ਤੋਂ ਬਾਅਦ ਜਿਹੜਾ ਹੈਗਾ ਵੀਨਾ ਦੇ ਨਾਲ ਮੇਲ ਹੋ ਗਿਆ ਔਰ ਜਿਹਦਾ ਉਹਦਾ ਨਾਲ ਹਫਤਾ ਮੈਂ ਰਹੀ। ਔਰ ਫਿਰ ਇਹ ਵੀਜ਼ਾ ਨਾਨੀ ਦਾ ਕਹਾਣੀ ਆ ਗਈ। ਕਹਾਣੀ ਜਿਹੜੇ ਹਿਸਾਬ ਦੇ ਨਾਲ ਇਹ ਚੱਲੀ ਅੱਗੇ ਤੇ ਉੱਥੋਂ ਤਾਂ ਫਿਰ ਪੱਕਾ ਹੀ ਯਕੀਨ ਹੋ ਗਿਆ ਨਾ ਕਿ ਪੱਕਾ ਹੀ ਮਨ ਬਣ ਗਿਆ ਵੀ ਹੁਣ ਜੇ ਲਿਖਣਾ ਤੇ ਪੰਜਾਬੀ 'ਚ ਹੀ ਲਿਖਣਾ ਜੀ। ਹਾਂਜੀ। ਹੋ ਗਈ। ਅਸੀਂ ਦਰਸ਼ਕਾਂ ਦੇ ਸਵਾਲ ਲੈ ਲਈਏ ਮੈਡਮ। ਜੇ ਕੋਈ ਗੱਲਬਾਤ ਤੁਹਾਡੀ ਕੰਪਲੀਟ ਹੋਈ, ਜੇ ਕੋਈ ਰਹਿੰਦੀ ਹੈ ਤਾਂ ਤੁਸੀਂ ਕਰ ਦਿਓ ਹਜੇ। ਹਾਂਜੀ, ਇਹ ਜ਼ਰੂਰ ਕਹਿਣਾ ਸੀਗਾ ਕਿ ਜਿਹੜਾ ਉਹ ਕਾਨਫਰੰਸ ਦਾ ਜਿਹੜਾ ਇੱਕ ਹੋਰ ਸਭ ਤੋਂ ਵੱਡਾ ਮੈਨੂੰ ਹੋਇਆ ਬੈਨੀਫਿਟ ਹੋਇਆ ਉਹ ਸੀਗਾ ਕਿ ਡਾਕਟਰ ਬਲਦੇਵ ਸਿੰਘ ਧਾਲੀਵਾਲ ਉਹ ਵੀ ਮੈਨੂੰ ਉੱਥੇ ਹੀ ਮਿਲੇ। ਸੋ ਉਹਨਾਂ ਦੇ ਨਾਲ ਦੋਸਤੀ, ਉਹਨਾਂ ਦਾ ਘਰ ਆਉਣਾ ਜਾਣਾ ਤੇ ਉਹਨਾਂ ਦੀ ਸਹੀ ਰਾਏ, ਉਹਨਾਂ ਦੀ ਮੈਂਟਰਸ਼ਿਪ, ਉਹਦਾ ਬਹੁਤ ਫਾਇਦਾ ਹੋਇਆ। ਜੀ ਸ਼ੁਕਰੀਆ ਮੈਡਮ। ਮੈਨੂੰ ਲੱਗਦਾ ਸ਼ਾਇਦ ਮੈਂ ਤੁਹਾਨੂੰ ਵਿੱਚ ਟੋਕਤਾ, ਪਰ ਕਈ ਸਾਡੇ ਦੋਸਤਾਂ ਦੇ ਸਵਾਲ ਵੀ ਆ ਰਹੇ ਸੀਗੇ। ਤਾਂ ਸਾਡੇ ਨਾਲ ਸਾਡੇ ਸਮਕਾਲੀ ਕਹਾਣੀਕਾਰ ਜੁੜੇ ਹੋਏ ਨੇ ਬਲਵੀਰ ਕੌਰ ਰੇਹਲ ਜੀ, ਉਹਨਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਰਜੀਤ ਕੌਰ ਮੈਡਮ ਸਾਡੇ ਨਾਲ ਜੁੜੇ ਹੋਏ, ਅਸੀਂ ਉਹਨਾਂ ਦਾ ਵੀ ਬਹੁਤ ਸਵਾਗਤ ਕਰਦੇ ਹਾਂ। ਤਾਂ ਪਹਿਲਾਂ ਮੈਂ ਚਾਹੂੰਗਾ ਡਾਕਟਰ ਹਰਿੰਦਰ ਬਰਾੜ ਜੀ ਆਪਣਾ ਸਵਾਲ ਰੱਖ ਲੈਣ। ਡਾਕਟਰ ਹਰਿੰਦਰ ਬਰਾੜ ਜੀ, ਇੱਕ ਸਾਰੇ ਦੋਸਤਾਂ ਨੂੰ ਗੁਜ਼ਾਰਿਸ਼ ਹੈ ਜੋ ਆਪਣਾ ਸਵਾਲ ਕਰਨਾ ਚਾਹੁੰਦੇ ਆ ਉਹ ਮੈਸੇਜ ਲਿਖ ਕੇ ਮੈਨੂੰ ਪਾ ਦੇਣ ਜਿਨ੍ਹਾਂ ਦਾ ਸਵਾਲ ਆ, ਤੇ ਸਵਾਲ ਰੱਖਣ ਵੇਲੇ ਆਪਣਾ ਕੈਮਰਾ ਜ਼ਰੂਰ ਔਨ ਕਰ ਲੈਣਾ। ਡਾਕਟਰ ਹਰਿੰਦਰ ਬਰਾੜ ਜੀ। ਹਾਂਜੀ, ਸ਼ੁਕਰੀਆ ਪ੍ਰਗਟ। ਮੈਡਮ ਗੁਰਮੀਤ ਨਾਗ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਅੱਛਾ, ਮੈਂ ਤੁਹਾਡੀ ਗੱਲਬਾਤ ਸੁਣ ਰਿਹਾ ਸੀ। ਚਲੋ, ਮੈਂ ਤੁਹਾਡੀਆਂ ਕਹਾਣੀਆਂ ਵੀ ਪੜ੍ਹੀਆਂ। ਆਪਾਂ ਕਹਾਣੀਆਂ ਬਾਰੇ ਜਦੋਂ ਗੱਲਬਾਤ ਕਰਾਂਗੇ ਉਦੋਂ ਉਹ ਸਵਾਲ ਕਹਾਣੀਆਂ ਬਾਰੇ ਵੀ ਪੁੱਛਾਂਗੇ। ਹੁਣ ਨਾ ਤੁਹਾਡੀ ਗੱਲਬਾਤ ਦੇ ਵਿੱਚੋਂ ਇੱਕ ਮੈਨੂੰ ਬੜਾ ਸਵਾਲ ਮੇਰੇ ਮਨ 'ਚ ਪੈਦਾ ਹੋਇਆ, ਬੜਾ ਇੰਟਰਸਟਿੰਗ ਸਵਾਲ ਆ। ਮੈਂ ਅਕਸਰ ਹੀ ਇਹ ਸਵਾਲ ਪੁੱਛਦਾ ਵੀ ਰਹਿੰਦਾ
ਤੇ ਮੈਨੂੰ ਇਸ ਗੱਲ ਦੀ ਚਿੰਤਾ ਵੀ ਰਹਿੰਦੀ ਹੈ। ਇਸ ਸਵਾਲ ਦੇ ਤਹਿਤ ਮੈਂ ਆਪਣੀ ਚਿੰਤਾ ਵੀ ਜ਼ਾਹਰ ਕਰਦਾ ਰਹਿਣਾ। ਉਹ ਇਹ ਹੈ ਕਿ ਜਿਵੇਂ ਤੁਹਾਨੂੰ ਤੁਹਾਡੇ ਫਾਦਰ ਸਾਹਿਬ ਵੱਲੋਂ ਬੜੀ ਅੱਛੀ ਜਿਹੜੀ ਵਿਰਾਸਤ ਮਿਲੀ, ਸਾਹਿਤਕ ਵਿਰਾਸਤ ਹੀ ਮੈਂ ਕਹਿੰਦਾ ਹੁੰਦਾ, ਦੂਸਰੀ ਵਿਰਾਸਤ ਨੂੰ ਤਾਂ ਮੈਂ ਮੰਨਦਾ ਹੀ ਨਹੀਂ ਬਹੁਤਾ। ਸਾਹਿਤਕ ਵਿਰਾਸਤ ਨੂੰ ਹੀ ਮੈਂ ਚਾਹੁੰਦਾ ਹੁੰਦਾ ਕਿ ਉਸਦੇ ਹੀ ਵਾਰਸ ਅਸੀਂ ਪੈਦਾ ਕਰਨੇ ਹੁੰਦੇ ਆ। ਤੇ ਤੁਹਾਡੇ ਜਿਵੇਂ ਦੱਸਿਆ ਤੁਸੀਂ ਵੀ ਲਾਇਬ੍ਰੇਰੀ ਤੁਹਾਡੀ ਮਦਰ ਨੇ ਬੁੱਕਸ ਬਹੁਤ ਸਾਰੀਆਂ ਉਹ ਪੜ੍ਹ ਲਈਆਂ ਨਾ, ਉਹ ਇਹ ਜਿਹੜੀ ਵਿਰਾਸਤ ਆ ਤੁਹਾਡੀ, ਉਹ ਵਿਰਾਸਤ ਤੁਹਾਡੇ ਤੱਕ ਪਹੁੰਚੀ ਹੈ, ਤੁਸੀਂ ਇਹਨੂੰ ਮਤਲਬ ਕਾਇਮ ਰੱਖ ਰਹੇ ਹੋ, ਇਹ ਬੜੀ ਖੁਸ਼ੀ ਦੀ ਗੱਲ ਆ। ਤੇ ਮੈਨੂੰ ਇਸ ਗੱਲ ਦਾ ਬੜਾ ਫਿਕਰ ਹੁੰਦਾ ਕਿ ਕੀ ਇਹ ਵਿਰਾਸਤ ਕਿੱਥੋਂ ਤੱਕ ਜਾਏਗੀ, ਜਾਂ ਤੁਹਾਡੀ ਜਿਹੜੀ ਸਾਹਿਤਕ ਵਿਰਾਸਤ ਆ ਇਹਦਾ ਵਾਰਿਸ ਕੌਣ ਹੋਵੇਗਾ। ਚਲੋ ਇਹ ਇੱਕ ਸਵਾਲ ਦਾ ਤੁਸੀਂ ਜਵਾਬ ਦੇ ਰਹੇ ਹਾਂ। ਜੇ ਤੁਹਾਡੀ ਸਾਹਿਤਕ ਵਿਰਾਸਤ ਦਾ ਵਾਰਿਸ ਹੈ, ਜੇ ਮੰਨ ਲਓ ਕੋਈ ਵੀ ਰਾਈਟਰ ਆ ਜਾਂ ਉਹ ਕਹਿੰਦਾ ਵੀ ਮੇਰੀ ਸਾਹਿਤਕ ਵਿਰਾਸਤ ਦਾ ਵਾਰਿਸ ਨਹੀਂ ਹੈ, ਮੇਰੇ ਬੱਚੇ ਆ ਜਿਹੜੇ ਉਹ ਇਸ ਗੱਲ ਤੇ ਮੈਂ ਕੋਸ਼ਿਸ਼ ਕੀਤੀ ਲੱਗ ਨਹੀਂ ਸਕੇ, ਤਾਂ ਉਹਦੇ ਵਿੱਚ ਤੁਸੀਂ ਕਿਸ ਦਾ ਦੋਸ਼ ਮੰਨਦੇ ਹੋ? ਜਿਵੇਂ ਕਿ ਤੁਹਾਡੀ ਗੱਲਬਾਤ ਚੋਂ ਮੈਨੂੰ ਬੜੀ ਖੂਬਸੂਰਤ ਗੱਲ ਲੱਗੀ ਕਿ ਤੁਹਾਡੇ ਫਾਦਰ ਸਾਹਿਬ ਨੇ ਕਿਸ ਤਰ੍ਹਾਂ ਤੁਹਾਨੂੰ ਚਿਟਕ ਲਾਈ, ਇਸ ਦੀ ਚਿਟਕ ਲੱਗੀ ਤੁਹਾਨੂੰ, ਹਨਾ, ਤੁਹਾਡੀ ਮਦਰ ਨੂੰ ਚਿਟਕ ਲੱਗੀ, ਉਹ ਕਿਵੇਂ ਲੱਗੀ। ਇਵੇਂ ਸਾਡੇ ਮਾਂ ਪਿਓ ਦਾ ਹੀ ਆਪਾਂ ਦੇਖਦੇ ਹਾਂ ਕਿ ਫਰਜ਼ ਹੁੰਦਾ ਕਿ ਉਹ ਆਪਣੇ ਬੱਚਿਆਂ ਨੂੰ ਸਾਹਿਤ ਦੀ ਚਿਟਕ ਕਿਸ ਤਰ੍ਹਾਂ ਲਾਉਂਦੇ। ਜਿਹੜੇ ਸਾਹਿਤਕਾਰ ਹੁੰਦੇ ਨੇ ਉਹ ਆਪਣੇ ਬੱਚਿਆਂ ਨੂੰ ਜਿਹੜੇ ਚਿਟਕ ਨਹੀਂ ਲਾ ਪਾਉਂਦੇ, ਉਹਦਾ ਕੀ ਕਾਰਨ ਹੁੰਦਾ? ਇਹ ਦੋ ਗੱਲਾਂ ਮੇਰੇ ਮਨ 'ਚ ਕਾਫੀ ਰਹਿੰਦੀਆਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਵੀ ਤੁਹਾਡਾ ਸਵਾਲ ਦਾ ਅੱਧਾ ਪਾਰਟ ਪਹਿਲਾਂ ਲਿਖ ਲਵਾਂ। ਓਕੇ, ਹਾਂਜੀ, ਮੇਰੀ ਸਾਹਿਤਕ ਵਿਰਾਸਤ। ਮੈਂ ਇਹ ਗੱਲੋਂ ਸ਼ੁਰੂ ਤੋਂ ਹੀ ਬਹੁਤ ਸੁਚੇਤ ਸੀ ਕਿ ਮੈਂ ਆਪਣੇ ਬੇਟੇ ਨੂੰ ਛੋਟੇ ਹੁੰਦੇ ਤੋਂ ਹੀ ਜਿਹੜਾ ਹੈਗਾ ਕਿਤਾਬਾਂ ਦੇ ਨਾਲ ਜੋੜਨਾ। ਤੇ ਸਾਡਾ ਜਦੋਂ ਰਾਤ ਨੂੰ ਸੌਣਾ ਹੁੰਦਾ ਅਸੀਂ ਤੇ ਬੱਚੇ ਨੇ ਆਪਣੇ ਬੈੱਡ 'ਚ ਪੈਣਾ ਹੁੰਦਾ ਜਾ ਕੇ, ਮੈਂ ਹਮੇਸ਼ਾ ਉਹਦੇ ਨਾਲ ਲੇਟ ਕੇ, ਅਸੀਂ ਸ਼ਾਮ ਦਾ ਟਾਈਮ ਸਾਡਾ ਹੁੰਦਾ ਸੀਗਾ ਕਿ ਅਸੀਂ ਸਟੋਰੀ ਬੁੱਕ ਪੜ੍ਹਨੀ ਹੈ, ਉਹਦੀ ਚੋਇਸ ਉਹ ਆਪੀ ਚੁੱਕਦਾ ਹੁੰਦਾ ਸੀ ਆਪਣੀ, ਕਿਉਂਕਿ ਉਹਦੀ ਆਪਣੀ ਕਮਰੇ 'ਚ ਛੋਟੀ ਜਿਹੀ ਲਾਇਬ੍ਰੇਰੀ ਹੈ, ਅੱਜ ਕਿਹੜੀ ਪੜ੍ਹਨੀ ਹੈ। ਤੇ ਉਹਨੇ ਇੱਕ ਤਰ੍ਹਾਂ ਦੀ ਐਡਿਕਸ਼ਨ ਹੀ ਹੋ ਜਾਂਦੀ ਹੈ ਬੱਚੇ ਨੂੰ ਕਿ ਉਹਨਾਂ ਨੇ ਜਿੱਦੀ ਤੱਕ ਉਹਨਾਂ ਨੂੰ ਸਟੋਰੀ ਨਾ ਪੜ੍ਹੀ ਜਾਵੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਉਹ ਬੇਚੈਨ ਜਿਹੇ ਫਿਰਦੇ ਰਹਿੰਦੇ ਨੇ। ਸੋ ਮੋਸਟਲੀ ਘਰਾਂ 'ਚ ਹੈਗਾ ਇੱਥੇ, ਜਿਹੜੇ ਸਪੈਸ਼ਲੀ ਕੈਨੇਡੀਅਨ ਘਰ ਨੇ ਉਹਨਾਂ ਦੇ ਘਰ 'ਚ ਬੱਚੇ ਨੂੰ ਏਦਾਂ ਜੋੜਿਆ ਜਾਂਦਾ ਕਿਤਾਬਾਂ ਦੇ ਨਾਲ। ਤੇ ਮੈਂ ਵੀ ਬੱਚੇ ਨੂੰ ਉਦਾਂ ਹੀ ਜੋੜਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਨੂੰ ਇਹ ਪਤਾ ਸੀਗਾ ਆਪ ਇਹਨਾਂ ਲਿਟਰੇਚਰ ਇੱਥੋਂ ਦਾ ਪੜ੍ਹਿਆ ਹੋਇਆ, ਹਸਬੈਂਡ ਦੀ ਜਿਹੜੀ ਇੰਟਰੈਕਸ਼ਨ ਹੈ ਜ਼ਿਆਦਾਤਰ ਕੈਨੇਡੀਅਨ ਫੈਮਿਲੀਜ਼ ਦੇ ਨਾਲ ਹੈ, ਤੇ ਮੈਨੂੰ ਪਤਾ ਸੀ ਬੱਚੇ ਨੂੰ ਕਿਵੇਂ ਜੋੜ ਲੈਂਦੇ ਨੇ ਛੋਟੇ ਹੁੰਦੇ। ਤੇ ਉਹਨੂੰ ਛੋਟੇ ਹੁੰਦੇ ਤੋਂ ਲਾਇਬ੍ਰੇਰੀ ਵੀ ਲੈ ਕੇ ਜਾਣਾ, ਸਾਰਾ ਕੁਛ। ਤੇ ਆਪਣਾ ਈਵਨ ਜੇ ਸਕੂਲ ਬੱਸ ਆ ਰਹੀ ਹੈ, ਅਸੀਂ ਉਹਦੀ ਵੇਟ ਕਰ ਰਹੇ ਹਾਂ ਦੋਨੋਂ ਬੈਠੇ, ਤੇ ਤਾਂ ਵੀ ਸਾਡੇ ਕੋਲ ਕਿਤਾਬ ਹੁੰਦੀ ਸੀ ਛੋਟੀ ਜਿਹੀ, ਉਹਨੀ ਕਿਤਾਬ ਵੀ ਪੜ੍ਹ ਲਈ ਆਪਾਂ ਕੋਈ ਨਾ ਕੋਈ, ਜਦ ਤੱਕ ਆਪਾਂ ਬੱਸ ਦੀ ਵੇਟ ਕਰਦੇ ਹਾਂ, ਵਾਈ ਵੇਸਟ ਟਾਈਮ। ਤੇ ਏਦਾਂ ਕਰਦੇ ਕਰਦੇ ਤੇ ਹੁਣ ਉਹ ਆਪਣਾ ਜੋਸ਼ ਨੂੰ, ਉਹ ਤੋਂ ਬਾਅਦ ਫਿਰ ਬੁੱਕ ਕਲੱਬ ਸਾਡੇ ਇੱਥੇ ਸੀਗੇ, ਜਦੋਂ ਉਹ ਸੀਗਾ 7ਵੀਂ 6ਵੀਂ 7ਵੀਂ 'ਚ ਸੀਗਾ, ਈਵਨ 5ਵੀਂ ਦੇ ਮੇਰੇ ਕੋਲ ਸ਼ੁਰੂ ਹੋ ਗਏ ਸੀਗੇ। 3 ਸਾਲ ਉਹ ਛੁੱਟੀਆਂ 'ਚ ਬੁੱਕ ਕਲੱਬ 'ਚ ਜਾਂਦਾ ਰਿਹਾ, ਜਿੱਥੇ ਕਿ ਬੱਚਿਆਂ ਦੇ ਆਥਰ ਆਉਂਦੇ ਨੇ ਔਰ ਬੱਚਿਆਂ ਦੇ ਨਾਲ ਹੀ ਉਹ ਬੈਠ ਜਾਂਦੇ ਨੇ ਹੇਠਾਂ, ਘੇਰਾ ਜਿਵੇਂ ਬੱਚਿਆਂ ਨੇ ਬਣਾਇਆ ਹੁੰਦਾ ਉਹਨਾਂ ਦੇ ਵਿੱਚ ਹੀ ਹੇਠਾਂ ਬੈਠ ਜਾਂਦੇ ਨੇ, ਉਹਨਾਂ ਦੇ ਉਦਾਂ ਦੀ ਲੈਵਲ ਦੀਆਂ ਉਹਨਾਂ ਨਾਲ ਗੱਲਾਂ ਕਰਦੇ ਨੇ, ਔਰ ਬੱਚੇ ਬੜੇ ਖੁਸ਼ ਹੁੰਦੇ ਨੇ, ਘਰ ਆ ਕੇ ਦੱਸਦੇ ਨੇ ਅੱਜ ਸਾਨੂੰ ਜਿਹੜਾ ਸੀਗਾ, ਅੱਜ ਸਾਨੂੰ ਲੈਰੀ ਸਮਿਥ ਮਿਲਿਆ, ਜਿਹੜਾ ਸੀਗਾ ਜਿਹਦੀਆਂ ਕਿਤਾਬਾਂ ਆਪਾਂ ਪੜ੍ਹਦੇ ਹਾਂ ਨਾ ਮੰਮੀ, ਅੱਜ ਲੈਰੀ ਸਮਿਥ ਉੱਥੇ ਵੀ ਆਇਆ ਸੀਗਾ, ਸਾਡੇ ਨਾਲ ਗੱਲਾਂ ਕਰਕੇ ਗਿਆ, ਕਿ ਕੀ ਗੱਲ ਹੋਈ, ਉਹਨੇ ਬੜਾ ਐਕਸਾਈਟ ਹੋ ਕੇ ਆ ਕੇ ਮੈਨੂੰ ਦੱਸਣਾ। ਔਰ ਮੈਨੂੰ ਪਤਾ ਸੀਗਾ ਕਿ ਇਹਦਾ ਜਿਹੜਾ ਹੈਗਾ ਕ੍ਰੀਏਟੀਵਿਟੀ ਜਿਹੜੀ ਇਹਦੀ ਵੱਧਦੀ ਜਾ ਰਹੀ ਹੈ। ਔਰ ਉਹ ਤੋਂ ਬਾਅਦ ਉਹ ਮੇਰਾ ਖਿਆਲ ਹਲੇ ਮੇਰੇ ਕੋਲ ਇੱਥੇ ਪਿਆ ਕਿ 7 ਸਾਲ ਦਾ ਹੀ ਹੋਣਾ ਉਦੋਂ, ਤੇ ਉਹਨੇ ਪਹਿਲੀ ਆਪਣੀ ਜਿਹੜੀ ਸੀਗੀ ਪੋਇਮ ਲਿਖੀ, ਔਰ 7 year old, ਤੇ ਮੈਂ ਉਹਦੀ ਜਿਹੜਾ ਲੋਕਲ ਅਖਬਾਰ ਜਿਹਦੇ ਵਾਸਤੇ ਮੈਂ ਲਿਖਦੀ ਸੀ ਉਹਦੇ 'ਚ ਮੈਂ ਉਹ ਛੁਪਵਾਤੀ ਉਹਦੀ, ਤੇ ਇਹ ਲਿਖਿਆ ਹੋਇਆ 7 year old ਜੋਸ਼ ਪਨਾਗ wrote this poem for his mother, my busy mom। ਤੇ ਉਹਨੇ ਇਹ ਲਿਖੀ, my busy mom, all was right, all was calm, except my busy mom. Mom worked and worked and worked. She had no time to tie a lace. She never missed a place. One day she was ill and had to call her friend Jill and go and take her place. Mom did not even know she was an ace. ਉਹਨੇ ਆਪਣੀ ਕਵਿਤਾ ਮੇਰੇ ਵਾਸਤੇ ਲਿਖੀ। ਉਹਨੇ ਇੱਕ ਵਾਰ ਫਿਰ ਉਹਨੇ ਆਪਣੀ ਡੈਡੀ ਵਾਸਤੇ ਕਵਿਤਾ ਲਿਖੀ, ਉਹ ਤੋਂ ਮੇਰਾ ਖਿਆਲ ਸਾਲ ਕੁ ਬਾਅਦ ਹੀ, A boy's poem to his dad. Daddy, daddy, do you want me to be your caddy? I will play golf with you, but not in the wet morning dew. Caddy ਹੁੰਦਾ ਨਾ ਜਿਹੜਾ ਤਾਂ golf bag ਚੱਕਦਾ golf ਵਾਲੇ ਦਾ, daddy, daddy, I want to be your caddy. So I want to play golf with you, but not in the morning dew. ਜਦ ਮੈਂ ਸਵੇਰੇ ਉਸ ਪਈ ਹੁੰਦੇ ਮੈਨੂੰ ਉਦੋਂ ਨਾ ਖਿੱਚ ਲੈ ਕਿਤੇ, ਮੈਨੂੰ ਉਦੋਂ ਗਿੱਲੇ ਘਾਹ ਦੇ ਵਿੱਚ ਨਹੀਂ ਖੇਲਣਾ ਚੰਗਾ ਲੱਗਦਾ। ਸੋ ਇੱਥੋਂ ਮੈਨੂੰ ਸ਼ੋਰਟੀ ਸੀਗੀ ਕਿ ਆਪਣਾ ਬੱਚਾ ਜਿਹੜਾ ਹੈਗਾ ਇੱਧਰ ਨੂੰ ਜਾ ਰਿਹਾ,
ਔਰ ਹੁਣ ਅੱਜਕੱਲ ਮੇਰੇ ਹਸਬੰਡ ਆਪਣੀ ਰਨਿੰਗ ਦੇ ਉੱਪਰ ਕਿਤਾਬ ਲਿਖ ਰਹੇ ਨੇ, ਹੀ ਇਜ਼ ਅ ਮੈਰਾਥਨ ਰਨਰ। ਉਹ ਆਪਣੀ ਜਿਹੜੀ ਹੈਗੀ ਆਪਣੇ ਐਕਸਪੀਰੀਅੰਸਿਸ ਕਰ ਰਹੇ ਨੇ, ਡਾਕੂਮੈਂਟ ਕਰ ਰਹੇ ਨੇ ਇੱਕ ਕਿਤਾਬ ਦੇ ਵਿੱਚ, ਤੇ ਉਹਦੇ ਚ ਜੋਸ਼ ਉਹਨਾਂ ਦੀ ਹੈਲਪ ਕਰ ਰਿਹਾ, ਉਹਨਾਂ ਨੂੰ ਸਲਾਹ ਦੇ ਰਿਹਾ ਕਿ ਇਹਦੇ ਏਦਾਂ ਚੈਪਟਰਸ ਬਣਾਓ, ਇਹਦੇ ਏਦਾਂ ਸੈਗਮੈਂਟਸ ਬਣਾਓ, ਇਹਦੀ ਏਦਾਂ ਇੰਟਰੋ ਲਿਖੋ, ਤੇ ਆਪ ਟਾਈਪ ਕਰ ਰਿਹਾ, ਔਰ ਜਿੱਥੇ ਲੱਗਦਾ ਹੈ ਕਿ ਡੈਡੀ ਦੀ ਜਿਹੜੀ ਹੈਗੀ ਇੱਥੇ ਇਹਨੂੰ ਜਿਹੜਾ ਐਕਸਪ੍ਰੈਸ਼ਨ ਹੈ ਠੀਕ ਨਹੀਂ ਹੈਗਾ, ਉਹਨੂੰ ਆਪ ਹੀ ਕਰ ਰਿਹਾ। ਸੋ ਲੁਕਿੰਗ ਐਟ दैट I think future is good. ਅੱਛਾ ਜੀ, ਹਰਿੰਦਰ ਜੀ ਤੁਹਾਡਾ ਦੂਜਾ ਕੁਐਸਚਨ ਸੀਗਾ ਕਿ ਕੀ ਕਾਰਨ ਨੇ? ਜੀ ਜੀ, ਹਾਂਜੀ, ਹਾਂਜੀ ਜਿਹੜੇ ਮਤਲਬ ਆਪਣੀ ਸਾਹਿਤਕ ਵਿਰਾਸਤ ਨੂੰ ਕਾਇਮ ਨਹੀਂ ਰੱਖ ਪਾਉਂਦੇ। ਬੜੀ ਹਾਂਜੀ। ਖੁਸ਼ੀ ਹੋਈ, ਤੁਹਾਡੀ ਸਾਹਿਤਕ ਵਿਰਾਸਤ ਬਿਲਕੁਲ ਕਾਇਮ ਆ ਉਸੇ ਤਰ੍ਹਾਂ। ਔਰ ਥੈਂਕ ਯੂ। ਉਹਦੇ ਚ ਆਪਣਾ ਮੈਨੂੰ ਤਾਂ ਇਹ ਲੱਗਦਾ ਕਿ ਕੁਛ ਤਾਂ ਸਾਡੇ ਨਾਲ ਸਾਡੇ ਅੰਦਰੋਂ ਹੀ ਹੁੰਦਾ ਕਿ ਸਾਡੀ ਪੈਸ਼ਨ ਕੀ ਹੈ ਨਾ, ਨੇਚਰਸ ਕਾਲ, ਕਿ ਸਾਡੀ ਕੀ ਹੈਗੀ ਹੈ, ਕਿ ਸਾਡੀ ਕਾਲਿੰਗ ਕੀ ਹੈ ਯੂਨੀਵਰਸ ਵੱਲੋਂ, ਇਹ ਤੁਹਾਡੇ ਅੰਦਰੋਂ ਹੀ ਹੁੰਦਾ ਮੇਰਾ ਤਾਂ ਖਿਆਲ ਹੈ ਕਿਸੇ ਹੱਦ ਤੱਕ। ਔਰ ਕਿਸੇ ਹੱਦ ਤੱਕ ਉਹਨੂੰ ਫਿਰ ਡਿਵੈਲਪ ਵੀ ਕੀਤਾ ਜਾ ਸਕਦਾ ਹੈ, ਜਿਵੇਂ ਆਪਣਾ अर्ਲੀ ਔਨ, ਜਿੰਨਾ ਆਪਾਂ ਬੱਚੇ ਨੂੰ अर्ਲੀ ਔਨ ਉਹਦੇ ਐਟਲੀਸਟ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ, ਜਿੰਨਾ ਅਸੀਂ अर्ਲੀ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਆਪਣਾ ਲਿਟਰੇਚਰ ਦੇ ਨਾਲ, ਉਹਨਾਂ ਮੇਰਾ ਖਿਆਲ ਈਜ਼ੀ ਹੋ ਜਾਂਦਾ ਸਾਡਾ ਕੰਮ। ਬਾਅਦ ਚ ਤਾਂ ਫਿਰ ਤੁਹਾਨੂੰ ਪਤਾ ਨਾ ਕਿ ਇੱਕ ਤਰ੍ਹਾਂ ਦਾ ਫੋਰਸੀਬਲ ਜਿਹਾ ਕੰਮ ਹੀ ਹੋ ਜਾਂਦਾ, ਉਹਨਾਂ ਨੂੰ ਉਹਨਾਂ ਤੇ ਫੋਰਸ ਕਰਨਾ, ਪ੍ਰੈਸ਼ਰਾਈਜ਼ ਕਰਨਾ ਉਹਨਾਂ ਨੂੰ, ਉਹ ਥੋੜਾ। ਹੁਣ ਜਿਵੇਂ ਮੇਰੇ ਘਰ ਦੇ ਵਿੱਚ ਮੇਰੀ ਸਿਸਟਰ ਮੇਰੇ ਤੋਂ ਸਾਲ ਹੀ ਛੋਟੀ ਹੈ, ਉਹ ਬਿਲਕੁਲ ਨਹੀਂ ਜੁੜ ਸਕੀ ਸਾਹਿਤ ਦੇ ਨਾਲ, ਕੈਲੀਫੋਰਨੀਆ ਅੱਜ ਕੱਲ। ਉਹਨੇ ਮੇਰੇ ਫਾਦਰ ਤੋਂ ਮੈਥ ਵਾਲਾ ਇੰਸਟਿੰਕਟ ਲਿਆ, ਸਟਰੋਂਗ ਮੈਥ ਇੰਸਟਿੰਕਟ, ਜਿਹੜਾ ਕਿ ਮੇਰੇ ਚ ਨਹੀਂ ਹੈਗਾ। ਇੰਨਾ ਸਟਰੋਂਗ ਕਿ 5ਵੀਂ ਚ ਵੀ ਉਹਨੂੰ NCERT ਦਾ ਸਕਾਲਰਸ਼ਿਪ, ਕਿਉਂਕਿ ਬਹੁਤ ਜ਼ਿਆਦਾਤਰ ਉੱਥੇ ਕੈਲਕੂਲੇਸ਼ਨਸ ਹੀ ਹੁੰਦੀਆਂ ਨੇ, ਮੈਥ ਦੇ ਕੁਐਸਚਨ ਹੀ ਹੁੰਦੇ ਨੇ, ਕਿਉਂਕਿ ਮੈਨੂੰ ਵੀ 8ਵੀਂ ਚ ਮਿਲਿਆ ਸੀਗਾ ਤੇ 10ਵੀਂ ਚ ਮਿਲਿਆ ਸੀ NCERT। ਹਲੇ ਵੀ ਹੈ ਨਹੀਂ ਉਹ ਸਕਾਲਰਸ਼ਿਪ, ਮੈਨੂੰ ਪਤਾ ਨਹੀਂ NCERT ਦੇ। ਮੈਡਮ ਚੱਲਦੀ ਆ ਸ਼ਾਇਦ। ਅੱਛਾ ਜੀ, ਤੇ ਆਪਣਾ ਕਿਉਂਕਿ ਉਹਦਾ ਮੈਥ ਇੰਨਾ ਸਟਰੋਂਗ ਹੈ। ਕੈਨ ਯੂ ਇਮੇਜਿਨ ਵੀ ਕੈਲੀਫੋਰਨੀਆ ਜਦੋਂ ਆਈ, ਸ਼ੀ ਵਾਸ ਆਲਰੇਡੀ 40 ਈਅਰ ਓਲਡ। ਉਹਨੇ ਇੱਥੇ ਇੱਕ ਕੋਰਸ ਕੀਤਾ ਫਾਰਮੇਸੀ ਦਾ ਸਾਲ ਦਾ, ਤੇ ਉਹ ਸਾਰਾ ਮੈਥ ਸੀਗਾ, ਜਿੱਥੇ ਮਾਈਕਰੋ ਮਿਲੀਗ੍ਰਾਮ ਆਪਣਾ ਦਵਾਈਆਂ ਦੇ ਮਾਈਕਰੋ ਮਿਲੀਗ੍ਰਾਮਸ ਕਰਨੇ, ਫਲਾਣਾ ਕਰਨਾ, ਤੇ ਉਹਦੇ ਚ ਮੇਰੇ ਖਿਆਲ 100% ਮਾਰਕਸ ਉਹਦੇ ਹਮੇਸ਼ਾ ਹੁੰਦੇ ਸੀ ਟੈਸਟ ਦੇ ਉੱਪਰ। ਔਰ ਉਹ ਸਾਰੇ ਟੀਚਰ ਵੀ ਹੈਰਾਨ ਸੀਗੇ ਕਿ ਕੈਲਕੂਲੇਸ਼ਨਸ ਕਰਦੀ ਕਿਵੇਂ ਆ ਬਿਨਾਂ ਉਤੋਂ ਕੈਲਕੂਲੇਟਰ ਤੋਂ। ਉਹ ਕਹਿੰਦੀ ਡੂ ਇਟ ਇਨ ਮਾਈ ਹੈਡ। ਪਰ ਇਹ ਮੈਨੂੰ ਪਤਾ ਕਿ ਮੇਰੇ ਫਾਦਰ ਨੇ ਉਹਨੂੰ ਕਿਵੇਂ ਗਰੂਮ ਕੀਤਾ, ਔਰ ਹਮੇਸ਼ਾ ਕਹਿੰਦੇ ਸੀ ਮੈਂ ਤਾਂ ਮੈਥ ਦੀ ਪ੍ਰੋਫੈਸਰ ਬਣਨਾ ਛੋਟੀ ਹੁੰਦੀ ਨੂੰ। ਸੋ ਦੇਖੋ, ਉਹ ਨਹੀਂ ਲੱਗ ਸਕੀ। ਅੱਜ ਵੀ ਜਦ ਮੈਨੂੰ ਬੜੀ ਇੱਕ ਗੱਲ ਦੀ ਕੀ ਕਹਿੰਦੇ ਨੇ, ਮੈਂ ਨਿਰਾਸ਼ ਹੋਈ, ਉਦਾਸੀ ਹੋਈ ਮੈਨੂੰ, ਹਲੇ 2 ਹਫ਼ਤੇ ਦੀ ਗੱਲ ਹੈ, ਤੇ ਕਹਿੰਦੀ ਮੈਨੂੰ ਨਾ ਕ੍ਰਿਸਮਸ ਦੇ ਟਾਈਮ ਦੀ ਗੱਲ ਹੋਣੀ ਹੈ, ਕਹਿੰਦੀ ਮੈਨੂੰ ਕ੍ਰਿਸਮਸ ਤੇ ਮੇਰੇ ਬੌਸ ਵੱਲੋਂ ਮੈਨੂੰ ਮਿਸ਼ੇਲ ਓਬਾਮਾ ਦਾ ਜਿਹੜਾ ਮੈਮੋਇਰ ਆਇਆ ਨਾ, ਬਿਕਮਿੰਗ, ਮੈਨੂੰ ਉਹ ਗਿਫਟ ਕੀਤਾ ਗਿਆ, ਮੇਰੀ ਬੌਸ ਨੇ ਕੀਤਾ। ਕਹਿੰਦੀ ਕਿਉਂਕਿ ਮੈਂ ਮਿਸ਼ੇਲ ਓਬਾਮਾ ਦੀ ਗੱਲ ਕਰਦੀ ਰਹਿੰਦੀ ਸੀ, ਮੈਨੂੰ ਬਹੁਤ ਪਸੰਦ ਆ ਉਹ ਲੇਡੀ, ਉਹਦੇ ਉਹਨਾਂ ਨੇ ਦਿਮਾਗ 'ਚ ਰੱਖ ਲਿਆ, ਉਹਨਾਂ ਨੇ ਮੇਰੇ ਵਾਸਤੇ ਉਹੀ ਕ੍ਰਿਸਮਸ ਦਾ ਦੇਤਾ। ਤੇ ਮੈਂ ਕਿਹਾ ਉਹ ਤੋਂ ਪਹਿਲਾਂ ਮੈਂ ਤੈਨੂੰ ਮੁਰਗਾਬੀਆਂ ਭੇਜ ਚੁੱਕੀ, ਹਾਲੇ ਤੂੰ ਉਹ ਤਾਂ ਪੜ੍ਹੀ ਨਹੀਂ ਹੈਗੀ, ਹੁਣ ਤੂੰ ਪਹਿਲਾਂ ਜੇ ਮੈਮੋਇਰ ਪੜ੍ਹਿਆ ਨਾ ਇਹ ਦੇਖ ਲਈ, ਪਹਿਲਾਂ ਤੈਨੂੰ ਮੁਰਗਾਬੀਆਂ ਪੜ੍ਹਨੀ ਪੈਣੀ, ਤੂੰ ਇਹਨੂੰ ਹੱਥ ਨਹੀਂ ਲਾ ਸਕਦੀ। ਕਹਿੰਦੀ ਘਰ 'ਚ ਕਿਤਾਬਾਂ ਤੇ ਇਹਨਾਂ ਨੇ ਇੱਕ ਤੋਂ ਇੱਕ ਵਾਰ ਪਹਿਲਾਂ ਦੇ ਕੇ ਗਈ ਸੀਗੀ ਮੈਨੂੰ, ਸ਼ੌਨਾ ਬਾਲਟਨ ਸਿੰਘ ਦੀ, ਇੱਕ ਮੁਰਗਾਬੀਆਂ ਤੇ ਇੱਕ ਮੈਮੋਇਰ। ਸੋ ਇਟ ਰੀਅਲੀ ਮੇਡ ਮੀ ਸੈਡ। ਜੀ ਮੈਡਮ ਜੀ, ਬਿਲਕੁਲ ਤੁਹਾਡੀ ਗੱਲ ਵਾਜਬ ਆ। ਮੈਨੂੰ ਵੀ ਇਦਾਂ ਹੀ ਲੱਗਦਾ ਵੀ ਕੁਛ ਕੁ ਚਿੰਗ ਵਿਅਕਤੀ ਦੇ ਅੰਦਰ ਜਾਂ ਮਨੁੱਖ ਦੇ ਅੰਦਰ ਹੁੰਦੀ ਆ, ਕੁਛ ਭਾਂਬੜ ਜਾਂ ਅੱਗ ਉਹਨੂੰ ਬਣਾਇਆ ਜਾ ਸਕਦਾ, ਅਸੀਂ ਉਹਨੂੰ ਡਿਵੈਲਪ ਵੀ ਕਰ ਸਕਦੇ ਹਾਂ। ਤਾਂ ਸਾਡੇ ਸਮਕਾਲੀ ਕਹਾਣੀਕਾਰ ਸਾਡੇ ਨਾਲ ਜੁੜੇ ਨੇ ਤ੍ਰਿਪਤਾ ਜੀ, ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਗਲਾ ਸਵਾਲ ਮੈਡਮ ਬਲਵੀਰ ਕੌਰ ਰੇਹਲ ਜੀ ਪੁੱਛਣਾ ਚਾਹੁੰਦੇ ਸੀ, ਸਾਡੀ ਕਹਾਣੀਕਾਰ ਮੈਡਮ ਬਲਵੀਰ ਕੌਰ ਰੇਹਲ ਜੀ। ਮੈਡਮ ਇੱਕ ਆਪਣਾ ਕੈਮਰਾ ਜ਼ਰੂਰ ਔਨ ਕਰ ਲੈਣਾ ਜੀ, ਸ਼ੁਕਰੀਆ। ਹਾਂਜੀ, ਕਾਫਲਾ ਟੀਮ ਨੂੰ ਤੇ ਮੈਡਮ ਨਾਲ ਜੀ ਨੂੰ ਸਾਹਿਤਕ ਆਦਾਬ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ। ਮੈਡਮ ਨਾਲ ਜੀ ਨੂੰ ਮੈਂ 2 ਪ੍ਰਸ਼ਨ ਪੁੱਛਣੇ ਨੇ। ਹਾਂਜੀ, ਸੋ ਮੇਰਾ, ਹਾਂਜੀ ਮੈਡਮ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਡਮ, ਮੈਂ ਤੁਹਾਡੇ ਨਾਲ ਪਹਿਲਾ ਜਿਹੜਾ ਮੇਰਾ ਪ੍ਰਸ਼ਨ ਹੈ ਉਹ ਇਹ ਹੈ ਕਿ ਸਮਕਾਲੀ ਲਿਖੀ ਜਾ ਰਹੀ ਨਾਰੀ ਕਹਾਣੀ ਨੂੰ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਪਹਿਲੀ ਗੱਲ ਇਹ ਹੈ ਕਿ ਇਹਦੇ ਬਾਰੇ ਤੁਸੀਂ ਸਾਨੂੰ ਦੱਸੋ। ਤੇ ਦੂਸਰਾ ਜਿਹੜਾ ਮੇਰਾ ਪ੍ਰਸ਼ਨ ਹੈ, ਤੁਸੀਂ ਆਪਣੀਆਂ ਕਹਾਣੀਆਂ ਵਿੱਚ ਇਤਿਹਾਸਕ ਹਵਾਲੇ ਦਿੰਦੇ ਹੋ, ਤੁਸੀਂ ਅਜਿਹੀ ਕਹਾਣੀ ਲਈ ਕਿੰਨਾ ਕੁ ਇਤਿਹਾਸ ਜਿਹੜਾ ਪੜ੍ਹਦੇ ਹੋ, ਤੇ ਇਤਿਹਾਸ ਚੁਣਨ ਦਾ ਕਾਰਨ ਕੀ ਹੈ? ਇੱਕ ਸਵਾਲ ਐਟ ਅ ਟਾਈਮ। ਨਹੀਂ, ਬਹੁਤ ਕਮਾਲ ਦੇ ਸਵਾਲ ਕੀਤੇ ਮੈਡਮ ਨੇ। ਇੱਕ ਤਾਂ ਨਾਰੀ ਕਹਾਣੀ ਵਾਲਾ, ਦੂਜਾ ਇਤਿਹਾਸਕ ਪ੍ਰਵੇਗ ਦਾ। ਜੀ
ਸ਼ੁਕਰੀਆ ਮੈਡਮ ਹਾਂਜੀ। ਬਲਵੀਰ ਜੀ, ਬਹੁਤ ਕਮਾਲ ਦੇ ਸਵਾਲ ਨੇ ਤੁਹਾਡੇ, ਸ਼ੁਕਰੀਆ। ਹਾਂਜੀ ਬਲਬੀਰ ਜੀ, ਨਾਰੀ ਕਹਾਣੀ ਜਿੱਦਾਂ ਇਹਦੀ ਐਵੋਲੂਸ਼ਨ ਹੋ ਰਹੀ ਹੈ, ਇਵੋਲਵ ਕਰ ਰਹੀ ਹੈ, ਮੈਂ ਪਿਛਲੇ 7-8 ਸਾਲ ਤੋਂ ਦੇਖ ਰਹੀ ਹਾਂ, ਤੇ ਬੜੀ ਬੁਲੰਦੀਆਂ ਵੱਲ ਨੂੰ ਜਾ ਰਹੀ ਹੈ। ਬੜੇ ਸੋਹਣੇ ਸੋਹਣੇ ਵਿਸ਼ੇ ਆ ਰਹੇ ਨੇ, ਬੋਲਡ ਵਿਸ਼ੇ ਆ ਰਹੇ ਨੇ ਇਹਦੇ ਚ। ਤ੍ਰਿਪਤਾ ਸਿੰਘ ਹੋਰੀ ਨੇ, ਸਰਗੀ ਹੈ, ਇਹਨਾਂ ਦੀਆਂ ਕਹਾਣੀਆਂ ਤੁਸੀਂ ਪੜ੍ਹੋ, ਤੇ ਆਪਣਾ ਅਰਵਿੰਦਰ ਧਾਲੀਵਾਲ ਹੋਰੀ ਨੇ, ਉਹਨਾਂ ਜਿਹੜੇ ਵਿਸ਼ਿਆਂ ਦੀ ਵੰਨਸੁਵੰਨਤਾ ਆ ਰਹੀ ਹੈ, ਤੇ ਕਿੰਨੇ ਜਿਹੜੇ ਆਸਪੈਕਟ ਨੇ ਆਪਣਾ ਨਾਰੀ ਸੰਵੇਦਨਾ ਦੇ, ਉਹ ਕਵਰ ਕੀਤੇ ਜਾ ਰਹੇ ਨੇ। ਮੈਨੂੰ ਖੁਸ਼ੀ ਹੈ ਇਸ ਗੱਲ ਦੀ। ਓਕੇ। ਹਾਂਜੀ। ਤੇ ਦੂਸਰਾ ਮੇਰਾ ਪ੍ਰਸ਼ਨ ਸੀ ਕਿ ਤੁਸੀਂ ਆਪਣੀਆਂ ਕਹਾਣੀਆਂ ਵਿੱਚ ਇਤਿਹਾਸਕ ਹਵਾਲੇ ਦਿੰਦੇ ਹੋ, ਤੁਸੀਂ ਅਜਿਹੀ ਕਹਾਣੀ ਕਿੰਨਾ ਕੁ ਇਤਿਹਾਸ ਪੜ੍ਹਦੇ ਹੋ, ਤੇ ਇਤਿਹਾਸ ਜੁੜਨ ਦਾ ਕੀ ਕਾਰਨ ਹੈ ਆਪਣੀਆਂ ਕਹਾਣੀਆਂ ਨੂੰ, ਜਿਹੜਾ ਤੁਸੀਂ ਇੰਨਾ ਵਧੀਆ ਮਤਲਬ ਕੰਮ ਕਰਦੇ ਹੋ, ਤੇ ਬਹੁਤ ਡੀਪਲੀ ਤੁਸੀਂ ਪਹਿਲਾਂ ਉਹਦੀ ਸਟੱਡੀ ਕਰਦੇ ਆ। ਹਾਂਜੀ ਇਹ ਐਕਚੁਅਲੀ ਜਿਹੜੀ ਇਤਿਹਾਸ ਵਾਸਤੇ ਪੈਸ਼ਨ ਹੈ, ਇਹ ਮੇਰੇ ਹਸਬੈਂਡ ਤੋਂ ਆਈ ਹੈ। ਉਹ ਆਪਣਾ ਜਿਹਨੂੰ ਕਹਿੰਦੇ ਹਿਸਟਰੀ ਬਫ, ਉਹ ਨੇ, ਔਰ ਸਪੈਸ਼ਲੀ ਯੂਰਪੀਅਨ ਹਿਸਟਰੀ, ਔਰ ਆਪਣਾ ਉਹਦੇ ਚ ਉਹਨਾਂ ਨੂੰ ਜਿਹੜੀ ਤੁਸੀਂ, ਜੇ ਮੈਂ ਉਹਨਾਂ ਨੂੰ ਅੱਜ ਪੁੱਛਾਂ ਸਰਬੀਆ ਬਾਰੇ ਪੁੱਛਾਂ, ਉਹਨਾਂ ਨੂੰ ਉਹ ਵੀ ਪਤਾ, ਯੂਗੋਸਲਾਵੀਆ ਬਾਰੇ ਪੁੱਛਾਂ ਪਤਾ, ਜੇ ਉਹਨਾਂ ਨੂੰ ਮੈਂ ਚਾਈਨਾ ਬਾਰੇ ਪੁੱਛਾਂ ਉਹਨਾਂ ਨੂੰ ਪਤਾ ਹੈ। ਤੇ ਉਹਨਾਂ ਦੇ ਨਾਲ ਗੱਲ ਕਰਦੇ ਕਰਦੇ ਮੇਰੇ ਚ ਵੀ ਕਿਤੇ ਉਹ ਪੈਸ਼ਨ ਆ ਗਈ ਕਿ ਜਿਹੜਾ ਹੈਗਾ ਹਿਸਟਰੀ ਦਾ ਪਤਾ, ਜਿਹੜੇ ਅਸੀਂ ਹੁਣ ਸਪੈਸ਼ਲੀ ਖਿੱਤੇ ਚ ਰਹਿੰਦੇ ਹਾਂ ਦੁਨੀਆ ਦੇ, ਤੇ ਜੇ ਸਾਨੂੰ ਉੱਥੋਂ ਦੀ ਹਿਸਟਰੀ ਦਾ ਵੀ ਪਤਾ ਹੋਣਾ ਚਾਹੀਦਾ ਹੈ। ਇੱਕ ਮੇਰੀ ਕਹਾਣੀ ਹੈਗੀ ਹੈ ਅਹਾਤ ਰੂਥ, ਉਹਦੇ ਚ ਇੱਕ ਪਾਤਰ ਕਹਿੰਦਾ ਕਿ ਇਫ ਵੀ ਡੋਂਟ ਨੋ ਆਰ ਹਿਸਟਰੀ ਦੈਨ ਹੂ ਆਰ ਵੀ। ਹਿਸਟਰੀ ਦਾ ਹੋਣਾ, ਆਪਣੀ ਹਿਸਟਰੀ ਦਾ ਪਤਾ ਹੋਣਾ। ਹੁਣ ਇਹ ਆਪਣੀ ਉਹ ਹਿਸਟਰੀ ਹੈ ਨਾ, ਕਿਉਂਕਿ ਅਸੀਂ ਇਹਨਾਂ ਨੂੰ ਅਪਣਾ ਲਿਆ ਮੁਲਕਾਂ ਦੀ, ਹੁਣ ਸਾਡੀ ਉਹ ਹਿਸਟਰੀ ਹੈ। ਜੋ ਕੁਝ ਯਹੂਦੀਆਂ ਨਾਲ ਹੋਇਆ ਉਹ ਸਾਡੀ ਉਹ ਹਿਸਟਰੀ ਹੈ। ਮੈਂ ਸਾਡੇ ਨੂੰ ਉੱਥੇ ਤੱਕ ਨਹੀਂ ਲਿਮਿਟ ਕਰਦੀ ਹੈਗੀ, ਪੰਜਾਬੀਆਂ ਤੱਕ ਜਾਂ ਇੰਡੀਅਨ ਤੱਕ ਨਹੀਂ ਕਰਦੀ। ਅਸੀਂ ਇੱਥੇ ਰਹਿੰਦੇ ਹਾਂ, ਉਹਨਾਂ ਦੀਆਂ ਗੱਲਾਂ ਦਾ, ਉਹਨਾਂ ਦੇ ਚਾਰ ਵਿਹਾਰ ਦਾ ਸਾਡੇ ਤੇ ਅਸਰ ਪੈਂਦਾ। ਜੋ ਇੱਕ ਸਰਟਨ ਤਰ੍ਹਾਂ ਦੇ ਨਾਲ ਬਿਹੇਵ ਕਰਦੇ ਨੇ, ਉਹ ਕਿਉਂ ਕਰਦੇ ਨੇ, ਉਹਦੇ ਪਿੱਛੇ ਉਹਨਾਂ ਦੀ ਇੱਕ ਹਿਸਟਰੀ ਪਈ ਹੁੰਦੀ ਹੈ। ਸੋ ਉਹਦੇ ਕਰਕੇ ਮੈਨੂੰ ਲਾਇਬ੍ਰੇਰੀ ਜਾ ਕੇ ਜਿਹੜਾ ਹੈਗਾ ਮੈਂ ਕਾਫੀ ਕੁਛ ਪੜ੍ਹਿਆ ਹਿਸਟਰੀ ਦੇ ਬਾਰੇ, ਸਪੈਸ਼ਲੀ ਵਰਲਡ ਵਾਰ 2 ਦੇ ਬਾਰੇ, ਉਹਦੀ ਵਿਕਰਾਲਤਾ, ਉਹਦੇ ਹੋਏ ਅਸਰ, ਇੱਕ ਆਮ ਆਦਮੀ ਕਿਵੇਂ ਪਿਸਿਆ ਜਾਂਦਾ ਇਹ ਜੰਗਾਂ ਦੇ ਵਿੱਚ, ਜਿਹੜੀ ਕਿ ਸਿਆਸਤਦਾਨਾਂ ਦੀ ਆਪਣੀ ਈਗੋ ਬੇਸਡ ਜੰਗਾਂ ਹੁੰਦੀਆਂ ਨੇ, ਉਹਦੇ 'ਚ ਇੱਕ ਆਮ ਆਦਮੀ ਕਿਵੇਂ ਪਿਸਿਆ ਜਾਂਦਾ ਹੈ। ਜੀ ਬਿਲਕੁਲ, ਮੈਂ ਵੀ ਤੁਹਾਡੀ ਜੋ ਰੂਥ ਬਾਰੇ ਜਿਹੜੀ ਕਹਾਣੀ ਤੁਸੀਂ ਕਹਿ ਰਹੇ ਹੋ, ਆਹ ਰੂਥ ਪੜ੍ਹ ਰਿਹਾ ਸੀਗਾ, ਅੱਜ ਹੀ ਪੜ੍ਹਨ ਦਾ ਮੌਕਾ ਮਿਲਿਆ। ਤੇ ਸਪੈਸ਼ਲ ਇੱਕ ਜਿਹੜੀ ਮੈਸੀ ਜੀ ਕਹਾਣੀ ਹੈ ਜਿਹਦੇ 'ਚ ਵਰਲਡ ਵਾਰ 2 ਦਾ ਜ਼ਿਕਰ ਕੀਤਾ ਗਿਆ, ਤਾਂ ਮੈਨੂੰ ਲੱਗਦਾ ਸ਼ਾਇਦ ਪੰਜਾਬੀ ਦੇ ਵਿੱਚ ਵਰਲਡ ਵਾਰ 2 ਦੇ ਬਾਰੇ ਬਹੁਤਾ ਗਲਪ ਲਿਖਿਆ ਨਹੀਂ ਮਿਲਦਾ, ਜਾਂ ਮੈਂ ਹੀ ਨਹੀਂ ਪੜ੍ਹਿਆ ਹੋਣਾ, ਹੋ ਸਕਦਾ ਮੇਰੇ ਗਿਆਨ ਦੇ ਖੇਤਰ 'ਚ ਬਾਹਰ ਹੋਵੇ, ਪਰ ਮੈਂ ਤੁਹਾਡੀ ਪਹਿਲੀ ਕਹਾਣੀ ਪੜ੍ਹੀ ਉਹਦੇ ਬਾਰੇ। ਤਾਂ ਇੱਕ ਤਾਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਸਾਨੂੰ ਇਤਿਹਾਸ, ਤੁਸੀਂ ਹੁਣ ਇੱਧਰਲੀ ਕੰਟਰੀ ਨੂੰ ਜਾਂ ਜਿੱਥੇ ਵੀ ਅਸੀਂ ਰਹਿ ਰਹੇ ਹਾਂ ਤੁਸੀਂ ਉਹਨੂੰ ਅਪਣਾ ਲਿਆ, ਜਾਂ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਅਪਣਾਉਣਾ ਹੀ ਚਾਹੀਦਾ ਹੈ ਜਿੱਥੇ ਵੀ ਅਸੀਂ ਰਹਿੰਦੇ ਹਾਂ। ਤਾਂ ਉਹਦੇ ਸੰਦਰਭ ਦੇ ਵਿੱਚ ਇੱਕ ਮੇਰਾ ਸਵਾਲ ਆ, ਤੁਹਾਡੀ ਜਿਹੜੀ ਕਹਾਣੀ ਆ ਪਹਿਲੀ ਨਹੀਂ ਸੌਰੀ ਗੋਰੀ ਅੱਖ ਦਾ ਟੀਰ ਕਹਾਣੀ ਆ ਪੁਸਤਕ ਦੇ ਵਿੱਚ, ਜਿਹਦੇ ਵਿੱਚ ਇੱਕ ਨਸਲੀ ਵਿਤਕਰੇ ਦੀ ਝਲਕ ਮਿਲਦੀ ਆ, ਪਰ ਉਹ ਨਸਲੀ ਵਿਤਕਰਾ ਮੈਨੂੰ ਲੱਗਦਾ ਕਿਸੇ ਇੱਕ ਪਾਸੜ ਨਹੀਂ ਗਾ, ਕਿਉਂਕਿ ਇੱਕ ਗੋਰਾ ਜਿਹੜਾ ਵਿਤਕਰਾ ਕਰ ਰਿਹਾ, ਦੂਜਾ ਇੱਕ ਪ੍ਰੋਫੈਸਰ ਜਿਹੜਾ ਐਲੀਸਨ ਆ ਉਹ ਉਹਨਾਂ ਦੀ ਮਦਦ ਵੀ ਕਰ ਰਿਹਾ। ਤਾਂ ਤੁਸੀਂ ਇਸ ਨਸਲੀ ਵਿਤਕਰੇ ਦੇ ਪਿੱਛੇ ਕੀ ਇਤਿਹਾਸਕ ਜਾਂ ਕੀ ਸੱਭਿਆਚਾਰਕ ਕਾਰਨ ਕੀ ਦੇਖਦੇ ਹੋ? ਜਿਵੇਂ ਤੁਸੀਂ ਖੁਦ ਪਹਿਲਾਂ ਗੱਲ ਕਰਕੇ ਹਟੇ ਹੋ ਵੀ ਜੇ ਕੋਈ ਇਸ ਤਰ੍ਹਾਂ ਦਾ ਬਿਹੇਵ ਹੁੰਦਾ ਤਾਂ ਉਹਦੇ ਪਿੱਛੇ ਕੀ ਕਾਰਨ ਆ, ਤਾਂ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਹਾਂਜੀ, ਇਹਦੇ ਪਿੱਛੇ ਜਿਹੜੀ ਹੈਗੀ ਬਹੁਤ ਲੰਬੀ ਹਿਸਟਰੀ ਪਈ ਹੈ। ਆਪਣਾ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਹੈ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੈ, ਨਸਲੀ ਵਿਤਕਰਾ, ਇਹਦੇ ਪਿੱਛੇ ਬਸਤੀਵਾਦ ਇਹਦੇ ਪਿੱਛੇ ਪਿਆ, ਜਿੱਥੇ ਇੱਕ ਜਿਹੜੀ ਆਪਣਾ ਵਾਈਟ ਸੁਪਰਮੇਸੀ ਹੈ ਉਹ ਸੋਚਦੀ ਹੈ ਕਿ ਸਿਰਫ ਵਾਈਟ ਰੇਸ ਨੂੰ ਹੀ ਪਲੈਨਟ ਦੇ ਉੱਪਰ ਰਹਿਣ ਦਾ ਹੱਕ ਹੈ, ਬਾਕੀ ਸਾਰੇ ਆਪਣਾ ਬਿਲਕੁਲ ਚਾਹੇ ਮਰ ਮਿਟ ਜਾਣ। ਜੇ ਮਰ ਮਿਟ ਨਹੀਂ ਜਾਂਦੇ ਐਟਲੀਸਟ ਸਾਡੇ ਆਪਣਾ ਸਲੇਵ ਤਾਂ ਉਹ ਹੈ ਹੀ ਨੇ, ਸਾਡੀ ਸੇਵਾ ਵਾਸਤੇ ਬੜੇ ਨੇ, ਵੀ ਆਰ ਦ ਮਾਸਟਰਸ। ਤੇ ਇਹ ਵਾਈਟ ਸੁਪਰਮੇਸੀ ਜਿਹੜੀ ਹੈਗੀ ਹੈ ਇੰਨੀ ਸਟਰੋਂਗ ਹੈ ਕਿਉਂਕਿ ਹੁਣ ਇਹ ਸਦੀਆਂ ਪੁਰਾਣੀ ਹੈ ਕਿ ਹੁਣ ਜਿਵੇਂ ਮੇਰੇ ਹਸਬੈਂਡ ਕਹਿੰਦੇ ਨੇ ਕਿ ਆਲਮੋਸਟ ਇਹਨਾਂ ਦੇ DNA 'ਚ ਹੈ ਹੁਣ ਇਹ ਜਿਹੜੀ ਸੁਪਰਮੇਸੀ ਹੈ। ਔਰ ਦੂਜਾ ਜਿੱਦਾਂ ਮੈਂ ਦੱਸਿਆ ਕਿ ਇੰਨੀ ਦੇਰ ਤੋਂ ਜਿਹੜਾ ਹੈਗਾ ਆਪਣਾ ਇਹ ਕੋਲੋਨਾਈਜੇਸ਼ਨ ਜਿਹੜੀ ਹੈਗੀ ਵਾਈਟ ਮੈਨ ਦੀ, ਤੇ ਉਹਦੇ 'ਚ ਉਹਨਾਂ ਨੂੰ ਹੀਣੇ ਬਣਾ ਕੇ ਰੱਖਣਾ, ਉਹਨਾਂ ਦਾ ਸੱਭਿਆਚਾਰ ਨਸ਼ਟ ਕਰਨ ਦੀ ਕੋਸ਼ਿਸ਼ ਕਰਨੀ, ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਸਟਰੋਂਗ ਬਣਾਈ ਜਾਂਦੀਆਂ ਨੇ ਕਿ that as if they have the God given right to do what they have to do। 2 ਰੀਜ਼ਨ ਮੈਨੂੰ ਬੜੇ ਸਟਰੋਂਗ ਕਰਕੇ ਜਿਹੜੇ ਸਾਹਮਣੇ ਆਉਂਦੇ ਨੇ।
ਹਾਲਾਂਕਿ ਸਕੂਲਾਂ ਦੇ ਵਿੱਚ ਸਾਰੇ ਕਿਤੇ ਇਹਨੂੰ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਵਾਸਤੇ ਇਹੋ ਜਿਹਾ ਲਿਟਰੇਚਰ ਵੀ ਪੜ੍ਹਾਇਆ ਜਾਂਦਾ ਹੈ। ਇੱਕ ਨੋਵਲ ਹੈਗਾ ਟੂ ਕਿਲ ਅ ਮੌਕਿੰਗਬਰਡ, ਇਹਦਾ ਹਾਰਪਰ ਲੀ ਦਾ, ਤੇ ਉਹਦੇ ਚ ਇਹ ਜਿਹੜਾ ਹੈਗਾ ਇਹ ਨੋਵਲ ਕੋਈ ਮਤਲਬ 60ਵੇਂ ਚ, ਹਾਂ 60ਵੇਂ ਚ ਤਾਂ ਮੂਵੀ ਵੀ ਬਣ ਗਈ ਸੀ ਇਹਦੇ ਤੇ ਇਹਦੇ ਚ ਜਿਹੜਾ ਹੈ ਇੱਕ ਗੋਰਾ ਵਕੀਲ ਹੈ ਜਿਹੜਾ ਆਪਣੀ ਜਾਨ ਨੂੰ ਉਸ ਟਾਈਮ ਖਤਰੇ ਚ ਪਾ ਕੇ ਇੱਕ ਬਲੈਕ ਬੰਦੇ ਨੂੰ ਜਿਹੜਾ ਕਿ ਰੇਪ ਦੇ ਚਾਰਜ ਝੂਠਾ ਚਾਰਜ ਕੀਤਾ ਜਾਂਦਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ, ਔਰ ਆਪਣੇ ਬੱਚਿਆਂ ਨੂੰ ਵੀ ਰਿਸਕ, ਉਹਦੇ ਬੱਚੇ ਜਿਹੜੇ ਹੈਗੇ ਨੇ ਉਹ ਵੀ ਰਿਸਕ ਤੇ ਨੇ, ਕਿਉਂਕਿ ਗੋਰੇ ਜਿਹੜੇ ਹੈਗੇ ਨੇ ਉਹਨੂੰ ਆਪਣੇ ਨਿਸ਼ਾਨੇ ਤੇ ਲੈ ਲੈਂਦੇ ਨੇ ਕਿ ਤੂੰ ਇੱਕ ਗੋਰਾ ਹੋ ਕੇ ਤੂੰ ਕਾਲੇ ਨੂੰ ਜਿਹੜਾ ਹੈਗਾ ਡਿਫੈਂਡ ਕਰ ਰਿਹਾ, ਪਰ ਉਹ ਕਰਦਾ। ਤੇ ਉਹ ਨੋਵਲ ਦਾ ਨਾਮ ਹੈਗਾ ਟੂ ਕਿਲ ਅ ਮੌਕਿੰਗਬਰਡ, ਹਾਰਪਰ ਲੀ ਦਾ ਨੋਵਲ ਹੈ ਇਹ, ਔਰ ਇਹ ਸਕੂਲਾਂ ਦੇ ਕਰਿਕੂਲਮ ਦੇ ਵਿੱਚ ਹੈਗਾ, ਅਮਰੀਕਾ ਚ ਤਾਂ ਹੈਗਾ, ਪੜਾਇਆ ਜਾਂਦਾ ਬੱਚਿਆਂ ਨੂੰ ਕਿ ਤਾਂ ਕਿ ਉਹਨਾਂ ਨੂੰ ਆਪਣਾ ਹੈਗਾ ਜਿਹੜਾ ਤਾਂ ਕਿ ਘੱਟ ਹੋ ਸਕੇ ਥੋੜਾ ਜਿਹਾ ਜੋ ਹੈ ਵਰਤਾਰਾ। So probably that answers your question. ਜੀ ਇੱਕ ਮੈਡਮ ਇਹਦੇ ਨਾਲ ਹੀ ਥੋੜਾ ਜਿਹਾ ਮੈਂ ਸੰਖੇਪ ਜਿਹਾ ਛੋਟਾ ਜਿਹਾ ਸਵਾਲ ਆ, ਜਵਾਬ ਵੀ ਮੇਰੇ ਖਿਆਲ 'ਚ ਬੜਾ ਛੋਟਾ ਵੀ ਬਣੂਗਾ, ਵੀ ਇਹਦੀ ਵਰਤਮਾਨ ਸਥਿਤੀ ਕੀ ਆ? ਜਿਹੜਾ ਨਸਲੀ ਵਿਤਕਰਾ, ਮੈਨੂੰ ਲੱਗਦਾ ਜੇ ਅਸੀਂ ਇੰਗਲੈਂਡ ਦੀ ਗੱਲ ਕਰਦੇ ਜਾਂ ਹੋਰ ਕਹਾਣੀਕਾਰ ਜਾਂ ਨਾਵਲਕਾਰਾਂ ਦੇ ਵਿੱਚ ਪੜ੍ਹਦੇ ਹਾਂ ਤਾਂ ਹੁਣ ਦੀ ਜਿਹੜੀ ਲੇਟੈਸਟ ਕਹਾਣੀ ਲਿਖੀ ਜਾ ਰਹੀ ਆ ਉਹਦੇ 'ਚ ਇਹਦਾ ਕੋਈ ਬਹੁਤਾ ਜ਼ਿਕਰ ਨਹੀਂ ਗਾ, ਹਨਾ? ਤਾਂ ਤੁਸੀਂ ਇਹਦੀ ਵਰਤਮਾਨ ਸਥਿਤੀ ਕੀ ਦੇਖਦੇ ਆ, ਤੇ ਜੇ ਇਹ ਬਦਲਾਅ ਆਇਆ ਲੋਕਾਂ ਨੇ ਜਾਂ ਗੋਰਿਆਂ ਨੇ ਸਾਨੂੰ ਹੁਣ ਐਕਸੈਪਟ ਕਰ ਲਿਆ ਖਾਸ ਤੌਰ ਤੇ ਇੰਡੀਅਨਸ ਨੂੰ, ਤਾਂ ਉਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਤੁਸੀਂ? ਇੱਕ ਤਾਂ ਅਸੀਂ ਹਮੇਸ਼ਾ ਇਹੀ ਸੋਚਦੇ ਹੁੰਦੇ ਹਾਂ ਕਿ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਆਪਣੇ ਲੋਕ ਜਿਹੜੇ ਹੈ ਫੇਰ ਵੀ ਸਰਵਾਈਵਰ ਨੇ, ਉਹਨਾਂ ਨੇ ਆ ਕੇ ਇੱਥੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਹੈ, ਬਿਜ਼ਨਸ ਐਸਟੈਬਲਿਸ਼ ਕੀਤੇ ਨੇ ਤੇ ਫੈਮਿਲੀ ਓਰੀਐਂਟਡ ਨੇ। ਸਾਡੇ ਵੱਲ ਦੇਖ ਕੇ ਕਈ ਵਾਰ ਉਹ ਵੀ ਆਪਣਾ ਇਹ ਨਸੀਹਤ ਲੈਣ ਦੀ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਦੇ ਜਿਹੜਾ ਹੈਗਾ ਫੈਮਿਲੀ ਸਿਸਟਮ ਸਟਰੋਂਗ ਹੋਣ ਕਰਕੇ ਤੇ ਇਹਨਾਂ ਦਾ ਸਾਰਾ ਕੁਝ ਠੀਕ ਠਾਕ ਚੱਲਦਾ ਰਹਿੰਦਾ, ਤੇ ਉਹ ਕਈ ਵਾਰ ਸਾਡੇ ਕੋਲੋਂ ਜਿਹੜੀਆਂ ਹੈਗੀਆਂ ਵੈਲਿਊਜ਼ ਹਾਲਾਂਕਿ ਨਹੀਂ ਕਹਿੰਦੇ ਉਹ ਓਪਨਲੀ ਹੈਗੇ, ਵਰਬਲ ਨਹੀਂ ਹੈਗੇ ਇਹਦੇ ਬਾਰੇ, ਪਰ ਉਹਨਾਂ ਦੀ ਗੱਲਬਾਤ ਤੋਂ ਲੱਗਦਾ ਹੁੰਦਾ ਕਿ ਦੇ ਆਰ ਇੰਪ੍ਰੈਸਡ, they like to know certain things ਕਿ what is there in their culture that is keeping them together। ਤੇ ਬਾਕੀ ਜਿਹੜਾ ਹੈਗਾ ਸਿਸਟਮ ਵੀ ਹੈਗਾ, ਸਿਸਟਮ ਇਜ਼ ਇਨ ਪਲੇਸ ਐਕਚੁਅਲੀ ਕਿ ਜਿਹੜਾ ਕਿ ਐਂਟੀ ਰੇਸ਼ੀਅਲ ਹੈ, ਐਂਟੀ ਰੇਸ਼ੀਅਲ ਜਿਹੜੇ ਲਾਜ਼ ਨੇ, ਲਾਅ ਐਂਡ ਆਰਡਰ ਹੈ, ਤੇ ਉਹਦੇ ਤੋਂ ਵੀ ਲੋਕ ਡਰਦੇ ਨੇ। ਹਾਲਾਂਕਿ ਜਿਹੜਾ ਰੀਸੈਂਟਲੀ ਜੋ ਕੁਝ ਹੋਇਆ ਆਪਣਾ ਅਮਰੀਕਾ ਦੇ ਵਿੱਚ ਟਰੰਪ ਦੀ ਇਹ ਤੋਂ ਬਾਅਦ ਰਜੀਮ ਤੋਂ ਬਾਅਦ ਉਹ ਆਪਣੇ ਸਾਹਮਣੇ ਹੀ ਹੈ ਕਿ ਹਾਊ ਦੇ ਜਸਟ ਵਾਂਟ देयर that white supremacy to be prevailed all the time everywhere। ਜੀ ਬਿਲਕੁਲ ਮੈਡਮ। ਅਗਲਾ ਸਵਾਲ ਸਾਡੇ ਬਲਵਿੰਦਰ ਚਾਹਲ ਜੀ ਦਾ ਹੈ, ਮੈਂ ਚਾਹੂੰਗਾ ਉਹ ਆਪਣਾ ਸਵਾਲ ਰੱਖਣ। ਪ੍ਰੋਫੈਸਰ ਬਲਵਿੰਦਰ ਚਾਹਲ ਜੀ। ਹਾਂ, ਸ਼ੁਕਰੀਆ ਪ੍ਰਗਟ ਜੀ। ਮੈਮ ਮੇਰਾ ਸਵਾਲ ਤੁਸੀਂ ਜੋ ਹੁਣ ਜਵਾਬ ਦੇ ਰਹੇ ਸੀ ਪ੍ਰਗਟ ਜੀ ਦੀ ਗੱਲ ਦਾ, ਮੈਂ ਇੱਕ ਸਵਾਲ ਉਹਦੇ ਚੋਂ ਪੁੱਛਣਾ, ਇੱਕ ਮੈਂ ਪਹਿਲਾਂ ਤੋਂ ਸੋਚਿਆ ਹੋਇਆ ਸਵਾਲ ਸੀਗਾ। ਮੇਰਾ ਸਵਾਲ ਇਹ ਹੈਗਾ ਕਿ ਤੁਸੀਂ ਹੁਣ ਗੱਲ ਕੀਤੀ ਸੀ ਕਿ ਜਿਹੜੇ ਗੋਰੇ ਨੇ ਜਾਂ ਜਿਹੜੇ ਯੂਰਪੀਅਨ ਨੇ ਜਾਂ ਅਮਰੀਕਨ ਨੇ ਉਹ ਸਾਡੇ ਫੈਮਿਲੀ ਸਿਸਟਮ ਤੋਂ ਬੜਾ ਪ੍ਰਭਾਵਿਤ ਹੋ ਰਿਹਾ, ਚਾਹੇ ਉਹ ਓਪਨਲੀ ਇਸ ਚੀਜ਼ ਨੂੰ ਮੰਨਦੇ ਨਹੀਂਗੇ, ਪਰ ਦੂਜੇ ਪਾਸੇ ਜੇ ਅਸੀਂ ਦੇਖੀਏ ਤਾਂ ਸਾਡੇ ਵਨ ਮੈਨ ਫੈਮਿਲੀ ਵਾਲਾ ਜਿਹੜਾ ਕਲਚਰ ਆ ਉਹ ਵੱਧ ਰਿਹਾ ਗਾ, ਜਾਂ ਹੋਰ ਇਸ ਤਰ੍ਹਾਂ ਦਾ ਜੋ ਉਹਨਾਂ ਦੀਆਂ ਵੈਲਿਊ ਸਿਸਟਮ ਸੀ ਉਹ ਅਸੀਂ ਅਪਣਾ ਰਹੇ ਹਾਂ। ਤੁਸੀਂ ਇਹਨੂੰ ਕਿਵੇਂ ਲਓਗੇ? ਹਾਂਜੀ, ਮੈਂ ਦੇਖ ਰਹੀ ਹਾਂ, ਮੇਰੇ ਦੇਖਦੇ ਕਿ ਮੈਨੂੰ ਲੱਗ ਰਿਹਾ ਕਿ ਪ੍ਰੋਬਲਮਸ ਬਲਕਿ ਉਹਦੇ ਨਾਲ ਵੱਧ ਰਹੀਆਂ ਨੇ। ਜਿਵੇਂ ਬੱਚਿਆਂ ਦਾ ਸਪੋਰਟ ਸਿਸਟਮ ਘਟ ਰਿਹਾ, ਜਿੱਥੇ ਨਿਊਕਲੀਅਰ ਫੈਮਿਲੀ ਹੈ, ਮਦਰ ਫਾਦਰ ਨੇ, ਔਰ ਉਹਨਾਂ ਚੋਂ ਵੀ ਮੋਸਟਲੀ ਦੋਨੋਂ ਹੀ ਕੰਮ ਕਰਦੇ ਨੇ। ਇੱਕ ਤਾਂ ਹੈ ਹੀ ਹੈ, ਇੱਕ ਨੂੰ ਤਾਂ ਕਰਨਾ ਹੀ ਪੈਣਾ ਕਿ ਆਪਣੀ ਫੈਮਿਲੀ ਨੂੰ ਸਰਵਾਈਵ ਰੱਖਣ ਵਾਸਤੇ ਕਰ ਰਿਹਾ, ਕੰਮ ਕਰ ਰਿਹਾ। ਤੇ ਬੱਚਿਆਂ ਦਾ ਜਿੱਥੇ ਉਹਨਾਂ ਦਾ ਇੰਟਰੈਕਸ਼ਨ ਹੈਗੀ ਹੈ ਜੁਆਇੰਟ ਫੈਮਿਲੀ ਦੇ ਵਿੱਚ, ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਇੰਟਰੈਕਸ਼ਨ ਹੈ, ਉਹ ਉਹਨਾਂ ਤੋਂ ਬਹੁਤ ਵਿਜ਼ਡਮ ਸਿੱਖ ਲੈਂਦੇ ਨੇ। ਮੈਂ ਇੱਥੇ ਵੀ ਫੈਮਿਲੀ ਦੇ ਵਿੱਚ ਦੇਖਦੀ ਹਾਂ ਜਿੱਥੇ ਗ੍ਰੈਂਡ ਪੇਰੈਂਟਸ ਨੇ ਘਰ ਦੇ ਵਿੱਚ, ਉਹ ਬੱਚਿਆਂ ਦੀ ਪਰਸਨੈਲਿਟੀ ਹੋਰ ਤਰ੍ਹਾਂ ਦੇ ਨਾਲ ਨਿਖਰਦੀ ਹੈ। ਉਹਨਾਂ ਦੇ ਵਿੱਚ ਜ਼ਿਆਦਾ ਪੇਸ਼ੈਂਸ ਹੈ ਉਹ ਬੱਚਿਆਂ ਦੇ ਵਿੱਚ, ਤੇ ਉਹ ਸੈਲਫ ਸੈਂਟਰਡ ਨਹੀਂ ਹੈਗੇ, ਜ਼ਿਆਦਾ ਗਿਵਿੰਗ ਨੇ। ਤੇ ਜਿਹੜੀ ਨਿਊਕਲੀਅਰ ਫੈਮਿਲੀ ਵਿੱਚ ਬੱਚੇ ਜਿਹੜੇ ਹੈਗੇ ਨੇ ਉਹਨਾਂ ਦਾ ਆਪਣਾ ਇੰਟਰੋਵਰਟ ਹੋਣਾ, ਅੰਤਰਮੁਖੀ ਹੋਣਾ, ਉਹਨਾਂ ਦਾ ਸੈਲਫ ਸੈਂਟਰਡ ਹੋਣਾ, ਸੈਲਫਿਸ਼ ਹੋਣਾ, ਇਹ ਸਾਰਾ ਕੁਝ ਜਿਹੜਾ ਹੈਗਾ ਮੱਲੋ ਮੱਲੀ ਆਈ ਜਾਂਦਾ ਕਿਸੇ ਹੱਦ ਤੱਕ ਉਹਨਾਂ ਦੇ ਅੰਦਰ। ਸੋ ਮੇਰੇ ਖਿਆਲ ਨਾਲ ਉਹ ਜਿਹੜਾ ਜਿੱਥੇ ਜੁਆਇੰਟ ਫੈਮਿਲੀ ਚ ਐਟਲੀਸਟ ਜਿਹੜੇ ਹੈਗੇ ਨੇ ਗ੍ਰੈਂਡ ਪੇਰੈਂਟਸ ਤਾਂ ਹੋਣ ਨਾਲ, ਤੇ ਉਹ ਚੰਗਾ ਲੱਗਦਾ। ਠੀਕ ਹੈ ਜੀ, ਥੈਂਕ ਯੂ ਮੈਮ। ਮੇਰਾ ਦੂਸਰਾ ਸਵਾਲ ਸੀਗਾ ਜੋ ਬਲਵੀਰ ਕੌਰ ਰੀਲ ਜੀ ਨੇ ਪੁੱਛਿਆ ਸੀ, ਉਸੇ ਕੰਟੀਨਿਊਟੀ ਚ ਮੇਰਾ ਇੱਕ ਸਵਾਲ ਹੈ। ਤੁਸੀਂ ਉਹਨਾਂ ਨੇ ਜਿਹੜੇ ਵਿਸ਼ੇ ਆ ਜਾਂ ਹਵਾਲੇ ਆ ਉਹਨਾਂ ਦੇ ਬਾਰੇ, ਤਾਂ ਮੇਰਾ ਇਹ ਸਵਾਲ ਸੀਗਾ ਕਿ ਇਤਿਹਾਸ ਦੀ
ਪ੍ਰਮਾਣਿਕਤਾ ਦਾ ਆਧਾਰ ਕੀ ਹੋ ਸਕਦਾ ਗਾ? ਜਿਵੇਂ ਅਸੀਂ ਇੱਕ ਪਾਸੇ ਦੇਖਦੇ ਹਾਂ ਕਿ ਜੋ ਸਾਨੂੰ ਸਿਲੇਬਸਾਂ 'ਚ ਪੜ੍ਹਾਇਆ ਜਾਂਦਾ ਜਾਂ ਜੋ ਸੱਤਾ ਵੱਲੋਂ ਪ੍ਰਚਾਰਿਆ ਜਾਂਦਾ ਹਿਸਟਰੀ ਆ ਇੱਕ ਰਾਜਿਆਂ ਦੀ ਮਹਾਰਾਜਿਆਂ ਦੀ, ਉਹ ਆ। ਦੂਸਰੇ ਪਾਸੇ ਜਿਵੇਂ ਸਾਡੇ ਮਨਮੋਹਨ ਬਾਵਾ ਜੀ ਆਪਣੇ ਨਾਵਲ ਕਹਾਣੀਆਂ 'ਚ ਲਿਖ ਰਹੇ ਆ, ਜਾਂ ਸਾਡੇ ਇਤਿਹਾਸਕਾਰ ਇਰਫਾਨ ਹਬੀਬ ਜੀ ਨੇ, ਜਾਂ ਆਪਣੇ ਰੋਮਿਲਾ ਥਾਪਰ ਜੀ ਆ, ਉਹ ਬਾਟਮ ਤੋਂ ਹਿਸਟਰੀ ਦੇਖਦੇ ਆ, ਜਾਂ ਮਨਜੂਰ ਇਜ਼ਾਜ਼ ਜੀ ਆ ਜਿਹੜੇ ਪਾਕਿਸਤਾਨੀ ਨੇ, ਅਮਰੀਕਾ 'ਚ ਰਹਿੰਦੇ ਆ, ਉਹ ਵੀ ਬਾਟਮ ਤੋਂ ਹਿਸਟਰੀ ਦੇਖਦੇ ਆ, ਆਮ ਲੋਕਾਂ ਦੀ ਹਿਸਟਰੀ ਲਿਖਦੇ ਆ। ਤਾਂ ਤੁਸੀਂ ਕੀ ਮਤਲਬ ਇਹਦੇ ਬਾਰੇ ਕਹਿਣਾ ਚਾਹੋਗੇ ਕਿ ਕਿਹੜੀ ਹਿਸਟਰੀ ਲੇਖਕ ਲਈ ਵੱਧ ਸਹਾਈ ਹੋ ਸਕਦੀ ਆ? ਇੱਕ ਰਾਜਿਆਂ ਰਾਣੀਆਂ ਵਾਲੀ ਇੱਕ ਸੱਤਾ ਵੱਲੋਂ ਪ੍ਰਚਾਰੀ ਹਿਸਟਰੀ, ਜਾਂ ਮਨਜੂਰ ਇਜ਼ਾਜ਼, ਰੋਮਿਲਾ ਥਾਪਰ, ਇਰਫਾਨ ਹਬੀਬ, ਮਨਮੋਹਨ ਬਾਵਾ ਜੀ ਵੱਲੋਂ ਬਾਟਮ ਤੋਂ ਲਿਖੀ ਗਈ ਹਿਸਟਰੀ? I would rather believe in whatever has come in the literature. At least neutral ਤਾਂ ਹੋਏਗਾ ਨਾ। ਤੇ ਜੋ ਲਿਟਰੇਚਰ 'ਚ ਹਿਸਟਰੀ ਆਈ ਹੈ, ਮੈਨੂੰ ਉਹ ਖੈਰ ਉਹ ਮੇਰੇ ਮਨ ਦੇ ਕਰੀਬ ਹੈ, ਮੈਂ ਉਹਦੇ 'ਚ ਬਿਲੀਵ ਕਰਦੀ ਹਾਂ। ਬਾਕੀ ਇੱਕ ਅਫਰੀਕਨ ਪ੍ਰਵਰਬ ਹੈਗੀ ਹੈ ਕਿ ਜਦ ਤੱਕ ਜਿਹੜਾ ਸ਼ੇਰ ਹੈ ਉਹ ਆਪਣੀ ਹਿਸਟਰੀ ਆਪ ਨਹੀਂ ਲਿਖੂਗਾ, ਲੋਕਾਂ ਨੇ ਤਾਂ ਫਿਰ ਹੰਟਰ ਨੂੰ ਗਲੋਰੀਫਾਈ ਕਰਨਾ। ਓਕੇ, ਵੈਰੀ ਗੁੱਡ, ਠੀਕ ਹੈ ਜੀ, ਥੈਂਕ ਜੀ ਮੈਡਮ, ਬਿਲਕੁਲ। ਜਿੰਨਾ ਚਿਰ ਅਸੀਂ ਆਪਣਾ ਇਤਿਹਾਸ ਖੁਦ ਨਹੀਂ ਲਿਖਾਂਗੇ, ਤੇ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਖੁਦ ਪੜ੍ਹਾਂਗੇ ਵੀ ਨਾ, ਮੇਰੇ ਖਿਆਲ 'ਚ ਉਹਨਾਂ ਚਿਰ ਇਤਿਹਾਸ ਨਾਲ ਛੇੜਛਾੜ ਜਾਂ ਇਤਿਹਾਸ ਦਾ ਜਿਹੜਾ ਨਜ਼ਰੀਆ ਉਹ ਬਦਲਿਆ ਹੋਇਆ ਸਾਨੂੰ ਜ਼ਰੂਰ ਮਿਲੂਗਾ। ਅਗਲਾ ਮੈਡਮ ਮੇਰਾ ਸਵਾਲ ਆ ਵੀ ਜਿਹੜੀ ਤੁਹਾਡੀ ਕਹਾਣੀ ਆ ਉਹਦੇ 'ਚ ਗੋਰੀ ਅੱਖ ਦੀ ਟੀਰ ਦੇ ਵਿੱਚ ਹੀ ਇੱਕ ਜਿਹੜਾ ਗੋਰਾ ਜਿਹੜਾ ਪੁਲਿਸ ਦੇ ਵਿੱਚ ਲੱਗਦਾ ਵਾ, ਮੈਨੂੰ ਲੱਗਦਾ ਨਾਮ ਉਹਦਾ ਹੈਗਾ ਸਟੈਨਫੋਰਡ। ਹਾਂ, ਸਟੈਨਫੋਰਡ। ਉਹ ਪਹਿਲਾਂ ਨਸ਼ੇ ਵੀ ਵੇਚਦਾ ਹੈ, ਫਿਰ ਉਹ ਜਿਹੜਾ ਉਹਦਾ ਰਵੱਈਆ ਵੀ ਜਿਹੜਾ ਲੋਕਾਂ ਦੇ ਪ੍ਰਤੀ, ਖਾਸ ਤੌਰ ਤੇ ਜਿਹੜਾ ਕੇਂਦਰੀ ਪਾਤਰ ਆ ਕਹਾਣੀ ਦਾ, ਉਹਦੇ ਪ੍ਰਤੀ ਬੜਾ ਉਹ ਕਹਿ ਲਓ ਵੀ ਅਗਰੈਸਿਵ ਆ। ਤਾਂ ਜਿਹੜਾ ਬਾਹਰ ਦਾ ਪੁਲਿਸ ਦਾ ਪ੍ਰਬੰਧ ਆ, ਫਿਰ ਉਹ ਕਿਹੋ ਜਿਹਾ, ਉਹ ਕੀ ਮਤਲਬ ਬੈਕਗਰਾਉਂਡ ਕਿੰਨੀ ਕੁ ਚੈੱਕ ਕਰਦੇ ਬੰਦੇ ਦੀ? ਜਿਵੇਂ ਸਾਡੇ ਵੀ ਇਸ ਤਰ੍ਹਾਂ ਦੀਆਂ ਪੁਲਿਸ ਦੇ ਵਿੱਚ ਕ੍ਰਿਮੀਨਲ ਟਾਈਪ ਵਿਅਕਤੀ ਹੈਗੇ ਆ ਜਾਂ ਹੁੰਦੇ ਵੀ ਆ, ਤਾਂ ਕੀ ਇਹ ਜਿਹੜਾ ਸਿਸਟਮ ਪੁਲਿਸ ਦਾ ਫਿਰ ਬਹੁਤ ਜ਼ਿਆਦਾ ਭਾਰਤੀ ਜਾਂ ਪੰਜਾਬੀ ਸਿਸਟਮ ਦੇ ਨਾਲ ਮਿਲਦਾ ਜੁਲਦਾ ਹੈ, ਜਾਂ ਕੋਈ ਵਖਰੇਵਾਂ ਤੁਸੀਂ ਲੱਭਦੇ ਹੋ ਇਹਦੇ ਵਿੱਚ? ਕੋਈ ਲੱਗਦਾ ਤੁਹਾਨੂੰ ਵਖਰੇਵਾਂ ਹੈ? ਨਹੀਂ, ਆਪਾਂ ਇਹ ਦੋ ਪੈਰਲਲ ਸਿਸਟਮ ਨੇ। ਮੈਂ ਕਹੂੰਗੀ ਕਿ ਇੱਥੇ ਜਿਹੜਾ ਹੈਗਾ ਸਪੈਸ਼ਲੀ ਏਦਾਂ ਦੇ ਰਿਸਪੌਂਸਿਬਲ ਜਿਹੜੇ ਡਿਪਾਰਟਮੈਂਟ ਨੇ, ਆਰਮੀ ਹੋ ਗਿਆ, ਪੁਲਿਸ ਹੋ ਗਿਆ, ਉਹਦੇ 'ਚ ਥੋਰੋ ਸਕੈਨਿੰਗ ਕੀਤੀ ਜਾਂਦੀ ਹੈ ਬੰਦੇ ਦੀ ਬੈਕਗਰਾਉਂਡ ਦੀ, ਥੋਰੋ ਸਕੈਨਿੰਗ ਹੁੰਦੀ ਹੈ ਉਹਨਾਂ ਦੀ। ਪਰ ਤੁਸੀਂ ਜੇ ਕਹਾਣੀ ਦੇ ਵਿੱਚ ਨਾ ਆਪਣਾ ਜੇ ਇੱਕ ਲਾਈਨ ਉਹਦੇ ਮੂਹਰੇ ਪੜ੍ਹੀ ਹੋਵੇ, ਉਹਦੀ ਮਾਂ ਕਹਿੰਦੀ ਹੈ ਨੇਥਨ ਦੀ ਕਿ ਇਹ ਗੱਲ ਅਲੱਗ ਹੈ ਕਿ ਫੜਿਆ ਨਹੀਂ ਗਿਆ। ਹੁਣ ਜਦੋਂ ਫੜਿਆ ਹੀ ਨਹੀਂ ਗਿਆ ਤੇ ਉਹਦੀ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ। ਜੇ ਉਹਦੀ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਤੇ ਸਿਸਟਮ ਉਹਨੂੰ ਜਿਹੜਾ ਹੈਗਾ ਏਦਾਂ ਹੀ ਦੇਖਦਾ ਕਿ ਹੀ ਇਜ਼ ਅ ਗੁੱਡ ਸਟੈਂਡਿੰਗ ਸਿਟੀਜ਼ਨ, ਉਹਨੂੰ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਹੀ ਦੇਖੂਗਾ ਨਾ ਸਿਸਟਮ। ਜਦ ਵੀ ਉੱਥੇ ਕੋਈ ਹਿਸਟਰੀ ਹੈ ਹੀ ਨਹੀਂ, ਉਹਦੀ ਕ੍ਰਿਮੀਨਲ ਹਿਸਟਰੀ ਹੈ ਨਹੀਂ, ਉਹਦੇ 'ਚ ਇੱਕ ਲਾਈਨ ਇਹ ਵੀ ਹੁੰਦੀ ਹੈ ਕਿ ਇਹ ਗੱਲ ਅਲੱਗ ਹੈ ਕਿ ਉਹ ਕਦੇ ਫੜਿਆ ਨਹੀਂ ਗਿਆ, ਡਰੱਗ ਜ਼ਰੂਰ ਵੇਚਦਾ ਸਾਡੇ ਪਾਰਕਿੰਗ ਲਾਟ 'ਚ। ਤੇ ਇਹ ਹੋ ਗਈ ਇੱਕ ਗੱਲ ਕਿ ਸਕੈਨਿੰਗ ਹੁੰਦੀ ਹੈ ਸਾਰੇ ਸਿਸਟਮ ਦੀ। ਉੱਥੇ ਆਪਣਾ ਇੰਡੀਆ ਦੇ ਵਿੱਚ ਨਹੀਂ ਮੈਨੂੰ ਪਤਾ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਨਹੀਂ ਹੁੰਦੀ, ਪਰ ਇੱਥੇ ਥੋਰੋ ਸਕੈਨਿੰਗ ਹੁੰਦੀ ਹੈ ਅਗਲੇ ਦੀ ਬੈਕਗਰਾਉਂਡ ਦੀ। ਔਰ ਦੂਜਾ ਜਿਹੜਾ ਸਿਸਟਮ ਦੀ ਇੱਥੇ ਹੈਗੀ ਹੈ, ਕੀ ਕਹਿੰਦੇ ਨੇ, ਡਿਪਲੋਮੇਸੀ ਹੈ, ਉਹ ਇਹ ਹੈ ਕਿ ਜਿਹੜੀ ਇਹਨਾਂ ਨੂੰ ਇਹੋ ਜਿਹੇ ਵਿਗੜੇ ਤਿਗੜੇ ਜਿਹੜੇ ਮੁੰਡੇ ਨੇ ਸਿਸਟਮ 'ਚ ਉਹੀ ਚਾਹੀਦੇ ਹੁੰਦੇ ਨੇ, ਕਿਉਂਕਿ ਇਹਨਾਂ ਨੇ ਆਫਟਰ ਆਲ ਵਾਹ ਤਾਂ ਕ੍ਰਿਮੀਨਲਸ ਨਾਲ ਹੀ ਪੈਣਾ ਪੁਲਿਸ ਦਾ ਮੋਸਟਲੀ। ਤੇ ਉਹ ਇੱਕ ਜਿਹੜਾ ਕ੍ਰਿਮੀਨਲ ਨੂੰ ਇੱਕ ਸ਼ਰੀਫ ਬੰਦਾ ਕਿੰਨਾ ਕੁ ਹੈਂਡਲ ਕਰ ਲਓ, ਪਾਗਲ ਹੋ ਜਾਓ। ਤੇ ਉਹਨਾਂ ਨੂੰ ਉਹ ਜਿਹੜੀ ਉਹ ਇਹੋ ਜਿਹੇ ਰਫ ਟਫ ਜਿਹੜੇ ਹੈ ਨੇ, ਗੈਂਗਸਟਰ ਟਾਈਪ ਲੁਕਿੰਗ ਐਂਡ ਆਲ ਦੈਟ, ਉਹਨਾਂ ਦਾ ਐਟੀਟਿਊਡ ਵੀ ਉਹੋ ਜਿਹਾ ਹੀ ਹੋਵੇ ਕਿ ਓਕੇ ਨਥਿੰਗ ਕੈਨ ਸਪੇਅਰ। ਤੇ ਉਹਨਾਂ ਨੂੰ ਉਹ ਬੰਦੇ ਚਾਹੀਦੇ ਹੁੰਦੇ, ਉਹ ਉਹਨਾਂ ਦੀ ਸਾਈਕੋਲੋਜੀਕਲ ਇੰਟਰਵਿਊਜ਼ ਦੇ ਵਿੱਚ ਉਹਨਾਂ ਦੀ ਪਰਸਨੈਲਿਟੀ 'ਚ ਉਹ ਲੈ ਲੈਂਦੇ ਨੇ ਕਿ ਹਾਂ ਇਹ ਬੰਦਾ ਜਿਹੜਾ ਹੈਗਾ ਬਸ ਫਿੱਟ ਰਹੂਗਾ ਸਾਡੇ ਵਾਸਤੇ। ਅੱਗੇ ਮੈਂ ਚਾਹੂੰਗਾ ਮੈਡਮ ਤ੍ਰਿਪਤਾ ਜੀ ਜੇ ਕੋਈ ਆਪਣੀ ਗੱਲ ਰੱਖਣਾ ਚਾਹੁੰਦੇ ਆ ਤਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਮੇਰੀ ਆਵਾਜ਼ ਆ ਰਹੀ ਹੈ? ਹਾਂਜੀ, ਆ ਰਹੀ ਹੈ, ਬਿਲਕੁਲ ਆ ਰਹੀ ਹੈ। ਹਾਂਜੀ ਗੁਰੀਬ ਜੀ, ਸਤਿ ਸ਼੍ਰੀ ਅਕਾਲ, ਤੇ ਸਾਰੀ ਕਾਫਲਾ ਦੀ ਟੀਮ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕੋਈ ਸਵਾਲ ਨਹੀਂ ਕਰਨਾ ਤੁਹਾਨੂੰ, ਕਿਉਂਕਿ ਮੈਂ ਤੁਹਾਡੀਆਂ ਕਹਾਣੀਆਂ ਤੋਂ ਹੀ ਤੁਹਾਨੂੰ ਹਮੇਸ਼ਾ ਜਾਣਨ ਦੀ ਕੋਸ਼ਿਸ਼ ਕਰਦੀ ਹਾਂ, ਤੇ ਕਦੀ ਮਤਲਬ ਹਮੇਸ਼ਾ ਜਦੋਂ ਤੁਸੀਂ ਬਹੁਤ ਖੂਬਸੂਰਤ ਲਿਖਦੇ ਹੋ, ਮੈਂ ਤੁਹਾਡੀ ਕਿਤਾਬ ਮੁਰਗੱਬੀਆਂ ਸਾਰੀ ਇੱਕ ਕਹਾਣੀ ਪੜ੍ਹੀ ਹੈ, ਤੇ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਗੁਰਮੀਤ ਜਦੋਂ ਕਹਾਣੀ ਲਿਖਦੀ ਆ, ਸਪੈਸ਼ਲੀ ਮੈਨੂੰ ਜਿੱਦਾਂ ਦੀ ਮੈਂ ਚਾਹੁੰਦੀ ਹੁੰਦੀ ਹਾਂ ਕਿ
ਨੌਸਟੈਲਜੀਆ ਤੋਂ ਨਿਕਲ ਕੇ ਬਾਅਦ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਗੁਰਮੀਤ ਦੀ ਕਹਾਣੀ 'ਚ ਮੈਨੂੰ ਵੇਖਣ ਨੂੰ ਮਿਲਦੀਆਂ ਤੇ ਮੈਂ ਉਹਨੂੰ ਕਹਿੰਦੀ ਹੁੰਦੀ ਹਾਂ ਕਿ ਇਹ ਪਰਫੈਕਟ ਇਹ ਪ੍ਰਵਾਸੀ ਕਹਾਣੀਆਂ ਅਸੀਂ ਇਹਨੂੰ ਕਹਿੰਦੇ ਹਾਂ। ਪਹਿਲੇ ਦੌਰ ਦੇ ਜਿਹੜੇ ਮੈਂ ਉਹਨਾਂ ਨੂੰ ਏਦਾਂ ਨਹੀਂ ਕਹਿੰਦੀ ਕਿ ਮਤਲਬ ਉਦੋਂ ਤੱਕ ਕਹਾਣੀ 'ਚ ਸਾਡੇ ਉਹ ਆ ਰਿਹਾ ਸੀਗਾ ਹੇਰਵਾ ਜਾਂ ਕੁਛ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ, ਦੇਸ਼ ਦੀ ਮਿੱਟੀ ਯਾਦ ਉਹ ਸਭ ਕੁਛ ਕਿਤੇ ਬੈਠ ਕੇ ਵੀ ਲੋਕ ਪੰਜਾਬੀ ਗੱਲ ਕਰ ਰਹੇ ਸੀ, ਇੰਡੀਆ ਦੀ ਗੱਲ ਕਰ ਰਹੇ ਸੀਗੇ। ਪਰ ਮੈਂ ਜਦੋਂ ਗੁਰਮੀਤ ਦੀ ਕਹਾਣੀ ਪੜ੍ਹਦੀ ਹਾਂ ਤਾਂ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਇੱਕ ਜਿੱਥੇ ਰਹਿ ਰਹੀ ਆ ਸਾਡੀ ਸਿਆਸੀ ਹੁੰਦੀ ਆ ਹਮੇਸ਼ਾ, ਜੇ ਅਸੀਂ ਪ੍ਰਵਾਸੀ ਸਾਹਿਬ ਪੜ੍ਹਦੇ ਹਾਂ ਤਾਂ ਉੱਥੇ ਕੀ ਹੋ ਰਿਹਾ ਆ। ਜੇ ਔਰਤ ਦੀ ਗੱਲ ਹੋ ਰਹੀ ਹੈ ਤਾਂ ਔਰਤ ਉੱਥੇ ਕਿਸ ਤਰ੍ਹਾਂ ਵਿਚਰ ਰਹੀ ਹੈ ਤੇ ਉਹ ਉੱਥੇ ਦੀ ਬਾਸ਼ਿੰਦਿਆਂ ਦੀ ਗੱਲ ਕਰ ਰਹੀ ਆ, ਮੁਰਗੱਬੀਆਂ ਦੀ ਗੱਲ ਤੇ ਉੱਥੋਂ ਦੇ ਜਿਹੜੇ ਹੈਗੇ ਆ ਲੋਕ ਉਹਨਾਂ ਦੀ ਗੱਲ ਆ ਰਹੀ ਹੈ। ਬਹੁਤ ਖੂਬਸੂਰਤ ਕਹਾਣੀ ਹੈ ਮੁਰਗਾਬੀਆਂ। ਹੋਰ ਸਰੂਤ ਵਿੱਚ ਵੀ ਤੁਸੀਂ ਜਿਹੜੀ ਬਹੁਤ ਹੀ ਹਿਸਟੋਰਿਕ ਆਪਣੇ ਪਾਤਰ ਲੈ ਕੇ ਆ ਰਹੇ ਹੋ, ਡਿਫਰੈਂਟ ਤਰ੍ਹਾਂ ਦੀ ਕਹਾਣੀ ਹੈ। ਤੁਸੀਂ ਬਹੁਤ ਹੀ ਖੂਬਸੂਰਤ ਚੀਜ਼ਾਂ, ਬਹੁਤ ਖੂਬਸੂਰਤ ਵਿਸ਼ੇ ਔਰ ਡਿਫਰੈਂਟ ਵਿਸ਼ੇ ਲੈ ਕੇ ਆਉਂਦੇ ਹੋ ਤੇ ਇਸ ਚੀਜ਼ ਲਈ ਮੈਂ ਤੁਹਾਨੂੰ ਬਹੁਤ 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 ਵਧਾਈ ਦਿੰਦੀ ਹਾਂ ਕਿ ਮੈਂ ਜੋ ਵੀ ਤੁਹਾਡਾ ਲਿਖਿਆ ਕੁਛ ਵੀ ਪੜ੍ਹਦੀ ਹਾਂ ਤਾਂ ਮੈਨੂੰ ਏਦਾਂ ਮਹਿਸੂਸ ਹੁੰਦਾ ਹੈ ਕਿ ਹਾਂ ਮੈਂ ਕੁਛ ਪੜ੍ਹਿਆ ਆ, ਮੈਨੂੰ ਵਧੀਆ ਲੱਗਾ, ਮੈਨੂੰ ਅੱਛਾ ਲੱਗਾ ਹੈ ਕਿ ਮੈਂ ਕੁਛ ਡਿਫਰੈਂਟ ਪੜ੍ਹਿਆ ਹੈ, ਕੁਛ ਅਲੱਗ ਪੜ੍ਹਿਆ ਆ ਤੇ ਬਹੁਤ ਬਹੁਤ ਮੁਬਾਰਕ। ਔਰ ਕੋਈ ਖਿਆਲ ਨਹੀਂ ਹੈ, ਮੈਂ ਤੁਹਾਡੀ ਪੜ੍ਹਾਈ ਤੁਹਾਡੀ ਗੱਲ ਤਾਂ ਨਹੀਂ ਇੰਜੋਏ ਕਰਦੀ ਹਾਂ ਬਸ ਪਲੀਜ਼। ਥੈਂਕ ਯੂ ਵੈਰੀ ਮਚ ਜੀ ਸ਼ੁਕਰੀਆ ਮੈਡਮ ਤੁਹਾਡਾ ਜੀ, ਸ਼ੁਕਰੀਆ। ਮੈਡਮ ਦੀ ਗੱਲਬਾਤ ਦੇ ਨਾਲ ਹੀ ਸੰਬੰਧ ਦੇ ਵਿੱਚ ਮੈਡਮ ਮੇਰਾ ਇੱਕ ਸਵਾਲ ਆ। ਤੁਹਾਡੀ ਕਹਾਣੀ ਹੈ ਇੱਕ ਹਸੀਨ ਖਾਬ, ਤਾਂ ਉਹਦੇ 'ਚ ਦੋ ਔਰਤਾਂ, ਇੱਕ ਅਮੀਲੀਆ ਤੇ ਇੱਕ ਰੀਟਾ ਨਾਂ ਦੇ ਪਾਤਰ, ਦੋਨੇ ਨਾਰੀ ਜਿਹੜੀਆਂ ਸੈਲਫ ਮੇਡ ਔਰਤਾਂ ਹੈ। ਤਾਂ ਉਹਦੇ 'ਚ ਇੱਕ ਜਗ੍ਹਾ ਉਹ ਆਪਸ ਦੇ ਵਿੱਚ ਉਹਨਾਂ ਦਾ ਸੰਵਾਦ ਆ ਵੀ ਉਹ ਕਹਿੰਦੀਆਂ ਅਸੀਂ ਜਿਹੜੀਆਂ ਸੈਲਫ ਮੇਡ ਔਰਤਾਂ ਹੈ ਇਹਨਾਂ ਨੂੰ ਮਰਦ ਜਿਹੜੇ ਹੋਰ ਨਜ਼ਰੀਏ ਨਾਲ ਦੇਖਦੇ ਆ, ਜਾਂ ਉਹ ਕਹਿੰਦੀ ਆ ਵੀ ਇਹ ਬੜੀਆਂ ਡਾਢੀਆਂ ਮੰਨਦੇ ਆ ਇਹਨਾਂ ਨੂੰ ਤੇ ਸਾਡੇ ਨਾਲ ਕੋਈ ਮਰਦ ਰਹਿਣ ਦੇ ਲਈ ਜਾਂ ਮਤਲਬ ਸੰਬੰਧ ਦੇ ਵਿੱਚ ਆਉਣ ਦੇ ਲਈ ਤਿਆਰ ਨਹੀਂ। ਤਾਂ ਕੀ ਅਸੀਂ ਦੇਖਦੇ ਹਾਂ ਤੁਹਾਡੀ ਕਹਾਣੀ ਤੋਂ ਮਤਲਬ ਫਿਰ ਪੱਛਮ ਦੇ ਵਿੱਚ ਵੀ ਜਿਹੜੀ ਔਰਤ ਦੀ ਸਥਿਤੀ ਆ ਕੋਈ ਉਹ ਭਾਰਤੀ ਸਮਾਜ ਦੇ ਨਾਲੋਂ ਜ਼ਿਆਦਾ ਬਿਹਤਰ ਨਹੀਂ, ਕਿ ਉੱਥੇ ਵੀ ਜਿਹੜੀਆਂ ਸੈਲਫ ਮੇਡ ਔਰਤਾਂ ਹੈ ਉਹਨਾਂ ਨੂੰ ਤਣਜੀਆ ਜਾਂ ਕਹਿ ਲਓ ਖੁਦ ਮੁਖਤਿਆਰ ਜਾਂ ਬਗੜੈਲ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ। ਤੁਸੀਂ ਕੀ ਮੰਨਦੇ ਹੋ, ਇਹ ਕੀ ਸਥਿਤੀ ਆ ਔਰਤ ਦੀ? ਇਹ ਪ੍ਰਗਟ ਜੀ, ਹਿਊਮਨ ਨੇਚਰ ਜਿਹੜੀ ਹੁੰਦੀ ਹੈ ਬੇਸਿਕਲੀ ਉਹ ਤਾਂ ਉਹੀ ਰਹਿੰਦੀ ਹੁੰਦੀ ਹੈ ਨਾ, ਜਿਹੜਾ ਅਸੈਂਸ ਆਫ ਹਿਊਮਨ ਨੇਚਰ ਉਹ ਹਰ ਜਗ੍ਹਾ ਹਰ ਖਿੱਤੇ 'ਚ ਉਹੀ ਹੁੰਦਾ। ਤੇ ਜੇ ਆਪਾਂ ਹੁਣ ਇਹਨਾਂ ਦੀ ਗੱਲ ਕਰੀਏ, ਜਿਹੜੀਆਂ ਔਰਤਾਂ ਪੜ੍ਹੀਆਂ ਲਿਖੀਆਂ ਨੇ ਇਹ ਸੈਟਲ ਹੋਣ ਦੇ ਚੱਕਰ 'ਚ ਨੇ। ਸੈਟਲ ਹੋਣ ਦਾ ਮਤਲਬ ਹੈ ਕਿ ਸਾਡੇ ਕੋਲ ਇੱਕ ਚੰਗੀ ਜੌਬ ਹੋਵੇ, ਚੰਗਾ ਘਰ ਹੋਵੇ ਪਹਿਲਾਂ ਮੈਰਿਜ ਤੋਂ ਪਹਿਲਾਂ, ਉਹ ਸਾਰਾ ਕੁਝ ਸਾਡਾ ਆਪਣਾ ਹੋਵੇ। ਸਾਨੂੰ ਇਹ ਨਾ ਹੋਵੇ ਕਿ ਆਪਣਾ ਕਿ ਹਸਬੈਂਡ ਦੇ ਘਰ 'ਚ ਅਸੀਂ ਚਲੇ ਗਈਆਂ, ਉਹ ਵੀ ਉਹਨਾਂ ਨੂੰ ਗਵਾਰਾ ਨਹੀਂ ਹੈਗਾ, ਕਿਉਂਕਿ ਉਹਨਾਂ ਨੇ ਫਰੀਡਮ ਇਹ ਲੈਵਲ ਦੇ ਉੱਪਰ ਆਪਣੀ ਜਿਹੜੀ ਹੈਗੀ ਹੈ ਇੰਜੋਏ ਕਰ ਚੁੱਕੀਆਂ ਨੇ ਉਹ, ਕਿ ਦੇ ਥਿੰਕ ਦੇ ਕੈਨ ਡੂ ਐਵਰੀਥਿੰਗ ਐਂਡ ਦੇ ਕੈਨ ਐਕਚੁਅਲੀ। ਤੇ ਉਹ ਸੈਟਲ ਹੋਣ ਦੇ ਚੱਕਰ ਦੇ ਵਿੱਚ ਜਿਹੜੀਆਂ ਹੈਗੀਆਂ ਉਹਨਾਂ ਦੀ ਚਲੋ ਜਿਹੜੀ ਹੈ ਉਮਰ ਤਾਂ ਥੋੜੀ ਉਹਨਾਂ ਦੀ ਜ਼ਿਆਦਾ ਹੋ ਗਈ ਹੈ, ਪਰ ਉਹਦੇ ਨਾਲ ਕੀ ਹੁੰਦਾ ਕਿ ਜਦ ਆਪਾਂ ਇੰਨੀ ਸਟਰਗਲ ਚੋਂ ਲੰਘਦੇ ਹਾਂ ਸੈਟਲ ਹੋਣ ਵਾਸਤੇ, ਤੇ ਇੱਕ ਸਰਟਨ ਤਰ੍ਹਾਂ ਦਾ ਕੌਨਫੀਡੈਂਸ ਵੀ ਤੁਹਾਡੇ ਅੰਦਰ ਆਈ ਜਾਂਦਾ, ਇੱਕ ਸਪਿਰਿਟੀ ਕੰਪਲੈਕਸ ਆ ਜਾਂਦਾ, ਸਰਟਨ ਤਰ੍ਹਾਂ ਦਾ ਇੱਕ ਜਿਹੜਾ ਹੈਗਾ ਕੌਨਫੀਡੈਂਸ ਹੋ ਗਿਆ, ਕੰਪਲੈਕਸ ਹੋ ਗਿਆ। ਤੇ ਉਹਦੇ ਨਾਲ ਕੀ ਹੁੰਦਾ ਕਿ ਉਹ ਥੋੜਾ ਜਿਹਾ ਇੰਟੀਮੀਡੇਟਡ ਹੋ ਜਾਂਦਾ ਕਈ ਵਾਰ। ਤੁਹਾਡੇ ਜਿਹੜਾ ਈਵਨ ਨਾਲ ਬੈਠਾ ਬੰਦਾ, ਤੁਹਾਡੇ ਈਵਨ ਮਦਰ ਫਾਦਰ ਨੇ, ਉਹ ਵੀ ਤੁਹਾਡੇ ਨਾਲ ਗੱਲ ਕਰਨ ਵੇਲੇ ਸੋਚਦੇ ਨੇ ਕਿ ਇਹਨਾਂ ਨਾਲ ਗੱਲ ਹੁਣ ਜੇ ਕੀਤੀ ਜਾਵੇ ਆਪਣੀ ਬੇਟੀ ਦੇ ਨਾਲ, ਤੇ ਕਿੱਥੋਂ ਗੱਲ ਸ਼ੁਰੂ ਕਰੀਏ ਕਿਤੇ ਮਾਈਂਡ ਨਾ ਕਰ ਜੇ, ਕਿਉਂਕਿ ਉਹ ਉਹਨਾਂ ਦਾ ਜਿਹੜਾ ਹੈਗਾ ਇੱਕ ਆਪਣਾ ਹੀ ਹੈ ਕਿ ਉਹਨਾਂ ਦਾ ਜਿਹੜਾ ਹੈ ਨਾ ਈਵਨ ਬੈਠਣਾ ਵੀ, ਜੈਸਚਰ ਵੀ ਬਾਡੀ ਦਾ, ਉਹ ਦੱਸਦਾ ਆਈ ਨੋ ਬੈਟਰ, ਆਈ ਨੋ ਐਵਰੀਥਿੰਗ, ਆਈ ਡੋਂਟ ਨੀਡ ਐਨੀਬਡੀਜ਼ ਐਡਵਾਈਸ, ਚਾਹੇ ਉਹ ਨਾ ਵੀ ਮੂੰਹੋਂ ਬੋਲਣ। ਤੇ ਉਹਨਾਂ ਦਾ ਇਹ ਹੁੰਦਾ, ਤੇ ਇਹ ਗੱਲ ਉਹ ਆਪ ਵੀ ਭਾਂਪ ਲੈਂਦੀਆਂ ਨੇ ਕਈ ਵਾਰ ਜਦੋਂ ਸਰਟਨ ਸਿਚੁਏਸ਼ਨ 'ਚ ਹੁੰਦੀਆਂ ਨੇ ਕਿ ਲੋਕੀ ਸਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਸੋਚਦੇ ਨੇ, ਚਾਹੇ ਸਾਡੇ ਆਪਣੇ ਫੈਮਿਲੀ ਮੈਂਬਰ ਨੇ ਤੇ ਜਾਂ ਚਾਹੇ ਸਾਡੇ ਜਿਹੜੇ ਹੈਗੇ ਨੇ ਕੋਲੀਗਸ ਨੇ, ਜਾਂ ਸਾਡੇ ਜਿਹਦੇ ਨਾਲ ਅਸੀਂ ਡੇਟਿੰਗ ਤੇ ਜਾਂਦੇ ਹਾਂ ਉਹ ਨੇ, ਤੇ ਵੀ ਅਸੀਂ ਤੇ ਮਰਦ ਸੋਚਦੇ ਨੇ ਅਸੀਂ ਬਹੁਤ ਡੈਡੀਆਂ। ਇਹਦਾ ਮਤਲਬ ਇਹ ਗੱਲ ਦਾ ਅਹਿਸਾਸ ਉਹਨਾਂ ਨੂੰ ਵੀ ਹੈ, ਪਰ what can they do about it? They can't mellow down। ਉਹ ਜਿਹੜੀ ਪਰਸਨੈਲਿਟੀ ਇੱਕ ਤਰ੍ਹਾਂ ਦੀ ਡਿਵੈਲਪ ਹੋ ਗਈ ਬਿਲਕੁਲ। ਮੇਰਾ ਇੱਕ ਇਹਦੇ ਨਾਲ ਮਿਲਦਾ ਜੁਲਦਾ ਛੋਟਾ ਜਿਹਾ ਸਵਾਲ ਹੈ ਮੈਡਮ, ਉਸ ਤੋਂ ਬਾਅਦ ਸਰਜੀਤ ਮੈਡਮ ਜੀ ਤੁਹਾਨੂੰ ਸਮਾਂ ਜ਼ਰੂਰ ਦਿੰਦੇ ਆ, ਬਸ ਇਹਦੇ ਨਾਲ ਮਿਲਦਾ ਜੁਲਦਾ ਇੱਕ ਨਿੱਕਾ ਜਿਹਾ ਸਵਾਲ।
ਜਿਵੇਂ ਤੁਸੀਂ ਕਿਹਾ ਵੀ ਜਿਹੜੀਆਂ ਉਹ ਔਰਤਾਂ ਹੈ ਉਹ ਡਰਦੀਆਂ ਹੋ ਜਾਂਦੀਆਂ ਜਾਂ ਉਹਨੂੰ ਮੰਨਿਆ ਜਾਂਦਾ ਹੈ ਮਰਦ ਵੱਲੋਂ, ਮਰਦ ਪ੍ਰਧਾਨ ਸਮਾਜ ਦੇ ਵੱਲੋਂ ਕਬੂਲਿਆ ਜਾਂਦਾ ਵੀ ਇਹਨਾਂ ਨਾਲ ਅਸੀਂ ਉਸ ਤਰੀਕੇ ਨਾਲ ਗੱਲਬਾਤ ਨਹੀਂ ਕਰ ਸਕਦੇ। ਪਰ ਜਿਹੜੀ ਕਹਾਣੀ ਦੇ ਵਿੱਚ ਹੀ ਅਮੀਲੀਆ ਇੱਕ ਸਟੇਜ ਤੇ ਆ ਕੇ ਮਹਿਸੂਸ ਕਰਦੀ ਆ ਵੀ ਮੇਰੀ ਮਾਂ ਕਹਿੰਦੀ ਹੁੰਦੀ ਸੀ ਪੁੱਤ ਵੀ ਵਿਆਹ ਦੀ ਵੀ ਇੱਕ ਉਮਰ ਹੁੰਦੀ ਆ, ਇੱਕ ਤੌਰ ਤੇ ਉਹ ਇੱਕ ਬਾਇਓਲੋਜੀਕਲ ਵੀ ਆਪਣੇ ਅਗਲੀ ਜਨਰੇਸ਼ਨ ਨੂੰ ਪੈਦਾ ਕਰਨ ਦੇ ਲਈ ਵੀ ਉਹ ਕਿਤੇ ਨਾ ਕਿਤੇ ਫਿਕਰਮੰਦ ਦਿਖਾਈ ਦਿੰਦੇ ਗਏ। ਤਾਂ ਕੀ ਅਸੀਂ ਵੈਸੇ ਜਦੋਂ ਅਸੀਂ ਪੱਛਮ ਦੇ ਬਾਰੇ ਇੱਧਰ ਭਾਰਤ ਦੇ ਵਿੱਚ ਰਹਿ ਕੇ ਗੱਲਬਾਤ ਕਰਦੇ ਹਾਂ ਤਾਂ ਅਸੀਂ ਮੰਨਦੇ ਵੀ ਉਹਨਾਂ ਦੇ ਲਈ ਵਿਆਹ ਕੋਈ ਏਡੀ ਮਹੱਤਵਪੂਰਨ ਚੀਜ਼ ਨਹੀਂ। ਜੇ ਅਸੀਂ ਵੈਸੇ ਵੀ ਅੰਕੜੇ ਕਰਦੇ ਹਾਂ ਤਾਂ ਸਾਨੂੰ ਲੱਗਦਾ ਵੀ ਜਿਹੜੇ ਗੋਰੇ ਆ ਜਾਂ ਅੰਗਰੇਜ਼ ਲੋਕ ਆ ਬਹੁਤੇ ਵਿਆਹ ਨਹੀਂ ਕਰਵਾਉਂਦੇ, ਉਹ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਜ਼ਿਆਦਾ ਰਹਿੰਦੇ ਆ। ਪਰ ਕਹਾਣੀ ਦੇ ਵਿੱਚ ਜਿਹੜੀ ਅਮੀਲੀਆ ਤੇ ਰੀਟਾ ਨਾਂ ਦੀਆਂ ਪਾਤਰ ਆ ਉਹ ਵਿਆਹ ਦੇ ਲਈ ਜੱਦੋ-ਜਹਿਦ ਦੇ ਵਿੱਚ ਫਿਕਰਮੰਦ ਆ। ਤਾਂ ਕੀ ਇੱਥੇ ਅਸੀਂ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਕੋਈ ਗੈਪ ਰਹਿ ਰਿਹਾ, ਸਾਨੂੰ ਪੱਛਮੀ ਸਮਾਜ ਨੂੰ ਸਮਝ ਨਹੀਂ ਪਾ ਰਹੇ, ਜਾਂ ਦੋਨੇ ਤਰ੍ਹਾਂ ਦੇ ਪਾਤਰ ਹੀ ਸਮਾਜ ਦੇ ਵਿੱਚ ਸਾਨੂੰ ਮਿਲਦੇ ਆ? ਹਾਂਜੀ, ਮੇਰਾ ਤਾਂ ਖਿਆਲ ਹੈ ਕਿ ਇੱਥੇ ਆਪਣਾ ਅੰਡਰਸਟੈਂਡਿੰਗ ਦਾ ਗੈਪ ਹੀ ਹੈ। ਲਿਵ ਇਨ ਰਿਲੇਸ਼ਨ 'ਚ ਜਿਹੜਾ ਰਹਿਣਾ ਹੈਗਾ ਉਹਨਾਂ ਦੀ ਕੋਈ ਐਡੀ ਵੱਡੀ ਜਿਹੜੀ ਹੈਗੀ ਹੈ ਚੋਇਸ ਨਹੀਂ ਹੈਗੀ। ਲਿਵ ਇਨ 'ਚ ਉਹ ਉਦੋਂ ਰਹਿੰਦੇ ਨੇ ਜਦੋਂ, ਕਿਉਂਕਿ ਇੱਕ ਵਾਰ ਜਦ ਵਿਆਹ ਹੋ ਜਾਂਦਾ ਉਹਦੇ 'ਚ ਲਾਅ ਸੀਪਸ ਇਨ, ਲਾਅ ਇਨ ਦਾ ਸੈਂਸ ਮੈਂ ਮੈਰਿਡ ਹਾਂ ਆਪਣੇ ਹਸਬੈਂਡ ਦੇ ਨਾਲ, ਕੱਲ ਨੂੰ ਮੇਰਾ ਡਿਵੋਰਸ ਹੁੰਦਾ ਤੇ ਘਰ ਇਮੀਡੀਏਟਲੀ ਹਾਫ ਐਂਡ ਹਾਫ, ਕਿਉਂਕਿ ਮੈਟਰੀਮੋਨੀਅਲ ਹੋਮ ਹੈ, ਚਾਹੇ ਤਾਂ ਇੱਕ ਮੇਰੇ ਹਸਬੈਂਡ ਖਰੀਦ ਲੈਣ ਮੇਰਾ ਸ਼ੇਅਰ ਜਾਂ ਮੈਂ ਉਹਨਾਂ ਦਾ ਖਰੀਦ ਲਵਾਂ। ਜੇ ਅਸੀਂ ਮੇਰੇ ਕੋਲ ਨਹੀਂ ਪੈਸਾ, ਉਹਨਾਂ ਕੋਲ ਨਹੀਂ ਪੈਸਾ ਹੈਗਾ, ਘਰ ਸੇਲ ਤੇ ਲੱਗੇਗਾ, ਘਰ ਦਾ ਜੋ ਵੀ ਇਹਦੇ ਚੋਂ ਆਪਣਾ ਨਿਕਲਣਾ ਇਹਦੇ ਚੋਂ ਪੈਸਾ ਮੋਰਗੇਜ ਵਗੈਰਾ ਪੇ ਵਗੈਰਾ ਕਰਕੇ ਸਾਰਾ ਉਹ ਹਾਫ ਐਂਡ ਹਾਫ ਹੋਣਾ ਬਾਈ ਲਾਅ, ਦੈਟ ਇਜ਼ ਸਟ੍ਰਿਕਟ। ਜੇ ਕਿਤੇ ਜਾ ਕੇ ਹਲੇ ਪ੍ਰੀ ਨਪਚੁਅਲ ਐਗਰੀਮੈਂਟ ਨਾ ਸਾਈਨ ਕੀਤਾ ਹੋਵੇ ਕਿ ਜੇ ਜਿਹੜਾ ਹੈਗਾ ਘਰ ਮੇਰੇ ਹਸਬੈਂਡ ਦਾ ਪਹਿਲਾਂ ਹੀ ਸੀਗਾ ਮੇਰੀ ਮੈਰਿਜ ਤੋਂ, ਉਹਨੇ ਆਪਣਾ ਪ੍ਰੀ ਨਪਚੁਅਲ ਐਗਰੀਮੈਂਟ ਮੈਂ ਸਾਈਨ ਕਰਤਾ ਕਿ ਜੇ ਕੱਲ ਨੂੰ ਡਿਵੋਰਸ ਹੋਇਆ ਤੇ ਮੈਂ ਘਰ ਦੀ ਕੁਛ ਨਹੀਂ ਲੱਗਦੀ, ਮੈਂ ਚੁੱਪ ਕਰਕੇ ਆਪਣਾ ਟੈਕਸ ਚੁੱਕ ਕੇ ਤੁਰ ਜਾਂਗੀ ਇੱਥੋਂ। ਤੇ ਇਹ ਜਿਹੜੀ ਲਾਅ ਦੀ ਸਿਚੁਏਸ਼ਨ ਹੈ ਉਹ ਤੋਂ ਬਾਅਦ ਇਹੀ ਤੁਹਾਡਾ ਜਿਹੜਾ ਬੈਂਕ ਬੈਲੈਂਸ ਹੈ ਸਾਰਾ ਕੁਝ ਉਹ ਲੀਗਲ, ਅਸੀਂ ਇਹਨਾਂ ਨੂੰ ਲੀਗਲ ਕਹਿੰਦੇ ਜਿਹੜੇ ਕਾਨੂੰਨੀ ਚੱਕਰ ਨੇ, ਤੇ ਕਾਨੂੰਨੀ ਚੱਕਰ ਵੱਧ ਜਾਂਦੇ ਨੇ ਵਿਆਹ ਤੋਂ ਬਾਅਦ। ਤੇ ਨਿਆਣੇ ਕਈ ਵਾਰ ਉਹਨਾਂ ਤੋਂ ਡਰਦੇ ਕਿਉਂਕਿ ਪੈਸਾ, ਚਾਰ ਪੈਸੇ ਸਾਰਿਆਂ ਨੇ ਆਪਣੇ ਜੋੜੇ ਹੁੰਦੇ ਨੇ, ਜੌਬ ਦੇ ਵਿੱਚ ਹੋ ਗਿਆ ਜਾਂ ਕਿਸੇ ਨੇ ਘਰ ਵੀ ਬਣਾਇਆ ਹੁੰਦਾ, ਅਪਾਰਟਮੈਂਟ ਬਣਾਇਆ ਹੁੰਦਾ, ਤੇ ਦੇ ਪ੍ਰੈਫਰ ਲਿਵ ਇਨ ਰਿਲੇਸ਼ਨਸ਼ਿਪ ਪਹਿਲਾਂ ਵੀ ਦੇਖਦੇ ਕਿੰਨੀ ਕੁ ਦੇਰ ਚੱਲਦਾ, ਔਰ ਜੇ ਨਹੀਂ ਚੱਲਦਾ ਕੋਈ ਨਹੀਂ ਕਰਤਾ ਹੀ ਹੈ ਨਾ ਕਿ ਬਸ ਫਿਰ ਤਾਂ ਪਾਰਟ ਹੋਣ ਵਾਲੀ ਗੱਲ ਹੈ, ਦੈਨ ਵਿਲ ਗੈਟ ਔਨ ਵਿਦ ਆਰ ਲਾਈਵਸ। ਤੇ ਇਹ ਰੀਜ਼ਨ ਜਿਹੜਾ ਹੈਗਾ ਮੇਰੇ ਖਿਆਲ ਕਦੇ ਆਉਂਦਾ ਨਹੀਂ ਖਾਸ ਆਪਣਾ ਆਪਣੇ ਲਿਟਰੇਚਰ ਦੇ ਵਿੱਚ। ਆਪਾਂ ਇਹਦੇ ਨੇ ਪਤਾ ਨਹੀਂ ਉਹ ਚਾਹੁੰਦੇ ਹੀ ਏਦਾਂ ਨੇ ਕਿ ਏਦਾਂ ਰਹਿਣਾ ਚਾਹੁੰਦੇ ਨੇ, ਕਈ ਵਾਰ ਉਹਨਾਂ ਦੀ ਚੋਇਸ ਵੀ ਨਹੀਂ ਹੁੰਦੀ, ਦੇ ਆਰ ਇਨ ਲਿਵ ਇਨ ਰਿਲੇਸ਼ਨਸ਼ਿਪ ਬਾਈ ਆਲ ਥੀਸ ਕੰਪੈਲਿੰਗਸ। ਜੀ ਬਿਲਕੁਲ, ਮੈਨੂੰ ਲੱਗਿਆ ਬਿਲਕੁਲ ਵੱਖਰੀ ਤਰ੍ਹਾਂ ਦੀ ਕਹਾਣੀ ਆ, ਕਿਉਂਕਿ ਜਿਹੜਾ ਸਾਡਾ ਮਾਈਂਡ ਸੈਟਅਪ ਬਣਿਆ ਪੱਛਮੀ ਲੋਕਾਂ ਦੇ ਲਈ, ਸਾਨੂੰ ਲੱਗਦਾ ਵੀ ਉਹਨਾਂ ਦੀ ਚੋਇਸ ਆ, ਉਹ ਬਾਈ ਚੋਇਸ ਜਾ ਰਹੇ ਉਧਰ। ਸ਼ੁਕਰੀਆ। ਹਾਲਾਂਕਿ ਹੈ ਤਾਂ ਚੋਇਸ ਹੀ, ਕੋਈ ਉਹਨਾਂ ਤੇ ਫੋਰਸ ਨਹੀਂ ਕਰਦਾ, ਹੈ ਤਾਂ ਚੋਇਸ ਹੀ, ਪਰ ਚੋਇਸ ਦੇ ਪਿੱਛੇ ਵੀ ਰੀਜ਼ਨ ਪਏ ਨੇ। ਜੀ ਬਿਲਕੁਲ। ਮੈਡਮ ਸਰਜੀਤ ਜੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਮੈਡਮ ਸਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੇ ਸਿਰਫ ਇਹੀ ਦੱਸਣਾ ਚਾਹੁੰਦੀ ਹਾਂ ਕਿ ਗੁਰਮੀਤ ਆਪਣੀ ਕਹਾਣੀ ਦੇ ਵਿੱਚ ਬਹੁਤ ਮਿਹਨਤ ਕਰਦੇ ਆ। ਇਹ ਇੱਕ ਸ਼ਬਦ ਤੇ ਇਹਨਾਂ ਨੇ ਤੁਹਾਨੂੰ ਦੱਸ ਦਿੱਤਾ ਹੈ ਕਿ ਇਹ ਵੈਲ ਰੈਡ ਨੇ, ਬੜਾ ਪੜ੍ਹਿਆ ਹੋਇਆ ਇਹਨਾਂ ਨੇ। ਉਹੀ ਜਿੰਨਾ ਵੀ ਅਸੀਂ ਪੜ੍ਹਦੇ ਹਾਂ ਔਰ ਚੰਗਾ ਪੜ੍ਹਦੇ ਹਾਂ ਉਹੀ ਸਾਡੇ ਜੋ ਅਸੀਂ ਲਿਖਦੇ ਹਾਂ ਲਿਖਤ ਦੇ ਵਿੱਚ ਆਉਂਦਾ ਹੈ। ਗੁਰਮੀਤ ਉਸ ਤੋਂ ਵਾਰੀ ਨਹੀਂ, ਪਤਾ ਨਹੀਂ ਉਹ ਕਿੰਨੀ ਵਾਰੀ ਇੱਕ ਜਿਹੜਾ ਨਾ ਵਿਚਾਰਦੇ ਹੈਗੇ ਆ, ਇਸ ਕਰਕੇ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਇੰਨੀਆਂ ਪਰਪੱਕ ਨੇ। ਤੇ ਔਰ ਫਿਰ ਉਹ ਵਿਚਰੇ ਨੇ, ਜਿਹੜਾ ਇੱਥੋਂ ਦਾ ਵੈਸਟਰਨ ਸਮਾਜ ਹੈ, ਜਿਹੜਾ ਕੈਨੇਡੀਅਨ ਸਮਾਜ ਹੈ, ਉਹਦੇ ਵਿੱਚ ਉਹ ਵਿਚਰੇ ਨੇ, ਉਹਨਾਂ ਬਾਰੇ ਉਹਨਾਂ ਨੇ ਪੜ੍ਹਿਆ। ਇਸ ਕਰਕੇ ਜਿਹੜੀ ਕਹਾਣੀ ਇੰਨੀ ਡਿਫਰੈਂਟ ਔਰ ਸੱਚਮੁੱਚ ਪ੍ਰਵਾਸੀ ਕਹਾਣੀ ਹੈ। ਔਰ ਗੁਰਮੀਤ ਤੁਹਾਨੂੰ ਬਹੁਤ ਬਹੁਤ ਵਧਾਈ। ਔਰ ਤੁਸੀਂ ਅੱਜ ਗੁਰਮੀਤ ਨੂੰ, ਮੇਰੇ ਖਿਆਲ ਗੁਰਮੀਤ ਨੇ ਅੱਜ ਪਹਿਲੀ ਵਾਰੀ ਕਿਸੇ ਰੂਬਰੂ ਵਿੱਚ ਹਿੱਸਾ ਲਿਆ, ਤੇ ਤੁਸੀਂ ਬੜੇ ਮੈਂ ਕਹਿੰਦੀ ਅਸੀਂ ਵਾਲੇ ਕੀਪ ਇਟ ਅਪ ਗੁਰਮੀਤ, ਬਹੁਤ ਅੱਛਾ, ਥੈਂਕ ਯੂ। ਜੀ
ਸ਼ੁਕਰੀਆ ਮੈਡਮ, ਸ਼ੁਕਰੀਆ ਆਪਣੇ ਕੀਮਤੀ ਵਿਚਾਰ ਦੇਣ ਦੇ ਲਈ, ਸ਼ੁਕਰੀਆ ਮੈਡਮ। ਅਗਲਾ ਸਵਾਲ ਮੈਡਮ ਡਾਕਟਰ ਹਰਿੰਦਰ ਬਰਾੜ ਜੀ ਦਾ। ਮੈਂ ਚਾਹੂੰਗਾ ਉਹ ਆਪਣਾ ਸਵਾਲ ਰੱਖਣ। ਡਾਕਟਰ ਹਰਿੰਦਰ ਬਰਾੜ ਜੀ। ਸਰ ਤੁਹਾਡੀ ਆਵਾਜ਼ ਨਹੀਂ ਆ ਰਹੀ। ਡਾਕਟਰ ਹਰਿੰਦਰ ਜੀ, ਸਰ ਤੁਹਾਡੀ ਆਵਾਜ਼ ਨਹੀਂ ਆ ਰਹੀ। ਚਲੋ ਮੇਰੇ ਖਿਆਲ 'ਚ ਕੋਈ ਨੈਟਵਰਕ ਇਸ਼ੂ ਹੋ ਗਿਆ ਉਹਨਾਂ ਦਾ ਥੋੜ੍ਹਾ ਜਿਹਾ। ਉਹਨਾਂ ਚਿਰ ਮੈਂ ਲਾਹਾ ਲੈ ਲੈਣਾ, ਮੈਂ ਆਪਣਾ ਸਵਾਲ ਰੱਖ ਲੈਣਾ। ਤਾਂ ਇੱਕ ਮੈਡਮ ਬੜਾ ਜਦੋਂ ਮੈਂ ਤੁਹਾਡੀ ਕਹਾਣੀਆਂ ਬਾਰੇ ਪੜ੍ਹ ਰਿਹਾ ਸੀ ਤਾਂ ਇੱਕ ਬੜੀ ਵਧੀਆ ਗੱਲ ਲੱਗੀ ਵੀ ਤੁਸੀਂ ਜਿਹੜੀ ਭੂਮਿਕਾ ਦੇ ਵਿੱਚ ਸ਼ੁਰੂ ਦੇ ਵਿੱਚ ਲਿਖਿਆ ਵੀ ਤੁਸੀਂ ਵੱਖ-ਵੱਖ ਕਮਿਊਨਿਟੀਜ਼ ਨੂੰ ਵੱਖਰੇ ਸੱਭਿਆਚਾਰਾਂ ਨਾਲ ਮਿਲਣ ਦਾ ਯਤਨ ਕੀਤਾ, ਉਹਨਾਂ ਨੂੰ ਸਮਝਣ ਦਾ ਯਤਨ ਕੀਤਾ। ਤਾਂ ਮੈਨੂੰ ਲੱਗਦਾ ਸਾਡੇ ਕੋਲ ਇੱਕ ਵਧੀਆ ਮੌਕਾ, ਤੁਸੀਂ ਸਾਨੂੰ ਇਹਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਜਾਣਕਾਰੀ ਦਿਓ, ਚਾਹੇ ਸੰਖੇਪ ਦੇ ਵਿੱਚ ਹੀ, ਵੀ ਸਾਰੇ ਜਿੰਨੇ ਕੁ ਸੱਭਿਆਚਾਰਾਂ ਨੂੰ ਤੁਸੀਂ ਮਿਲੇ ਆ, ਚਾਹੇ ਉਹ ਕਾਲਿਆਂ ਦੇ ਵਿੱਚ ਜਿਵੇਂ ਦੇਸ ਰਾਜ ਕਾਲੀ ਜੀ ਨਾਲ ਵੀ ਤੁਸੀਂ ਗੱਲਬਾਤ ਕੀਤੀ ਸੀਗੀ ਆਸਟ੍ਰੇਲੀਆ ਦੇ ਵਿੱਚ ਜਾ ਕੇ, ਚਾਹੇ ਉਹ ਤੁਸੀਂ ਕਿਸੇ ਹੋਰ ਕਮਿਊਨਿਟੀ ਨੂੰ ਮਿਲੇ, ਤੁਹਾਨੂੰ ਕੀ ਵਖਰੇਵੇਂ ਤੇ ਕੀ ਸਮਾਨਤਾਵਾਂ ਮਿਲੀਆਂ ਮਨੁੱਖੀ ਸਮਾਜਾਂ ਦੇ ਵਿੱਚ, ਜਿੰਨਿਆਂ ਕੁ ਦਾ ਤੁਸੀਂ ਅਧਿਐਨ ਕੀਤਾ, ਜਿੰਨਿਆਂ ਕੁ ਨੂੰ ਮਿਲੇ। ਸਰ ਮੈਂ ਨਿੱਕਾ ਜਿਹਾ ਸਵਾਲ ਰੱਖ ਲਿਆ, ਇਸ ਤੋਂ ਬਾਅਦ ਤੁਹਾਡਾ ਸਵਾਲ। ਕੋਈ ਨਹੀਂ। ਹਾਂਜੀ ਮੈਂ ਆਪਣਾ ਪ੍ਰਗਟ ਜੀ, ਮੈਂ ਪਹਿਲਾਂ ਤਾਂ ਇਹ ਗੱਲ ਕਹਾਂ ਕਿ ਸਾਰੇ ਹੀ ਸੱਭਿਆਚਾਰਾਂ ਵਿੱਚ ਜਿਹੜਾ ਆਪਸੀ ਮੋਹ ਪਿਆਰ ਹੁੰਦਾ ਹੈ, ਤੰਦਾਂ ਹੁੰਦੀਆਂ ਨੇ, ਪਰਿਵਾਰਕ ਤੰਦਾਂ ਹੁੰਦੀਆਂ ਨੇ, ਸੱਭਿਆਚਾਰਕ ਤੰਦਾਂ ਹੁੰਦੀਆਂ ਨੇ, ਉਹ ਇੱਕੋ ਜਿਹੀਆਂ ਹੀ ਹੁੰਦੀਆਂ ਨੇ। ਇੱਕ ਦੂਜੇ ਦੇ ਉੱਪਰ ਡਿਪੈਂਡੈਂਸ, ਇੱਕ ਦੂਜੇ ਤੋਂ ਐਕਸਪੈਕਟੇਸ਼ਨਸ, ਸਾਰਾ ਕੁਛ। ਪਰ ਜਿਹੜੇ ਬਾਕੀ ਵਖਰੇਵੇਂ ਹੈਗੇ ਨੇ ਉਹ ਤਾਂ ਤੁਹਾਨੂੰ ਪਤਾ ਭੂਗੋਲਿਕ ਵੀ ਹੋ ਸਕਦੇ ਨੇ, ਉੱਥੋਂ ਦੇ ਜਿਹੜੇ ਸੋਸ਼ੀਓ ਪੋਲੀਟੀਕਲ ਸਰਕਮਸਟੈਂਸਿਸ ਕਰਕੇ ਹੋ ਸਕਦੇ ਨੇ। ਪਰ ਬੇਸਿਕਲੀ ਜਿਹੜਾ ਹੈਗਾ ਬਿਊਟੀ ਇਹੀ ਹੈ ਕਿ ਬੇਸਿਕਲੀ ਸਾਰੇ ਸੱਭਿਆਚਾਰ ਜਿਹੜੇ ਹੈਗੇ ਨੇ ਇੱਕੋ ਤਰ੍ਹਾਂ ਦੀਆਂ ਜਿਹੜੇ ਹੈਗੇ ਨੇ ਵਿਸ਼ਵਾਸ ਦੇ ਧਾਰਨੀ ਹੁੰਦੇ ਨੇ, ਮੋਹ ਪਿਆਰ। ਜੀ ਕਹਿਣ ਦਾ ਮਤਲਬ ਹਰ ਥਾਂ ਜਾਂ ਹਰ ਥਾਂ ਤੇ ਰਹਿਣ ਵਾਲਾ ਮਨੁੱਖ ਕਿਤੇ ਨਾ ਕਿਤੇ ਸਾਥ ਲੱਭਦਾ ਹੈ, ਪਿਆਰ ਲੱਭਦਾ ਹੈ, ਮੋਹ ਲੱਭਦਾ ਹੈ, ਰਿਸ਼ਤੇ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਜੀ ਸ਼ੁਕਰੀਆ ਮੈਡਮ। ਡਾਕਟਰ ਹਰਿੰਦਰ ਜੀ ਤੁਸੀਂ ਆਪਣਾ ਸਵਾਲ ਰੱਖੋ। ਹਾਂਜੀ, ਉਹ ਨੈਟਵਰਕ ਪ੍ਰੋਬਲਮ ਆਉਣ ਕਰਕੇ ਥੋੜਾ ਜਿਹਾ ਦਿੱਕਤ ਆ ਗਈ ਸੀ। ਕੋਸ਼ਿਸ਼ ਕਰਦਾ ਮੈਂ ਆਪਣੀ ਗੱਲ ਆਪਣੇ ਸਵਾਲ ਤੋਂ ਪਹਿਲਾਂ ਤੁਹਾਡੀ ਕਹਾਣੀ ਬਾਰੇ ਜ਼ਰੂਰ ਥੋੜੀ ਜਿਹੀ ਕਰਾਂਗਾ, ਉਹ ਇਸ ਲਈ ਕਿਉਂਕਿ ਮੇਰਾ ਸਵਾਲ ਵੀ ਉਸ ਨਾਲ ਹੀ ਜੁੜਦਾ। ਤੁਹਾਡੀ ਮੁਰਗਾਬੀਆਂ ਕਹਾਣੀ ਪੜ੍ਹਨ ਤੋਂ ਪਹਿਲਾਂ ਮੇਰੀ ਪ੍ਰਵਾਸੀ ਜਿਹੜਾ ਸਾਹਿਤ ਆ ਉਹਦੇ ਬਾਰੇ ਰਾਏ ਸੀਗੀ ਇੱਕ ਤਰ੍ਹਾਂ ਦੀ, ਕਿ ਪ੍ਰਵਾਸੀ ਸਾਹਿਤ ਆ ਜੋ ਵੀ, ਚਾਹੇ ਨਾਵਲ ਲਿਖਿਆ ਜਾ ਰਿਹਾ ਚਾਹੇ ਕਹਾਣੀ, ਉਹ ਇੱਕ ਖਾਸ ਵਿਸ਼ਿਆਂ ਦੇ ਦੁਆਲੇ ਹੀ ਕੇਂਦਰਿਤ ਆ, ਜਿਹਦੇ ਵਿੱਚ ਸਾਡਾ ਭੂ ਹੇਰਵਾ ਆਉਂਦਾ, ਉੱਥੇ ਰਹਿੰਦੇ ਜਿਹੜੇ ਪਰਿਵਾਰਕ ਰਿਸ਼ਤੇ ਆ ਉਹਨਾਂ ਦੀ ਟੁੱਟ ਭੱਜ ਆਉਂਦੀ ਆ, ਜਾਂ ਜਿਹੜਾ ਹੈਗਾ ਪੂੰਜੀਵਾਦ ਨੇ ਕਿਸ ਤਰ੍ਹਾਂ ਸਾਡੇ ਵਿੱਚ ਜਿਹੜਾ ਮੋਹ ਨੂੰ ਜਿਹੜਾ ਹੈਗਾ ਸਰਮਾਏ ਦੇ ਵਿੱਚ ਬਦਲਤਾ, ਸਰਮਾਏ ਦੀ ਖਿੱਚ 'ਚ ਬਦਲਤਾ। ਇਸ ਤਰ੍ਹਾਂ ਦੇ ਜੋ ਵੀ ਆਉਂਦੇ ਨੇ, ਜਾਂ ਪਹਿਲਾਂ ਸਾਡਾ ਰੰਗ ਭੇਦ ਨਸਲ ਦਾ ਸੀਗਾ, ਉਹ ਹੌਲੀ ਹੌਲੀ ਬਦਲ ਕੇ ਇਸ ਤਰ੍ਹਾਂ ਟੁੱਟ ਭੱਜ ਪੂੰਜੀਵਾਦ ਰਿਸ਼ਤਿਆਂ ਦੇ ਵਾਲੇ ਕੇਂਦਰਿਤ ਹੋ ਗਿਆ, ਭੂ ਹੇਰਵੇ ਦੇ ਵਾਲੇ ਕੇਂਦਰਿਤ ਹੋ ਗਿਆ। ਪਰ ਪਹਿਲੀ ਵਾਰ ਮੈਨੂੰ ਲੱਗਿਆ ਮੁਰਗਾਬੀਆਂ ਕਹਾਣੀ ਪੜ੍ਹ ਕੇ, ਜਾਂ ਤੁਹਾਡੇ ਜਿਹੜੀ ਦੂਸਰੀ ਕਹਾਣੀ ਸੀਗੀ ਉਹਦੇ ਵਿੱਚ ਪੜ੍ਹ ਕੇ ਮੈਨੂੰ ਲੱਗਿਆ ਕਿ ਇਹ ਜਿਹੜੇ ਹਾਸ਼ੀਏ ਦੇ ਧੱਕੇ ਗਏ ਲੋਕ ਆ, ਜਿਵੇਂ ਤੁਸੀਂ ਆਪਦੀ ਭੂਮਿਕਾ 'ਚ ਵੀ ਗੱਲ ਕਰਦੇ ਹੋ ਕਿ ਮੈਨੂੰ ਉਹਨਾਂ ਲੋਕਾਂ ਦੇ ਬਾਰੇ ਗੱਲ ਕਰਨਾ ਜ਼ਿਆਦਾ ਚੰਗਾ ਲੱਗਦਾ। ਮੈਨੂੰ ਇਹ ਬਹੁਤ ਖੂਬਸੂਰਤ ਗੱਲ ਲੱਗੀ ਕਿ ਤੁਸੀਂ ਜਿਹੜਾ ਹੈਗਾ ਪ੍ਰਵਾਸੀ ਸਾਹਿਤ ਨਾਲ ਜੁੜਨ ਦੇ ਬਾਵਜੂਦ ਵੀ ਉਹਨਾਂ ਹਾਸ਼ੀਏ ਤੇ ਧੱਕੇ ਹੋਏ ਲੋਕਾਂ ਦੀ ਗੱਲ ਕਰ ਰਹੇ ਹੋ। ਮੈਂ ਇਸ ਮੁਰਗਾਬੀਆਂ ਕਹਾਣੀ ਨੂੰ ਜਿਹੜਾ ਆਧਾਰ ਬਣਾ ਕੇ ਹੀ ਤੁਹਾਡੇ ਤੋਂ ਸਵਾਲ ਪੁੱਛਣਾ ਸੀਗਾ ਕਿ ਜਿਹੜੇ ਸਾਡੇ ਮੰਨ ਲਓ ਇੰਡੀਆ ਦੇ ਵਿੱਚ ਵੀ ਕਹਿ ਲਓ ਤੁਸੀਂ ਕਿ ਜਿਹੜਾ ਇਹ ਸਾਮਰਾਜਵਾਦ ਦੇ ਨਾਂ ਤੇ ਜਾਂ ਇੱਕ ਰੰਗ ਦੇ ਨਾਂ ਤੇ ਜਿਹੜਾ ਹੈਗਾ ਲੋਕਾਂ ਨੂੰ ਕਿਸ ਤਰ੍ਹਾਂ ਬਾਕੀ ਸਾਰਿਆਂ ਨੂੰ ਜਿਹੜਾ ਹੈਗਾ ਹਾਸ਼ੀਏ ਤੇ ਧੱਕਿਆ ਜਾ ਰਿਹਾ, ਦੂਜੇ ਵਰਗਾਂ ਨੂੰ, ਤਾਂ ਜਿਹੜੇ ਮੁਰਗਾਬੀਆਂ ਦੇ ਵਿੱਚ ਉਹ ਹਾਸ਼ੀਏ ਤੇ ਧੱਕੇ ਹੋਏ ਲੋਕ ਜਿਹਨਾਂ ਤੁਸੀਂ ਗੱਲ ਕਰਦੇ ਹੋ, ਉਹਨਾਂ ਕੋਲੇ ਇੱਦਾਂ ਦੇ ਮੋਟਿਵ ਨੇ। ਮੁਰਗਾਬੀਆਂ ਦਾ ਜਿਹੜਾ ਮੋਟਿਵ ਤੁਸੀਂ ਵਰਤਿਆ, ਉਹਨਾਂ ਦੀ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਉਹਨਾਂ ਦੀ ਲੜਾਈ ਕਿਸ ਹੱਦ ਤੱਕ ਪਹੁੰਚੀ ਹੋਈ ਹੈ, ਜਾਂ ਉਹਨਾਂ ਦੀ ਅਗਵਾਈ ਕਰਨ ਵਾਲੇ ਤੁਹਾਨੂੰ ਲੱਗਦਾ ਕਿ ਕਿਸ ਵਿਚਾਰਧਾਰਾ ਨਾਲ ਜੁੜੇ ਹੋਏ ਨੇ, ਜਾਂ ਉਹਨਾਂ ਦੀ ਇਸ ਮੌਜੂਦਾ ਹਾਲਤ ਦੇ ਵਿੱਚ ਕਿੰਨਾ ਕੁ ਸੁਧਾਰ ਹੋਇਆ ਅੱਜ ਦੇ ਦੌਰ ਦੇ ਵਿੱਚ, ਪਹਿਲਾਂ ਨਾਲੋਂ ਕਿੰਨੀ ਕੁ ਬਿਹਤਰੀ ਹੋਈ ਹੈ, ਕੋਈ ਆਸ ਉਹਨਾਂ ਦੀ ਨਵੀਆਂ ਪੀੜ੍ਹੀਆਂ ਨੂੰ ਬਣਦੀ ਆ ਕਿ ਉਹ ਇਸ ਹਾਸ਼ੀਏ ਤੋਂ ਜਿਹੜਾ ਹੈਗਾ ਮੁੱਖ ਧਾਰਾ ਦੇ ਵਿੱਚ ਆ ਸਕਣ? ਇਸ ਦੇ ਬਾਰੇ ਜ਼ਰੂਰ ਦੱਸੋ। ਹਾਂਜੀ, ਮੇਰਾ ਰਿਜ਼ਰਵ 'ਚ ਹਲੇ ਵੀ ਚੱਕਰ ਲੱਗਦਾ ਰਹਿੰਦਾ। ਰਿਜ਼ਰਵ ਹੈਗਾ ਜਿੱਥੇ ਉਹ ਰਹਿੰਦੇ ਨੇ, ਉਹਨਾਂ ਨੂੰ ਉੱਥੇ ਕਿਉਂਕਿ ਲੈਂਡ ਸਸਤੀ ਮਿਲੀ ਹੋਈ ਹੈ,
ਤੇ ਜੇ ਤੁਸੀਂ ਕਿਸੇ ਨੂੰ ਇੱਕ ਪਾਸੇ ਧੱਕਣਾ ਹੋਵੇ ਨਾ ਸਾਡੇ ਤੋਂ ਪਰੇ ਹੋ ਜਾਓ, ਤੇ ਉੱਥੇ ਤੁਸੀਂ ਉਹਨਾਂ ਨੂੰ ਉਹ ਚੀਜ਼ ਸਸਤੀ ਦੇ ਦਿਓ, ਘਰ-ਬਾਰ ਸਸਤੇ ਦੇ ਦਿਓ, ਤਾਂ ਲੋਕੀ ਆਪਣੇ ਆਪ ਹੀ ਉਧਰ ਨੂੰ ਤੁਰ ਪੈਂਦੇ ਨੇ। ਹੁਣ ਇਹਦੀ ਇੱਕ ਸਿੱਧੀ ਜਿਹੀ ਐਗਜ਼ਾਮਪਲ ਆ ਵੀ ਹੈਗਾ ਕਿ ਲੋਕੀ ਬੱਚੇ ਜਿਹੜੇ PR ਲੈਣ ਵਾਸਤੇ ਜਾ ਰਹੇ ਨੇ, ਮੈਨੀਟੋਬਾ ਜਾ ਰਹੇ ਨੇ, ਸਸਕੈਚੁਅਨ ਜਾ ਰਹੇ ਨੇ, ਕਿਉਂਕਿ ਉਹ ਹਾਲੇ ਆਬਾਦ ਨਹੀਂ ਹੋਏ ਪੂਰੇ ਪ੍ਰੋਵਿੰਸ, ਉੱਥੇ ਜ਼ਮੀਨ ਹੀ ਜ਼ਮੀਨ ਪਈ ਹੈ, ਜੰਗਲ ਹੈ, ਜ਼ਮੀਨ ਹੈ, ਇਹਨਾਂ ਨੇ ਉਹਨਾਂ ਨੂੰ ਆਬਾਦ ਕਰਨਾ ਹੈ, ਤੇ ਉੱਥੇ PR ਉੱਥੇ ਵਾਸਤੇ ਕਰਤੀ, ਆਪਣਾ ਆਸਾਨ ਕਰਤੀ। ਔਰ ਤੁਹਾਨੂੰ ਪਤਾ ਧੜ ਨਿਆਣੇ ਉਧਰ ਨੂੰ ਜਾ ਰਹੇ ਨੇ, ਔਖੇ ਸਰਕਮਸਟੈਂਸਿਸ 'ਚ ਰਹਿੰਦੇ ਨੇ, ਉੱਥੇ ਜਾ ਕੇ ਠੰਡ ਬਹੁਤ ਹੈ ਤੇ ਟੈਂਪਰੇਚਰ ਬਹੁਤ ਜ਼ਿਆਦਾ ਹੇਠਾਂ ਤੱਕ ਜਾਂਦਾ, ਉਹ ਪ੍ਰੋਵਿੰਸਿਸ ਦੇ ਵਿੱਚ ਕੋਈ ਰਹਿਣਾ ਨਹੀਂ ਚਾਹੁੰਦਾ, ਪਰ ਉਹਨਾਂ ਨੇ ਮੈਨੂੰ ਪਤਾ ਉੱਥੇ ਵੀ ਆਪਣਾ ਜੰਗਲ 'ਚ ਮੰਗਲ ਕਰ ਹੀ ਲੈਣਾ ਜਾ ਕੇ, ਮਿਹਨਤੀ ਨੇ ਨਿਆਣੇ। ਸੋ ਉਹਨਾਂ ਦੇ ਰਿਜ਼ਰਵ ਦੇ ਵਿੱਚ ਮੈਂ ਜਾਂਦੀ ਰਹਿੰਦੀ ਹਾਂ, ਔਰ ਮੈਂ ਹਰੇਕ ਵਾਰ ਜਦ ਜਾਂਦੀ ਹਾਂ, ਹੁਣ ਤਾਂ ਖੈਰ ਮੇਰਾ 6 ਮਹੀਨੇ ਬਾਅਦ ਹੀ ਚੱਕਰ ਲੱਗਦਾ, ਕੋਈ ਗੈਸਟ ਆ ਜਾਂਦਾ, ਆਪਣਾ ਕੋਈ ਪ੍ਰੋਫੈਸਰ ਆ ਗਏ ਯੂਨੀਵਰਸਿਟੀ ਤੋਂ, ਇੰਡੀਆ ਤੋਂ ਕਿਤੇ, ਉਹਨਾਂ ਨੂੰ ਦਿਖਾਉਣ ਲੈ ਕੇ ਜਾਣਾ ਪੈਂਦਾ ਰਿਜ਼ਰਵ। ਮੁਰਗਾਬੀਆ ਤੋਂ ਬਾਅਦ ਤਾਂ ਮੇਰੀ ਡਿਊਟੀ ਉਹ ਬਣ ਗਈ ਕਿ ਉਹਨਾਂ ਨੂੰ ਰਿਜ਼ਰਵ ਦਿਖਾਉਣਾ ਹੀ ਪੈਣਾ ਮੈਨੂੰ। ਔਰ ਮੈਨੂੰ ਹਰੇਕ ਵਾਰ ਉੱਥੇ ਚੰਗਾ ਲੱਗਦਾ ਜਾ ਕੇ, ਕਿ ਮੈਨੂੰ ਲੱਗਦਾ ਕਿ ਥੋੜਾ ਜਿਹਾ ਹੋਰ ਅਪਲਿਫਟਮੈਂਟ ਹੋ ਗਈ ਹੈ ਇਹਨਾਂ ਦੀ। ਉੱਥੇ ਇੱਕ ਹੋਰ ਆਪਣਾ ਇੱਕ ਟਿਮ ਹੋਟਲ ਖੁੱਲ ਗਿਆ, ਤੇ ਜਾਂ ਉੱਥੇ ਉਹਨਾਂ ਦੇ ਮਕਾਨ ਥੋੜੇ ਜਿਹੇ ਚੰਗੇ ਹੋ ਗਏ ਨੇ, ਇਹ ਦੇਖ ਕੇ ਮੈਨੂੰ ਚੰਗਾ ਲੱਗਦਾ ਕਿ ਉੱਥੇ। ਫਿਰ ਮੈਂ ਸੋਚਦੀ ਹਾਂ ਮੇਰੀ ਮੁਰਗਾਬੀਆ ਕਹਾਣੀ ਦਾ ਜਿਹੜਾ ਹੈਗਾ ਅੰਤ ਹੈ ਕਿ ਉਹਨਾਂ ਦੇ ਭਰਵੇਂ ਖੰਭ ਉਗਾਏ ਸੀ, ਵੀ ਉਹ ਆਪਣਾ ਮੈਂ ਉਹਦੇ ਨੇੜੇ ਜਾ ਰਹੀ ਹਾਂ, ਉਹ ਸੱਚ ਦੇ, ਉਹਨੂੰ ਦੇਖ ਕੇ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਉੱਥੇ ਜਾ ਕੇ। ਹੁਣ ਉਹਨਾਂ ਦੇ ਬੱਚੇ ਨੇ ਜਿਹੜੇ ਉਹ ਸਪੋਰਟਸ ਟੀਮ ਦੇ ਵਿੱਚ ਨੇ, ਸਪੋਰਟਸ 'ਚ ਨੇ, ਉਹਨਾਂ ਦੇ ਆਪਣੇ ਮਿਨਿਸਟਰ ਨੇ ਟਰੂਡੋ ਗਵਰਨਮੈਂਟ ਦੇ ਵਿੱਚ, ਉਹਨਾਂ ਦੇ ਆਪਣੇ ਜਿਹੜੇ ਹੈਗੇ ਨੇ ਨੁਮਾਇੰਦੇ ਨੇ ਪਾਰਲੀਮੈਂਟ 'ਚ। ਇਹ ਦੇਖ ਕੇ ਮੇਰੀ ਆਸ ਵੱਜਦੀ ਹੈ ਕਿ ਐਵਰੀਥਿੰਗ ਇਜ਼ ਗੋਨਾ ਬੀ ਫਾਈਨ। ਅੱਛਾ, ਇਹਦੇ ਨਾਲ ਹੀ ਮੈਡਮ ਇੱਕ ਛੋਟਾ ਜਿਹਾ ਹੋਰ ਸਵਾਲ ਸੀ, ਜਿਹੜਾ ਜਿੱਦਾਂ ਤੁਸੀਂ ਗੋਰੀ ਅੱਖ ਦਾ ਟੀਰ ਕਹਾਣੀ ਦੇ ਵਿੱਚ ਉਹਦਾ ਅੰਤ ਕੀਤਾ ਕਿ ਉਹ ਜਿਹੜਾ ਨੇਥਨ ਹੁੰਦਾ ਉਹ ਉਸਨੂੰ ਪੁਲਿਸ ਵਾਲੇ ਤੇ ਗੋਲੀ ਚਲਾਉਂਦਾ, ਆਪਣੀ ਮਨ ਦੀ ਜਿਹੜੀ ਘਬਰਾਹਟ ਆ ਜਾਂ ਸਾਰਾ ਫਰਸਟ੍ਰੇਸ਼ਨ ਆ, ਕਹਿ ਲਓ ਕਿ ਉਹ ਮੇਰੇ ਖਿਆਲ 'ਚ ਉਹਨਾਂ ਦਾ ਨੈਟਵਰਕ ਇਸ਼ੂ ਹੋ ਗਿਆ ਥੋੜਾ ਜਿਹਾ। ਮੇਰੇ ਖਿਆਲ 'ਚ ਸਾਰੇ ਇਹ ਪੁੱਛਣਾ ਚਾਹੁੰਦੇ ਸੀਗੇ ਵੀ ਜਿਹੜਾ ਇੱਕ ਨਸਲੀ ਵਿਤਕਰੇ ਨਾਲ ਭੰਨਿਆ ਦੱਬਿਆ ਜਾ ਸਕਦਾ ਸੀ। ਸਰ ਤੁਹਾਡਾ ਨੈਟਵਰਕ ਚਲਾ ਗਿਆ ਸੀ, ਜੇ ਆਪਣੀ ਗੱਲ ਰਿਪੀਟ ਕਰ ਸਕੋ ਤਾਂ। ਨਹੀਂ, ਮੈਂ ਸ਼ਾਰਟ 'ਚ ਕਰ ਦਿੰਦਾ, ਜੇ ਤੁਸੀਂ ਰਿਪੀਟ ਕਰ ਸਕੋ ਤਾਂ। ਹਾਂਜੀ ਹਾਂਜੀ, ਮੈਂ ਚਾਹੁੰਦਾ ਸੀਗਾ, ਹੈਲੋ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਹਾਂਜੀ, ਕਿ ਜਿਹੜਾ ਤੁਸੀਂ ਉਸ ਕਹਾਣੀ ਦਾ ਅੰਤ ਕੀਤਾ, ਨੇਥਨ ਉਸ ਗੋਰੇ ਤੇ ਗੋਲੀ ਚਲਾਉਂਦਾ, ਤੇ ਕੀ ਇਸ ਬਦੀ ਦਾ ਅੰਤ ਇਸੇ ਤਰ੍ਹਾਂ ਕੀਤਾ ਜਾ ਸਕਦਾ, ਜਾਂ ਇਸ ਨਫ਼ਰਤ ਨੂੰ ਘੱਟ ਕਰਨ ਲਈ ਜਿਹੜਾ ਪਿਆਰ ਜਾਂ ਜਿਸ ਤਰ੍ਹਾਂ ਉਹਦਾ ਪ੍ਰੋਫੈਸਰ ਸਿਖਾਉਂਦਾ ਉਸ ਦੀ ਵਰਤੋਂ ਵੀ ਜਾਇਜ਼ ਸੀਗਾ, ਕਿ ਉਹ ਨੇਥਨ ਆਪਣੇ ਆਪ ਦੇ ਵਿੱਚ ਇੰਨਾ ਬਦਲਾਅ ਲਿਆਉਂਦਾ? ਮਤਲਬ ਇਹ ਕਹਾਣੀਕਾਰ ਦੇ ਹੱਥ 'ਚ ਹੁੰਦਾ ਕਿ ਕੀ ਇਸ ਦਾ ਜ਼ਿਆਦਾ ਪ੍ਰਭਾਵ ਨਹੀਂ ਪੈਣਾ ਸੀ ਮੇਰੇ ਖਿਆਲ ਅਨੁਸਾਰ? ਤੁਹਾਨੂੰ ਕੀ ਲੱਗਦਾ ਹੈ ਜੀ? ਹਾਂਜੀ, ਪਰ ਮੈਨੂੰ ਸੁਝਿਆ, ਮੈਂ ਤਾਂ ਉਹਦਾ ਉਦਾਂ ਐਂਡ ਕਰਤਾ, ਕਿਉਂਕਿ ਇੰਨੀ ਫਰਸਟ੍ਰੇਸ਼ਨ ਤੋਂ ਬਾਅਦ, ਇੰਨਾ ਕੁਝ ਹੋਣ ਤੋਂ ਬਾਅਦ ਇੱਕ ਬੰਦਾ ਜਿਹੜਾ ਹੈ ਕਿਵੇਂ ਬੈਲੈਂਸਡ ਰਹਿ ਸਕਦਾ ਹੈ। ਔਰ ਹਾਲਾਂਕਿ ਇਹ ਨਹੀਂ ਹੈਗਾ ਕਿ ਉਹਨੂੰ ਮਾਰ ਹੀ ਗਿਆ, ਉਹ ਬਚਾ ਵੀ ਲਿਆ ਆਪਾਂ ਪੁਲਿਸ ਵਾਲੇ ਨੂੰ, ਉਹਨੂੰ ਮਾਰ ਨਹੀਂ ਗਿਆ, ਉਹਦੇ ਸਿਰਫ ਲੱਤ 'ਚ ਗੋਲੀ ਲੱਗੀ ਹੈ। ਔਰ ਮੇਰੇ ਹਿਸਾਬ ਦੇ ਨਾਲ ਤਾਂ ਜਸਟੀਫਾਈਡ ਹੈ। ਬਾਕੀ ਹੁਣ ਦੇਖੋ ਕਿ ਐਂਡ ਤਾਂ ਕਿੰਨੇ ਹੀ ਹੋ ਸਕਦੇ ਨੇ, ਹਰੇਕ ਦੀ ਆਪਣੀ ਆਪਣੀ ਜਿਹੜੀ ਹੈਗੀ ਹੈ ਥਾਟ ਪ੍ਰੋਸੈਸ ਹੋ ਸਕਦੀ ਹੈ ਉਹਦੇ ਬਾਰੇ। ਤੇ ਮੇਰੇ ਹਿਸਾਬ ਨਾਲ ਤਾਂ ਇਹੀ ਜਿਹਾ ਕਿ ਇੰਨਾ ਆਪ ਹੀ ਕਹਿੰਦਾ ਨਾ ਕਿ ਇੰਨੀ ਟੁੱਟ ਭੱਜ ਤੋਂ ਬਾਅਦ ਕੋਈ ਬੰਦਾ ਸਾਹਮਣੇ ਕਿਵੇਂ ਰਹਿ ਸਕਦਾ, ਉਹ ਪਹਿਲਾਂ ਹੀ ਕਹਿੰਦਾ ਸਾਈਕੈਟ੍ਰਿਸਟ ਨੂੰ। ਜੀ ਜੀ, ਬਿਲਕੁਲ ਬਿਲਕੁਲ। ਕਿਉਂਕਿ ਜਿਹੜੀ ਮਨੁੱਖ ਦੇ ਉੱਪਰ ਜਿਹੜੇ ਦਬਾਅ ਪੈਂਦੇ ਆ, ਸਮਾਜਿਕ ਦਬਾਅ ਚਾਹੇ ਉਹ ਸੱਭਿਆਚਾਰਕ ਦਬਾਅ ਹੈ, ਉਹਨਾਂ ਨੇ ਕਿਤੇ ਨਾ ਕਿਤੇ ਤਾਂ ਉਹ ਰਿਐਕਟ ਹੋਣਾ ਹੀ ਹੋਣਾ। ਜੇ ਉਹ ਬਾਹਰੀ ਰੂਪ 'ਚ ਨਹੀਂ ਹੋਊਗਾ ਤਾਂ ਉਹਦੀ ਮਾਨਸਿਕਤਾ ਤੇ ਹੋ ਸਕਦਾ, ਜਿਵੇਂ ਉਹ ਹੁਣ ਗੇੜੇ ਲਾ ਵੀ ਰਿਹਾ ਉਹ ਸਾਈਕੈਟ੍ਰਿਕਸ ਦੇ ਹੁਣ ਮਿਲ ਰਿਹਾ, ਤਾਂ ਮੈਨੂੰ ਲੱਗਦਾ ਇਹ ਉਸੇ ਦੇ ਨਤੀਜੇ। ਤਾਂ ਮੇਰਾ ਅਗਲਾ ਸਵਾਲ ਹੈ ਮੈਡਮ, ਮਿਸ ਈਜੀ ਕਹਾਣੀ ਦੇ ਵਿੱਚ ਜਿਹੜਾ ਤੁਸੀਂ ਦੂਜੀ ਸੰਸਾਰ ਦੇ ਜਿਹੜੇ ਜੰਗ ਦੇ ਫੌਜੀ ਗਏ ਉਹਨਾਂ ਦੇ ਪਰਿਵਾਰਾਂ ਦੀ ਸਥਿਤੀ ਨੂੰ ਪੇਸ਼ ਕੀਤਾ ਹੈ, ਕਿਵੇਂ ਜਿਹੜੀਆਂ ਔਰਤਾਂ ਉਹ ਵਿਆਹ ਤੋਂ ਬਾਅਦ ਜਿਹੜੀ ਉਹ ਫੌਜੀਆਂ ਨਾਲ ਮਿਲਣਾ ਜੁਲਣਾ ਵੀ ਬੰਦ ਕਰ ਦਿੰਦੀਆਂ, ਪਰ ਜਿਹੜੀ ਮਿਸ ਈਜੀ ਆ ਉਹ ਆਪਣੇ ਪਤੀ ਦੀ ਆਖਰੀ ਨਿਸ਼ਾਨੀ ਨੂੰ ਸਾਂਭਦੀ ਆ, ਉਹਨੂੰ ਪਾਲਣ ਪੋਸ਼ਣ ਦੇ ਲਈ ਉਹ ਸਹੁਰੇ ਪਰਿਵਾਰ 'ਚ ਵੀ ਜਾਂਦੀ ਆ, ਸਹੁਰੇ ਕਹਿ ਲਓ ਘਰ ਵੀ ਜਾਂਦੀ ਆ, ਕਿਉਂਕਿ ਉਹਦਾ ਮੰਨਣਾ ਵੀ ਜਿਹੜੇ ਉਹਨਾਂ ਦਾ ਬੱਚਾ ਉਹਨੂੰ ਆਪਦੇ ਦਾਦਕੇ ਜਾਂ ਆਪਣੇ ਪਿਤਾ ਦੇ ਘਰ ਦੇ ਵਿੱਚ ਜਨਮ ਲੈਣਾ ਚਾਹੀਦਾ। ਤਾਂ ਕੀ ਇੰਗਲੈਂਡ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਔਰਤਾਂ ਦੇ ਵਿੱਚ ਪਾਈਆਂ ਜਾਂਦੀਆਂ, ਜਾਂ ਅਸੀਂ ਕਹਿ ਸਕਦੇ ਵੀ ਉਹ ਬਹੁਤ ਥੋੜ੍ਹੀਆਂ ਔਰਤਾਂ ਜਿਨ੍ਹਾਂ ਦਾ, ਜਿਵੇਂ ਤੁਸੀਂ ਪਹਿਲਾਂ ਮੇਰੇ ਖਿਆਲ 'ਚ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀਗਾ ਵੀ ਜਿਹੜੀਆਂ ਜੁਆਇੰਟ ਫੈਮਲੀਆਂ ਜਿਨ੍ਹਾਂ ਦੇ ਵਿੱਚ ਗ੍ਰੈਂਡ ਫਾਦਰਸ
ਜਾਂ ਗ੍ਰੈਂਡ ਮਦਰਸ ਕਿਤੇ ਨਾ ਕਿਤੇ ਹੈਗੇ ਆ, ਉਹਨਾਂ ਦੇ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੇ ਸੰਸਕਾਰ ਸਾਨੂੰ ਮਿਲਦੇ ਆ, ਜਾਂ ਕੋਈ ਹੋਰ ਕਾਰਨ ਵੀ ਹੈ। ਸੋ ਪ੍ਰਗਟ ਦੇਖੋ, ਇਹ ਜਿਹੜਾ ਹੈਗਾ ਟਾਈਮ ਵੀ ਇਹ 1944 ਦਾ, ਇਹ ਕੋਈ ਅੱਜ ਦਾ ਟਾਈਮ ਨਹੀਂ ਹੈਗਾ। ਮਿਸ ਈਜ਼ੀ ਦੀ ਕਹਾਣੀ ਜਿਹੜੀ ਹੈ, ਇਹ ਮੈਂ ਉਹਦਾ ਸਾਰਾ ਜਿਹੜਾ ਪੀਰੀਅਡ ਹੈ 1944 ਵਾਲਾ ਚੱਲ ਰਿਹਾ, ਉਹ 1944-45 ਦਾ ਚੱਲ ਰਿਹਾ। ਤੇ ਉਦੋਂ ਜਿਹੜੀ ਸਾਰਾ ਦੇਸ਼ ਹੈ ਉਹ ਇੱਕ ਡਿਪਰੈਸ਼ਨ ਦੇ ਦੌਰ ਚੋਂ ਗੁਜ਼ਰ ਰਿਹਾ। ਫਾਈਨੈਂਸ਼ੀਅਲ ਜਿਹੜਾ ਹੈਗਾ ਰਿਸੋਰਸਿਸ ਨੇ ਉਹ ਡਿਪਲੀਟ ਹੋ ਚੁੱਕੇ ਨੇ ਜੰਗ ਕਰਕੇ, ਇੰਡਸਟਰੀਜ਼ ਬੰਦ ਹੋਈਆਂ ਨੇ, ਸਾਰੇ ਮੁੰਡੇ ਤੇ ਚਲੇ ਗਏ ਨੇ, ਫੌਜ ਚਲੇ ਗਏ ਨੇ, ਫੌਜੀ ਨੇ ਉਹ। ਤੇ ਉਹਦੇ ਚ ਕੀ ਹੈਗਾ ਕਿ ਜਿਹੜਾ ਵੈਲਿਊ ਸਿਸਟਮ ਹੈ ਉਹ ਉਹੀ ਹੈ ਕਿ ਜਿਹੜਾ ਕਦੇ ਆਪਣਾ ਪਿੰਡਾਂ ਚ ਹੁੰਦਾ ਸੀਗਾ, ਹਾਲੇ 70ਵਿਆਂ ਚ ਆਪਾਂ ਹੌਲੀ ਆਪਾਂ ਵੀ ਦੇਖਦੇ ਹਾਂ ਕਿ ਉਹ ਵੀ ਡਿਪਲੀਟ ਹੋ ਰਿਹਾ ਉੱਥੋਂ। ਤੇ ਜਿਹੜਾ ਵੈਲਿਊ ਸਿਸਟਮ ਹੈ ਉਹੀ ਹੈ, ਇੱਕ ਦੂਜੇ ਦੇ ਉੱਪਰ ਡਿਪੈਂਡੈਂਸੀ। ਜੇ ਸਟ੍ਰੈਟਫੋਰਡ ਛੋਟਾ ਜਿਹਾ ਪਿੰਡ ਹੈ ਜਿੱਥੇ ਜਿਹੜਾ ਉਹਦੇ ਸਹੁਰਿਆਂ ਦਾ ਪਿੰਡ ਹੈ ਮਿਸਿਸ ਜੀ ਦੇ, ਤੇ ਉਹ ਛੋਟਾ ਜਿਹਾ ਪਿੰਡ ਇੱਕ ਦੂਜੇ ਤੇ ਡਿਪੈਂਡੈਂਟ ਹੈ। ਕਿਵੇਂ ਉਹ ਫਸਲ ਕੱਟਣ ਵੀ ਆ ਜਾਂਦੇ ਨੇ, ਨਾਲ ਦੇ ਫਾਰਮਰ ਉਹਦੀ ਕਟਵਾਉਣ ਆ ਜਾਂਦੇ ਨੇ, ਫਸਲ ਹੈਲਪ ਕਰਨ ਆ ਜਾਂਦੇ ਨੇ, ਤੇ ਜਨਾਨੀਆਂ ਉਹਦਾ ਖਾਣਾ ਵਾਣਾ ਜੋ ਲੈ ਕੇ ਜਾਣਾ ਹੁੰਦਾ, ਰੋਟੀ ਪਾਣੀ ਦਾ ਕਰਨਾ ਹੁੰਦਾ, ਉਹ ਕਰਦੀਆਂ ਨੇ। ਤੇ ਘਰ ਦੇ ਹੀ ਅਚਾਰ ਵਗੈਰਾ ਸਾਰਾ ਕੁਝ ਉਹਨਾਂ ਨੇ ਘਰ ਹੀ ਬਣਾਉਣਾ, ਸਾਰੇ ਸਾਲ ਵਾਸਤੇ ਰੱਖ ਲੈਣੇ ਨੇ ਬਣਾ ਕੇ। ਇਹ ਜਿਹੜਾ ਹੈਗਾ ਸੱਭਿਆਚਾਰ, ਤੁਹਾਨੂੰ ਪਤਾ ਤਾਂ ਇਵੋਲਵ ਹੁੰਦਾ ਨਾ, ਹੌਲੀ ਹੌਲੀ ਜਦ ਇਵੋਲਵ ਹੋਈ ਜਾਂਦਾ ਵਿਦ ਦਾ ਫਾਈਨੈਂਸ਼ੀਅਲ ਫਰੀडम। ਜਿੱਦਾਂ ਰਿਸੋਰਸਿਸ ਵੱਧਦੇ ਜਾਂਦੇ ਨੇ, ਸਾਡੀ ਡਿਪੈਂਡੈਂਸੀ ਘਟੀ ਜਾਂਦੀ ਹੈ, ਆਲੇ ਦੁਆਲੇ ਤੋਂ ਘਟੀ ਜਾਂਦੀ ਹੈ, ਸਾਡੇ ਗੁਆਂਢੀਆਂ ਤੋਂ ਘਟ ਜਾਂਦੀ ਹੈ। ਪਿੰਡਾਂ ਚ ਆਪਣੇ ਦੇਖਦੇ ਹੁੰਦਾ ਸੀ ਨਾ ਕਿ ਕਿਸੇ ਦਾ ਟਰੈਕਟਰ ਮੰਗ ਲਓ, ਕਿਸੇ ਦਾ ਸਾਈਕਲ ਮੰਗ ਲਓ, ਕਿਸੇ ਦੀ ਟਰਾਲੀ ਮੰਗ ਲਓ। ਅੱਜ ਕੱਲ ਕਿੰਨੇ ਕੁ ਲੋਕ ਮੰਗਦੇ ਨੇ, ਔਰ ਜਿੰਨਾ ਮੈਂ ਮੇਰੇ ਦੇਖਦੇ ਕਿ ਜਿੰਨਾ ਉਹ ਨਹੀਂ ਮੰਗਦੇ, ਇੱਕ ਦੂਜੇ ਤੇ ਨਹੀਂ ਡਿਪੈਂਡੈਂਟ ਹੈਗੇ, ਉਹਨਾਂ ਕੋ ਆਈਸੋਲੇਟ ਵੀ ਹੋ ਗਏ ਨੇ। ਬਿਲਕੁਲ, ਹਾਂਜੀ, ਬਿਲਕੁਲ ਠੀਕ ਗੱਲ ਆ। ਇਸੇ ਨਾਲ ਹੀ ਇੱਕ ਜੁੜਦੀ ਗੱਲ ਮੇਰੇ ਦਿਮਾਗ ਦੇ ਵਿੱਚ ਹੋਰ ਆ ਰਹੀ ਸੀਗੀ। ਇੱਕ ਜਦੋਂ ਵੀ ਅਸੀਂ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ, ਜਦੋਂ ਵੀ ਅਸੀਂ ਸੱਭਿਆਚਾਰਕ ਵੈਲਿਊਜ਼ ਦੀ ਗੱਲ ਕਰਦੇ ਹਾਂ, ਮੁੱਲ ਵਿਧਾਨ ਦੀ ਗੱਲ ਕਰਦੇ ਹਾਂ, ਚਾਹੇ ਉਹ ਅਸੀਂ ਪੰਜਾਬੀ ਸਮਾਜ ਦੇ ਵਿੱਚ ਕਰੀਏ ਜਾਂ ਜਿਵੇਂ ਅਸੀਂ ਤੁਹਾਡੀਆਂ ਕਹਾਣੀਆਂ ਦੇ ਵਿੱਚ ਦੇਖਦੇ ਹਾਂ ਉਹ ਯੂਰਪ ਦੇ ਵੱਖ-ਵੱਖ ਸੱਭਿਆਚਾਰਾਂ ਦੀ ਗੱਲ ਆ, ਪਰ ਕਿਤੇ ਨਾ ਕਿਤੇ ਜਿਹੜਾ ਸਾਰਾ ਮੁੱਲ ਵਿਧਾਨ ਜਾਂ ਸਾਰੀਆਂ ਕਦਰਾਂ ਕੀਮਤਾਂ ਦਾ ਭਾਰ ਆ ਔਰਤ ਦੇ ਮੋਢਿਆਂ ਤੇ ਪਾਇਆ ਜਾਂਦਾ ਹੈ। ਕਿਉਂਕਿ ਜਿਵੇਂ ਉਹ ਕੈਨੇਡਾ ਦੇ ਵਿੱਚੋਂ ਔਰਤਾਂ ਆਉਂਦੀਆਂ ਤਾਂ ਕਿਹਾ ਜਾਂਦਾ ਵੀ ਇਹਨਾਂ ਨੇ ਸਾਡੇ ਜਿਹੜੇ ਫੌਜੀ ਮੁੰਡੇ ਆ ਉਹ ਫਸਾ ਲਏ, ਹਨਾ। ਤਾਂ ਉਹ ਫਿਰ ਇੱਕ ਜਗ੍ਹਾ ਤੇ ਉਹਦਾ ਬਿਰਤਾਂਤ ਵੀ ਹੈ ਕਿ ਇੰਗਲੈਂਡ ਦੇ ਮੁੰਡਿਆਂ ਨਾਲ ਵੀ ਤੁਸੀਂ ਨਹੀਂ ਵਿਆਹ ਕਰਵਾਈਆਂ ਸੀ, ਤੁਹਾਡੀਆਂ ਕੁੜੀਆਂ ਵੀ ਤਾਂ ਗਈਆਂ ਸੀ। ਤਾਂ ਮੈਨੂੰ ਲੱਗਦਾ ਵੀ ਦੋਨੇ ਥਾਵਾਂ ਤੇ ਉਹ ਇਹ ਕਿਉਂ ਨਹੀਂ ਮੰਨਣ ਨੂੰ ਤਿਆਰ ਵੀ ਮਰਦ ਵੀ ਸਹਿਮਤ ਸੀ, ਜਾਂ ਉਹਨੂੰ ਉਸ ਸਮੇਂ ਦੇ ਵਿੱਚ ਸਾਥ ਦੀ ਲੋੜ ਸੀ, ਜਾਂ ਕਿਸੇ ਵੀ ਤਰ੍ਹਾਂ ਅਸੀਂ ਰੱਖ ਲਈਏ ਵੀ ਔਰਤ ਮਰਦ ਦੋਨਾਂ ਦਾ ਇੱਕ ਦੂਜੇ ਦੇ ਪੂਰਕ ਆ, ਤਾਂ ਅਸੀਂ ਬਰਾਬਰ ਦਾ ਭਾਰ ਕਿਉਂ ਨਹੀਂ ਦਿੰਦੇ? ਕਿਤੇ ਨਾ ਕਿਤੇ ਸਾਰੇ ਥਾਵਾਂ ਤੇ ਮੈਨੂੰ ਲੱਗਦਾ ਔਰਤ ਦੇ ਮੋਢਿਆਂ ਤੇ ਭਾਰ ਰੱਖਿਆ ਜਾਂਦਾ ਕਦਰਾਂ ਕੀਮਤਾਂ ਦਾ। ਅਜਿਹਾ ਕਿਉਂ? ਏਦਾਂ ਦਾ ਤੁਸੀਂ ਕੀ ਕਾਰਨ ਮੰਨਦੇ ਹੋ ਇਹਨਾਂ ਦਾ? ਤੇ ਇੱਕ ਸਾਡੇ ਨਾਲ ਦੇਵਤੀ ਬਬੂਟਾ ਜੀ ਜੁੜੇ ਆ, ਮੈਂ ਉਹਨਾਂ ਦਾ ਸਵਾਗਤ ਕਰਨਾ ਚਾਹੂੰਗਾ। ਹਾਂਜੀ, ਮੈਂ ਤਾਂ ਦੇਖੋ ਜੇ ਇੱਕ ਸ਼ਬਦ ਚ ਇਹ ਗੱਲ ਖਤਮ ਕਰਨੀ ਹੋਵੇ ਤਾਂ ਇਹਦੇ ਪਿੱਛੇ ਬਹੁਤ ਲੰਬਾ ਜਿਹੜਾ ਹੈਗਾ ਸਾਡਾ ਪੈਟਰੀਆਰਕੀ ਸਿਸਟਮ ਪਿਆ, ਇਹਦੇ ਪਿੱਛੇ ਪਿੱਤਰ ਸੱਤਾ ਉਹੀ ਕੰਮ ਕਰ ਰਹੀ ਹੁੰਦੀ ਹੈ ਕਿ ਜਦੋਂ ਜਿਹੜੀ ਵੀ ਹੈਗੀ ਗੱਲ ਦਾ ਦੋਸ਼ ਲਾਉਣਾ ਤੇ ਬੜਾ ਆਸਾਨ ਹੈ ਔਰਤ ਤੇ ਲਾਉਣਾ। ਤੇ ਪੈਟਰੀਆਰਕੀ ਜਿਹੜੀ ਹੈਗੀ ਹੈ, that's the culprit behind it, that's it। ਜੀ ਮੈਡਮ ਜੀ, ਇੱਕ ਮੈਡਮ ਤੁਹਾਡੀ ਕਹਾਣੀ ਆ ਜਿਹੜੀ ਕਾਸ਼ਨੀ ਸੁਪਨੇ, ਉਹਦੇ ਵਿੱਚ ਇੱਕ ਬਿਰਤਾਂਤ ਆਉਂਦਾ ਜਦੋਂ ਜਿਹੜੇ ਉਹ ਕਾਰਪੋਰੇਟ ਸੈਕਟਰ ਆ ਇੱਕ ਬਿਲਡਿੰਗਾਂ ਉਸਾਰਨ ਦਾ ਯਤਨ ਕਰ ਰਿਹਾ ਹੈ, ਉਹਨਾਂ ਦੇ ਘਰਾਂ ਦੇ ਕਰੀਬ ਜਿਹੜੇ ਉਹ ਜਿਵੇਂ ਤੁਸੀਂ ਪਹਿਲਾਂ ਕਹਿ ਕੇ ਹਟੇ ਵੀ ਜ਼ਮੀਨ ਜਿਹੜੀ ਸਾਡੇ ਇੱਥੇ ਪਈ ਆ ਖਾਲੀ, ਜਾਂ ਪਲਾਂਟ ਆ ਜਾਂ ਜੰਗਲ ਆ ਜੋ ਵੀ ਆ, ਪਰ ਜਿਹੜੇ ਲੋਕ ਆ ਉਹ ਚਾਹੇ ਮਿਸਜ ਗਿੱਲ ਆ, ਉਹ ਚਾਹੇ ਉਹ ਡਾਕਟਰ ਜਸਵੀਰ ਆ, ਜਾਂ ਉਹ ਜਿਹੜੀ ਉਸ ਜਗ੍ਹਾ ਦੀ ਕੋਈ ਨਗਰ ਨਿਗਮ ਆ ਜਾਂ ਕੌਂਸਲ ਆ, ਉਹਨੂੰ ਬਚਾਉਣ ਦੇ ਲਈ ਉਹ ਯਤਨਸ਼ੀਲ ਆ। ਉਹ ਕੋਸ਼ਿਸ਼ ਕਰ ਰਿਹਾ ਵੀ ਇੱਥੇ ਇਹਨੂੰ ਕੁਦਰਤੀ ਪ੍ਰਕਿਰਤੀ ਨੂੰ ਬਚਾਇਆ ਜਾ ਸਕੇ, ਜਾਂ ਜਿਵੇਂ ਉਹ ਕਹਿੰਦੀ ਆ ਵੀ ਮੈਨੂੰ ਤਾਂ ਜੰਗਲੀ ਫੁੱਲ ਵੀ ਵਧੀਆ ਲੱਗਦੇ ਆ, ਉਹ ਸਬਜ਼ੀਆਂ ਵੀ ਮੇਰੇ ਖਿਆਲ ਦੇ ਵਿੱਚ ਨਹੀਂ ਤੋੜਦੀ, ਉਹ ਪੰਛੀ ਖਾ ਜਾਂਦੇ ਆ। ਤਾਂ ਕੀ ਜਿਹੜਾ ਲੋਕ ਆ ਉਹ ਇੱਕ ਦੌਰ ਤੋਂ ਬਾਅਦ ਉਹਨਾਂ ਨੂੰ ਇਸ ਚੀਜ਼ ਦੀ ਸਮਝ ਲੱਗੀ ਆ ਵੀ ਉਦਯੋਗੀਕਰਨ ਦੇ ਕੀ ਨੁਕਸਾਨ ਆ, ਕਾਰਪੋਰੇਟ ਦੇ ਕੀ ਨੁਕਸਾਨ ਆ, ਜਾਂ ਉਹ ਲੋਕ ਪਹਿਲਾਂ ਤੋਂ ਹੀ ਸੁਚੇਤ ਸੀ, ਉਹਨਾਂ ਨੇ ਦੂਜੇ ਮੁਲਕਾਂ ਨੂੰ ਇਸ ਮਤਲਬ ਇੱਕ ਵਸਤੂ ਦੇ ਰੂਪ ਦੇ ਵਿੱਚ ਵਰਤਿਆ, ਸਾਧਨਾਂ ਦੇ ਤੌਰ ਤੇ ਵਰਤਿਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਵੀ ਕੀ ਉਹ ਕੈਨੇਡਾ ਦੇ ਜਾਂ ਇੰਗਲੈਂਡ ਦੇ ਲੋਕ ਪਹਿਲਾਂ ਤੋਂ ਹੀ ਸੁਚੇਤ ਸੀ, ਜਾਂ ਇਹ ਹੁਣ ਬਾਅਦ ਦੇ ਵਿੱਚ ਦੀ ਸਿਚੁਏਸ਼ਨ ਬਣੀ ਹੈ? ਇਹ ਪਤਾ ਨਹੀਂ, ਮੈਂ ਹੁਣ ਕਿ ਇਹ ਸਵਾਲ ਮੇਰੇ ਵਾਸਤੇ ਬੜਾ ਔਖਾ ਹੈ ਕਹਿਣਾ। ਇੰਨਾ ਜ਼ਰੂਰ ਹੈ ਕਿ
ਇਹਨਾਂ ਦੀ ਪਲੈਨਿੰਗ ਬੜੀ ਲੰਬੀ ਹੁੰਦੀ ਹੈ। ਜਿਵੇਂ ਇਹਨਾਂ ਦੇ ਆਪਣਾ ਫਾਰਮਸ ਵਗੈਰਾ ਨੇ, ਜਿਵੇਂ ਕਹਾਣੀ ਦੇ ਵਿੱਚ ਵੀ ਹੈਗਾ ਕਿ ਰੌਲਾ ਪੈ ਜਾਂਦਾ ਜਦੋਂ ਕਿਸੇ ਫਾਰਮ ਨੂੰ ਕਿਸੇ ਆਪਣਾ ਉਹਦੇ ਵਾਸਤੇ ਕਮਰਸ਼ੀਅਲ ਪ੍ਰੋਪਰਟੀ ਦੇ ਵਿੱਚ ਕਨਵਰਟ ਕਰਨ ਵਾਸਤੇ ਜਿਹੜਾ ਹੈਗਾ ਕੋਈ ਵਿਉਂਤਬੰਦੀ ਹੁੰਦੀ ਹੈ ਤੇ ਪਬਲਿਕ ਰੌਲਾ ਪਾ ਦਿੰਦੀ ਹੈ। ਈਵਨ ਰੀਸੈਂਟਲੀ ਸਾਡੇ ਸ਼ਹਿਰ ਦੇ ਵਿੱਚ ਇੱਕ ਗੋਲਫ ਕੋਰਸ ਹੈ, ਬੜਾ ਪੁਰਾਣਾ ਗੋਲਫ ਕੋਰਸ ਹੈ ਉਹ ਐਰੋਡੇਲ, ਤੇ ਉਹਨੂੰ ਹੁਣ ਉੱਥੇ ਮਲਟੀਪਲੈਕਸ ਬਣਾਉਣ ਲੱਗੇ ਸੀਗੇ। ਲੋਕਾਂ ਨੇ ਰੌਲਾ ਪਾ ਕੇ 2-3 ਸਾਲ ਪਟੀਸ਼ਨ ਉੱਥੇ ਖੜੇ ਹੋ ਕੇ ਆਪਣੇ ਬੈਨਰ ਲੈ ਕੇ ਉਹਨਾਂ ਨੇ ਰੁਕਵਾ ਲਿਆ, ਡਿਵੈਲਪਮੈਂਟ ਰੁਕਵਾ ਲਈ ਉਹਨਾਂ ਨੇ, ਲੋਕਾਂ ਨੇ। ਜੀ ਤਾਂ ਮੈਨੂੰ ਲੱਗਦਾ ਵੀ ਅਸੀਂ ਕਹਿ ਸਕਦੇ ਹਾਂ ਵੀ ਜਿਹੜੀਆਂ ਸਰਕਾਰਾਂ ਉਹ ਚਾਹੇ ਯੂਰਪ ਦੀਆਂ ਜਾਂ ਸਾਡੇ ਇੱਧਰ ਏਸ਼ੀਆ ਦੀਆਂ, ਸਾਰੀਆਂ ਕਿਤੇ ਨਾ ਕਿਤੇ ਉਹ ਸਾਧਨਾਂ ਨੂੰ ਹੜੱਪਣ ਦੇ ਵੱਲ ਅਗਰ ਉਹ ਲੋਕਾਂ ਦੀ ਸੁਚੇਤਤਾ ਹੈ, ਲੋਕਾਂ ਦੇ ਯਤਨ ਆ ਜੇ ਉਹ ਉਹਨੂੰ ਬਚਾ ਪਾ ਰਹੇ ਆ ਤਾਂ ਅਗਲਾ ਸਵਾਲ ਇਸੇ ਕਹਾਣੀ ਦੇ ਵਿੱਚ ਹੀ ਆ। ਜਿਵੇਂ ਡਾਕਟਰ ਜਸਵੀਰ ਤੇ ਮਿਸ ਜੋ ਗਿੱਲ ਆ, ਤਕਰੀਬਨ ਉਹ ਬੁਢਾਪੇ ਦੇ ਵਿੱਚ ਪਹੁੰਚ ਜਾਂਦੇ ਆ। ਜਿਹੜਾ ਉਹ ਮਿਸੇਜ ਗਿੱਲ ਦਾ ਜਿਹੜਾ ਘਰ ਵਾਲਾ ਹੈ ਉਹ ਕੁਝ ਸਮਾਂ ਪਹਿਲਾਂ, ਜਾਂ ਉਹ ਜਿਵੇਂ ਕਹਿੰਦੀ ਹੈ ਵੀ ਮੈਨੂੰ ਉਮੀਦ ਨਹੀਂ ਸੀ ਇੰਨਾ ਜਲਦੀ ਉਹ ਚਲਾ ਜਾਊਗਾ। ਫਿਰ ਉਹ ਐਂਡ ਤੇ ਜਿਹੜੀ ਉਹਦੀ ਸਵਾਟਰ ਜਾਂ ਉਹ ਜਸਵੀਰ ਨੂੰ ਜਿਹੜੀਆਂ ਪਿੰਨੀਆਂ ਦਾ ਦੇਣਾ, ਮਤਲਬ ਕਿਤੇ ਨਾ ਕਿਤੇ ਜਿਹੜੀ ਅਕਾਲਤਾ ਨੂੰ ਭਰਨ ਦੇ ਲਈ ਉਹ ਜਸਵੀਰ ਦੇ ਵੱਲ ਅਟਰੈਕਟ ਹੋ ਰਹੀ ਆ। ਤਾਂ ਕੀ ਇਹ ਅਕਾਲਤਾ ਪ੍ਰਵਾਸ ਦੇ ਵਿੱਚ ਸਿਰਫ ਬੁਢੇਪੇ ਦੇ ਵਿੱਚ ਹੀ ਆ, ਜਾਂ ਕਿਤੇ ਨਾ ਕਿਤੇ ਨੌਜਵਾਨਾਂ ਦੇ ਵਿੱਚ ਜਾਂ ਪਰਿਵਾਰਾਂ ਦੇ ਵਿੱਚ ਵੀ ਇਹ ਮੌਜੂਦ ਆ? ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਕੀ ਅਕਾਲਤਾ ਬੁਢਾਪੇ ਦੇ ਵਿੱਚ ਹੀ ਆ ਰਹੀ ਹੈ, ਜਾਂ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਸਾਰੇ ਸੈਲਫ ਸੈਂਟਰਡ ਹੋ ਰਹੇ ਆ ਬੱਚੇ, ਵੀ ਉਹ ਕਿਤੇ ਨਾ ਕਿਤੇ ਹਰੇਕ ਉਮਰ ਦੇ ਵਿੱਚ ਹੀ ਪਈ ਆ? ਹਾਂਜੀ, ਪਈ ਤਾਂ ਕਿਤੇ ਨਾ ਕਿਤੇ ਹਰੇਕ ਉਮਰ 'ਚ ਹੀ ਹੈ, ਪਰ ਬੁਢਾਪੇ 'ਚ ਜਾ ਕੇ ਕੀ ਹੁੰਦਾ ਕਿ ਤੁਹਾਡਾ ਜਿਹੜਾ ਸਰਕਲ ਹੈਗਾ, ਦੋਸਤਾਂ ਦਾ ਸਰਕਲ ਹੈ, ਉਹ ਵੀ ਘੱਟ ਜਾਂਦਾ। ਜਿਵੇਂ ਉਹ ਆਪਣੀ ਆਪਣਾ ਜਿਹੜੀ ਕਹਾਣੀਆਂ 'ਚ ਪਹਿਲਾਂ ਹੀ ਕਹਿੰਦੀਆਂ ਨੇ ਵੀ ਜ਼ਿਆਦਾ ਕਈ ਆਪਣੇ ਜਿਹੜੇ ਹੈਗੇ ਨੇ ਬੱਚਿਆਂ ਦੇ ਨਾਲ ਚਲੇ ਗਏ ਨੇ, ਆਪਣੇ ਦੋਤਿਆਂ ਪੋਤਿਆਂ ਨੂੰ ਉਹ ਇੰਜੋਏ ਕਰ ਰਹੇ ਨੇ ਜਾ ਕੇ, ਤੇ ਮੇਰੇ ਸ਼ਹਿਰ 'ਚ ਹੈ ਵੀ ਕੌਣ। ਆਹ ਜਿਹੜੀ ਚੀਜ਼ ਹੈ ਜਿੱਥੇ ਤੁਸੀਂ ਆਪਣੇ ਦੋਸਤਾਂ ਦੇ ਘਰ ਜਾ ਕੇ ਜਿੱਥੇ ਚਾਹ ਦਾ ਕੱਪ ਪੀਣਾ ਹੁੰਦਾ, ਜਾ ਕੇ ਗੱਪਾਂ ਮਾਰਨੀਆਂ ਹੁੰਦੀਆਂ ਨੇ, ਕਦੇ ਮਿਲਣ ਜਾਣਾ ਹੁੰਦਾ, ਤੁਹਾਡਾ ਮਨ ਕੁਝ ਹੋਰ ਹੋ ਜਾਂਦਾ, ਉਹ ਵੀ ਡਿਵਿੰਡਲ ਹੁੰਦੇ ਜਾਂਦੇ ਨੇ ਉਹ ਏਜ ਦੇ ਉੱਪਰ ਜਾ ਕੇ। ਜੀ, ਤੇ ਉਹ ਅਕਾਲਤਾ ਦਾ ਇੱਕ ਬੜਾ ਭਿਆਨਕ ਰੂਪ ਹੈ, ਜਿੱਥੇ ਜਿਹੜੇ ਤੁਹਾਡੇ ਦੋਸਤ ਨੇ ਜਾਂ ਕਈ ਵਾਰ ਆਪਣਾ ਕੀ ਕਹਿੰਦਾ ਵੈਸੇ ਹੀ ਉਤਰ ਜਾਂਦੇ ਨੇ ਕਿਸੇ ਬਿਮਾਰੀ ਕਰਕੇ ਜਾਂ ਕੁਛ, ਤੇ ਉਹ ਜਿਹੜੀ ਅਕਾਲਤਾ ਹੈਗੀ ਆ ਉਹ ਇੰਨੀ ਕੁ ਭਿਆਨਕ ਹੁੰਦੀ ਹੈ ਕਿ ਤੁਸੀਂ ਉਹਦਾ ਕੁਛ ਨਹੀਂ ਕਰ ਸਕਦੇ। ਬੱਚਿਆਂ ਨੇ ਜਿਹੜੀ ਹੈਗੇ ਜਿਹਨਾਂ ਨੂੰ ਜੌਬ ਆਫਰ ਜਾਪਾਨ ਤੋਂ ਆ ਗਈ, ਉਹ ਤਾਂ ਜਾਪਾਨ ਤੁਰ ਜਾਣਗੇ। ਉਹਨਾਂ ਨੇ ਕਿਉਂਕਿ ਪਹਿਲਾਂ ਉਹਨਾਂ ਨੇ ਆਪਣਾ ਕਰੀਅਰ, ਆਪਣਾ ਫਿਊਚਰ ਦੇਖਣਾ, ਉਹਨਾਂ ਨੇ 1 ਮਿੰਟ ਵਾਸਤੇ ਵੀ ਨਹੀਂ ਸੋਚਣਾ ਕਿ ਪਿੱਛੋਂ ਮਮ ਯੂ ਟੇਕ ਕੇਅਰ ਆਫ ਯੋਰਸੈਲਫ, ਇੰਨਾ ਹੀ ਕਹਿਣਾ ਉਹਨਾਂ ਨੇ, ਯੂ ਟੇਕ ਕੇਅਰ ਆਫ ਯੋਰਸੈਲਫ। ਪਰ ਇੰਨਾ ਕਹਿਣ ਦੇ ਨਾਲ ਟੇਕ ਕੇਅਰ ਨਹੀਂ ਨਾ ਹੋ ਜਾਂਦਾ, ਟੇਕ ਕੇਅਰ ਵਾਸਤੇ ਤਾਂ ਬਹੁਤ ਕੁਝ ਚਾਹੀਦਾ ਹੁੰਦਾ। ਤੇ ਜੀ ਬਿਲਕੁਲ, ਹਾਂਜੀ, ਏਦਾਂ ਦੀ ਅਕਾਲਤਾ ਹੈ। ਜੀ ਮੈਡਮ, ਮਤਲਬ ਅਕਾਲਤਾ ਕਿਤੇ ਨਾ ਕਿਤੇ ਉਹ ਪੂੰਜੀਵਾਦ ਨੇ ਜਾਂ ਸਰਮਾਏਦਾਰੀ ਨੇ, ਜਿਵੇਂ ਡਾਕਟਰ ਹਰਿੰਦਰ ਜੀ ਕਹਿ ਰਹੇ ਸੀਗੇ, ਉਹ ਸਾਡੇ ਜੀਵਨ ਦੇ ਵਿੱਚ ਭਰ ਕੇ ਲਿਆਂਦੀ ਹੈ ਪੂਰੀ ਤਰ੍ਹਾਂ। ਪਰ ਮੇਰੇ ਖਿਆਲ 'ਚ ਜਿਵੇਂ ਤੁਸੀਂ ਕਹਿ ਰਹੇ ਹੋ, ਉਹਦਾ ਅਹਿਸਾਸ ਬੁਢਾਪੇ ਦੇ ਵਿੱਚ ਜਾ ਕੇ ਹੁੰਦਾ, ਕਿਉਂਕਿ ਉਹ ਪਹਿਲਾਂ ਕਿਤੇ ਨਾ ਕਿਤੇ ਮਨੁੱਖ ਉਹ ਪੈਸੇ ਦੀ ਹੋੜ ਦੇ ਵਿੱਚ ਜਾਂ ਅਹੁਦਿਆਂ ਦੀ ਦੌੜ ਦੇ ਵਿੱਚ ਕਿਤੇ ਨਾ ਕਿਤੇ ਭੱਜਦਾ ਰਹਿੰਦਾ। ਤਾਂ ਜਦੋਂ ਉਹਦੀ ਜ਼ਿੰਦਗੀ 'ਚ ਠਹਿਰਾਅ ਆਉਂਦਾ ਤਾਂ ਮੈਨੂੰ ਲੱਗਦਾ ਉਹ ਅਕਾਲਤਾ ਉਹਦੇ ਸਾਹਮਣੇ ਪ੍ਰਤੱਖ ਹੋ ਜਾਂਦੀ ਹੈ। ਤਾਂ ਅਗਲਾ ਮੈਡਮ ਸਵਾਲ ਜਿਹੜਾ ਇੱਕ ਮੇਰਾ ਤੁਹਾਡੀ ਨਾਈਟ ਲਾਈਫ ਕਹਾਣੀ ਦੇ ਬਾਰੇ ਆ, ਉਹਦੇ 'ਚ 2 ਤਰ੍ਹਾਂ ਦੇ ਕਰੈਕਟਰ ਬਿਲਕੁਲ ਪੈਰਲਲ ਚੱਲਦੇ ਆ ਇੱਕ ਦੂਜੇ ਦੇ ਸਮਾਂਤਰ। ਇੱਕ ਤਾਂ ਉਹ ਬੱਚੀ ਆ ਜਿਹਦਾ ਜਿਹੜਾ ਪੇਰੈਂਟਸ ਦਾ ਬੈਕਗਰਾਉਂਡ ਇੰਡੀਅਨ ਆ, ਪੰਜਾਬ ਤੋਂ ਆ, ਉਹਦੇ ਪਿਓ ਜਿਹੜੇ ਉਹਨੂੰ ਵਰਜਦੇ ਆ, ਝਟਕਦੇ ਆ, ਬਾਹਰ ਜਾਣ ਤੋਂ ਰੋਕਦੇ ਆ, ਮਨਾਹੀ ਕਰਦੇ ਆ, ਜਾਂ ਜਿਵੇਂ ਉਹ ਕਹਿੰਦੀ ਮੈਂ ਪਾਰਟੀ ਤੇ ਜਾਣਾ ਸੀ, ਉਹਦਾ ਜਿਹੜਾ ਸ਼ਾਇਦ ਕੋਈ ਦੋਸਤ ਸਾਈਮਨ ਨਾਂ ਦਾ, ਜਿਹਦੇ ਨਾਲ ਉਹਦੀ ਕੋਈ ਪਿਆਰ ਦੀ ਸਾਂਝ ਬਰਕਰਾਰ ਆ। ਉਹਦੇ ਬਰਾਬਰ ਹੀ ਇੱਕ ਹੋਰ ਉਹਦੀ ਸਹੇਲੀ ਆ ਜਿਹਦਾ ਬੈਕਗਰਾਉਂਡ ਮੇਰੇ ਖਿਆਲ ਦੇ ਵਿੱਚ ਪੰਜਾਬ ਤੋਂ ਨਹੀਂ, ਉਹ ਹੋਰ ਸੱਭਿਆਚਾਰ ਦੇ ਵਿੱਚੋਂ ਆਉਂਦੀ ਆ। ਤਾਂ ਉਹਦੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਉਹਨੂੰ ਵਰਜਨਾ ਨਹੀਂ। ਪਰ ਜਦੋਂ ਅਸੀਂ ਕਹਾਣੀ ਦੇ ਵਿੱਚ ਦੇਖਦੇ ਹਾਂ ਜਿਹਨੂੰ ਜ਼ਿਆਦਾ ਰੋਕਿਆ ਟੋਕਿਆ ਜਾ ਰਿਹਾ, ਜਾਂ ਜਿਹਨੂੰ ਅਸੀਂ ਕਹਿ ਲਈਏ ਜ਼ਿਆਦਾ ਸੰਭਾਲ ਕੇ ਰੱਖਿਆ ਜਾ ਰਿਹਾ ਹੈ, ਉਹਦਾ ਜੀਵਨ ਅੱਗੇ ਜ਼ਿਆਦਾ ਦੁਰਦਸ਼ਾ ਵੱਲ ਜਾਂ ਕਹਿ ਲਓ ਜ਼ਿਆਦਾ ਡੂੰਘੀ ਖਾਈ ਵੱਲ ਧੱਸ ਜਾਂਦਾ। ਤੇ ਜਿਹਨੂੰ ਕਿਤੇ ਨਾ ਕਿਤੇ ਖੁੱਲ੍ਹਾ ਛੱਡਿਆ ਜਾਂਦਾ, ਉਹ ਚਲੋ ਉਹਦੇ ਜਿੰਨਾ ਮਾੜਾ ਤਾਂ ਨਹੀਂ ਹੁੰਦਾ, ਪਰ ਉਹ ਵੀ ਕਿਤੇ ਨਾ ਕਿਤੇ ਨਸ਼ਿਆਂ ਦੇ ਵੱਲ, ਡਰੱਗਸ ਦੇ ਵੱਲ ਜਾ ਰਿਹਾ। ਤਾਂ ਇਹਦੇ ਪਿੱਛੇ ਤੁਸੀਂ ਜਾਂ ਜਿਵੇਂ ਉਹ ਇੱਕ ਸੈਕਸੁਅਲ ਜਾਂ ਜਿਸਮਾਨੀ ਜਿਹੜੇ ਰਿਸ਼ਤੇ ਆ ਉਹਨਾਂ ਦੇ ਵੀ ਉਹ ਬੜੀ ਖੁੱਲ੍ਹ ਮੰਨਦੇ ਆ। ਤਾਂ ਇਸ ਚੀਜ਼ ਨੂੰ ਤੁਸੀਂ ਬਤੌਰ ਸਾਹਿਤਕਾਰ ਕਿਵੇਂ ਦੇਖਦੇ ਹੋ? ਹਾਂਜੀ, ਹਰੇਕ ਕਲਚਰ ਦੇ ਜਿਵੇਂ ਆਪਾਂ ਕਹਿੰਦੇ ਨਾ ਕਿ ਡਰਾਬੈਕਸ ਵੀ ਹੁੰਦੇ ਨੇ, ਪਲੱਸ ਐਂਡ ਮਾਈਨਸ ਹੁੰਦੇ ਨੇ ਹਰੇਕ ਕਲਚਰ ਦੇ। ਇਹ ਕਲਚਰ ਜਿਹੜਾ ਹੈਗਾ, ਜਿਹੜਾ ਇੱਕ ਹਿਊਮਨ ਬੀਇੰਗ ਨੂੰ ਫੁੱਲ ਫਰੀਡਮ, ਅਟਮੋਸਟ ਫਰੀਡਮ ਦੀ ਹਾਮੀ ਭਰਦਾ ਹੈ,
ਉਹ ਕਿਤੇ ਨਾ ਕਿਤੇ ਜਾ ਕੇ ਘਾਤਕ ਵੀ ਬਣਦੀ ਹੈ। ਉਹ ਫਰੀडम ਹੈ ਜਿਹੜੀ ਬੱਚੇ ਜਿਹੜੇ ਹੈਗੇ ਨੇ, ਤੁਸੀਂ ਬੱਚਿਆਂ ਨੂੰ ਜੇ ਆਪਣਾ ਚਲੋ ਝਿੜਕਣਾ ਤੱਕ ਤਾਂ ਠੀਕ ਹੈ ਕਿ ਤੁਸੀਂ ਕਦੇ ਮਾੜਾ ਜਿਹਾ ਕਿਸੇ ਥੱਪੜ ਵੀ ਲੱਗ ਗਿਆ ਤੇ ਉਹ ਜਾ ਕੇ ਦੱਸ ਸਕਦਾ, ਆਪਣੇ ਟੀਚਰ ਨੂੰ ਦੱਸ ਸਕਦਾ, ਆਪਣੇ ਕਾਉਂਸਲਰ ਨੂੰ ਦੱਸ ਸਕਦਾ, ਉਹ ਅੱਗੋਂ ਐਕਸ਼ਨ ਲੈ ਸਕਦੇ ਨੇ। ਸੋ ਇਹਦੇ ਚ ਜਿਹੜੀ ਪੇਰੈਂਟਸ ਦੀ ਇੱਕ ਤਰ੍ਹਾਂ ਦਾ ਹੋਲਡ ਹੁੰਦਾ ਬੱਚੇ ਦੇ ਉੱਪਰ, ਜਿਹੜਾ ਹੱਕ ਹੁੰਦਾ, ਉਹ ਹੌਲੀ ਹੌਲੀ ਘਟਦਾ ਜਾਂਦਾ ਔਰ ਬੱਚਾ ਵੀ ਮਹਿਸੂਸ ਕਰ ਲੈਂਦਾ, ਕਿਉਂਕਿ ਬੱਚੇ ਝੱਟ ਆਪਣੇ ਪੇਰੈਂਟਸ ਜਦੋਂ ਕਹਿ ਦਿੰਦੇ ਨੇ ਮੈਂ ਹੁਣੇ 911 ਕਾਲ ਕਰਨ ਲੱਗਾ, ਉਹ ਪੇਰੈਂਟਸ ਜਿਹੜੇ ਉੱਥੇ ਹੀ ਚੁੱਪ ਕਰ ਜਾਂਦੇ ਨੇ ਕਿ ਇਹਨੇ ਤਾਂ ਕਰ ਵੀ ਦੇਣਾ। ਔਰ ਮੋਸਟਲੀ ਕੀਤਾ ਵੀ ਹੈ, ਬੱਚਿਆਂ ਨੇ ਕਰ ਵੀ ਦਿੰਦੇ ਨੇ। ਉਹ ਕੱਲਾ ਦੀ ਐਵੇਂ ਫੋਕੀ ਧਮਕੀ ਨਹੀਂ ਹੁੰਦੀ, ਮੋਸਟਲੀ ਕਰ ਹੀ ਦਿੰਦੇ ਨੇ ਔਰ ਦੱਸਦੇ ਹੀ ਨਹੀਂ ਹੈਗੇ, ਕਰ ਹੀ ਦਿੰਦੇ ਨੇ ਕਿ ਸਾਡੇ ਕੋਲ ਮੈਨੂੰ ਅੱਜ ਥੱਪੜ ਮਾਰਿਆ। ਸੋ ਇਹਦੇ ਵਿੱਚ ਜਿਹੜੇ ਅੱਗੇ ਨੁਕਸਾਨ ਨੇ, ਕਿਉਂਕਿ ਮੇਰਾ ਖਿਆਲ ਹਾਲੇ ਹਿਊਮਨ ਬੀਇੰਗ ਇੰਨੀ ਫਰੀडम ਦੇ ਕਾਬਲ ਨਹੀਂ ਹੋਇਆ ਕਿ ਉਹ ਇੰਨੀ ਫਰੀडम ਨੂੰ ਹੈਂਡਲ ਕਰ ਸਕੇ। ਹਾਲੇ ਅਸੀਂ ਇਵੋਲਵ ਹੋ ਰਹੇ ਹਾਂ, ਆਪਣੀ ਜਿਹੜੀ ਹੈਗੀ ਹੈ ਆਪਣੀ ਸਟੇਜ, ਇਵੋਲਵਿੰਗ ਸਟੇਜ ਦੇ ਵਿੱਚ ਅਸੀਂ, ਤੇ ਇੰਨੀ ਫਰੀडम ਅਸੀਂ ਹਾਲੇ ਹੈਂਡਲ ਨਹੀਂ ਕਰ ਸਕਦੇ ਜਿਹੜੀ ਕਿ ਸਾਨੂੰ ਦੇ ਦਿੱਤੀ ਜਾਂਦੀ ਹੈ। ਤੇ ਇਹਦੇ ਤੁਸੀਂ ਕਹਾਣੀ ਚ ਪੜ੍ਹਿਆ ਹੀ ਹੋਣਾ ਕਿ ਬੱਚਾ ਕਹਿੰਦਾ ਕਿ ਮੈਂ ਤਾਂ ਆਪਣੇ ਪੇਰੈਂਟਸ ਨੂੰ ਡਿਵੋਰਸ ਕਰਨਾ। ਜੀ ਮੈਂ ਚੱਲਿਆ ਵਕੀਲ ਦੇ ਨਾਲ। ਜੀ ਬਿਲਕੁਲ ਬਿਲਕੁਲ, ਹਾਂਜੀ ਬਿਲਕੁਲ ਮੈਡਮ, ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਅਗਲਾ ਸਵਾਲ ਮੈਡਮ ਡਾਕਟਰ ਰੁਪਿੰਦਰ ਕੌਰ ਜੀ ਆ, ਉਹ ਆਪਣਾ ਸਵਾਲ ਰੱਖ ਸਕਦੇ ਆ। ਕੋਈ ਗੱਲ ਨਹੀਂ ਮੈਡਮ, ਜੇ ਤੁਸੀਂ ਆਪਣਾ ਕੈਮਰਾ ਨਹੀਂ ਔਨ ਕਰ ਸਕਦੇ ਤਾਂ ਕੋਈ ਗੱਲ ਨਹੀਂ, ਤੁਸੀਂ ਖੁਦ ਆਪਣਾ ਸਵਾਲ ਰੱਖੋ, ਮੈਡਮ ਜੀ ਨਾਲ ਮੁਖਾਤਬ ਹੋ ਸਕਦੇ ਹੋ। ਮੈਡਮ ਰੁਪਿੰਦਰ ਕੌਰ ਜੀ। ਹਾਂਜੀ ਜੀ ਸਰ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਮੇਰੀ ਆਵਾਜ਼ ਆ ਰਹੀ ਹੈ ਜੀ? ਬਿਲਕੁਲ ਮੈਮ, ਮੇਰਾ ਸਾਫ਼ ਆ ਰਹੀ ਹੈ ਨਾਮ ਜਿਵੇਂ ਰੁਪਿੰਦਰ ਹੈ। ਤੁਸੀਂ ਪਹਿਲੇ ਜਿਵੇਂ ਪ੍ਰਵਾਸੀ ਕਹਾਣੀਕਾਰ ਹੋ, ਜਿਨ੍ਹਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ, ਬੜੀ ਖੁਸ਼ੀ ਹੋਈ ਜੀ। ਮੇਰਾ PhD ਦਾ ਟੌਪਿਕ ਰਿਹਾ ਹੈ ਪ੍ਰਵਾਸੀ, ਮਤਲਬ ਨਾਵਲ ਸੀਗੇ ਮੇਰੇ ਕੋਲ। ਜਿਵੇਂ ਮੈਡਮ ਆਪਾਂ ਮਤਲਬ ਪੜ੍ਹਦੇ ਹਾਂ ਵੀ ਜਿਹੜੀ ਪ੍ਰਵਾਸੀ ਔਰਤ ਆ, ਪਹਿਲੀ ਪੀੜ੍ਹੀ ਦੀ ਆ, ਵੀ ਉਹਦੀ ਵਿਚਾਰਧਾਰਾ ਦੇ ਵਿੱਚ ਮਤਲਬ ਫਰਕ ਰਿਹਾ ਹੈ। ਮਤਲਬ ਇੱਕ ਨੂੰਹ ਦੇ ਲਈ ਉਹਨਾਂ ਲਈ ਹੋਰ ਪੈਰਾਮੀਟਰ ਨੇ, ਇੱਕ ਧੀ ਲਈ ਹੋਰ ਨੇ। ਤੇ ਕੀ ਤੁਹਾਨੂੰ ਵੀ ਲੱਗਦਾ ਵੀ ਤੁਹਾਡੇ ਹੁਣ ਵੀ ਸਮਕਾਲ ਦੇ ਵਿੱਚ ਏਦਾਂ ਦਾ ਕੁਛ ਦੇਖਣ ਨੂੰ ਮਿਲਦਾ ਤੁਹਾਨੂੰ? ਤੇ ਇਹਦੇ ਨਾਲ ਹੀ ਇੱਕ ਸਵਾਲ ਇਹ ਆ ਵੀ ਜਿਵੇਂ ਹੁਣ ਪੀੜ੍ਹੀ ਪਾੜਾ ਵੀ ਵੱਧ ਰਿਹਾ ਇੱਕ, ਵੀ ਜਿਹੜੇ ਹੁਣ ਬੱਚੇ ਨੇ ਵੀ ਇੱਕ ਜਿਹੜੇ ਆਪਣੇ ਪੰਜਾਬੀ ਨੇ, ਉਹਨਾਂ ਨੂੰ ਡਰ ਰਹਿੰਦਾ ਵੀ ਸਾਡਾ ਬੱਚਾ ਕਿਸੇ ਗੋਰੇ ਨਾਲ ਜਾਂ ਕਾਲੇ ਨਾਲ ਵਿਆਹ ਨਾ ਕਰਾ ਲਵੇ, ਜਾਂ ਉਹ ਜਿਵੇਂ ਮਦਰ ਦਾ, ਜਿਵੇਂ ਤੁਹਾਡੀ ਆਹੋਤ ਰੂਥ ਕਹਾਣੀ ਦੇ ਵਿੱਚ ਹੈਗੀ ਆ ਵੀ ਸਿੰਘ ਮਦਰ ਆ, ਕਿਰਨ ਸ਼ਾਇਦ। ਮੇਰੇ ਸਵਾਲ ਦਿਮਾਗ ਚ ਆ ਰਿਹਾ ਸੀਗਾ ਵੀ ਕੀ ਤੁਸੀਂ ਮੈਡਮ ਰੁਪਿੰਦਰ ਜੀ, ਤੁਹਾਡਾ ਥੋੜਾ ਜਿਹਾ ਸਵਾਲ ਮਗਰੋਂ ਮਿਸ ਹੋ ਗਿਆ, ਜੇ ਰਿਪੀਟ ਕਰ ਸਕੋ ਤਾਂ। ਆਵਾਜ਼ ਨਹੀਂ ਆਈ ਮੈਡਮ, ਸਵਾਲ ਦੁਬਾਰਾ ਰਿਪੀਟ ਕਰ ਦਿਓ ਆਪਣਾ। ਮੈਮ, ਮੇਰਾ ਇਹੀ ਸਵਾਲ ਸੀਗਾ ਵੀ ਜਿਹੜਾ ਇੱਕ ਪੀੜ੍ਹੀ ਪਾੜਾ ਹੈ ਵੱਧ ਰਿਹਾ ਬੱਚਿਆਂ ਚ ਵੀ ਤੇ ਪੇਰੈਂਟਸ ਵੀ ਬੱਚੇ ਨੇ ਜਿਹੜੇ ਪੱਛਮੀ ਸੱਭਿਆਚਾਰ ਵੱਲ ਨੇ, ਤੇ ਮਤਲਬ ਪੇਰੈਂਟਸ ਨੇ ਉਹ ਪੰਜਾਬ ਨਾਲ ਵੀ ਪੰਜਾਬੀ ਸੱਭਿਆਚਾਰ ਨਾਲ ਵੀ ਜੋੜੀ ਰੱਖਣਾ ਚਾਹੁੰਦੇ ਨੇ ਬੱਚਿਆਂ ਨੂੰ, ਤੇ ਮਤਲਬ ਉਹ ਪੈਰਲਲ ਰੱਖਣਾ ਚਾਹੁੰਦੇ ਨੇ ਵੀ ਇੱਥੇ ਵੀ ਇੱਧਰ ਦੀ ਲਾਈਫ ਨੂੰ ਵੀ ਤੁਸੀਂ ਲੈ ਕੇ ਚੱਲੋ। ਤੇ ਮਤਲਬ ਪਰ ਜਿਹੜੇ ਬੱਚੇ ਨੇ ਉਹ ਪੱਛਮੀ ਸੱਭਿਆਚਾਰ ਨੂੰ ਹੀ ਜ਼ਿਆਦਾ ਅਹਿਮੀਅਤ ਦਿੰਦੇ ਨੇ। ਕੀ ਤੁਸੀਂ ਏਦਾਂ ਦੇਖਦੇ ਹੋ? ਤੇ ਇੱਕ ਮੇਰਾ ਇਹ ਸਵਾਲ ਸੀਗਾ ਵੀ ਨੂੰਹ ਤੇ ਧੀ ਲਈ ਅਲੱਗ-ਅਲੱਗ ਜਿਹੜੇ ਨੇ ਰੱਖੇ ਜਾਂਦੇ ਨੇ, ਵੀ ਨੂੰਹ ਨੂੰ ਤਾਂ ਆਪਾਂ ਕਹਿੰਦੇ ਆ ਵੀ ਤੂੰ ਥੋੜ੍ਹੀ ਜਿਹੀ ਮਰਿਆਦਾ 'ਚ ਰਹਿਣਾ ਏ, ਬਾਹਰਲੇ ਜਿੰਨੇ ਕੁ ਮੈਂ ਨਾਵਲ ਪੜ੍ਹੇ ਨੇ, 1-2 ਨਾਵਲ 'ਚ ਉਹਦਾ ਜ਼ਿਕਰ ਆਉਂਦਾ ਏ ਵੀ ਪਰ ਧੀ ਨੂੰ ਪੂਰੀ ਖੁੱਲ੍ਹ ਦਿੱਤੀ ਜਾਂਦੀ ਆ। ਕੀ ਤੁਸੀਂ ਵੀ ਏਦਾਂ ਦਾ ਕੁਛ ਦੇਖਿਆ ਆਪਣੇ, ਜਿੰਨਾ ਕੁ ਤੁਸੀਂ ਵਿਚਰੇ ਹੋ? ਨਹੀਂ, ਜਦੋਂ ਦੀ ਮੈਂ ਇੱਥੇ ਆਈ ਹਾਂ, ਮੈਨੂੰ ਹੁਣ 27 ਸਾਲ ਹੋ ਗਏ ਨੇ ਆਏ ਨੂੰ, ਤੇ ਸ਼ੁਰੂ ਚ ਸ਼ਾਇਦ ਮੈਂ ਦੇਖਿਆ ਹੋਵੇ ਕੁਛ ਏਦਾਂ ਦਾ ਵਰਤਾਰਾ ਕਿ ਜਿੱਥੇ ਨੂੰਹ ਸੱਸ ਦਾ ਹੈ ਆਪਸ ਚ ਜਿਹੜੀ ਹੈਗੀ ਕਨਫਲਿਕਟ ਹੈ। ਪਰ ਮੇਰੇ ਦੇਖਦੇ ਹੀ ਸਭ ਕਾਫੀ ਕੁਛ ਜਿਹੜਾ ਹੈਗਾ ਚੇਂਜ ਹੋ ਗਿਆ। ਕੁੜੀਆਂ ਇੰਡੀਪੈਂਡੈਂਟ ਨੇ, ਜੌਬ ਕਰਦੀਆਂ ਨੇ ਆਪਣੀਆਂ, ਤੇ ਜਦ ਔਰਤ ਵਾਸਤੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਫਾਈਨੈਂਸ਼ੀਅਲ ਫਰੀडम। ਤੇ ਫਾਈਨੈਂਸ਼ੀਅਲ ਫਰੀडम ਜਿਹੜੀ ਹੈਗੀ ਹੈ ਸਿਸਟਮ ਉਹਨੂੰ ਦਿੰਦਾ, ਚਾਹੇ ਉਹ ਫੈਕਟਰੀ ਵਰਕਰ ਹੈ ਤੇ ਉਹਦੇ ਵੀ ਘਰ 2 ਹਫ਼ਤੇ ਬਾਅਦ ਚੈੱਕ ਆਉਣਾ ਹੀ ਆਉਣਾ, ਠੀਕ ਹੈ ਕਿ ਨਹੀਂ? ਉਹਦਾ ਆਪਣਾ ਚੈੱਕ ਹੈ, ਆਪਣਾ ਚੈੱਕ ਲੈ ਕੇ ਉਹ ਘਰ ਆਉਂਦੀ ਹੈ, ਆਪਣੇ ਪਰਸ ਚ ਪਾ ਕੇ ਆਪਣੀ ਬੈਂਕ ਚ ਉਹ ਜਮ੍ਹਾਂ ਕਰਵਾਉਂਦੀ ਹੈ, ਜਦੋਂ ਸਿੱਧੇ ਬੈਂਕ ਚ ਆ ਜਾਂਦੇ ਨੇ। ਜਿਹੜੀ ਫਾਈਨੈਂਸ਼ੀਅਲ ਫਰੀडम ਹੈ ਉਹਦੀ ਟੋਟਲ ਪਰਸਨੈਲਿਟੀ ਨੂੰ ਚੇਂਜ ਕਰ ਦਿੰਦੀ ਹੈ। ਉਹ ਫੇਸ ਕਰ ਸਕਦੀ ਹੈ ਘਰ ਦੀਆਂ ਪ੍ਰੋਬਲਮਸ ਨੂੰ ਵੀ, ਦੱਸੋ ਮੈਂ ਵੀ ਤਾਂ ਬਰਾਬਰ ਦਾ ਕਮਾਉਣੀ ਹਾਂ। ਤੇ ਇਹਦੇ ਨਾਲ ਫਰਕ ਵੀ ਬਹੁਤ ਪਿਆ। ਔਰ ਬਾਕੀ ਗੋਰੇ ਕਾਲਿਆਂ ਦੇ ਜਿਹੜੇ ਵਿਆਹ ਹੋ ਰਹੇ ਨੇ ਮੁੰਡੇ ਕੁੜੀਆਂ ਦੇ, ਉਹਦੇ ਚ ਵੀ ਪੇਰੈਂਟਸ ਨੇ ਬਹੁਤ ਹੱਦ ਤੱਕ ਕੰਪਰੋਮਾਈਜ਼ ਕਰ ਲਿਆ। ਸ਼ਾਇਦ ਉਹ ਦਿਲੋਂ ਨਾ ਚਾਹੁੰਦੇ ਹੋਣ,
ਪਰ ਉਹ ਪ੍ਰੋਜੈਕਟ ਹੁਣ ਇਦਾਂ ਕਰਦੇ ਨੇ ਸੋਸਾਇਟੀ 'ਚ ਵੀ ਕਿ ਦੇਖੋ ਜੀ ਬੱਚਿਆਂ ਦਾ ਆਪਣਾ ਫੈਸਲਾ ਹੈ ਤੇ ਸ਼ਾਇਦ ਇਹ ਲਾਈਫ ਇਹਨਾਂ ਵਾਸਤੇ ਬੈਟਰ ਰਹੇਗੀ ਕਿਉਂਕਿ ਇਹਨਾਂ ਨੇ ਆਪ ਇੱਕ ਦੂਜੇ ਨੂੰ ਚੁਣਿਆ। ਅੰਦਰ ਖਾਤੇ ਕੀ ਗੱਲ ਹੁੰਦੀ ਹੈ ਕਈ ਵਾਰ ਉਹ ਵੀ ਪਤਾ ਹੁੰਦਾ ਸਾਨੂੰ ਵੀ ਉਹ ਨਹੀਂ ਪਸੰਦ ਕਰ ਰਹੇ ਕਿ ਇਹ ਹੁਣ ਕੀ ਹੋ ਗਿਆ। ਜਿਹੜੇ ਪੇਰੈਂਟਸ ਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਹੁਣ ਅਸੀਂ ਅਗਲੇ ਜਿਹੜੇ ਕੁੜਮ ਨੇ ਉਹਨਾਂ ਨਾਲ ਗੱਲ ਕੀ ਕਰਿਆ ਕਰਾਂਗੇ ਜਾ ਕੇ ਸਾਡਾ ਤਾਂ ਸੱਭਿਆਚਾਰ ਹੀ ਨਹੀਂ ਮਿਲਦਾ। ਸੋ ਇਹ ਮੇਰਾ ਸਭ ਤੋਂ ਵੱਡਾ ਕੰਸਰਨ ਹੁੰਦਾ ਪਰ ਉਹ ਵੀ ਉਹਨਾਂ ਨੂੰ ਬੱਚਿਆਂ ਅੱਗੇ ਝੁਕਣਾ ਪੈਂਦਾ ਕਿਉਂਕਿ ਨਹੀਂ ਤਾਂ ਫਿਰ ਤੁਹਾਨੂੰ ਪਤਾ ਬੱਚੇ ਕਹਿੰਦੇ ਵੀ ਆਰ ਗੋਇੰਗ ਟੂ ਡੂ ਇਟ ਐਨੀਵੇਜ਼ ਬੜਾ ਪੋਲਾਈਟਲੀ ਕਹਿ ਦਿੰਦੇ ਨੇ ਉਹ। ਜੀ ਜੀ ਹਾਂਜੀ ਤੇ ਉਹਦੇ ਨਾਲ ਫਿਰ ਕੀ ਹੁੰਦਾ ਜਿਹੜੀ ਬਾਹਰ ਹੈ ਆਪਣਾ ਸੁਸਾਇਟੀ ਗੱਲਾਂ ਕਰਦੀ ਹੈ ਉਹਨਾਂ ਬਾਰੇ ਕਿ ਦੇਖੋ ਜੀ ਇਹ ਤਾਂ ਬੜੇ ਖਿਲਾਫ ਸੀ ਇਹ ਮੈਰਿਜ ਦੇ ਉਹ ਗੱਲਾਂ ਵੀ ਨਹੀਂ ਕਰਵਾਉਣੀਆਂ ਚਾਹੁੰਦੇ ਆਪਣੀਆਂ ਕਿ ਤੁਹਾਨੂੰ ਪਤਾ ਨਾ ਕਿ ਲੋਕ ਕੀ ਕਹਿਣਗੇ ਸਾਡੇ ਵਾਸਤੇ ਇੱਕ ਬਹੁਤ ਜਿਹੜਾ ਹੈਗਾ ਅਹਿਮੀਅਤ ਰੱਖਦੀ ਹੈ ਗੱਲ ਕਿ ਲੋਕ ਕੀ ਕਹਿਣਗੇ। ਤੇ ਦੂਜਾ ਜਿਹੜਾ ਹੈਗਾ ਬੱਚਿਆਂ ਦੀ ਗੱਲ ਕੀਤੀ ਸੀਗੀ ਤੁਸੀਂ ਰੁਪਿੰਦਰ ਕਿ ਬੱਚੇ ਜਿਹੜੇ ਹੈਗੇ ਨੇ ਆਪਣਾ ਮਾਂ ਬਾਪ ਕਹਿੰਦੇ ਨੇ ਕਿ ਉਹ ਕੈਨੇਡੀਅਨ ਕਲਚਰ ਨਾ ਅਪਣਾਉਣ ਜੇ ਅਪਣਾਉਣ ਤੇ ਥੋੜਾ ਜਿਹਾ ਇੰਡੀਅਨ ਵੀ ਨਾਲ ਰੱਖਣ। ਹਾਂ ਹਰੇਕ ਮਾਂ ਬਾਪ ਦੀ ਇਹ ਇੱਛਾ ਹੁੰਦੀ ਹੈ ਕਿ ਬੱਚੇ ਥੋੜਾ ਮੋਟਾ ਆਪਣੇ ਕਲਚਰ ਨਾਲ ਜਿਹੜਾ ਉਹਨਾਂ ਦਾ ਮੂਲ ਕਲਚਰ ਹੈ ਉਹਦੇ ਨਾਲ ਵੀ ਜੁੜੇ ਰਹਿਣ। ਹਰੇਕ ਮਾਂ ਬਾਪ ਦੀ ਇੱਛਾ ਹੁੰਦੀ ਹੈ ਮੇਰੀ ਵੀ ਹੈ ਮੈਂ ਆਪਣੇ ਬੱਚੇ ਨੂੰ ਪੰਜਾਬੀ ਸਕੂਲ ਲੈ ਕੇ ਜਾਂਦੀ ਰਹੀ ਹਾਂ ਹਰੇਕ ਹਫਤੇ ਤੇ ਹਫਤੇ 'ਚ ਇੱਕੋ ਦਿਨ ਲੱਗਦਾ ਸਕੂਲ ਉਹ ਤੇ ਉਹ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਹਾਰਮੋਨੀਅਮ ਤਬਲਾ ਸਿਖਾਉਣਾ ਗੁਰਦੁਆਰੇ ਲਿਜਾ ਕੇ ਉਹਦੇ 'ਚ ਮੈਨੂੰ ਪਤਾ ਸੀ ਮੈਂ ਤਾਂ ਅੰਦਰੋਂ ਚਲਾਕੀ ਕਰਦੀ ਸੀ 2 ਫਾਇਲ। ਹਾਂਜੀ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਜਾਂ ਬੱਚਿਆਂ ਨੂੰ ਇੰਡੀਆ ਦੀ ਫੇਰੀ ਹਰ ਸਾਲ। ਹਾਂਜੀ ਉਹ ਅਸੀਂ ਸਾਰੇ ਆਪਣੇ ਵੱਲੋਂ ਬੜਾ ਕੌਨਸ਼ੀਅਸਲੀ ਕਰਦੇ ਹਾਂ ਕਿ ਇਹ ਜੁੜਨਗੇ ਔਰ ਇਹਨਾਂ ਨੂੰ ਥੋੜੀ ਜਿਹੀ ਬੋਲੀ ਇਹਨਾਂ ਦੀ ਹੋਰ ਪੋਲਿਸ਼ ਹੋਏਗੀ ਤੇ ਉਹ ਅਸੀਂ ਕਰਦੇ ਹਾਂ ਸਾਰੇ। ਪਰ ਫਿਰ ਗੱਲ ਇਹ ਹੈ ਕਿ ਉਹਨਾਂ ਦੀ ਜਿਹੜੀ ਹੈਗੀ ਦੇਖੋ ਇਹ ਮਦਰ ਟੰਗ ਤਾਂ ਬਣ ਨਹੀਂ ਸਕਦੀ ਕਿਉਂਕਿ ਮਦਰ ਟੰਗ ਉਹਨਾਂ ਦੀ ਇੰਗਲਿਸ਼ ਹੀ ਰਹਿਣੀ ਹੈ ਕਿਉਂਕਿ ਉਹ ਦੇ ਆਰ ਬੋਰਨ ਇਨ ਕੈਨੇਡਾ ਦੀ ਜਿਹੜੀ ਹੈਗੀ ਹੈ ਲੈਂਗੁਏਜ ਇੰਗਲਿਸ਼ ਹੈ ਤੇ ਉਹ ਉਹਨਾਂ ਦੀ ਮਦਰ ਟੰਗ ਹੈ ਜਿਹੜੀ ਇੰਗਲਿਸ਼ ਹੈ। ਉਹ ਕਹਿੰਦੇ ਤੁਸੀਂ ਇੰਡੀਆ 'ਚ ਬੋਰਨ ਹੋਏ ਸੀ ਤੁਹਾਡੀ ਪੰਜਾਬੀ ਹੈਗੀ ਹੈ ਮਦਰ ਟੰਗ ਤੇ ਅਸੀਂ ਇੱਥੇ ਬੋਰਨ ਹੋਏ ਸਾਡੀ ਉਹ ਆਪਣਾ ਹੈਗੀ ਹੈ ਸਾਡੀ ਇੰਗਲਿਸ਼ ਹੈ। ਕੀਪ ਇਟ ਦੈਟ ਵੇ ਵੀ ਫੋਰਸ ਨਾ ਕਰੋ ਸਾਡੇ ਤੇ ਪੰਜਾਬੀ ਸਾਨੂੰ ਕਿਵੇਂ ਆ ਜਾਊਗਾ ਘੋਟ ਕੇ ਤਾਂ ਪੀਣ ਵਾਲੀ ਚੀਜ਼ ਹੈ ਨਹੀਂ ਇਹ। ਸਾਨੂੰ ਉਹਦੀ ਜਿਹੜੀ ਡੈਪਥ ਹੈ ਉਦੋਂ ਹੀ ਆਉਂਦੀ ਨਾ ਜੇ ਅਸੀਂ ਉਹ ਕਲਚਰ 'ਚ ਵਿਚਰੀਏ ਅਸੀਂ ਉਹ ਕਲਚਰ 'ਚ ਨਹੀਂ ਵਿਚਰਦੇ। ਪੰਜਾਬੀ ਤਾਂ ਉਹਨਾਂ ਦੀ ਇੱਥੇ ਤੱਕ ਹੀ ਸੀਮਿਤ ਹੈ ਕਿ ਜਿਹੜੇ ਘਰ ਦੇ 2 ਮੈਂਬਰਾਂ ਨੂੰ ਉਹ ਬੋਲਦੇ ਦੇਖ ਲੈਂਦੇ ਨੇ ਸਾਰਾ ਦਿਨ ਉਹਨਾਂ ਨੇ ਸਕੂਲ 'ਚ ਗੁਜ਼ਾਰਨਾ ਹੈ ਗੋਰੇ ਬੱਚਿਆਂ ਦੇ ਨਾਲ ਉਹਨਾਂ ਦੀਆਂ ਬਾਅਦ 'ਚ ਇੰਟਰੈਕਸ਼ਨਸ ਨੇ ਤੇ ਉਹਨਾਂ ਦੇ ਨਾਲ ਉਹਨਾਂ ਨੇ ਸੋਸ਼ਲਾਈਜ਼ ਕਰਨਾ ਹੈ ਸਾਰਾ ਕੁਝ ਕਰਨਾ ਹੈ। ਬਲਕਿ ਬੱਚਿਆਂ ਤੋਂ ਇਹ ਗੱਲ ਸੁਣੀ ਹੈ ਜਿਹੜੇ ਮੇਰੇ ਇੱਥੇ ਦਿਓਰਾਂ ਦੇ ਬੱਚੇ ਨੇ ਉਹਨਾਂ ਤੋਂ ਉਹ ਕਹਿੰਦੇ ਅਸੀਂ ਤਾਂ ਬਲਕਿ 2 ਚੱਕੀਆਂ 'ਚ ਪਿਸ ਗਏ ਸਾਰੀ ਉਮਰ ਇੱਧਰੋਂ ਆਹ ਪ੍ਰੈਸ਼ਰ ਪੰਜਾਬੀ ਵਾਲਾ ਤੇ ਉਧਰੋਂ ਅਸੀਂ ਕਈ ਵਾਰ ਜਿਹੜੇ ਹੈਗੇ ਨੇ ਗੋਰਿਆਂ ਦੀ ਤਰ੍ਹਾਂ ਵੀ ਨਾ ਬਣ ਸਕੇ ਕਿਉਂਕਿ ਸਾਡੇ ਤੇ ਆਹ ਹੁੰਦਾ ਸੀ ਪ੍ਰੈਸ਼ਰ ਤੁਸੀਂ ਬਾਹਰ ਨਹੀਂ ਜਾ ਸਕਦੇ ਤੁਸੀਂ ਉਹਨਾਂ ਦੇ ਨਾਲ ਆ ਨਹੀਂ ਕਰ ਸਕਦੇ ਤੁਸੀਂ ਉਹਨਾਂ ਦੇ ਘਰ ਨਹੀਂ ਜਾ ਸਕਦੇ। ਇੱਕ ਮੇਰੀ ਕਹਾਣੀ ਹੈਗੀ ਹੈ ਆਪਣਾ ਆਹੀ ਹੈ ਆਪਣਾ ਕੋਈ ਦੇਸ਼ ਨਹੀਂ ਜਾਣਾ ਮੇਰਾ ਉਹਦੇ ਲੇਡੀਜ਼ ਗੁਰਦੁਆਰੇ ਗੱਲਾਂ ਕਰਦੀਆਂ ਨੇ ਰੋਟੀਆਂ ਪਕਾਉਂਦੀਆਂ ਤੇ ਉਹ ਚ ਇੱਕ ਕਹਿੰਦੀ ਇੱਕ ਪਾਤਰ ਕਹਿੰਦੀ ਹੈ ਮੈਂ ਤਾਂ ਆਪਣੀ ਕੁੜੀ ਨੂੰ ਕਹਿਤਾ ਵੀ ਦੇਖ ਲੈ ਜੇ ਕੋਈ ਐਸੀ ਵੈਸੀ ਗੱਲ ਹੋ ਗਈ ਨਾ ਤੇਰਾ ਪਿਓ ਤੈਨੂੰ ਇੰਡੀਆ ਲਿਜਾ ਕੇ ਵੱਢੂ। ਹੁਣ ਬੱਚਿਆਂ ਦੇ ਉੱਪਰ ਜੀ ਆਹ ਪ੍ਰੈਸ਼ਰ ਹੈ ਤੈਨੂੰ ਇੰਡੀਆ ਲਿਜਾ ਕੇ ਵੱਢੂ ਉਹ ਪਤਾ ਬਾਪ ਇੱਥੇ ਨਹੀਂ ਵੱਢ ਸਕਦਾ ਇੱਥੇ ਉਹਦੇ ਕਨਸੀਕੁਐਂਸਿਸ ਨੇ ਵੀ ਤੈਨੂੰ ਇੰਡੀਆ ਲਿਜਾ ਕੇ ਵੱਢੂ। ਕਿੰਨਾ ਦਾ ਪ੍ਰੈਸ਼ਰ ਹੋਏਗਾ ਬੱਚੇ ਦੇ ਮਾਈਂਡ ਦੇ ਉੱਪਰ ਏਦਾਂ ਦਾ ਕਿੰਨਾ ਕਿ ਸਾਈਕੋਲੋਜੀਕਲ ਟੌਰਚਰ ਹੋਏਗਾ ਏਦਾਂ ਦੀਆਂ ਗੱਲਾਂ ਸੁਣਨੀਆਂ। ਜੀ ਸੋ ਇਹ ਸ਼ੁਕਰੀਆ ਮੈਮ ਬੱਚਿਆਂ ਦਾ ਬਿਲਕੁਲ ਜਾਇਜ਼ ਆ ਇਹ ਕਹਿਣਾ ਕਿ ਅਸੀਂ ਕੈਨੇਡੀਅਨ ਆ ਹੁਣ ਤੇ ਸਾਨੂੰ ਆਪਣਾ ਜਿਹੜਾ ਹੈਗਾ ਸਾਨੂੰ ਮੇਨਲੀ ਸਾਨੂੰ ਕੈਨੇਡੀਅਨ ਰਹਿਣ ਦਿਓ ਬਾਕੀ ਜਿਹੜਾ ਹੈਗਾ ਆਊਟ ਆਫ ਰਿਸਪੈਕਟ ਔਰ ਆਊਟ ਆਫ ਉਹ ਵੀ ਚਾਹੁੰਦੇ ਨੇ ਕਿ ਅਸੀਂ ਆਪਣੇ ਦਾਦਾ ਦਾਦੀ ਦੇ ਨਾਲ ਨਾਨਾ ਨਾਨੀ ਨਾਲ ਤਾਂ ਹੀ ਬੌਂਡ ਹੋਵਾਂਗੇ ਕਿ ਜੇ ਸਾਨੂੰ ਮਾੜੀ ਮੋਟੀ ਬੋਲੀ ਆਉਂਦੀ ਹੋਗੀ ਬੋਲੀ ਆਧਾਰ ਮੇਰਾ ਬੇਟਾ ਜੇ ਬੋਲਦਾ ਪੰਜਾਬੀ ਬੋਲਦਾ ਤੇ ਮੇਰੀ ਮਦਰ ਦੇ ਨਾਲ ਤੇ ਜੇ ਉਹਨੂੰ ਥੋੜੀ ਮੋਟੀ ਵੀ ਨਾ ਸਿਖਾਈ ਜਾਂਦੀ ਤੇ ਉਹਦੀ ਗੁੰਮ ਹੋ ਜਾਣੀ ਸੀ। ਮੇਰੇ ਮਦਰ ਮੇਰੇ ਨਾਲ ਰਹਿੰਦੇ ਤੇ ਤਾਂ ਵੀ ਉਹਦੀ ਗੁੰਮ ਹੋ ਜਾਣੀ ਸੀ ਪੰਜਾਬੀ। ਮੇਰੇ ਮਦਰ ਬਲਕਿ ਚਲਾਕੀ ਨਾਲ ਕਹਿੰਦੇ ਹੁੰਦੇ ਸੀ ਜੋਸ਼ ਇੱਧਰ ਆ ਮੈਨੂੰ ਆਹ ਦਵਾਈ ਸਮਝਾ ਕੇ ਮੈਂ ਲੈਣੀ ਆ ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਤਾਂ ਕਿ ਉਹ ਪੰਜਾਬੀ ਬੋਲੇ ਤੇ ਅਦਰਵਾਈਜ਼ ਉਹ ਚਲਾਕੀ ਦੇ ਨਾਲ ਯੈਸ ਨੋ ਚ ਥੋੜੀ ਗੱਲ ਖਤਮ ਕਰ ਦਿੰਦੇ ਨੇ ਤੇ ਮੈਨੂੰ ਆ ਕੇ ਸਮਝਾਈ ਕਿ ਕਿਵੇਂ ਲੈਣੀ ਫਿਰ ਤੁਸੀਂ ਐਦਾਂ ਕਰਨਾ ਤੁਸੀਂ ਪਹਿਲਾਂ ਇਹਨੂੰ ਕਾਗਜ਼ ਵਿੱਚੋਂ ਕੱਢ ਕੇ ਇਹਨੂੰ ਰੱਖਣਾ ਏਦਾਂ ਵੀ ਬੋਲਦਾ ਰਿਹਾ ਕਿੰਨੀ ਦੇਰ ਤੱਕ। ਤੇ ਇਹ ਹੈਗਾ ਕਿ ਸਾਨੂੰ ਬੜੀਆਂ ਜਿਹੜੇ ਹੈਗੇ ਨਾ ਵਿਸ਼ੇਸ਼ ਉਪਰਾਲੇ ਕਰਨੇ ਪੈਂਦੇ ਨੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦੇ। ਜੀ ਸ਼ੁਕਰੀਆ ਮੈਮ। ਜੀ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਮੈਨੂੰ ਲੱਗਦਾ ਵੀ ਉਹ ਬੱਚੇ ਨਾਲ ਇੱਕ ਤਰ੍ਹਾਂ ਦਾ ਟੌਰਚਰ ਵਾਲੀ ਗੱਲ ਹੀ ਹੈ ਵੀ ਅਸੀਂ ਕਹਿੰਦੇ ਵੀ ਦੋਨੇ ਸੱਭਿਆਚਾਰਾਂ ਦੇ ਵਿੱਚ ਪੈਰਲਲ ਬੱਚਾ ਚੱਲੇ ਹਨਾ ਦੋਨਾਂ ਦੇ ਪਲੱਸ ਲੈ ਲਏ ਤੇ ਨੈਗੇਟਿਵ ਦੋਹਾਂ ਦੀ ਛੱਡ ਦੇ ਤਾਂ ਮੈਨੂੰ ਲੱਗਦਾ ਸ਼ਾਇਦ ਬੱਚਿਆਂ ਦੇ ਲਈ ਜਾਂ ਸਾਡੇ ਲਈ ਵੀ ਕਿਤੇ ਨਾ ਕਿਤੇ ਮੁਸ਼ਕਲ ਹੋਊਗਾ। ਤਾਂ ਇਸ ਸਵਾਲ ਦੇ ਨਾਲ ਮੇਰੇ ਅਗਲੇ ਇੱਕ ਗੱਲ ਦਿਮਾਗ ਦੇ ਵਿੱਚ ਆਉਂਦੀ ਹੈ ਜੇ ਅਕਸਰ ਹੀ ਜਿਹਦੇ ਲਈ ਅਸੀਂ ਫਿਕਰਮੰਦ ਹੁੰਦੇ ਹਾਂ ਜਿਵੇਂ ਹਰਿੰਦਰ ਸਰ ਜੀ ਨੇ ਗੱਲ ਪਹਿਲਾਂ ਸਾਹਿਤਕ ਵਿਰਾਸਤ ਦੀ ਗੱਲ ਕੀਤੀ ਸੀ
ਤਾਂ ਇੱਥੇ ਮੈਂ ਚਾਹੂੰਗਾ ਜਿਵੇਂ ਸਾਡੀ ਯਾਦ ਹੁੰਦੀ ਆ, ਖਾਸ ਤੌਰ ਤੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਬੜੀ ਪੱਕੇ ਰੂਪ ਦੇ ਵਿੱਚ ਜੰਮੀ ਹੁੰਦੀ ਆ, ਉਹਨਾਂ ਦੇ ਮਨਾਂ ਦੇ ਅੰਦਰ ਕਿਤੇ ਡੂੰਘੀ, ਵੀ ਸਾਡੀ ਅਗਲੀ ਪੀੜ੍ਹੀ ਹੋਊਗੀ, ਸਾਡੀ ਵਿਰਾਸਤ ਹੋਊਗੀ, ਸਾਡਾ ਨਾਂ ਰਹੂਗਾ ਸੰਸਾਰ ਦੇ ਵਿੱਚ ਜਾਂ ਦੁਨੀਆ ਦੇ ਵਿੱਚ। ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਹ ਬੱਚੇ ਲਾਜ਼ਮੀ ਆ, ਵੈਸੇ ਤੁਹਾਡੀ ਗੱਲ ਵਾਜਬ ਆ ਵੀ ਉਹ ਕੈਨੇਡੀਅਨ ਸੱਭਿਆਚਾਰ ਦੇ ਬੱਚੇ ਆ, ਉਹਨਾਂ ਦੀ ਮਾਂ ਬੋਲੀ ਇੰਗਲਿਸ਼ ਆ, ਤਾਂ ਕੀ ਫਿਰ ਮੈਨੂੰ ਲੱਗਦਾ ਵੀ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਸਾਡਾ ਪੰਜਾਬ ਨਾਲ ਉਹ ਨਾਤਾ ਉਹ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਅਸੀਂ ਉਹਨਾਂ ਨੂੰ ਪੰਜਾਬ ਦੀ ਯੱਦ ਦੇ ਵਾਰਸ ਨਹੀਂ ਕਹਿ ਸਕਾਂਗੇ। ਫਿਰ ਅਸੀਂ ਉਹ ਕੈਨੇਡਾ ਦੇ ਵਿੱਚ ਉਹਨਾਂ ਨੇ ਆਪਣੀਆਂ ਜੜ੍ਹਾਂ ਲਾ ਲਈਆਂ, ਤਾਂ ਉਹ ਮੈਨੂੰ ਲੱਗਦਾ ਸ਼ਾਇਦ ਇੱਕ ਵੱਖਰਾ ਪਰਿਵਾਰ ਦੇ ਤੌਰ ਤੇ ਵਿਕਾਸ ਕਰਨਗੇ। ਕੀ ਇਦਾਂ ਦੀ ਗੱਲਬਾਤ ਹੈ, ਜਾਂ ਤੁਹਾਨੂੰ ਲੱਗਦਾ ਵੀ ਨਹੀਂ ਉਹ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਅਟੈਚ ਰਹਿੰਦੇ ਆ? ਦੂਜੀ ਪੀੜ੍ਹੀ, ਚਲੋ ਤੁਸੀਂ ਇੱਕ ਯਤਨ ਕਰ ਰਹੇ ਹੋ, ਜਿਵੇਂ ਤੁਸੀਂ ਕਿਹਾ ਵੀ ਤੁਹਾਡੀ ਸੈਕਿੰਡ ਜਨਰੇਸ਼ਨ ਹੋ ਸਕਦੀ ਹੈ, ਪਰ ਥਰਡ ਜਨਰੇਸ਼ਨ ਦਾ ਅੱਗੇ ਕੀ ਉਹਨਾਂ ਦਾ ਵਿਊ ਹੁੰਦਾ ਹੈ, ਕਿੱਦਾਂ ਉਹ ਦੇਖਦੇ ਆ ਆਪਦੇ ਪੁਰਖਿਆਂ ਦੀ ਧਰਤੀ ਨੂੰ? ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਜ਼ਰੂਰ ਦੱਸੋ ਮੈਡਮ। ਤੇ ਖਾਸ ਤੌਰ ਤੇ ਸਾਰੇ ਸੱਭਿਆਚਾਰਾਂ ਦੇ ਸੰਦਰਭ ਦੇ ਵਿੱਚ ਹੀ, ਜਿਵੇਂ ਤੁਸੀਂ ਤੁਹਾਡੀਆਂ ਕਈ ਕਹਾਣੀਆਂ ਦੇ ਵਿੱਚ ਜਰਮਨ ਤੋਂ ਵੀ ਬੰਦੇ ਆ ਕੇ ਕੈਨੇਡਾ ਦੇ ਵਿੱਚ ਰਹਿ ਰਹੇ ਆ, ਚੀਨ ਤੋਂ ਵੀ ਆ ਕੇ ਰਹਿ ਰਹੇ ਆ, ਤਾਂ ਉਹਨਾਂ ਦਾ ਵੀ ਹੋ ਸਕਦਾ, ਜ਼ਰੂਰ ਸ਼ੇਅਰ ਕਰੋ। ਹਾਂਜੀ, ਮੈਨੂੰ ਕਈ ਵਾਰ ਮੈਨੂੰ ਆਸ ਦੀ ਕਿਰਨ ਵੱਜਦੀ ਹੈ ਜਦੋਂ ਮੇਰੇ ਬੇਟੇ ਦੇ ਨਾਲ ਜਿਹੜੇ ਇਹਨਾਂ ਦੇ ਦੋਸਤ ਨੇ, ਕੋਈ ਯੂਗੋਸਲਾਵੀਆ ਤੋਂ ਹੈਗਾ, ਕੋਈ ਫਰਾਂਸ ਤੋਂ ਹੈਗਾ, ਪਰ ਉਹਨਾਂ ਦੇ ਹਾਲੇ ਵੀ ਗ੍ਰੈਂਡ ਪੇਰੈਂਟਸ ਉੱਥੇ ਬੈਠੇ ਨੇ। ਉਹ ਆਪਣੇ ਗ੍ਰੈਂਡ ਪੇਰੈਂਟਸ ਨੂੰ ਮਿਲਣ ਜਾਂਦੇ ਨੇ, ਪ੍ਰੋਗਰਾਮ ਬਣਾਉਂਦੇ ਨੇ, ਤੇ ਪ੍ਰੋਗਰਾਮ ਦੇ ਨਾਲ ਇਹ ਹੁੰਦਾ ਕਿ ਚਲੋ ਨਾਲੇ ਯੂਰਪ ਦਾ ਟ੍ਰਿਪ ਕਰਾਵਾਂਗੇ, ਤੇ ਇੱਕ ਉਹਦੇ ਚੋਂ ਜਿਹੜੀ ਕੰਟਰੀ ਆਪਣੀ ਡੈਸਟੀਨੇਸ਼ਨ ਫਰਾਂਸ ਵੀ ਰੱਖ ਲੈਂਦੇ ਨੇ, 2-4 ਦਿਨ ਉਹਨਾਂ ਕੋਲ ਵੀ ਰਹਿ ਲੈਂਦੇ ਨੇ ਜਾ ਕੇ। ਸੋ ਉਹ ਜਦ ਮੈਂ ਉਹਨਾਂ ਨੂੰ ਏਦਾਂ ਟਰੈਵਲ ਕਰਦੇ ਦੇਖਦੀ ਹਾਂ, ਮੈਂ ਸੋਚਦੀ ਹਾਂ ਕਿ ਸਾਡੇ ਬੱਚੇ ਵੀ ਕਦੇ ਏਦਾਂ ਜਾਣਗੇ, ਦੇਖਣ ਤਾਂ ਜਾਣਗੇ ਨਾ ਕਿ ਜਿੱਥੋਂ ਸਾਡੇ ਆਏ ਪੁਰਖੇ ਆਏ ਉਸ ਟਾਈਮ ਕਿਵੇਂ ਰਹਿੰਦੇ ਸੀ, ਕਿੱਦਾਂ ਰਹਿੰਦੇ ਸੀ। ਤੇ ਇੱਕ ਇਹ ਆਸ ਦੀ ਕਿਰਨ ਹੈ। ਦੂਜੀ ਇਹ ਹੈ ਕਿ ਬੱਚਿਆਂ ਦੇ ਵਿੱਚ ਜਿਹੜੇ ਨਾਂ ਨੇ, ਹੁਣ ਅਗਲੀ ਜਨਰੇਸ਼ਨ ਜਿਹੜੀ ਤੀਜੀ ਪੀੜ੍ਹੀ ਸਾਡੀ ਇੱਥੇ ਚੱਲ ਰਹੀ ਹੈ, ਉਹਦੇ 'ਚ ਬੱਚਿਆਂ ਦੇ ਜਿਹੜੇ ਨਾਂ ਨੇ ਉਹ ਬੜੇ ਆ ਰਹੇ ਨੇ, ਆਪਣੇ ਪੁਰਾਣੇ ਕਿਸਮ ਦੇ ਨਾਂ ਆ ਰਹੇ ਨੇ। ਗਿਆਨ ਬੱਚਿਆਂ ਦਾ ਨਾਂ, ਜਿਹੜੇ ਮਾਂ ਬਾਪ ਇੰਗਲਿਸ਼ ਬੋਲਦੇ ਨੇ, ਕਈ ਆਪਣਾ ਗੋਰਿਆਂ ਦੇ ਨਾਲ ਵੀ ਵਿਆਹੇ ਹੋਏ ਨੇ, ਹਕੀਮ ਸਿੰਘ, ਗਿਆਨ ਸਿੰਘ, ਇਹੋ ਜਿਹੇ ਨਾਂ ਜਿਹੜੇ ਆ ਰਹੇ ਨੇ ਇੱਥੋਂ। ਮੈਨੂੰ ਕੁਛ ਇਹ ਜਿਹੜੀਆਂ ਹੈਗੀਆਂ ਨਾ, ਕੁਛ ਹੈਗੀਆਂ ਨੇ ਹਿੰਟਸ ਨੇ, ਇਹ ਮੈਨੂੰ ਲੱਗਦਾ ਕਿ ਸਿਗਨਲਸ ਨੇ ਕਿ ਦੇ ਵਿਲ ਗੋ ਬੈਕ ਟੂ ਐਕਸਪਲੋਰ देयर ਰੂਟਸ। ਜੀ ਬਹੁਤ ਕਮਾਲ ਦੀ ਗੱਲ ਦੱਸੀ ਹੈ ਮੈਡਮ, ਮੈਨੂੰ ਲੱਗਦਾ ਤੁਸੀਂ ਇਹ, ਕਿਉਂਕਿ ਅਸੀਂ ਜਿੰਨਾ ਕੁ ਪ੍ਰਵਾਸੀ ਸਾਹਿਤ ਪੜ੍ਹਦੇ ਹਾਂ, ਜਿਵੇਂ ਮੈਡਮ ਰੁਪਿੰਦਰ ਜੀ ਨੇ ਵੀ ਗੱਲ ਕੀਤੀ ਆ, ਤਾਂ ਮੈਨੂੰ ਲੱਗਦਾ ਸਾਨੂੰ ਇਸ ਤਰ੍ਹਾਂ ਦੇ ਨਾਵਲਾਂ ਦੇ ਵਿੱਚ ਜਾਂ ਉਹ ਪ੍ਰਵਾਸੀ ਸਾਹਿਤ ਦੇ ਵਿੱਚ ਤੀਜੀ ਪੀੜ੍ਹੀ ਤੇ ਨਹੀਂ ਮਿਲਦੇ, ਜਿਹੜੀ ਤੁਸੀਂ ਅੱਜ ਗੱਲ ਸ਼ੇਅਰ ਕੀਤੀ ਆ। ਮੇਰੇ ਖਿਆਲ 'ਚ ਨਵੀਂ ਗੱਲ ਸਾਨੂੰ ਪਤਾ ਲੱਗੀ ਆ। ਦਿਨੇਸ਼ ਜੀ ਦਾ ਇੱਕ ਸਵਾਲ ਆ, ਮੈਂ ਚਾਹੂੰਗਾ ਉਹ ਵੀ ਆਪਣਾ ਸਵਾਲ ਰੱਖ ਲੈਣ। ਤਾਂ ਅਗਲਾ ਸਵਾਲ ਇੱਕ ਮੇਰਾ ਛੋਟਾ ਜਿਹਾ ਹੋਰ ਆ, ਸਾਡਾ ਸਮਾਂ ਵੀ ਕਾਫੀ ਹੋ ਚੁੱਕਿਆ ਹੈ, ਤਕਰੀਬਨ 2 ਘੰਟੇ ਦੇ ਕਰੀਬ ਸਾਨੂੰ ਹੋ ਚੁੱਕੇ। ਪ੍ਰਗਟ ਜੀ ਹੈਲੋ। ਹਾਂਜੀ ਸਰ। ਇਹ ਖਤਮ ਕਰਨ ਤੋਂ ਪਹਿਲਾਂ ਨਾ ਇੱਕ ਅੱਧਾ ਮਿੰਟ ਮੈਨੂੰ ਜ਼ਰੂਰ ਦਿਓ। ਨਹੀਂ ਸਰ, ਜ਼ਰੂਰ ਸਰ। ਦਿਨੇਸ਼ ਜੀ ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ। ਦਿਨੇਸ਼ ਜੀ, ਮੈਂ ਥੋੜਾ ਜਿਹਾ ਸੱਚ ਇੰਟਰੋਡਿਊਸ ਕਰਾ ਦਾਂ ਤੁਹਾਨੂੰ। ਇਹ ਸਾਡੀ ਜਿਹੜੀ ਨੌਜਵਾਨ ਸਾਹਿਤ ਸਭਾ ਬਠਿੰਡਾ, ਉਹਦੇ ਸਾਡੇ ਇਹ ਪ੍ਰਧਾਨ ਨੇ, ਤਾਂ ਅਸੀਂ ਉਸ ਵੱਲੋਂ ਵੀ ਇਹਨਾਂ ਦਾ ਸਵਾਗਤ ਕਰਦੇ ਹਾਂ, ਪ੍ਰਧਾਨ ਸਾਹਿਬ ਦਾ ਜੀ। ਤੁਸੀਂ ਆਪਣਾ ਸਵਾਲ ਰੱਖੋ ਸਰ। ਹਾਂਜੀ, ਸ਼ੁਕਰੀਆ ਪ੍ਰਗਟ ਜੀ। ਜੀ ਸਰ ਜੀ। ਹਾਂਜੀ, ਪਹਿਲਾਂ ਤਾਂ ਮੈਂ ਆਪਣੇ ਵੱਲੋਂ ਵੀ ਸਾਰਿਆਂ ਦਾ ਬਹੁਤ ਸਵਾਗਤ ਕਰਦਾਂਗਾ। ਤੇ ਹਾਂਜੀ, ਸਾਡੇ ਅੱਜ ਦੇ ਕਹਾਣੀਕਾਰ ਮੈਡਮ, ਤੁਹਾਡਾ ਸ਼ੁਕਰੀਆ, ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਸਾਰਿਆਂ ਨੂੰ ਦਿੱਤਾ। ਤੇ ਮੈਂ ਤੁਹਾਡੇ ਤੋਂ ਮੇਰਾ ਸਵਾਲ ਇਹ ਹੈ ਵੀ ਜਿਸ ਤਰ੍ਹਾਂ ਤੁਸੀਂ ਕੈਨੇਡਾ ਦੇ ਵਿੱਚ ਇਸ ਵੇਲੇ ਰਹਿ ਰਹੇ ਹੋ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਬੜੀ ਸ਼ਿੱਦਤ ਨਾਲ ਕਰ ਰਹੇ ਹੋ, ਜੋ ਸਾਡੀ ਅਗਲੀ ਜਨਰੇਸ਼ਨ ਆ ਪੰਜਾਬੀਆਂ ਦੀ ਕੈਨੇਡਾ ਦੇ ਵਿੱਚ, ਉਹਨਾਂ ਦਾ ਜਿਹੜਾ ਕੀ ਨਜ਼ਰੀਆ ਕੀ ਆ ਪੰਜਾਬੀ ਕਹਾਣੀ ਵੱਲ, ਪੰਜਾਬੀ ਲਿਟਰੇਚਰ ਵੱਲ? ਜਿਹੜੇ ਬੱਚੇ ਇੱਥੇ ਪੜ੍ਹੇ ਲਿਖੇ ਆ, ਇੱਥੇ ਮੰਨ ਲਓ ਗਰੋ ਅਪ ਹੋ ਰਹੇ ਆ, ਉਹ ਤਾਂ ਉਹ ਕਿਸ ਸੰਦਰਭ ਦੇ ਵਿੱਚ ਦੇਖਦੇ ਆ ਜਿਹੜੇ ਸਾਡਾ ਪੰਜਾਬੀ ਲਿਟਰੇਚਰ ਆ? ਹਾਂਜੀ, ਲਿਟਰੇਚਰ ਆਪਣਾ ਜੋ ਹੁੰਦਾ ਹੈ ਉਹਨੂੰ ਮਦਰ ਟੰਗ ਨਾਲ, ਆਪਣੀ ਮਾਂ ਬੋਲੀ ਨਾਲ ਆਪਾਂ ਜੋੜ ਕੇ ਹੀ ਦੇਖਿਆ ਜਾਂਦਾ ਹੁੰਦਾ। ਤੇ ਹੁਣ ਜਿਹੜੇ ਅਗਲੇ ਬੱਚੇ ਨੇ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਦ ਉਹਨਾਂ ਦੀ ਮਦਰ ਟੰਗ ਹੀ ਇੰਗਲਿਸ਼ ਹੈ ਤੇ ਉਹਨਾਂ ਨੇ ਸਾਡੀਆਂ ਕਹਾਣੀਆਂ ਨੂੰ, ਸਾਡੇ ਲੇਖਾਂ ਨੂੰ, ਸਾਡੀਆਂ ਕਵਿਤਾਵਾਂ ਨੂੰ ਕਿਵੇਂ ਦੇਖਣਾ ਹੈ? ਇਹ ਆਪਣੇ ਆਪ 'ਚ ਇੱਕ ਸਵਾਲ ਹੈ, ਕਿਉਂਕਿ ਉਹਨਾਂ ਦੀ ਮਦਰ ਟੰਗ ਇੰਗਲਿਸ਼ ਹੈ।
ਉਹਨਾਂ ਦੀ ਪੰਜਾਬੀ ਇੱਥੇ ਤੱਕ ਹੀ ਮਹਦੂਦ ਹੈ ਕਿ ਉਹਨਾਂ ਨੂੰ ਇਹ ਪਤਾ ਕਿ ਮੈਂ ਜਾ ਰਿਹਾ, ਮੈਂ ਆ ਰਿਹਾ, ਮੈਂ ਬੈਠ ਗਿਆ, ਮੈਂ ਉੱਠ ਗਿਆ, ਉਹ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਪਤਾ। ਮੇਰਾ ਆਪਣਾ ਬੇਟਾ ਜਦੋਂ ਆਪਣਾ ਜ਼ਿਆਦਾ ਕੀ ਕਹਿੰਦੇ ਨੇ ਜੁੜ ਨਹੀਂ ਸੀ ਰਿਹਾ, ਸਟੱਬਨ ਸੀਗਾ ਕਿ ਮੈਂ ਪੰਜਾਬੀ ਸਕੂਲ ਨਹੀਂ ਜਾਣਾ, ਉਦੋਂ ਦੀ ਪੰਜਾਬੀ ਏਦਾਂ ਦੀ ਸੀ, ਜੇ ਮੈਂ ਉਹਨੂੰ ਕਹਿੰਦੀ ਸੀ ਜਾ ਕੇ ਜੋਸ਼ ਖਿੜਕੀ ਬੰਦ ਕਰਿਆ, ਉੱਪਰ ਜਾ ਕੇ ਆ ਕੇ ਕਹਿਣਾ ਖਿੜਕੀ ਬੰਦ ਕਰਤਾ, ਮੈਂ ਕਹਿੰਦੀ ਸੀ ਖਿੜਕੀ ਬੰਦ ਕਰਤਾ ਨਹੀਂ ਹੁੰਦਾ, ਖਿੜਕੀ ਬੰਦ ਕਰਤੀ। ਉਹ ਮੈਨੂੰ ਕੀ ਪਤਾ ਹੁਣ ਇਹ ਮੇਲ ਹੈ ਕਿ ਫੀਮੇਲ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੁਹਾਡੀ ਆਪਣੀ ਮਦਰ ਟੰਗ ਦੇ ਜਿਹੜੀ ਹੁੰਦੀ ਹੈ ਉਹਦੇ ਚ ਆਪਣੇ ਆਪ ਹੀ ਪਈਆਂ ਹੁੰਦੀਆਂ ਨੇ, ਆਪ ਮੁਹਾਰੇ ਸਾਡੇ ਕੋਲ ਆ ਜਾਂਦੀਆਂ ਨੇ। ਉਹਨਾਂ ਨੂੰ ਇਹ ਗੱਲ ਵੀ ਸੋਚਣੀ ਪੈਂਦੀ ਹੈ ਕਿ ਇਹਦਾ ਜਿਹੜਾ ਹੈਗਾ ਇਹ ਫਲਾਣੀ ਵਸਤੂ ਦਾ ਲਿੰਗ ਕੀ ਹੋਊਗਾ ਜੀ। ਸੋ ਤਾਂ ਕਰਕੇ ਆਪਣਾ ਉਹਨਾਂ ਵਾਸਤੇ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ, ਕਹਿ ਲਓ ਜੋ ਮਰਜ਼ੀ ਆਪਾਂ ਕਰ ਲਈਏ, ਉਹਨਾਂ ਦਾ ਫਾਲਟ ਵੀ ਨਹੀਂ ਹੈਗਾ, ਉਹਨਾਂ ਦਾ ਦੋਸ਼ ਨਹੀਂ ਹੈਗਾ ਕਿ ਉਹ ਸਾਡੀਆਂ ਕਹਾਣੀਆਂ ਨਾਲ ਜੁੜਨ, ਸਾਡੇ ਲਿਟਰੇਚਰ ਨਾਲ ਜੁੜਨ। ਹਾਂ, ਕੁਝ ਬੱਚੇ ਲਿਖ ਰਹੇ ਨੇ, ਜਿਹੜੀ ਅਗਲੀ ਜਨਰੇਸ਼ਨ ਦੇ ਬੱਚੇ ਜ਼ਰੂਰ ਲਿਖ ਰਹੇ ਨੇ, ਪਰ ਉਹ ਇੰਗਲਿਸ਼ 'ਚ ਹੀ ਲਿਖ ਰਹੇ ਨੇ। ਉਹਨਾਂ ਦੀਆਂ ਕਹਾਣੀਆਂ 'ਚ, ਉਹਨਾਂ ਦੇ ਨਾਵਲਾਂ ਦੇ ਵਿੱਚ ਲੈਂਡਸਕੇਪ ਵੀ ਆ ਰਿਹਾ ਇੰਡੀਆ ਦਾ, ਪਰ ਮੋਸਟਲੀ ਮੈਂ ਜਿਹੜਾ ਦੇਖਦੀ ਹਾਂ ਉਹ ਸਾਊਥ ਦਾ ਜ਼ਿਆਦਾ ਆ ਰਿਹਾ, ਕਿਉਂਕਿ ਜਾਂਦੇ ਹੀ ਉੱਥੇ ਨੇ ਵਕੇਸ਼ਨ ਤੇ, ਪਰ ਇੰਗਲਿਸ਼ ਲਿਖਿਆ ਜਾ ਰਿਹਾ। ਜੀ ਜੀ ਬਹੁਤ ਵਧੀਆ ਲੱਗਿਆ ਤੁਹਾਡੀ ਇਹ ਗੱਲ ਸੁਣ ਕੇ। ਇੱਕ ਮੈਡਮ ਮੇਰਾ ਬਿਲਕੁਲ ਲਾਸਟ ਸਵਾਲ ਹੀ ਮੈਂ ਕਹੂੰਗਾ, ਨਾਈਟ ਲਾਈਫ ਕਹਾਣੀ ਦੇ ਸੰਦਰਭ ਦੇ ਵਿੱਚ ਹੀ ਹੈ, ਜਿਸ ਤਰ੍ਹਾਂ ਦੀ ਉਸ ਦੇ ਵਿੱਚ ਅਸੀਂ ਕਹਾਣੀ ਦੇ ਵਿੱਚ ਦੇਖਦੇ ਹਾਂ ਵੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸੈਕਸੁਅਲੀ ਜਾਂ ਰਿਸ਼ਤਿਆਂ ਦੇ ਵਿੱਚ ਇੱਕ ਓਪਨਨੈਸ ਆ, ਇੱਕ ਖੁੱਲ੍ਹ ਲੈਂਦੀ ਆ। ਕੀ ਤੁਹਾਨੂੰ ਨਹੀਂ ਲੱਗਦਾ ਵੀ ਉਹ ਜਿਹੜੀ ਓਪਨਨੈਸ ਆ ਜਾਂ ਉਹ ਵਿਆਹ ਤੋਂ ਪਹਿਲਾਂ ਦੇ ਜਿਹੜੇ ਸਬੰਧ ਆ ਕਿਤੇ ਨਾ ਕਿਤੇ ਉਹ ਪਰਿਵਾਰਕ ਸਥਿਤੀਆਂ ਨੂੰ ਕਮਜ਼ੋਰ ਕਰਦੇ, ਜਾਂ ਜਿਹੜੇ ਪਰਿਵਾਰਕ ਬਾਉਂਡ ਆ ਜਾਂ ਜਿਹੜਾ ਵਿਆਹ ਪ੍ਰਬੰਧ ਆ ਉਹਨੂੰ ਕਿਤੇ ਨਾ ਕਿਤੇ ਕਮਜ਼ੋਰ ਕਰਦੇ ਆ? ਕੀ ਇੱਦਾਂ ਦੀ ਸਿਚੁਏਸ਼ਨ ਤੁਹਾਨੂੰ ਲੱਗਦਾ ਹੈ, ਜਾਂ ਇਹਦਾ ਕੋਈ ਨਹੀਂ ਇੰਪੈਕਟ ਪੈਂਦਾ ਪੱਛਮ ਦੇ ਜੀਵਨ ਦੇ ਉੱਪਰ? ਇੰਪੈਕਟ ਪੈਂਦਾ ਜੀ, ਜ਼ਰੂਰ ਪੈਂਦਾ, ਕਿਉਂਕਿ ਜਦੋਂ ਤੁਸੀਂ ਉਹ ਆਊਟ ਆਫ ਫਰੀडम, ਜਦੋਂ ਉਹ ਆਪਣੇ ਫੈਸਲੇ ਇਦਾਂ ਦੇ ਲੈਂਦੇ ਨੇ ਕਿ ਕਿਹਦਾ ਜੇ ਆਪਣਾ ਦੇਖੋ ਪ੍ਰੈਸ਼ਰ ਇੰਨਾ ਕੁ ਹੈ, ਜਿਹੜਾ ਪੀਅਰ ਪ੍ਰੈਸ਼ਰ ਹੈ ਉਹ ਇੰਨਾ ਕੁ ਜ਼ਿਆਦਾ ਹੈ ਬॉयਫ੍ਰੈਂਡ ਗਰਲਫ੍ਰੈਂਡ ਹੋਣ ਦਾ। ਜੇ ਕਿਸੇ ਬੱਚੇ ਦਾ ਬॉयਫ੍ਰੈਂਡ ਨਹੀਂ ਹੈਗਾ, ਗਰਲਫ੍ਰੈਂਡ ਨਹੀਂ ਹੈਗੀ, ਉਹਨੂੰ ਇੱਕ ਤਰ੍ਹਾਂ ਦਾ ਉਹ ਆਊਟਕਾਸਟ ਹੀ ਕਰ ਦਿੰਦੇ ਨੇ ਕਿ ਦੈਟ ਮੀਨਸ ਸਮਥਿੰਗ ਰੋਂਗ ਵਿਦ ਹਿਮ। ਬॉयਫ੍ਰੈਂਡ 9ਵੀਂ 8ਵੀਂ 9ਵੀਂ ਤੱਕ ਬॉयਫ੍ਰੈਂਡ ਹੋਣਾ, ਗਰਲਫ੍ਰੈਂਡ ਹੋਣਾ ਇੱਕ ਮਸਟ ਹੈ। ਔਰ ਹਰੇਕ ਬੱਚਾ ਕਈ ਵਾਰ ਤਾਂ ਸ਼ਰਮੀ ਆਊਟ ਆਫ ਦੈਟ ਪ੍ਰੈਸ਼ਰ ਦੇ ਵਾਂਟ ਟੂ ਮੇਕ ਦੈਟ ਰਿਲੇਸ਼ਨਸ਼ਿਪ, ਤਾਂ ਕਿ ਮੇਰੇ ਨਾਲ ਵੀ ਕੁੜੀ ਜਿਹਦਾ ਮੈਂ ਹੱਥ ਫੜ ਕੇ ਤੁਰਾਂ ਤੇ ਉਹ ਸਾਰਾ ਸਕੂਲ ਦੇਖ ਲਵੇ। ਇੰਨਾ ਉਹਨਾਂ ਦੇ ਉੱਪਰ ਪ੍ਰੈਸ਼ਰ ਹੈ। ਤੇ ਉਹ ਤੋਂ ਬਾਅਦ ਫਿਰ ਜਿਹੜਾ ਹੈਗਾ ਕੋਈ ਉਹ 'ਚ ਗਿਲਟ ਨਹੀਂ, ਕੋਈ ਕੁਛ ਨਹੀਂ। ਜੇ ਨਹੀਂ ਬਣਦੀ ਹੈਗੀ ਤੁਹਾਡੀ ਆਪਣਾ, ਤੁਸੀਂ ਯੂ ਨਾਟ ਗੈਟਿੰਗ ਅਲੋਂਗ, ਓਕੇ ਯੂ ਕੈਨ ਪਾਰਟ ਵੇਜ਼, ਯੂ ਕੈਨ ਹੈਵ ਅਨਦਰ ਪਾਰਟਨਰ। ਸੋ ਮੈਨੂੰ ਲੱਗਦਾ ਕਿ ਇਹ ਸਾਡੇ ਨਾ ਉਹ ਤੋਂ ਬਾਅਦ ਸਾਡੀ ਸਾਈਕੀ ਦੇ ਵਿੱਚ ਹੀ ਆ ਜਾਂਦਾ ਕਿ ਦੈਟ ਵੀ ਕੈਨ ਲੀਵ ਐਨੀਬਡੀ ਐਨੀ ਟਾਈਮ, no pressures, no responsibilities, no strings attached। ਇਹ ਤਾਂ ਬਹੁਤ ਯੂਜ਼ ਕਰਦੇ ਨੇ ਕਿ no strings attached, ਤੇ definitely it affects their future relationships as well। ਜੀ ਜੀ ਬਿਲਕੁਲ, ਮਤਲਬ ਕਿਤੇ ਨਾ ਕਿਤੇ ਉਹ ਬਚਪਨ ਤੋਂ ਉਸ ਰਿਸ਼ਤੇ ਤੋੜਨ ਜਾਂ ਜੋੜਨ ਦੇ ਵਿੱਚ ਐਕਸਪਰਟ ਜਾਂ ਉਹਨਾਂ ਦੇ ਆਦੀ ਹੋ ਜਾਂਦੇ ਆ। ਉਸ ਤਰ੍ਹਾਂ ਦੀ ਅਟੈਚਮੈਂਟ ਜਾਂ ਉਸ ਤਰ੍ਹਾਂ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਉਹ ਵਿਛੋੜੇ ਦੀ ਵਿਹਵਲਤਾ, ਜਾਂ ਜਿਸ ਤਰ੍ਹਾਂ ਦੇ ਉਹ ਪ੍ਰੇਮ ਪ੍ਰਸੰਗ ਅਸੀਂ ਕਿੱਸਿਆਂ ਜਾਂ ਕਥਾਵਾਂ ਦੇ ਵਿੱਚ ਦੇਖਦੇ ਹਾਂ, ਉਸ ਤਰ੍ਹਾਂ ਦੇ ਅਹਿਸਾਸ ਨਹੀਂ ਜਾਗਦੇ। ਬਿਲਕੁਲ ਜੀ। ਪਰ ਜਦੋਂ ਹੁੰਦੇ ਨੇ, ਜਦੋਂ ਰਿਲੇਸ਼ਨਸ਼ਿਪ 'ਚ ਹੁੰਦੇ ਨੇ, ਪ੍ਰੋਬਬਲੀ ਲੋਕੀ ਇਹ ਵੀ ਤਾਂ ਹੈ ਨਾ ਕਿ ਐਕਚੁਅਲੀ ਇਵੋਲਵ ਵੀ ਬਹੁਤ ਨੇ, ਤੇ ਜਦੋਂ ਕਿਸੇ ਰਿਲੇਸ਼ਨਸ਼ਿਪ 'ਚ ਹੁੰਦੇ ਨੇ ਉਦੋਂ ਪੂਰੀ ਤਰ੍ਹਾਂ ਰਿਲੇਸ਼ਨਸ਼ਿਪ 'ਚ ਹੁੰਦੇ ਨੇ। ਉਹ ਦੇ ਕੈਨ ਡੂ ਐਨੀਥਿੰਗ ਫॉर ਈਚ ਅਦਰ ਐਂਡ ਦੇ ਆਰ ਸਿੰਸੀਅਰ, ਦੇ ਆਰ ਐਵਰੀਥਿੰਗ ਵਾਂਸ ਦੇ ਆਰ ਇਨਟੂ ਈਚ ਅਦਰ। ਪਰ ਜਦੋਂ when they part ways, ਉਦੋਂ ਇਹਨਾਂ ਨੂੰ ਮੁੜ ਕੇ ਯਾਦ ਵੀ ਨਹੀਂ ਆਉਂਦਾ ਕਿ ਬੰਦੇ ਦਾ ਬਣਿਆ ਕੀ ਹੋਊਗਾ ਬਾਅਦ 'ਚ, ਕਦੇ ਸੋਚਦੇ ਹੀ ਨਹੀਂ ਜੀ। ਮੈਨੂੰ ਇਹ ਤੋਂ ਇੱਕ ਹੋਰ ਗੱਲ ਯਾਦ ਆਈ ਕਿ ਮੇਰੀ ਇੱਕ ਗੋਰੀ ਫਰੈਂਡ ਸੀ ਤੇ ਉਹਦੀ ਕੁੜੀ 9ਵੀਂ 'ਚ ਹੀ ਹੋਈ ਸੀ ਹਲੇ, ਤੇ ਉਹ ਇੱਕ ਦਿਨ ਮੈਨੂੰ ਕਹਿੰਦੀ ਮੈਂ ਸਾਈਕੈਟ੍ਰਿਸਟ ਨਾਲ ਅਪੁਆਇੰਟਮੈਂਟ ਬਣਾਈ ਹੈ ਇਹਦੀ। ਮੈਂ ਕਿਹਾ ਕਿਉਂ, ਕੀ ਹੋ ਗਿਆ? ਕਹਿੰਦੀ ਇਹਦਾ ਕੋਈ ਬॉयਫ੍ਰੈਂਡ ਹੀ ਨਹੀਂ ਬਣਦਾ, ਦੈਟ ਮੀਨਸ ਸਮਥਿੰਗ ਰੋਂਗ ਵਿਦ ਹਰ। ਤੇ ਮੈਂ ਪਹਿਲੀ ਵਾਰ ਮੈਨੂੰ ਸ਼ੌਕ ਲੱਗਾ ਸੀਗਾ ਕਿ ਜਿਹੜਾ ਹੈ ਉਹ ਇਹ ਸੋਚਦੇ ਨੇ ਕਿ ਬੱਚੇ ਦੇ ਇੱਕ ਨਾਰਮਲ ਹਾਰਮੋਨਸ ਨੇ ਜਿਹੜੇ ਉਹ ਤੁਹਾਡੇ ਜਿਹੜੇ ਹੈਗੇ ਨਾ ਰੇਜ ਹੋਣੇ ਹੀ ਹੋਣੇ ਨੇ। ਨਾਰਮਲ ਹਾਰਮੋਨਸ ਜਦ ਆਪਣੀ ਸਾਰੀ ਬੋਡੀ ਚੇਂਜ ਹੋਣ ਲੱਗਦੀ ਹੈ, ਮੁੰਡਿਆਂ ਦੀ ਹੁੰਦੀ ਹੈ, ਕੁੜੀਆਂ ਦੀ ਹੁੰਦੀ ਹੈ, ਕਿ ਉਹ ਚੇਂਜਿੰਗ ਹਾਰਮੋਨਸ ਦੇ ਵਿੱਚ ਜਿਹੜਾ ਹੈਗਾ ਇੱਕ ਸੈਕਸ ਹਾਰਮੋਨ ਵੀ ਹੈਗਾ, ਕਿ ਜਿਹੜਾ ਇਸ ਰੇਜਿੰਗ ਹਾਰਮੋਨ that gets you into relationship, looking for relationships, ਕਿ ਜੇ ਉਹ ਨਹੀਂ ਪੂਰੀ ਤਰ੍ਹਾਂ ਆਪਣਾ ਹੈਗਾ ਆਪਣਾ aggressive ਹੈਗਾ ਉਹ ਹਾਰਮੋਨ, that means there is something wrong with you। that's how this look at it। ਜੀ ਜੀ ਸ਼ੁਕਰੀਆ ਮੈਡਮ, ਸਾਡਾ ਕਾਫੀ ਸਮਾਂ ਹੋ ਚੁੱਕਾ ਹੈ, ਤਾਂ ਮੈਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗਾ, ਤੁਸੀਂ ਆਪਣਾ ਬੜਾ ਕੀਮਤੀ ਸਮਾਂ ਕੱਢਿਆ।
ਤਾਂ ਅਗਲੀ ਕਾਰਵਾਈ ਲਈ ਮੈਂ ਬਲਵਿੰਦਰ ਚਹਿਲ ਜੀ ਨੂੰ ਸੱਦਾ ਦੇਵਾਂਗਾ, ਪਰ ਉਸ ਤੋਂ ਪਹਿਲਾਂ ਜਿਵੇਂ ਜਗੀਰ ਸਿੰਘ ਕਾਲੂ ਜੀ ਮੈਂ ਚਾਹੂੰਗਾ ਤਾਂ ਉਹ ਆਪਣੀ ਗੱਲਬਾਤ ਰੱਖਣ। ਜਗੀਰ ਸਿੰਘ ਕਾਲੂ ਜੀ, ਤੇ ਇਸ ਤੋਂ ਬਾਅਦ ਬਲਵਿੰਦਰ ਸਿੰਘ ਚਹਿਲ ਜੀ ਅਗਲੀ ਕਾਰਵਾਈ ਦੇ ਲਈ ਤਿਆਰ ਰਹਿਣ। ਬਹੁਤ ਮਿਹਰਬਾਨੀ ਪ੍ਰਗਟ ਜੀ। ਮੈਂ ਜਿਹੜਾ ਵੀਜ਼ਾ ਨਾਨੀ ਦਾ ਕਹਾਣੀ ਇਹਨਾਂ ਦੀ ਪਲੇਠੀ ਕਹਾਣੀ ਆ ਉਹਦੇ ਬਾਰੇ ਥੋੜੀ ਜਿਹੀ ਗੱਲ ਇਹ ਕਰਨੀ ਚਾਹੁੰਦਾ ਆ ਕਿ ਜਿਵੇਂ ਇਹਨਾਂ ਨੇ ਦੱਸਿਆ ਸੀਗਾ ਕਿ ਉਹ ਇੰਨੀ ਪਪੂਲਰ ਹੋ ਗਈ ਕਿ ਉਹ ਗਾਂਹ ਦੀ ਗਾਂਹ ਮਤਲਬ ਤੁਰਦੀ ਰਹੀ। ਉਹਦੇ 'ਚ ਮੈਂ ਆਪਣਾ ਨਿੱਜੀ ਐਕਸਪੀਰੀਅੰਸ ਵੀ ਦੇਖਦਾ ਜਦੋਂ ਮੈਂ ਕਹਾਣੀ ਪੜ੍ਹੀ ਸੀਗੀ ਨਾ, ਕਿ ਉਹ ਕੈਨੇਡਾ ਵਾਲੇ ਨਾ ਇੱਕ ਸਿੰਪਲ ਲਾਈਨ ਲਿਖ ਦਿੰਦੇ ਜੀ ਵੀ ਤੁਹਾਡੀਆਂ ਨਾ ਆਪਣੇ ਮਦਰ ਕੰਟਰੀ ਨਾਲ ਜਿਹੜੀਆਂ ਨਾ ਸਫੀਸ਼ੀਐਂਟ ਟਾਈਜ਼ ਨਹੀਂ ਹੈਗੀਆਂ, ਜਿਹਦਾ ਮਤਲਬ ਇਹ ਆ ਕਿ ਤੁਸੀਂ ਚੱਲ ਜਾਣਾ ਤਾਂ ਮੁੜ ਕੇ ਵਾਪਸ ਨਹੀਂ ਆਉਣਾ। ਇਹ ਮੇਰੇ ਨਾਲ 2 ਵਾਰੀ ਹੋਇਆ। ਇੱਕ ਵਾਰੀ ਮੈਨੂੰ ਜਿਹੜੀ ਖਾਲਸਾ ਦੀਵਾਨ ਸੁਸਾਇਟੀ ਹੈਗੀ ਆ ਵੈਨਕੂਵਰ ਦੀ, ਉਹਨਾਂ ਨੇ ਬੁਲਾਇਆ ਸੀਗਾ। ਇੱਕ ਵਾਰੀ ਮੇਰੇ ਭਾਣਜੇ ਦਾ ਵਿਆਹ ਸੀਗਾ, ਮੇਰੀ ਕਜ਼ਨ ਜਿਹੜੀ ਆ ਉਹ ਇੱਥੇ ਜੱਜ ਸੀਗੀ ਉਸ ਵੇਲੇ, ਤੇ ਉਹ ਮੈਨੂੰ ਵੀ ਉਹੀ ਲਿਖ ਦਿੱਤਾ। ਤੇ ਮੈਂ ਉਹ ਜਦੋਂ ਕਹਾਣੀ ਪੜ੍ਹਦਾ ਤਾਂ ਮੈਨੂੰ ਲੱਗਦਾ ਵੀ ਜਿਹੜੇ ਇਹ ਹਰ ਇੱਕ ਬੰਦੇ ਦੀ ਕਹਾਣੀ ਆ। ਔਰ ਮੈਂ ਹੁਣ ਤੁਹਾਡਾ ਟਾਈਮ ਨਹੀਂ ਜ਼ਿਆਦਾ ਲੈਣਾ, ਸਿਰਫ ਗੁਰਮੀਤ ਹੋਣਾ ਨੂੰ ਇੱਕ ਸਵਾਲ ਕਰਨਾ ਹੈਗਾ। ਉਹ ਇਹ ਆ ਵੀ ਇਹ ਕਹਾਣੀ ਇੰਨੀ ਪਪੂਲਰ ਹੋ ਗਈ, ਇੰਨੀ ਲੋਕਾਂ ਦੇ ਮਨਾਂ ਵਿੱਚ ਵਸ ਗਈ, ਜਾਂ ਕਹਿ ਲਓ ਕਿ ਇਹ ਇੰਨੀ ਆਮ ਸਮੱਸਿਆ ਹੈਗੀ ਆ ਕਿ ਵੀਜ਼ਾ ਨਹੀਂ ਮਿਲਦਾ, ਤੇ ਇਹਨਾਂ ਨੇ ਇੱਕ ਪਲਾਨ ਕੀਤਾ ਸੀਗਾ ਜਾਂ ਇਹਨਾਂ ਨੂੰ ਸੁਜੈਸਟ ਕੀਤਾ ਸੀਗਾ ਮੇਰੇ ਖਿਆਲ ਕਿਸੇ ਨੇ ਕਿ ਇਸ ਕਹਾਣੀ ਤੇ ਕਿਉਂ ਨਾ ਫਿਲਮ ਬਣਾਈ ਜਾਵੇ। ਉਹ ਇੱਕ ਪ੍ਰੋਜੈਕਟ ਵੀ ਚੱਲਣ ਲੱਗ ਪਿਆ। ਉਹ ਚੰਡੀਗੜ੍ਹ ਦੇ ਕੋਈ ਸੀਗੇ ਮਤਲਬ ਇਹਨਾਂ ਦੇ ਜਾਣੂ, ਉਹਨਾਂ ਨੇ ਸਾਰਾ ਕੁਝ ਕੀਤਾ। ਇੱਥੋਂ ਤੱਕ ਵੀ ਕਿ ਇਹਨਾਂ ਨੇ ਕਿਹਾ ਬਈ ਇੱਕ ਗੀਤ ਵੀ ਉਸ ਫਿਲਮ ਲਈ ਲਿਖਿਆ ਜਾਣਾ ਚਾਹੀਦਾ, ਤੇ ਉਹ ਕਈਆਂ ਨੇ ਟਰਾਈ ਕੀਤੀ। ਇਹਨਾਂ ਨੇ ਮੈਨੂੰ ਕਿਹਾ ਤੇ ਉਹ ਮੇਰਾ ਗੀਤ ਜਿਹੜਾ ਉਹ ਗੁਰਮੀਤ ਹੋਣਾ ਨੇ ਪਾਸ ਕਰ ਦਿੱਤਾ। ਤੇ ਮੈਂ ਹੁਣ ਗੁਰਮੀਤ ਹੋਣਾ ਨੂੰ ਇਹ ਪੁੱਛਣਾ ਚਾਹੁੰਦਾ ਵੀ ਉਹ ਜਿਹੜਾ ਗੀਤ ਮੇਰਾ ਆ ਉਹ ਹੋਰ ਕਿਤੇ ਦਾ ਵਰਤਿਆ ਨਹੀਂ ਜਾ ਸਕਦਾ। ਉਹ ਉਸ ਫਿਲਮ ਲਈ ਲਿਖਿਆ ਗਿਆ ਸੀਗਾ ਜਿਹੜੀ ਅਜੇ ਬਣਨੀ ਆ ਤੇ ਪਤਾ ਨਹੀਂ ਕਦੋਂ ਬਣਨੀ ਆ। ਭਈ ਉਹ ਮੇਰਾ ਗੀਤ ਕਿੰਨਾ ਚਿਰ ਵਿਚਾਰਾ ਮੇਰੀ ਘੁੱਟਿਆ ਰਹੇਗਾ ਤੇ ਉਹਨੂੰ ਫਿਲਮ ਦੇ ਵਿੱਚ ਗਾਏ ਜਾਣ ਦਾ ਮੌਕਾ ਮਿਲੇਗਾ। ਥੈਂਕ ਯੂ। ਹਾਂਜੀ ਕਾਲੂ ਸਾਹਿਬ, ਫਿਲਮ ਬਣੇਗੀ ਜੀ, ਜ਼ਰੂਰ ਬਣੇਗੀ। ਹਾਲੇ ਮੇਰੇ ਵੀ ਆਪਣਾ ਮੈਂ ਉਹਨੂੰ ਰੱਦ ਨਹੀਂ ਕੀਤਾ ਆਈਡੀਆ ਨੂੰ, ਬਣੇਗੀ ਫਿਲਮ। ਔਰ ਆਪਣੇ ਦੋਸਤ ਜਿਹੜੇ ਹੈਗੇ ਨੇ ਉਹ ਵੀ ਹਮੇਸ਼ਾ ਇਹਦੇ ਬਾਰੇ ਗੱਲ ਕਰਦੇ ਰਹਿੰਦੇ ਨੇ। ਤੁਹਾਡਾ ਗੀਤ ਅਸੀਂ ਬਹੁਤੀ ਦੇਰ ਨਹੀਂ ਸੈਕਿੰਡ ਦਿੰਦੇ ਤੇ ਉਹਨੂੰ ਅਸੀਂ ਵਰਤ ਲੈਣਾ। ਸ਼ੁਕਰੀਆ ਜੀ। ਠੀਕ ਹੈ ਜੀ। ਕਾਲੂ ਸਾਹਿਬ, ਬੜਾ ਵਧੀਆ ਲੱਗਿਆ ਤੁਹਾਡੀ ਗੱਲਬਾਤ ਸੁਣ ਕੇ। ਹਰਿੰਦਰ ਜੀ 2 ਮਿੰਟ ਮੈਂ ਚਾਹੂੰਗਾ ਜੇ ਆਪਾਂ ਦੀਪਤੀ ਬਬੂਤਾ ਮੈਡਮ ਜੀ ਨੂੰ ਵੀ ਸਮਾਂ ਦੇ ਦਈਏ, ਜੇ ਕੋਈ ਗੱਲ ਕਹਿਣਾ ਚਾਹੁੰਦੇ ਆ ਤਾਂ ਸਾਡੇ ਨਾਲ ਕਹਾਣੀ ਜ਼ਰੂਰ। ਦੀਪਤੀ ਬਬੂਤਾ ਮੈਡਮ, ਜੇ ਤੁਸੀਂ ਕੋਈ ਗੱਲਬਾਤ ਰੱਖਣਾ ਚਾਹੁੰਦੇ ਹੋ ਤਾਂ ਪਲੀਜ਼ ਤੁਹਾਡੇ ਕੋਲੇ ਸਮਾਂ ਹੈ 2-4 ਮਿੰਟ ਦਾ। ਮੈਡਮ ਦੀਪਤੀ ਬਬੂਤਾ ਜੀ। ਚਲੋ, ਮੇਰੇ ਖਿਆਲ ਦੇ ਵਿੱਚ ਉਹ ਸ਼ਾਇਦ ਆਵਾਜ਼ ਨਹੀਂ ਜਾਂ ਤਾਂ ਜਾ ਰਹੀ ਜਾਂ ਕੋਈ ਟੈਕਨੀਕਲੀ ਐਰਰ ਹੋ ਸਕਦਾ ਹੈ। ਚਲੋ ਸਰ, ਤੁਸੀਂ ਦੇਖ ਲਓ ਜੇ ਦੀਪਤੀ ਮੈਡਮ ਦਾ 1-2 ਮਿੰਟ ਦੇ ਵਿੱਚ ਕੋਈ ਰਿਸਪੌਂਸ ਆਉਂਦਾ ਤਾਂ, ਨਹੀਂ ਤੁਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ। ਡਾਕਟਰ ਹਰਿੰਦਰ ਜੀ। ਸ਼ੁਕਰੀਆ ਪ੍ਰਗਟ। ਜਗੀਰ ਸਿੰਘ ਕਾਲੂ ਜੀ ਦੀ ਗੱਲ ਸੁਣ ਕੇ ਮੈਨੂੰ ਬੜਾ ਇੱਕ ਛੋਟਾ ਜਿਹਾ ਜੋਕ ਯਾਦ ਆਇਆ। ਮੈਂ ਕਿ ਮੈਡਮ ਤੁਸੀਂ ਕਿਤੇ ਤੁਹਾਨੂੰ ਇਹ ਨਾ ਹੋਣਾ ਪੈ ਜਾਏ ਕਿ ਇੱਕ ਗੀਤ ਦੀ ਮੌਤ ਕਹਾਣੀ ਲਿਖਣੀ ਪੈ ਜੇ, ਸੋ ਜਲਦੀ ਤੁਸੀਂ ਉਹ ਗੀਤ ਇਹਨਾਂ ਦਾ ਜ਼ਰੂਰ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਵਰਤੋ। ਤੋ ਬੜਾ ਸ਼ੁਕਰੀਆ ਤੁਹਾਡਾ। ਗੱਲਬਾਤ ਬੜੀ ਚੰਗੀ ਲੱਗੀ, ਬੜਾ ਵਧੀਆ ਲੱਗਿਆ। ਸਭ ਤੋਂ ਪਹਿਲਾਂ ਤਾਂ ਮੈਂ ਰਸਮੀ ਤੌਰ ਤੇ ਨਾ ਆਪਣੇ ਦਰਸ਼ਕਾਂ ਦਾ ਸਵਾਗਤ ਤੇ ਧੰਨਵਾਦ ਕਰਨਾ ਚਾਹਾਂਗਾ। ਉਹ ਇਸ ਲਈ ਕਿ ਉਹ ਸਾਡੇ ਸਾਰੇ ਪ੍ਰੋਗਰਾਮਾਂ ਨੂੰ ਬੜੀ ਸ਼ਿੱਦਤ ਨਾਲ ਉਡੀਕਦੇ ਨੇ, ਤੇ ਸਾਡੇ ਕੁਝ ਪੱਕੇ ਦਰਸ਼ਕ ਨੇ, ਕੁਝ ਨਵੇਂ ਜੁੜਦੇ ਨੇ ਸਾਡੇ ਨਾਲ, ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ, ਕਿਉਂਕਿ ਇਸ ਸਮੇਂ ਜਿਹੜੇ ਸਾਹਿਤ ਨਾਲ ਮੱਸ ਰੱਖਣ ਵਾਲੇ ਨੇ ਉਹੀ ਜੁੜੇ ਰਹਿੰਦੇ ਨੇ ਜਾਂ ਜੁੜੇ ਰਹਿ ਸਕਦੇ ਨੇ, ਤਾਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ। ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਚਾਹਾਂਗਾ ਜਿਹੜੇ ਸਮਕਾਲੀ ਕਹਾਣੀਕਾਰ ਨੇ ਤੁਹਾਡੇ ਸਾਰੇ, ਉਹਨਾਂ ਦਾ ਖਾਸ ਤੌਰ ਤੇ ਦੀਪਤੀ ਬਬੂਤਾ ਜੀ ਹੋ ਗਏ, ਕੇ ਤ੍ਰਿਪਤਾ ਸਿੰਘ ਜੀ ਹੋ ਗਏ, ਸਾਡੇ ਨਾਲ ਰਿਹਿਲ ਜੀ ਜੁੜੇ ਸੀਗੇ, ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਆ। ਫਿਰ ਮੈਂ ਜਗੀਰ ਸਿੰਘ ਕਾਲੂ ਜੀ ਦਾ ਵੀ ਧੰਨਵਾਦ ਕਰਾਂਗਾ, ਕਿਉਂਕਿ ਉਹਨਾਂ ਨੇ ਤੁਹਾਡੇ ਬਾਰੇ ਸਾਡੇ ਨਾਲ ਬੜੀ ਵਧੀਆ ਗੱਲਬਾਤ ਕੀਤੀ ਆ। ਤੁਹਾਡੀ ਸ਼ਖਸੀਅਤ ਦੇ ਬਹੁਤ ਸਾਰੇ ਪੱਖਾਂ ਬਾਰੇ ਜਿਹੜਾ ਹੈਗਾ ਸਾਨੂੰ
ਦਿੱਤੇ ਨੇ ਵਿਚਾਰ ਆਪਣੇ। ਤੇ ਗੁਰਮੀਤ ਪਨਾਗ ਜੀ, ਤੁਹਾਡਾ ਧੰਨਵਾਦ ਤਾਂ ਇਸ ਲਈ ਵੀ ਕਰਨਾ ਬਣਦਾ ਕਿਉਂਕਿ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਸਾਡੇ ਪ੍ਰੋਗਰਾਮਾਂ ਨਾਲ ਸੁਬਾਹ ਉੱਠ ਕੇ ਜੁੜਦੇ ਹੋ, ਤੁਹਾਡੇ ਟਾਈਮ ਦਾ ਵੀ ਫਰਕ ਹੁੰਦਾ ਤੇ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਅਸੀਂ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜਿਹੜਾ ਮੈਂ ਸਵਾਲ ਪੁੱਛਿਆ ਸੀ ਉਹ ਨਾ ਮੈਂ ਇਸ ਲਈ ਪੁੱਛਦਾ ਹੁੰਦਾ ਕਿ ਮੈਂ ਇੱਕ ਐਜ਼ ਏ ਆਲੋਚਕ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਦਾ ਤੇ ਮੈਨੂੰ ਇਹ ਹੁੰਦਾ ਕਿ ਕੋਈ ਡਾਟਾ ਜਿਹੜਾ ਇਸ ਤਰ੍ਹਾਂ ਦਾ ਇਕੱਠਾ ਕੀਤਾ ਜਾਵੇ। ਤੋਂ ਪਿਛਲੇ ਅਸੀਂ ਜਿੰਨੇ ਵੀ ਪ੍ਰੋਗਰਾਮ ਕਰਵਾਏ ਨੇ ਉਹ ਕਹਾਣੀਕਾਰਾਂ ਤੋਂ ਵੀ ਮੈਂ ਇਸ ਤਰ੍ਹਾਂ ਦੇ ਸਵਾਲ ਪੁੱਛੇ ਸੀ। ਤੋਂ ਕੁਛ ਕੁ ਕਹਾਣੀਕਾਰ ਸੀਗੇ ਜਿਨ੍ਹਾਂ ਦੀ ਸਾਹਿਤਕ ਵਿਰਾਸਤ ਤੁਹਾਡੇ ਵਾਂਗ ਜਿਹੜੀ ਭਰਵੀਂ ਸੀਗੀ ਆਪਾਂ ਕਹਿ ਸਕਦੇ ਹਾਂ। ਤੋ ਮੈਨੂੰ ਕਿਤੇ ਕਿਤੇ ਤਾਂ ਇਸ ਤਰ੍ਹਾਂ ਦੀ ਨਿਰਾਸ਼ਾ ਵੀ ਹੋ ਜਾਂਦੀ ਹੈ ਕਿ ਸਾਹਿਤਕ ਵਿਰਾਸਤਾਂ ਸਾਡੀਆਂ ਮਰ ਰਹੀਆਂ ਨੇ, ਸਾਡੀਆਂ ਸ਼ੈਲਫਾਂ ਦੇ ਵਿੱਚ ਪਈਆਂ ਕਿਤਾਬਾਂ ਨੂੰ ਸਿਉਂਕ ਖਾ ਜਾਂਦੀ ਆ ਤੇ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਸਾਂਭ ਨਹੀਂ ਪਾਉਂਦੇ। ਤੋ ਇਸ ਗੱਲ ਲਈ ਜਿਹੜਾ ਹੈਗਾ ਜ਼ਰੂਰ ਸਾਨੂੰ ਮਤਲਬ ਯਤਨ ਕਰਨੇ ਚਾਹੀਦੇ ਨੇ ਕਿਉਂਕਿ ਇੱਕ ਜਿਹੜਾ ਸਾਹਿਤ ਨਾਲ ਜੁੜਨ ਵਾਲਾ ਵਿਅਕਤੀ ਹੁੰਦਾ ਉਹ ਆਮ ਉਹਦੀ ਮਾਨਸਿਕਤਾ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਬੇਸ਼ੱਕ ਤੰਗ ਤਾਂ ਜ਼ਰੂਰ ਹੁੰਦਾ ਇਸ ਸੁਸਾਇਟੀ ਦੇ ਵਿੱਚ ਕਿਉਂਕਿ ਜਿਹੜਾ ਸੁਸਾਇਟੀ ਹੈ, ਜਿਹੜਾ ਸਮਾਜ ਆ, ਜ਼ਿਆਦਾਤਰ ਇਹ ਹੋਰ ਮੱਸ ਵਾਲਾ ਹੈ। ਇਹਦੇ ਵਿੱਚ ਜਿਹੜੇ ਪੂੰਜੀਵਾਦ ਦੇ ਜਿਹੜੇ ਲੱਛਣ ਜ਼ਿਆਦੇ ਨੇ ਪਰ ਉਹ ਸਾਹਿਤਕ ਮੱਸ ਰੱਖਣ ਵਾਲਾ ਵਿਅਕਤੀ ਤੰਗ ਜ਼ਰੂਰ ਹੋਵੇਗਾ ਪਰ ਕਿਤੇ ਨਾ ਉਹ ਵਧੀਆ ਵਿਅਕਤੀ ਹੁੰਦਾ, ਮਤਲਬ ਜੇ ਆਪਾਂ ਸਿੱਧੇ ਸ਼ਬਦਾਂ 'ਚ ਕਹਿਣਾ ਹੋਵੇ। ਤੋ ਇਸ ਤਰ੍ਹਾਂ ਦੇ ਵਿਅਕਤੀ ਸਾਨੂੰ ਪੈਦਾ ਕਰਨੇ ਪੈਣਗੇ। ਅਸੀਂ ਆਪਦੀਆਂ ਸਾਹਿਤਕ ਵਿਰਾਸਤਾਂ ਰਾਹੀਂ ਤੋਂ ਅਸੀਂ ਕਾਲਜਾਂ ਦੇ ਵਿੱਚ ਵੀ ਇਹ ਕੋਸ਼ਿਸ਼ ਕਰਦੇ ਹਾਂ ਕਿ ਆਪਦੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਿਆ ਜਾ ਸਕੇ ਤੇ ਕੁਝ ਵਿਦਿਆਰਥੀ ਇਹੋ ਜਿਹੇ ਨਿਕਲੇ ਆਉਣ। ਤੋ ਇਸ ਲਈ ਤੁਸੀਂ ਸਾਰੇ ਸਾਹਿਤਕਾਰ ਹੋ ਜੋ ਉਹ ਸਾਡੇ ਮਤਲਬ ਸਹਾਇਕ ਹੋ ਕਿਉਂਕਿ ਤੁਹਾਡੀਆਂ ਉਦਾਹਰਨਾਂ ਦੇ ਕੇ ਅਸੀਂ ਵਿਦਿਆਰਥੀਆਂ ਨੂੰ ਇਸ ਕੰਮ ਲਈ ਪ੍ਰੇਰਦੇ ਹਾਂ। ਤੁਸੀਂ ਵਿਦੇਸ਼ ਵਿੱਚ ਬੈਠੇ ਹੋਏ ਵੀ ਸਾਹਿਤ ਨਾਲ ਜੁੜੇ ਹੋਏ ਹੋ, ਆਪਣੇ ਕਲਚਰ ਨਾਲ, ਆਪਣੀ ਬੋਲੀ ਨਾਲ ਜੁੜੇ ਹੋਏ ਹੋ ਤੇ ਇਸ ਦੇ ਨਾਲ ਹੀ ਹੋਰਨਾਂ ਕਲਚਰਾਂ, ਹੋਰਨਾਂ ਬੋਲੀਆਂ ਦੇ ਹਾਸ਼ੀਏ ਤੇ ਧੱਕੇ ਹੋਏ ਲੋਕਾਂ ਦਾ ਤੁਹਾਨੂੰ ਫਿਕਰ ਆ। ਇਸ ਗੱਲ ਦੀ ਮੈਨੂੰ ਸਭ ਤੋਂ ਵੱਧ ਸੰਤੁਸ਼ਟੀ ਆ ਕਿ ਤੁਸੀਂ ਰਵਾਇਤੀ ਜਿਹੜੇ ਵਿਸ਼ੇ ਆ ਪ੍ਰਵਾਸੀ ਸਾਹਿਤ ਦੇ ਉਹਨਾਂ ਤੋਂ ਥੋੜਾ ਜਿਹਾ ਹਟ ਕੇ ਕਰ ਰਹੇ ਹੋ, ਚਾਹੇ ਥੋੜਾ ਕਰ ਰਹੇ ਹੋ ਤੇ ਇਸ ਗੱਲ ਲਈ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ। ਤੇ ਮੇਰੇ ਖਿਆਲ ਦੇ ਵਿੱਚ ਧੰਨਵਾਦ ਦੇ ਰੂਪ ਦੇ ਵਿੱਚ ਇੰਨਾ ਕਹਿਣਾ ਠੀਕ ਹੋਵੇਗਾ। ਹਰਿੰਦਰ ਸਰ ਜੀ, ਮੈਡਮ ਦੀ ਮੈਡਮ ਦਾ ਜੀ ਨਾ ਬੈਕ ਹੋ ਸਕਦਾ ਉਹ ਮਿਊਟ ਕਰੋ। ਹਾਂਜੀ ਦੀਪਤੀ ਗੁਪਤਾ ਜੀ, ਸਵਾਗਤ ਹੈ ਕਾਫਲਾ ਟੀਮ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਡਮ ਗੁਰਮੀਤ ਪਨਾਗ ਜੀ ਨੂੰ ਸਤਿ ਸ਼੍ਰੀ ਅਕਾਲ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡੇ ਨਾਲ ਸੱਚੀ ਦਿਲੀ ਮੁਹੱਬਤ ਹੈ ਬਹੁਤ ਜ਼ਿਆਦਾ ਔਰ ਅੱਜ ਦੀ ਇੰਟਰਵਿਊ ਤੋਂ ਬਾਅਦ ਉਹਦੇ ਵਿੱਚ ਪਤਾ ਨਹੀਂ ਕਿੰਨਾ ਜ਼ਿਆਦਾ ਇਜ਼ਾਫਾ ਹੋ ਗਿਆ। ਮੇਰੇ ਕੋਲ ਖੁਦ ਮਿਕਦਾਰ ਨਹੀਂ ਹੈ ਤੇ ਸਵਾਲ ਤਾਂ ਆਲਰੇਡੀ ਬਹੁਤ ਹੋ ਚੁੱਕੇ ਹੋਏ ਹੈ ਔਰ ਮੈਨੂੰ ਲੱਗਦਾ ਕਿ ਮੇਰੇ ਪੁੱਛਣ ਵਾਲਾ ਸਵਾਲ ਨਹੀਂ ਕੋਈ ਵੀ ਰਹਿ ਗਿਆ। ਬਟ ਇੱਕ ਗੱਲ ਮਨ ਵਿੱਚ ਆਈ ਹੈ ਤੇ ਚਲੋ ਚਲਦੇ ਸਾਂਝੀ ਕਰ ਲੈਂਦੇ ਹਾਂ, ਚਾਹੇ ਆਪਾਂ ਵੈਸੇ ਵੀ ਫੋਨ ਤੇ ਕਰ ਸਕਦੇ ਹਾਂ ਪਰ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਪਾਠਕ ਜਾਂ ਦਰਸ਼ਕ ਜੁੜੇ ਹੋਏ ਹੈ ਸ਼ਾਇਦ ਉਹਨਾਂ ਵਾਸਤੇ ਵੀ ਕੁਝ ਗੱਲ ਫਾਇਦੇਮੰਦ ਹੋ ਜਾਏ। ਸਵਾਲ ਉੱਠਿਆ ਸੀ, ਬੜਾ ਸੋਹਣਾ ਕੀਤਾ ਗਿਆ ਕਿ ਤੁਸੀਂ ਇੰਨੀ ਬੜੀ ਐਨਰਿਚ ਸਟੋਰੀ ਲਿਖਦੇ ਹੋ। ਮੈਂ ਤੁਹਾਡੀ ਕਹਾਣੀ ਦੀ ਕਾਇਲ ਹਾਂ ਕਿਉਂਕਿ ਤੁਸੀਂ ਕਹਾਣੀ ਹਵਾ 'ਚ ਤੀਰ ਮਾਰ ਕੇ ਨਹੀਂ ਲਿਖਦੇ, ਬਹੁਤ ਰਿਸਰਚ ਵਰਕ ਕਰਕੇ ਕਹਾਣੀ ਲਿਖੀ ਹੁੰਦੀ ਹੈ ਔਰ ਬੇਸਿਰ ਪੈਰ ਦੀ ਕੋਈ ਉਹਦੇ ਵਿੱਚ ਗੱਲ ਨਹੀਂ ਹੁੰਦੀ। ਤਾਂ ਉਹਨਾਂ ਕਹਾਣੀਆਂ 'ਚ ਬਹੁਤ ਕੁਝ ਹੁੰਦਾ ਹੈ। ਦੂਸਰੇ ਨੰਬਰ 'ਤੇ ਤੁਸੀਂ ਕਹਾਣੀ ਛੋਟੇ ਕੈਨਵਸ ਦੀ ਨਹੀਂ ਲਿਖ ਰਹੇ ਹੋ, ਬੜੇ ਵੱਡੇ ਕੈਨਵਸ ਦੀ ਕਹਾਣੀ ਲਿਖਦੇ ਹੋ ਜਿਸ ਦੇ ਵਿੱਚ ਜਿਸ ਜਗ੍ਹਾ 'ਤੇ ਤੁਸੀਂ ਰਹਿ ਰਹੇ ਹੋ ਉੱਥੋਂ ਦਾ ਤਾਂ ਸਾਰਾ ਕੁਝ ਆਲਾ ਦੁਆਲਾ ਜੋ ਵੀ ਹੈ ਉਹ ਆਉਂਦਾ ਹੀ ਹੈ। ਉੱਥੋਂ ਦੇ ਲੋਕ ਕਿਸ ਕਲਚਰ ਵਿੱਚ ਜੀ ਰਹੇ ਹੈ, ਯੂਥ ਨੂੰ ਕੀ ਪਰੇਸ਼ਾਨੀਆਂ ਆ ਰਹੀਆਂ, ਉੱਥੋਂ ਦੀ ਸੁਸਾਇਟੀ ਕਮਿਊਨਿਟੀ ਨੂੰ ਕੀ ਪ੍ਰੋਬਲਮਸ ਆ ਰਹੀਆਂ, ਸਭ ਕੁਝ ਹੀ ਹੁੰਦਾ ਹੈ। ਤੁਸੀਂ ਪੰਜਾਬੀ ਵਿੱਚ ਲਿਖ ਰਹੇ ਹੋ ਤਾਂ ਤੁਸੀਂ ਕਹਿੰਦੇ ਹੋ ਕਿ ਹਾਂ ਸਾਡਾ ਲਿਟਰੇਚਰ ਪੜ੍ਹਨ ਦੇ ਵਾਸਤੇ ਕਿਉਂਕਿ ਉੱਥੋਂ ਦੇ ਬੱਚੇ ਜਿਹੜੇ ਨੇ ਉਹ ਮਾਤ ਭਾਸ਼ਾ ਉਹਨਾਂ ਦੀ ਇੰਗਲਿਸ਼ ਹੈ, ਲੇਕਿਨ ਤੁਹਾਡੀਆਂ ਜਿਹੜੀਆਂ ਕਹਾਣੀਆਂ ਉਹ ਪੰਜਾਬੀ ਤੱਕ ਸੀਮਿਤ ਰੱਖਣ ਵਾਲੀਆਂ ਨਹੀਂ ਹੈ। ਜਿਹੜੀਆਂ ਇਹ ਕਹਾਣੀਆਂ ਉੱਥੋਂ ਦਾ ਵੀ ਜਿਹੜਾ ਯੂਥ ਹੈ, ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ, ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਪੜ੍ਹਾਈ ਜਾਣਾ ਜ਼ਰੂਰੀ ਹੈ ਤੇ ਤੁਹਾਡੀ ਆਪਣੀ ਵੀ ਇੰਗਲਿਸ਼ ਦਾ ਕਮਾਂਡ ਬਹੁਤ ਅੱਛੀ ਹੈ। ਤੇ ਜੇ ਤੁਸੀਂ ਮੈਨੂੰ ਲੱਗਦਾ ਹੈ ਕਿ ਮਰਜ਼ੀ ਤਾਂ ਤੁਹਾਡੀ ਹੈ ਪਰ ਮੈਨੂੰ ਲੱਗਦਾ ਕਿ ਤੁਹਾਡੀਆਂ ਕਹਾਣੀਆਂ ਜਿਹੜੀਆਂ ਉਹ ਇੰਗਲਿਸ਼ ਵਿੱਚ ਟ੍ਰਾਂਸਲੇਟ ਹੋਣੀਆਂ ਚਾਹੀਦੀਆਂ। ਇਹਦੇ ਬਾਰੇ ਤੁਸੀਂ ਜ਼ਰੂਰ ਕੁਝ ਵਿਚਾਰ ਕਰੋ, ਉਪਰਾਲਾ ਕੀਤਾ ਜਾਏ। ਹਾਂਜੀ, ਇਹ ਪ੍ਰੋਜੈਕਟ ਦੀਪਤੀ ਜੀ, ਇਹ ਪ੍ਰੋਜੈਕਟ ਜਿਹੜਾ ਹੈਗਾ ਟ੍ਰਾਂਸਲੇਸ਼ਨ ਵਾਲਾ ਮੇਰੀ ਪਾਈਪਲਾਈਨ 'ਚ ਹੈ
ਔਰ ਇਹ ਹੋਏਗਾ, ਪਰ ਆਮ ਜਸਟ ਵੇਟਿੰਗ ਫॉर द ਰਾਈਟ ਪਰਸਨ ਟੂ ਕਮ। ਮੈਂ ਆਪ ਨਹੀਂ ਕਰਾਂਗੀ, ਮੈਨੂੰ ਇਹਦੇ ਵਾਸਤੇ ਅਗੇਨ ਉਹੀ ਗੱਲ ਆ ਜਾਂਦੀ ਹੈ ਨਾ ਕਿ ਜਿਹੜੀ ਮਦਰ ਟੰਗ ਦੀ, ਮੈਨੂੰ ਸ਼ਾਇਦ ਕਿਸੇ ਆਪਣੇ ਕੈਨੇਡੀਅਨ ਫਰੈਂਡ ਤੋਂ ਇਹਦੀ ਹੈਲਪ ਲੈਣੀ ਪਏ, ਉਹਦੇ ਨਾਲ ਬੈਠ ਕੇ ਇਹ ਕਰਨਾ ਹੈਗਾ। ਹਾਂਜੀ, ਇਹ ਪ੍ਰੋਜੈਕਟ ਅਸੀਂ ਕਰਨਾ। ਗੁੱਡ ਵਿਸ਼ੇਸ ਫॉर दैट। ਤੇ ਬਸ ਗੱਲ ਹੁੰਦੀ ਰਹੇਗੀ। ਹਾਂਜੀ, ਕਹਾਣੀਆਂ ਦੀ ਤੁਹਾਡੇ ਸੇ ਮੁਰੀਦ ਹਾਂ ਹੋ ਰਹਿਣਾ ਹੀ ਹੈ। ਅਗਲੀ ਅੱਛੀ ਕਹਾਣੀ ਦੀ, ਵੱਡੀ ਕਹਾਣੀ ਦੀ ਸਾਨੂੰ ਇੰਤਜ਼ਾਰ ਹੈ। ਬਹੁਤ ਰੂਥ ਲਈ ਵਿਸ਼ੇਸ਼ ਤੌਰ ਤੇ ਮੁਬਾਰਕਾਂ, ਕਿਉਂਕਿ ਕਿਆ ਲਾਜਵਾਬ ਕਹਾਣੀ। ਯਸ, ਤੁਸੀਂ ਮੈਸੇਜ ਵੀ ਕੀਤਾ ਸੀਗਾ ਮੈਨੂੰ। ਹਾਂਜੀ, ਪੜਨ ਤੋਂ ਬਾਅਦ ਮੇਰੇ ਵੱਲੋਂ ਦੀਪਤੀ ਨੂੰ ਵਧਾਈ ਦੇਣਾ। ਮੈਂ ਇਹਨਾਂ ਦੀਆਂ ਕਹਾਣੀਆਂ ਦਾ ਪਾਠਕ ਹਾਂ। ਜਗੀਰ ਸਿੰਘ ਕਾਲੋਂ ਮੇਰਾ ਨਾਂ ਆ, ਔਰ ਦੀਪਤੀ ਦੀ ਕਹਾਣੀ ਵੀ ਬਹੁਤ ਵਧੀਆ ਹੈ। ਸ਼ੁਕਰੀਆ ਸਰ, ਸੋ ਮਨੀ ਥੈਂक्स ਜੀ। ਓਕੇ ਮੈਮ, ਹੈਵ ਅ ਨਾਈਸ ਡੇ। ਹਾਂਜੀ, ਓਕੇ, ਥੈਂक्स, ਬਾय बाय। शुक्रिया दीप्ति बूता जी। तो मेरा ख्याल मेरी गल लगभग पूरी हो गई सी सारी। तो एक बार फिर मैं सारिਆਂ ਦਾ ਜੁੜਨ ਲਈ ਧੰਨਵਾਦ ਕਰਦਾ। ਅਗਲੇ ਸ਼ਨੀਵਾਰ ਅਸੀਂ ਫਿਰ ਮਿਲਣ ਦੇ ਵਾਅਦੇ ਨਾਲ ਹੁਣ ਵਿਦਾ ਲੈਂਦੇ ਆ ਕਿ ਫਿਰ ਕਿਸੇ ਕਹਾਣੀਕਾਰ ਦੇ ਰੂਬਰੂ ਹੋਵਾਂਗੇ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੰਨਾ ਵਧੀਆ ਪ੍ਰੋਗਰਾਮ ਕਰਨ ਦੇ ਲਈ। ਥੈਂਕ ਯੂ ਵੈਰੀ ਮਚ। ਥੈਂਕ ਯੂ ਕਹਾਣੀ ਦੇ ਅਨਸੰਗ ਟੀਮ, ਥੈਂਕ ਯੂ ਫॉर ਹੈਵਿੰਗ ਮੀ ਟੁਡੇ। ਐਂਡ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਕੱਢ ਕੇ ਇੰਨੀ ਪੇਸ਼ੈਂਸ ਨਾਲ ਬੈਠੇ ਰਹੇ। ਸੋ ਹੁਣ ਆਪਾਂ ਖਤਮ ਕਰਦੇ ਹਾਂ ਜੀ ਇਹ ਪ੍ਰੋਗਰਾਮ, ਔਰ ਮੈਂ ਵੀ ਜਾ ਕੇ ਬ੍ਰੇਕਫਾਸਟ ਬਣਾਵਾਂ ਆਪਣਾ। ਥੈਂਕ ਯੂ ਜੀ। ਓਕੇ, ਬਾय बाय। ਆਪਣੇ ਲਈ ਬਣਾਇਓ ਜੀ, ਆਪਣਾ ਨਾ ਬਣਾਇਓ। Okay, that's good. All right, bye bye.